ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਹੋਸਟ ਸਚਿਨ। ਦੋਸਤੋ, ਅੱਜ ਅਸੀਂ ਗੱਲ ਕਰ ਰਹੇ ਹਾਂ ਮੇਰਾ ਵਾਰਡ ਮੇਰਾ ਸ਼ਹਿਰ। ਆਉਣ ਵਾਲੇ ਟਾਈਮ ਦੇ ਵਿੱਚ ਨਗਰ ਕੌਂਸਲ ਦੀਆਂ ਇਲੈਕਸ਼ਨਸ ਨੇ, ਤਾਂ ਅਸੀਂ ਇੱਕ ਕੈਂਪੇਨ ਚਲਾਈ ਹੈ ਮੇਰਾ ਵਾਰਡ ਮੇਰਾ ਸ਼ਹਿਰ। ਤੇ ਇਹਦੇ ਵਿੱਚ ਅਸੀਂ ਮੇਨ ਰੱਖਿਆ ਕਿ ਜਿਹੜੇ ਕੋਈ ਕੈਂਡੀਡੇਟ ਨੇ, ਅੱਜ ਦੇ ਟਾਈਮ ਦੇ ਵਿੱਚ ਬਹੁਤ ਕੈਂਡੀਡੇਟਸ ਖੜੇ ਹੋ ਰਹੇ ਨੇ ਕਿ ਮੈਂ ਵੀ ਇਲੈਕਸ਼ਨ ਲੜਦੀ ਹਾਂ, ਮੈਂ ਵੀ ਇਲੈਕਸ਼ਨ ਲੜਦੀ ਹਾਂ। ਅਸੀਂ ਆਪਣੇ ਚੈਨਲ ਦੇ ਥਰੂ ਅਸੀਂ ਗੱਲ ਰੱਖ ਰਹੇ ਹਾਂ ਕਿ ਇਲੈਕਸ਼ਨ ਤਾਂ ਤੁਸੀਂ ਲੜਨੀ ਹੈ, ਮਗਰ ਤੁਹਾਨੂੰ ਲੋਕ ਵੋਟ ਕਿਉਂ ਪਾਉਣ। ਅੱਜ ਇਸ ਮੁੱਦੇ ਤੇ ਸਾਡੇ ਨਾਲ ਗੱਲ ਕਰਨ ਲਈ ਆਏ ਨੇ ਸੰਦੀਪ ਜੀ। ਸੰਦੀਪ ਜੀ, ਤੁਹਾਡਾ ਵੌਇਸ ਆਫ ਟਰੁੱਥ ਤੇ ਸਵਾਗਤ ਹੈ। ਸਭ ਤੋਂ ਪਹਿਲੀ ਗੱਲ ਤੁਸੀਂ ਐਂ ਦੱਸੋ ਕਿ ਤੁਹਾਡੇ ਵਾਰਡ ਦੇ ਵਿੱਚ ਕਿਹੜਾ ਏਰੀਆ, ਕਿੰਨਾ ਨੰਬਰ ਵਾਰਡ ਹੈ? ਮੇਰੇ ਵਾਰਡ ਨੰਬਰ 2 ਹੈ ਜੀ, ਜਿਹਦੇ ਵਿੱਚ ਏਰੀਆ ਜਿਹੜਾ ਪੈਂਦਾ ਦਸ਼ਮੇਸ਼ ਐਵਨਿਊ ਪੈਂਦਾ, ਠੀਕ ਹੈ, ਜੁਝਾਰ ਨਗਰ ਪੈਂਦਾ, ਗੁਰੂ ਤੇਗ ਬਹਾਦਰ ਕਲੋਨੀ, ਫਰੀਦ ਨਗਰ। ਤੇ ਜੇ ਨਾਨਕਿਆਣਾ ਚੌਂਕ ਤੋਂ ਜੋ ਆਪਾਂ ਬੰਸ ਹਸਪੀਟਲ ਵੱਲ ਜਾਈਦਾ ਹੈਗਾ ਤਾਂ ਜੀ ਲੈਫਟ ਹੈਂਡ ਆ, ਉਹ ਵਾਰਡ ਨੰਬਰ 2 ਚ। ਤੁਹਾਡੇ ਵਾਰਡ ਦੇ ਵਿੱਚ ਆਪਾਂ ਪਹਿਲਾਂ ਤਾਂ ਸ਼ਹਿਰ ਦੀ ਗੱਲ ਕਰਦੇ ਹਾਂ। ਸ਼ਹਿਰ ਦੇ ਵਿੱਚ ਬਹੁਤ ਕੰਮ ਹੋਣੇ ਨੇ, ਕਈ ਜਾਂਦੇ ਨੇ ਵਿਕਾਸ ਹੋ ਰਹੇ ਨੇ, ਤਾਂ ਤੁਸੀਂ ਇਹ ਤੋਂ ਐਗਰੀ ਹੋ ਕਿ ਕਿਸ ਮਤਲਬ ਜੇ ਹੋ ਰਹੇ ਨੇ ਕੰਮ ਤਾਂ ਠੀਕ ਹੋ ਰਹੇ ਨੇ? ਇਹ ਕੰਮ ਤਾਂ ਕੀ ਹੋ ਰਹੇ ਨੇ ਕੰਮ। ਤੁਹਾਡੇ ਵਾਰਡ ਦੇ ਵਿੱਚ ਡਿਵੈਲਪਮੈਂਟ ਦੀ ਬਹੁਤ ਲੋੜ ਹੈ। ਤੁਸੀਂ ਜੁਝਾਰ ਸਿੰਘ ਨਗਰ ਕਿਹਾ ਜਾਂ ਕਈ ਏਰੀਆ ਨੇ ਜਿੱਥੇ ਸੜਕਾਂ ਵੀ ਕੱਚੀਆਂ ਨੇ। ਬਿਲਕੁਲ। ਤੁਹਾਨੂੰ ਲੋਕ ਕਿਉਂ ਵੋਟ ਪਾਣ ਕਿ ਤੁਸੀਂ ਉੱਥੇ ਕੰਮ ਕਿਵੇਂ ਕਰਵਾਓਗੇ? ਨਹੀਂ, ਮੈਂ ਤਾਂ ਆਲਰੇਡੀ ਲੋਕਾਂ ਦੀ ਸੇਵਾ 'ਚ ਹਾਜ਼ਰ ਹੀ ਹਾਂ ਜੀ। ਮੈਨੂੰ ਤਾਂ 13-14 ਸਾਲ ਹੋ ਗਏ, ਮੈਂ ਲੋਕਾਂ ਦੇ ਵਿੱਚ ਹੀ ਵਿਚਰ ਰਿਹਾ, ਲੋਕਾਂ ਦੇ ਵਿੱਚ ਹੀ ਕੰਮ ਕਰ ਰਿਹਾ। ਵਿਚਰਨਾ ਅੱਡ ਹੁੰਦਾ ਹੈ, ਤੁਸੀਂ ਇਲੈਕਸ਼ਨ ਲੜ ਰਹੇ ਹੋ। ਤੁਸੀਂ ਇਲੈਕਸ਼ਨ ਕਿਸੇ ਪਾਰਟੀ ਤੋਂ ਲੜੋਗੇ? ਅੱਜ ਜੋ ਲੋਕ ਹੈ ਪਾਰਟੀ ਤੋਂ ਨਹੀਂ, ਪਾਰਟੀ ਲੜਨਾ ਕੋਈ ਜ਼ਰੂਰੀ ਤਾਂ ਨਹੀਂ। ਆਜ਼ਾਦ ਲੜੋਗੇ? ਆਜ਼ਾਦ ਵੀ ਨਹੀਂ। ਜੇ ਮੈਨੂੰ ਪਬਲਿਕ ਜੋ ਕਹੂਗੀ, ਮੈਨੂੰ ਮੇਰਾ ਪਰਿਵਾਰ, ਮੇਰਾ ਵਾਰਡ ਮੇਰਾ ਪਰਿਵਾਰ ਜੀ, ਜੋ ਮੈਨੂੰ ਉਹ ਹੁਕਮ ਦਊਗੀ ਮੈਂ ਉਸ ਹਿਸਾਬ ਨਾਲ। ਤੇ ਜੇ ਇੱਕ ਬੜੀ ਬੰਦਿਆਂ ਦੀ ਨਾ ਸੋਚ ਹੁੰਦੀ ਹੈ ਕਿ ਤੁਸੀਂ ਪਾਰਟੀ ਤੋਂ ਨਹੀਂ ਲੜ ਰਹੇ, ਤੁਸੀਂ ਆਜ਼ਾਦ ਲੜਦੇ ਹੋ, ਤਾਂ ਤੁਹਾਡੇ ਵਾਰਡ ਦੇ ਵਿੱਚ ਕੰਮ ਨਹੀਂ ਹੋਣੇ, ਤੁਸੀਂ ਕਿਵੇਂ ਕਰਵਾਓਗੇ? ਤੁਹਾਨੂੰ ਇਹਦੇ ਬਾਰੇ ਕੁਝ ਸੋਚਿਆ ਹੋਵੇ? ਨਹੀਂ, ਪਹਿਲੇ ਕਿਹੜਾ ਨਹੀਂ ਹੋਏ ਜੀ, ਪਹਿਲੇ ਹੀ ਮੈਂ ਕਰਵਾਏ ਨੇਗੇ। ਪਹਿਲੇ ਹੀ ਮੈਂ ਬਿਜਲੀ ਦੀ ਸਮੱਸਿਆ ਸੀ, ਟਰਾਂਸਫਾਰਮਰ ਰਖਵਾਇਆ। ਪਾਣੀ ਦੀ ਸਮੱਸਿਆ ਸੀ, ਮੋਟਰ ਰਖਵਾਤੀ। ਹਰੀਪੁਰ ਗੁਰੂ ਤੇਗ ਬਹਾਦਰ ਗਲੀ ਨੰਬਰ 1 ਦੇ ਵਿੱਚ ਸਕੂਲ ਦੇ ਵਿੱਚ ਮੋਟਰ ਲੱਗੀ ਹੈਗੀ, ਉਦੋਂ ਰਖਵਾਈ ਹੈ ਜੀ। ਤੁਸੀਂ ਕੁਝ ਕੰਮ ਪੁਆਇੰਟ ਆਊਟ ਕੀਤੇ ਨੇ ਕਿ ਜਿਹੜੇ ਉੱਥੇ ਜੇ ਤੁਸੀਂ MC ਬਣਦੇ ਹੋ, ਲੋਕ ਤੁਹਾਨੂੰ ਮੌਕਾ ਦਿੰਦੇ ਨੇ, ਤਾਂ ਉੱਥੇ ਇਹ ਪ੍ਰਾਇੋਰਟੀ ਤੇ ਕੰਮ ਕਰਵਾਓਗੇ? ਬਿਲਕੁਲ ਜੀ। ਜਿਵੇਂ ਕੋਈ ਵੀ ਜਿਹੜਾ ਵੀ ਕੱਚਾ ਹੈ ਉਹਨੂੰ ਆਪਾਂ ਪੱਕਾ ਕਰਵਾਉਣ। ਕੁਛ ਕੁ ਏਰੀਏ ਦੇ ਵਿੱਚ ਪਾਰਕ ਬਣ ਜਾਣ, ਬੱਚੇ ਖੇਡਣ, ਉਹਦੇ ਵਿੱਚ ਲੋਕ ਸੈਰ ਕਰਨ। ਏਰੀਆ ਫਾਈਂਡ ਆਊਟ ਕੀਤੇ ਨੇ ਤੁਹਾਨੇ? ਏਰੀਆ ਤਾਂ ਜੀ ਜਿਵੇਂ ਆਪਣਾ ਦਸ਼ਮੇਸ਼ ਐਵਨਿਊ ਹੈ, ਉਹਦੇ ਨਾਲ ਪੱਠਲ ਕਲੋਨੀ ਹੈ, ਜੁਝਾਰ ਨਗਰ ਹੈ ਜੀ। ਤੇ ਉਹ ਅੱਜ ਵੀ ਮੇਰੇ ਖਿਆਲ ਉਹ ਕਾਫੀ ਉਹਦੇ ਵਿੱਚ ਕੰਮ ਹੋ ਰਿਹਾ। ਉਹਦੇ ਵਿੱਚ ਇੱਕ ਪਾਰਕ ਦੀ ਬਹੁਤ ਜ਼ਿਆਦਾ ਲੋੜ ਹੈ, ਉਹ ਆਪਾਂ ਸਭ ਤੋਂ ਪਹਿਲ ਦਾ ਲੋਕਾਂ ਨੂੰ ਅਪੀਲ ਕਰੋ ਕਿ ਤੁਹਾਨੂੰ ਵੋਟ ਕਿਉਂ ਪਾਣ। ਇੱਕ ਵਾਰ ਹੋਰ ਤੁਸੀਂ ਲੋਕਾਂ ਨੂੰ ਡਾਇਰੈਕਟ ਸਿੱਧੀ ਅਪੀਲ ਕਰੋ। ਮੈਂ ਤਾਂ ਸਾਰੇ ਲੋਕਾਂ ਨੂੰ, ਸਾਰੇ ਮੇਰੇ ਪਰਿਵਾਰ 2 ਨੰਬਰ ਵਾਰਡ ਦੇ ਵਾਸੀਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਇੱਕ ਵਾਰ ਜ਼ਰੂਰ ਮੌਕਾ ਦਿਓ, ਇੱਕ ਵਾਰ ਜ਼ਿੰਮੇਵਾਰੀ ਦਿਓ, ਮੈਨੂੰ MC ਬਣਾਓ। ਤੇ ਬਿਨਾਂ MC ਤੋਂ ਵੀ ਮੈਂ ਤਾਂ ਤੁਹਾਡੇ ਵਿੱਚ ਹੀ ਹਾਂ, ਬਹੁਤ ਕੰਮ ਕੀਤਾ, ਤੇ ਇੱਕ ਵਾਰ MC ਜ਼ਰੂਰ ਬਣਾਓ। ਜਿੰਨੀਆਂ ਤੁਹਾਡੀਆਂ ਮੇਰੇ ਪ੍ਰਤੀ ਉਮੀਦਾਂ ਹੋਣਗੀਆਂ ਉਹ ਤਾਂ ਪੂਰਾ ਉਤਰਾਂਗਾ। ਇੱਕ ਪੈਸਾ ਵਾਰਡ ਦੇ ਉੱਪਰ ਲੱਗੂਗਾ। ਇੱਕ ਅੱਜ ਹੀ ਸਪਸ਼ਟ ਕਰਦਾ ਮੈਂ ਤੁਹਾਡੇ ਚੈਨਲ ਰਾਹੀਂ ਜੀ ਸਚਿਨ ਜੀ, ਵੀ ਮੈਂ ਨਾ ਕਮਿਸ਼ਨ ਲੈਣਾ, ਠੀਕ ਹੈ, ਨਾ ਮੈਂ ਆਪਣੇ ਵਾਰਡ ਵਿੱਚ ਮਾੜਾ ਕੰਮ ਕਰਵਾਉਣਾ। ਜੇ ਮੈਨੂੰ ਲੋਕ MC ਬਣਾਉਂਦੇ ਨੇ, ਮੁਨਸਿਪਲ ਕਮੇਟੀ ਦੇ ਦਫ਼ਤਰ ਦੇ ਵਿੱਚ ਪਹੁੰਚਾਉਂਦੇ ਨੇ, ਤਾਂ ਮੈਂ ਇਹ ਲੋਕਾਂ ਦਾ ਵਾਅਦਾ ਨਹੀਂ। ਇਹ ਵੀ ਪੋਸੀਬਿਲਿਟੀ ਹੈ, ਪਰਮਾਤਮਾ ਦੀ ਕਿਰਪਾ ਨਾਲ ਆਪਾਂ ਸੈੱਟ ਹਾਂ ਜੀ, ਵੀ ਜਿੰਨੀ ਵੀ ਉਹ ਪੇ ਜੋ ਵੀ ਹੋ, ਉਹ ਵੀ ਇੱਕ ਕਮੇਟੀ ਬਣਾ ਕੇ ਲੋਕਾਂ 'ਚ ਕੰਟਰੀਬਿਊਸ਼ਨ ਹੋ ਜਾਊਗੀ ਵਿਕਾਸ ਦੇ ਕੰਮਾਂ 'ਚ। ਬਹੁਤ ਚੰਗਾ ਉਪਰਾਲਾ ਹੈ। ਦੋਸਤੋ, ਇਹ ਸੀਗੇ ਸੰਦੀਪ ਜੀ, ਜਿਨ੍ਹਾਂ ਦਾ ਕਹਿਣਾ ਹੈ ਕਿ ਮੈਂ ਆਪਣੇ ਵਾਰਡ ਦੇ ਵਿੱਚ ਕੰਮ ਕਰਾਊਂਗਾ ਬਿਨਾਂ ਕਮਿਸ਼ਨ ਤੋਂ। ਇਹ ਵੱਡੀ ਗੱਲ ਹੈ। ਦੂਜੀ ਵੱਡੀ ਗੱਲ ਇਹ ਕਹਿ ਗਏ ਕਿ ਜਿਹੜੀ ਮੈਨੂੰ ਸੈਲਰੀ ਮਿਲੂਗੀ ਮੈਂ ਉਹ ਲੋਕਾਂ ਦੇ ਖਰਚ ਕਰੂੰਗਾ। ਮੇਰਾ ਮੰਨਣਾ ਹੈ ਤੁਸੀਂ ਇਹਨਾਂ ਨੂੰ ਪਰਖੋ, ਵੋਟਾਂ ਹਜੇ ਅੱਗੇ ਨੇ, ਮਗਰ ਇਹਨਾਂ ਨੂੰ ਪਰਖੋ ਤੇ ਇਹਨਾਂ ਦੀ ਉਮੀਦ ਨੂੰ ਪੂਰਾ ਕਰੋ। ਤੁਹਾਡੇ ਕੋਲੇ ਅਸੀਂ ਇਸ ਤਰ੍ਹਾਂ ਹੀ ਆਪਣੇ ਹੋਰ ਵਾਰਡਾਂ ਤੋਂ ਵੀ ਬੰਦੇ ਲੈ ਕੇ ਆਵਾਂਗੇ। ਜ਼ਰੂਰੀ ਨਹੀਂ ਸੰਦੀਪ ਜੀ ਦੇ ਵਾਰਡ ਦੇ ਨਾਲ ਹੀ ਕੋਈ ਹੋਰ ਵਾਰਡ ਦਾ, 2 ਨੰਬਰ ਵਾਰਡ ਦਾ ਕੋਈ ਕੈਂਡੀਡੇਟ ਸਾਡੇ ਨਾਲ ਆਉਣਾ ਚਾਹੁੰਦਾ, ਅਸੀਂ ਉਹਨਾਂ ਦੀ ਵੀ ਗੱਲ ਰੱਖਾਂਗੇ। ਇਸ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ। ਤੇ ਸੰਦੀਪ ਜੀ ਨੂੰ ਅਸੀਂ ਪਹਿਲਾਂ ਹੀ ਵੈਲ ਵਿਸ਼ਿੰਗ ਦਿੰਦੇ ਹਾਂ ਕਿ ਤੁਸੀਂ ਲੜੋ ਜੀ, ਰੱਬ ਨੇ ਚਾਹਿਆ ਤਾਂ ਤੁਹਾਨੂੰ ਮਿਊਨਿਸਪਲ ਕਮੇਟੀ 'ਚ ਜ਼ਰੂਰ ਪਹੁੰਚਾਉਣ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਸਤੋ, ਵੌਇਸ ਆਫ ਟਰੁੱਥ ਦੇਖ ਰਹੇ ਦੋਸਤਾਂ ਦਾ ਸਵਾਗਤ ਹੈ। ਦੋਸਤੋ, ਸਭ ਤੋਂ ਪਹਿਲਾਂ ਤਾਂ ਸਾਡਾ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਤੇ ਸਾਡੇ ਫੇਸਬੁੱਕ ਪੇਜ ਨੂੰ ਲਾਈਕ ਕਰੋ। ਅਸੀਂ ਤੁਹਾਡੇ ਲਈ ਸੋਸ਼ਲ ਇਸ਼ੂ ਨੂੰ ਲੈ ਕੇ ਆਉਂਦੇ ਰਹਿੰਦੇ ਹਾਂ। ਅੱਜ ਦਾ ਇਸ਼ੂ ਹੈਗਾ ਕਿਸਾਨੀ ਮੁੱਦਾ। ਕਿਸਾਨੀ ਮੁੱਦੇ ਨੂੰ ਲੈ ਕੇ ਪੂਰੀ ਦੁਨੀਆ ਕਿਸਾਨਾਂ ਦੇ ਹੱਕ 'ਚ ਖੜੀ ਹੈ, ਮਗਰ ਪੋਲੀਟੀਕਲ ਪਾਰਟੀਆਂ ਨੇ ਜਿਹੜੀਆਂ ਉਹ ਕਿਤੇ ਨਾ ਕਿਤੇ ਪੋਲਿਟਿਕਸ ਕਰ ਰਹੀਆਂ ਨੇ।
ਸਾਡੇ ਨਾਲ ਅੱਜ ਦਸਵੀਰ ਸਿੰਘ ਡੱਲੀ ਜੀ ਐਡਵੋਕੇਟ ਨੇ ਤੇ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਕਾਫੀ ਐਕਟਿਵ ਨੇ ਔਰ ਪਿਛਲੇ ਦਿਨਾਂ ਤੋਂ ਸੰਗਰੂਰ ਦੇ ਵਿੱਚ ਕਾਫੀ ਸੋਸ਼ਲ ਇਸ਼ੂ ਚੱਕ ਰਹੇ ਨੇ। ਪਹਿਲਾਂ ਤਾਂ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਡੱਲੀ, ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ। ਥੈਂਕ ਯੂ ਜੀ ਸਚਿਨ ਜੀ, ਤੁਹਾਡੇ ਵੌਇਸ ਆਫ ਟਰੁੱਥ ਤੇ ਆਉਣ ਦੇ ਲਈ ਤੇ ਲੋਕਾਂ ਨਾਲ ਮੈਨੂੰ ਰੂਬਰੂ ਕਰਾਉਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਡੱਲੀ ਜੀ, ਅੱਜ ਆਪਾਂ ਗੱਲ ਕਰਾਂਗੇ ਕਿਸਾਨਾਂ ਦੇ ਇਸ਼ੂ ਤੇ। ਜਿਹੜਾ ਕਿਸਾਨਾਂ ਦਾ ਮੁੱਦਾ ਹੈਗਾ, ਤੁਹਾਨੂੰ ਪਤਾ ਹੈ ਪਹਿਲਾਂ ਕਿਹਾ ਜਾ ਰਿਹਾ ਸੀਗਾ ਕਿ ਇਹ ਜਿਹੜਾ ਪ੍ਰੋਟੈਸਟ ਹੈ ਮਾਲਵਾ ਦੇ ਵਿੱਚ ਹੈ, ਫਿਰ ਇਹ ਕਹਿਣ ਲੱਗ ਗਏ ਕਿ ਪੰਜਾਬ ਦੇ ਲੋਕ ਨੇ। ਹੁਣ ਪੂਰਾ ਇੰਡੀਆ ਨਹੀਂ, ਪੂਰੀ ਦੁਨੀਆ ਦੇ ਵਿੱਚ ਇਹ ਪ੍ਰੋਟੈਸਟ ਆ ਗਿਆ। ਵੱਡੀਆਂ ਵੱਡੀਆਂ ਕੰਟਰੀਆਂ ਦੇ ਵਿੱਚ ਇੱਕ ਪ੍ਰੋਟੈਸਟ ਦੀ ਹਮੀ ਭਰੀ ਜਾਣ ਲੱਗੀ। ਤੇ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਹੜੇ ਕਿਸਾਨਾਂ ਦਾ ਪ੍ਰੋਟੈਸਟ ਹੈ ਤੇ ਇਹਨੂੰ ਪੋਲੀਟੀਕਲੀ ਲੋਕ ਇਗਨੋਰ ਕਰ ਰਹੇ ਨੇ, ਇਹਨੂੰ ਕਿਵੇਂ ਦੇਖਦੇ ਹੋ ਤੁਸੀਂ? ਦੇਖੋ ਜੀ, ਜਿਹੜਾ ਪ੍ਰੋਟੈਸਟ ਦਾ ਹੁਣ ਵੇਵ ਹੈ ਇਸ ਲੈਵਲ ਤੇ ਪਹੁੰਚ ਚੁੱਕਿਆ ਕਿ ਪੋਲੀਟੀਕਲ ਪਾਰਟੀਆਂ ਦੀ ਇਹ ਹੁਣ ਇੱਕ ਤਰ੍ਹਾਂ ਨਾਲ ਇੰਨਾ ਡਰ ਗਈਆਂ ਨੇ ਪੋਲੀਟੀਕਲ ਪਾਰਟੀਆਂ ਕਿ ਜੇ ਅਸੀਂ ਇਹਨਾਂ ਦੇ ਵਿੱਚ ਹੁਣ ਵੀ ਸ਼ਾਮਲ ਨਾ ਹੋਏ ਤਾਂ ਲੋਕਾਂ ਨੇ ਸਾਨੂੰ ਸਵੀਕਾਰ ਨਹੀਂ ਕਰਨਾ। ਤੇ ਵੋਟ ਬੈਂਕ ਦਾ ਤਾਂ ਕੁਐਸਚਨ ਇੰਨਾ ਵੱਡਾ ਉਹਨਾਂ ਲਈ ਖੜਾ ਹੋ ਗਿਆ, ਕਿਉਂਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ, ਚਾਹੇ ਉਹ ਕਾਂਗਰਸ ਹੈ, ਚਾਹੇ ਉਹ ਅਕਾਲੀ ਦਲ ਹੈ, ਚਾਹੇ ਉਹ ਆਮ ਆਦਮੀ ਪਾਰਟੀ ਹੈ, ਇਹ ਸਿਰਫ ਵੋਟ ਬੈਂਕ ਤੇ ਹੀ ਡਿਪੈਂਡ ਕਰਦੇ। ਇਹਨਾਂ ਦਾ ਕੰਮ ਸੀਗਾ ਕਾਮਨ ਮੈਨ ਨੂੰ ਬੁੱਧੂ ਬਣਾਉਣਾ ਔਰ ਵੋਟਾਂ ਲੈਣੀਆਂ। ਜਦ ਕਿ ਹੁਣ ਕਾਮਨ ਮੈਨ ਦੀ ਲੜਾਈ ਹੈ, ਇਹ ਸਿਰਫ ਇਸ ਲਈ ਇਹਨਾਂ ਨੇ ਡਿਸਟੈਂਸ ਬਣਾ ਰੱਖਿਆ ਸੀ ਕਿ ਜੇ ਇਹ ਕਾਮਯਾਬ ਨਾ ਹੋਏ ਤਾਂ ਅਸੀਂ ਵੀ ਨਾਲ ਫੇਲ ਹੋ ਜਾਵਾਂਗੇ। ਹੁਣ ਕਿਉਂਕਿ ਪ੍ਰੋਟੈਸਟ ਇਸ ਲੈਵਲ ਤੇ ਪਹੁੰਚ ਚੁੱਕਿਆ ਤਾਂ ਉਹਨਾਂ ਦੇ ਆਪਦੇ ਜਿਹੜੇ ਇੰਟਰਨਲ ਇਸ਼ੂਜ਼ ਨੇ ਉਹ ਸਾਹਮਣੇ ਆ ਗਏ ਲੋਕਾਂ ਨੂੰ, ਕਿਉਂਕਿ ਇਹ ਆਉਣਾ ਨਹੀਂ ਸੀ ਚਾਹੁੰਦੇ। ਹੁਣ ਬੀਜੇਪੀ ਤੇ ਆਰਐਸਐਸ ਇਹਨਾਂ ਦਾ ਏਜੰਡਾ ਸਿੱਧਾ ਇਹੀ ਹੈ ਕਿ ਜਿੰਨੀਆਂ ਮਾਈਨੋਰਟੀਜ਼ ਨੇ, ਚਾਹੇ ਉਹ ਮੁਸਲਿਮਸ ਨੇ, ਚਾਹੇ ਉਹ ਕ੍ਰਿਸਚਨ ਨੇ, ਚਾਹੇ ਉਹ ਸਿੱਖੀਜ਼ਮ ਹੈ, ਕੋਈ ਵੀ ਹੈ, ਵੀ ਉਹਨਾਂ ਨੂੰ ਪਿੱਛੇ ਧੱਕਿਆ ਜਾਵੇ ਤੇ ਆਪਦਾ ਜਿਹੜਾ ਇੱਕ ਕਾਸਟ ਤੇ ਸਿੰਗਲ ਕੰਟਰੀ ਉਸ ਤਰ੍ਹਾਂ ਨਾਲ ਬਣਾਇਆ ਜਾਵੇ। ਜਿਵੇਂ ਕਿ ਤੁਸੀਂ ਇਹ ਗੱਲ ਸਮਝੋ, ਜਿਵੇਂ ਹਿੰਦੁਸਤਾਨ ਦੀਆਂ ਜਿਹੜੀਆਂ ਨਾਮਵਰ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਬਹੁਤ ਵੱਡੇ ਵੱਡੇ ਅੰਦੋਲਨ ਕੀਤੇ, ਉਹ ਵੀ ਕਿਸਾਨ ਅੰਦੋਲਨ ਦੇ ਵਿੱਚ ਆ ਗਈਆਂ। ਮੇਧਾ ਪਾਟਕਰ ਹੈ, ਹੋਰ ਅਨੁਦਿਤੀ ਰਾਏ ਹੈ, ਹੋਰ ਜਿਹਨੇ ਕਾਮਰੇਡ ਜਿਹੜੇ ਕਹਿੰਦੇ ਨੇ। ਪਰ ਹੁਣ ਜਿਹੜਾ ਮੀਡੀਆ, ਤੁਹਾਡਾ ਧੰਨਵਾਦ ਹੈ ਕਿ ਤੁਸੀਂ ਸੱਚ ਗੱਲ ਨੂੰ ਅੱਗੇ ਲੈ ਕੇ ਆ ਰਹੇ ਹੋ। ਜਿਵੇਂ ਕਿ ਤੁਹਾਡਾ ਨਾਮ ਹੈ ਵੌਇਸ ਆਫ ਟਰੁੱਥ, ਜਦ ਕਿ ਅੱਜ ਇੱਕ ਪ੍ਰੋਟੈਸਟ ਚੱਲ ਰਿਹਾ ਸੀ, ਇੱਕ ਰਿਪਬਲਿਕ, ਇੱਕ ਆਜ ਤੱਕ ਤੇ ਇੱਕ ਹੋਰ ਹੈ ਮੇਰੇ ਖਿਆਲ ਚੈਨਲ। ਉਹਨਾਂ ਦਾ ਕੰਮ ਇਹੀ ਹੈ ਕਿ ਇਸ ਅੰਦੋਲਨ ਨੂੰ ਕਿਵੇਂ ਅੱਤਵਾਦ ਦੀ ਸ਼ੇਪ ਦੇ ਸਕੀਏ ਤੇ ਜਿਹੜੇ ਸਿੱਖੀਜ਼ਮ ਹੈ ਉਹਨੂੰ ਖਾਲਿਸਤਾਨ ਦੇ ਨਾਮ ਨਾਲ ਉਹ ਲਿਆਉਣਾ ਚਾਹੁੰਦੇ ਨੇ ਕਿ ਇਹਦੇ ਵਿੱਚ ਤਾਂ ਜੀ ਇਹ ਖਾਲਿਸਤਾਨ ਦੀ ਮੂਵਮੈਂਟ ਹੈ, ਖਾਲਿਸਤਾਨ ਨੂੰ ਪਾਉਣ ਦੀ ਮੂਵਮੈਂਟ ਹੈ, ਬਿਲਾਂ ਦੇ ਅਗੇਂਸਟ ਨਹੀਂ ਹੈ। ਇਹ ਪ੍ਰੋਟੈਸਟ ਕਰ ਰਹੇ ਨੇ, ਉਹ ਮਤਲਬ ਪ੍ਰਟੈਂਡ ਕਰ ਰਹੇ ਨੇ, ਲੋਕਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਤੇ ਜਿਹੜੇ ਕਾਮਰੇਡ ਨੇ ਉਹ ਆਪਣੇ ਅਲੱਗ ਨਿੱਜੀ ਮਫਾਦਾਂ ਲਈ ਆ ਰਹੇ ਨੇ, ਔਰ ਜਿਹੜੇ ਮੁਸਲਿਮ ਨੇ ਉਹ ਇਸਲਾਮਿਕ ਜਿਹੜਾ ਹੈ ਟੈਰਰਿਜ਼ਮ ਉਹਦੇ ਲਈ ਆ ਰਹੇ ਨੇ। ਮਤਲਬ ਕਿਸਾਨ ਅੰਦੋਲਨ ਨੂੰ ਪੋਲੀਟੀਕਲ ਪਾਰਟੀਆਂ ਹਰ ਤਰ੍ਹਾਂ ਨਾਲ ਯੂਜ਼ ਕਰ ਰਹੀਆਂ। ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਤੁਸੀਂ ਇਹ ਜਿਹੜੀ ਚੀਜ਼ ਹੋ ਰਹੀ ਹੈ, ਤੁਸੀਂ ਪਹਿਲਾਂ ਆਪਾਂ ਪੋਲੀਟੀਕਲ ਪਾਰਟੀਆਂ ਦੀ ਗੱਲ ਕਰਦੇ ਹਾਂ, ਬੀਜੇਪੀ ਦੀ ਤੁਹਾਨੂੰ ਗੱਲ ਦੱਸਦੀ, ਤੁਸੀਂ ਕਾਂਗਰਸ ਨੂੰ ਕਿਵੇਂ ਦੇਖਦੇ ਹੋ? ਕਾਂਗਰਸ ਦਾ ਕਿਵੇਂ ਰੋਲ ਹੈ ਇਹਦੇ ਵਿੱਚ? ਦੇਖੋ, ਕਾਂਗਰਸ ਦਾ ਸਿਰਫ ਇੱਕ ਏਜੰਡਾ ਹੈ। ਮੈਂ ਸਮਝਦਾ ਹੁਣ ਤਾਂ ਸਭ ਨੂੰ ਇਹ ਪਤਾ ਲੱਗ ਹੀ ਗਿਆ। ਕਾਂਗਰਸ ਨੇ ਇਹ ਦੇਖਣਾ ਮੈਨੂੰ ਇਸ ਅੰਦੋਲਨ ਦੇ ਵਿੱਚ ਨੈਕਸਟ ਗਵਰਨਮੈਂਟ ਦੇ ਆਉਣ ਦੇ ਲਈ ਕੀ ਬੈਨੀਫਿਟਸ ਨੇ। ਪਹਿਲਾਂ ਉਹਨਾਂ ਨੇ ਪੂਰੀ ਐਜੀਟੇਸ਼ਨ ਉੱਪਰ ਜਾਣ ਦਿੱਤਾ, ਕੁਛ ਨਹੀਂ ਕੀਤਾ। ਜਦ ਕਿ ਇਹ ਜਿਹੜੀ ਗੱਲ ਸੀਗੀ ਇਹ ਫਸਟ ਸਟੇਜ ਤੇ ਹੀ ਜਿਹੜੀ ਹੈ ਸਦਨ ਬੁਲਾ ਕੇ ਇਹ ਬਿੱਲ ਪਾਸ ਕੀਤੇ ਜਾ ਸਕਦੇ ਜੋ ਆਪਣੇ ਪਹਿਲਾਂ ਕੀਤੇ। ਸਟੇਟ ਗਵਰਨਮੈਂਟ ਦੇ ਇੱਕ ਮਤਲਬ ਸਟੇਟ ਗਵਰਨਮੈਂਟ ਬਾਉਂਡ ਹੁੰਦੀ ਹੈ ਨਾ, ਇੱਕ ਹੱਦ ਤੱਕ ਹੁੰਦੀ ਹੈ, ਸੈਂਟਰ ਸੁਪਰੀਮ ਹੈ ਨਾ। ਇਹ ਗੱਲ ਨਹੀਂ ਹੈ, ਇਹ ਵੀ ਗੱਲ ਲੋਕਾਂ ਦੇ ਵਿੱਚ ਗਲਤ ਲਿਆਂਦੀ ਜਾਂਦੀ ਹੈ। ਜਿਹੜਾ ਸਟੇਟ ਲਾਅ ਹੈ, ਸਟੇਟ ਲਾਅ ਇਜ਼ ਇੰਡੀਪੈਂਡੈਂਟ ਹੈ, ਅਸੈਂਬਲੀ ਉਹ ਬਣਾ ਸਕਦੀ ਹੈ ਕਿਉਂਕਿ ਸਟੇਟ ਦੇ ਐਕਸਚੈਕਰ ਨੇ ਉਹ ਪੈਸੇ ਦੇਣੇ ਨੇ। ਜਿਹੜੀ ਪਾਰਲੀਮੈਂਟ ਹੈ, ਪਾਰਲੀਮੈਂਟ ਨੇ ਇੰਡੀਆ ਦੇ ਹਿਸਾਬ ਦੇ ਨਾਲ ਸੋਚ ਕੇ ਬਿੱਲ ਪਾਸ ਕਰਨਾ। ਜੇ ਇਹ MSP ਦਾ ਜਿਹੜਾ ਹੈਗਾ ਦੇ ਦਿੰਦੇ ਕਿ ਅਸੀਂ ਇਹ ਗਰੰਟੀ ਕਰਦੇ ਹਾਂ ਵੀ ਸਾਡੇ ਜਿਹੜੇ ਅਦਾਰੇ ਨੇ ਉਹ ਚੱਕਣਗੇ। ਹੁਣ ਨਵਜੋਤ ਸਿੰਘ ਸਿੱਧੂ ਨੇ ਵੀ ਕਿਹਾ ਸੀ। ਯੈਸ, ਇਹ ਇੱਕ ਜਦ ਕਿ ਇੰਡੀਆ ਗਵਰਨਮੈਂਟ ਕੋਲੇ ਵੀ ਇੱਕ ਸਿੰਪਲ ਇੱਕ ਅਮੈਂਡਮੈਂਟ ਹੀ ਕਰਨੀ ਹੈ ਬਿੱਲਾਂ ਦੇ ਵਿੱਚ। ਜੇ ਬਿੱਲ ਰੱਦ ਨਹੀਂ ਕਰਨਾ ਚਾਹੁੰਦੇ ਉਹ ਦੋ ਚੀਜ਼ਾਂ ਅਮੈਂਡ ਕਰ ਦੇਣ ਕਿ ਇਹ ਗਰੰਟੀ ਹੈ ਤੁਹਾਡੀ MSP ਇੱਥੇ ਦੇਤੀ, ਇਹ ਜਿਹੜੀ ਫਸਲ ਹੈ ਇਹਨੇ ਦੀ ਵਿਕੂਗੀ। ਕਿਉਂਕਿ ਇਹਦੀ ਵਜ੍ਹਾ ਕੀ ਹੈ, ਹੁਣ ਲੋਕਾਂ ਦੇ ਵਿੱਚ ਇਹ ਗੱਲ ਆਉਂਦੀ ਹੈ, ਮੈਂ ਤੁਹਾਡੇ ਮਾਧਿਅਮ ਰਾਹੀਂ ਸਾਫ਼ ਕਰਨਾ ਚਾਹੁੰਦਾ। ਲੋਕ ਕਹਿੰਦੇ ਨੇ ਜੀ ਲੋਕ ਅਗਲਾ ਮਾੜੀ ਚੀਜ਼ ਬੀਜੂਗਾ, ਪੈਸੇ ਮੰਗਦਾ ਉਹ ਪੂਰੇ। ਉਹ ਬੰਦਿਆਂ ਨੂੰ ਜਦ ਕਿ ਹਿੰਦੁਸਤਾਨ ਜਦੋਂ ਜਮਾਂ ਥੱਲੇ ਚਲਾ ਗਿਆ ਸੀ, ਹਿੰਦੁਸਤਾਨ ਨੂੰ ਅਨਾਜ ਦੀ ਲੋੜ ਸੀ, ਉਦੋਂ ਕਿਸਾਨਾਂ ਨੂੰ ਇਹ MSP ਲਾ ਕੇ ਇਸ ਤਰ੍ਹਾਂ ਨਾਲ ਲਿਆਂਦਾ ਗਿਆ ਕਿ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਐਡਿਕਟ ਕਰ ਦਿੱਤਾ ਗਿਆ ਕਿ ਤੁਸੀਂ ਆਹੀ ਫਸਲਾਂ ਬੀਜਣੀਆਂ। ਹੁਣ
ਜਦੋਂ ਇਹਨਾਂ ਨੇ ਉਹ ਗੱਲ ਤੋੜ ਕੇ MSP ਤੋੜ ਕੇ ਨਵੇਂ ਬਿੱਲ ਲਿਆਂਦੇ ਤਾਂ ਕਿਸਾਨ ਦੂਜੀ ਫਸਲ ਬੀਜ ਹੀ ਨਹੀਂ ਸਕਦਾ। ਉਹ 2-3 ਸਾਲ ਉਸ ਨੂੰ ਉਸ ਜ਼ਮੀਨ ਨੂੰ ਹੋਰ ਤਰ੍ਹਾਂ ਨਾਲ ਉਪਜਾਊ ਬਣਾਉਣਾ ਪਊਗਾ, ਫਿਰ ਜਾ ਕੇ ਉਹ ਉਸ ਲੈਵਲ ਤੇ ਆਊਗਾ। ਉਹ 3 ਸਾਲ ਉਹਦੀ ਰੋਟੀ ਦਾ ਪ੍ਰਬੰਧ ਕੌਣ ਕਰੂ? ਚਲੋ ਇਹ ਤੋਂ ਬਾਅਦ ਆਪਾਂ ਅਕਾਲੀ ਦਲ ਦੀ ਗੱਲ ਕਰਦੇ ਹਾਂ। ਅਕਾਲੀ ਦਲ ਦੇ ਸਟੈਂਡ ਨੂੰ ਤੁਸੀਂ ਕਿਵੇਂ ਮੰਨਦੇ ਹੋ? ਦੇਖੋ, ਅਕਾਲੀ ਦਲ ਪਹਿਲਾਂ ਐਗਰੀ ਸੀਗਾ ਇਹਨਾਂ ਨਾਲ, BJP ਨਾਲ। ਹੁਣ ਗੱਲ ਹੋਈ ਜਦੋਂ ਦੇਖਿਆ ਵੋਟ ਬੈਂਕ ਸਾਡੇ ਹੱਥੋਂ ਨਿਕਲਦਾ ਜਾ ਰਿਹਾ ਹੈ, ਕਿਸਾਨਾਂ ਨੇ ਉਹਨਾਂ ਦੀ ਗੱਲ ਨੂੰ ਇੰਡੋਰਸ ਨਹੀਂ ਕੀਤਾ, ਤਾਂ ਨਾਲ ਦੀ ਨਾਲ ਉਹਨਾਂ ਨੇ ਪਲਟੀ ਮਾਰੀ। ਇਹ ਨਾ ਤਾਂ ਲੀਡਰਾਂ ਦਾ ਕੋਈ ਦੀਨ ਧਰਮ ਨਹੀਂ ਹੁੰਦਾ। 1 ਮਿੰਟ 'ਚ ਉਹੀ ਗੱਲ, ਦੂਜੇ ਮਿੰਟ 'ਚ ਦੂਸਰੇ ਪਾਸੇ ਉਹੀ ਗੱਲ। ਪਹਿਲਾਂ ਤਾਂ ਉਹਨਾਂ ਨੂੰ ਮਾੜਾ ਕਹਿ ਰਹੇ ਨੇ, ਉਹ ਤੋਂ ਬਾਅਦ ਉਸੇ ਨੂੰ ਚੰਗਾ ਕਹਿਣਗੇ। ਉਹ ਨਾਲ ਦੇ ਨਾਲ ਸੁਖਬੀਰ ਬਾਦਲ ਨੇ ਸਟੇਟਮੈਂਟ ਦਿੱਤੀ ਵੀ ਨਹੀਂ ਜੀ ਇਸ ਦਾ ਨਾਲ ਆ ਦੇਖੋ ਅਸੀਂ ਰਿਜ਼ਾਈਨ ਕਰਤਾ। ਇਹ ਰਿਜ਼ਾਈਨ ਕਰਨਾ ਨਾਲ ਹੋਣਾ ਇੱਕ ਡਰਾਮੇਬਾਜ਼ੀ। ਇਹਨੂੰ ਛੱਡ ਦਿਓ, ਕਿਉਂਕਿ ਉਹ ਤਾਂ ਪੁਰਾਣੀਆਂ ਪੋਲੀਟੀਕਲ ਪਾਰਟੀਆਂ ਨੇ, ਕਾਂਗਰਸ ਹੋ ਗਿਆ, ਅਕਾਲੀ ਜਾਂ BJP, ਇੱਕ ਨਵੀਂ ਜਿਹੜੀ ਲੋਕਾਂ ਦੀ ਆਵਾਜ਼ ਬਣ ਕੇ ਆਈ ਸੀ, ਜਿਹੜੇ ਕਹਿੰਦੇ ਸੀਗੇ, ਮੈਨੂੰ ਮਤਲਬ ਹਾਸੇ ਵੀ ਆਉਂਦੇ, ਜਿਹੜੇ ਕਹਿੰਦੇ ਸੀਗੇ ਅਸੀਂ ਗੰਦਗੀ ਸਾਫ਼ ਕਰਨੀ ਹੈ। ਆਮ ਆਦਮੀ ਪਾਰਟੀ ਦੇ ਸਟੈਂਡ ਨੂੰ ਕਿਵੇਂ ਮੰਨਦੇ ਹੋ? ਉਰੇ ਧਰਨੇ ਲਾ ਦਿੰਦੇ ਨੇ, ਦਿੱਲੀ ਉਹਨਾਂ ਦਾ ਬੰਦਾ ਨਹੀਂ ਦਿਖਦਾ ਹੈਗਾ ਕੋਈ। ਉਹਨਾਂ ਨੇ ਇੱਕ ਬੜਾ ਵਧੀਆ ਸ਼ੋਸ਼ਾ ਛੱਡਿਆ ਕਿ ਜਿੰਨੇ ਸਾਡੇ ਬੰਦੇ ਨੇ ਜੀ ਬਿਨਾਂ ਝੰਡਿਆਂ ਤੋਂ ਜਾਣਗੇ। ਇਹਦਾ ਮਤਲਬ ਉਹ ਇਹ ਗੱਲ ਪ੍ਰੋਟੈਕਟ ਕਰ ਰਹੇ ਨੇ ਕਿ ਲੋਕਾਂ ਨੂੰ ਇਹ ਦੱਸ ਰਹੇ ਨੇ ਕਿ ਜਿੰਨੇ ਉੱਤੇ ਬੰਦੇ ਨੇ ਆਮ ਆਦਮੀ ਦੇ ਨੇ। ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਇਹ ਐਕਚੁਅਲੀ ਜਦੋਂ ਆਮ ਆਦਮੀ ਪਾਰਟੀ ਆਈ ਹੈ, ਉਹਨਾਂ ਨੇ ਕਾਮਨ ਮੈਨ ਦੇ ਸੈਂਟੀਮੈਂਟਸ ਨੂੰ ਯੂਜ਼ ਕੀਤਾ। ਔਰ ਪਾਵਰ ਚਾਹੇ ਉਹ ਦਿੱਲੀ 'ਚ, ਕਿਉਂਕਿ ਦਿੱਲੀ 'ਚ ਜਿਹੜੇ ਬੰਦੇ ਨੇ ਉਹ ਸਿਰਫ ਆਫੀਸ਼ੀਅਲ ਕੰਮਕਾਰ ਵਾਲੇ ਬੰਦੇ ਨੇ, ਉਹਨਾਂ ਦੇ ਪਰਸਨਲ ਬਿਜ਼ਨਸ ਨਹੀਂ ਹੈ, ਮਤਲਬ ਬਹੁਤ ਘੱਟ ਨੇ, ਤੇ ਲੋਕਾਂ ਨੇ ਰੋਜ਼ ਜੌਬ ਕਰਨੀ ਆ, ਜ਼ਿਆਦਾ ਤਾਦਾਦ ਉਹਨਾਂ ਦੀ ਹੈ। ਉਹ ਇਹਨਾਂ ਦੇ ਝਾਂਸੇ 'ਚ ਆ ਗਏ, ਪਰ ਪੰਜਾਬ ਨਹੀਂ ਆਇਆ। ਇਸੇ ਤਰ੍ਹਾਂ ਹੁਣ ਇੱਥੇ ਪ੍ਰੋਟੈਸਟ ਕਰ ਰਹੇ ਨੇ, ਉੱਥੇ ਉਹਨਾਂ ਨੇ ਆਰਡੀਨੈਂਸ ਪਾਸ ਕਰਤਾ ਟੋਟਲੀ ਅਗੇਂਸਟ। ਨਹੀਂ, ਉਰੇ ਦੇ ਆਮ ਆਦਮੀ ਪਾਰਟੀ ਦੇ ਲੀਡਰ ਨੇ, ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਨਵੇਂ ਫਰੈਸ਼ ਫੇਸ ਨੇ, ਕਿ ਉਹ ਉਸ ਲਾਇਕ ਹੈਗੇ ਨੇ ਕਿ ਜਾ ਕੇ ਲੋਕਾਂ ਦੀ ਨੁਮਾਇੰਦਗੀ ਕਰਨ? ਐਕਚੁਅਲੀ ਉਹ ਖਤਮ ਹੋ ਚੁੱਕੇ ਨੇ ਜੀ। ਉਹ ਤਾਂ ਸਿਰਫ ਇੱਕ ਆਮ ਆਦਮੀ ਨੂੰ ਬੁੱਧੂ ਬਣਾਉਣਾ ਚਾਹੁੰਦੇ ਨੇ ਕਿ ਅਸੀਂ ਦੇਖੋ ਜੀ ਅਸੀਂ ਤੁਹਾਡੇ ਨਾਲ ਦੇ ਹਾਂ, ਅਸੀਂ ਕਾਮ ਆ, ਜਦ ਤੋਂ ਆਮ ਨਹੀਂ ਹੈ। ਕਿਸਾਨੀ ਦਾ ਝੰਡਾ ਕਿਉਂ ਚੱਕਦੇ ਹੋ? ਕੱਲ ਉਰੇ ਧਰਨਾ ਸੀਗਾ ਜੀ, ਉਹ ਕਿਸਾਨਾਂ ਦੇ ਧਰਨੇ, ਉਰੇ ਆਮ ਜਿਹੜੇ ਜ਼ਮੀਨ ਪ੍ਰਾਪਤੀ ਵਾਲੇ ਨੇ ਉਹਨਾਂ ਦੇ ਤਾਂ ਧਰਨੇ ਦੇ ਵਿੱਚ ਆ ਗਏ। ਉਹ ਉੱਥੇ ਆ ਕੇ ਕਿਸਾਨਾਂ ਦੇ ਹੱਕ ਦੀ ਗੱਲ ਕਰਕੇ ਉੱਥੇ ਕਿਉਂ ਨਹੀਂ ਜਾ ਰਹੇ? ਉੱਥੇ ਨਹੀਂ ਜਾ ਰਹੇ ਜੀ। ਇੱਕ ਤਾਂ ਲੋਕਾਂ ਨੂੰ ਪਤਾ ਲੱਗ ਗਿਆ, ਜਿੰਨੇ ਕਿਸਾਨ ਨੇ ਉਹਨਾਂ ਨੂੰ ਸਭ ਪਤਾ ਵੀ ਇਹ ਬੰਦੇ ਸਿਰਫ ਸਾਨੂੰ ਯੂਜ਼ ਕਰਨ ਲਈ ਆ ਰਹੇ ਨੇ। ਇਹਨਾਂ ਦਾ ਕੰਮ ਇਹ ਸੀ ਵੀ ਇਹਨਾਂ ਨੂੰ, ਜਿਵੇਂ ਪਹਿਲਾਂ ਜਿਸ ਤਰ੍ਹਾਂ ਤੋਂ ਆਪਣਾ ਆਮ ਆਦਮੀ ਪਾਰਟੀ ਦੀ ਹੋਂਦ ਹੋਈ, ਜਿਵੇਂ ਪੈਦਾ ਵੀ ਇੱਕ ਇਹ 'ਚੋਂ ਨਿਕਲੀ ਅੰਦੋਲਨ 'ਚੋਂ, ਹੁਣ ਵੀ ਇਹਨਾਂ ਨੂੰ ਐਂ ਲੱਗਦਾ ਵੀ ਇਹ ਅੰਦੋਲਨ ਨੂੰ ਆਪਾਂ ਹਾਈਜੈਕ ਕਰ ਲਓ, ਸ਼ਾਇਦ ਪੰਜਾਬ ਦੇ ਵਿੱਚ ਵੀ ਅਸੀਂ ਸਰਕਾਰ ਬਣਾ ਲਈ। ਇਹ ਤਾਂ ਨਹੀਂ ਹੋ ਸਕਦਾ। ਪਰ ਲੋਕਾਂ ਨੂੰ ਪਤਾ ਹੈ ਵੀ ਇਹ ਜਦੋਂ ਪਹਿਲੇ ਸਟੈਪ ਤੇ ਨਹੀਂ ਆਏ, ਹੁਣ ਕੀ ਕਰਨ ਆਉਣਗੇ? ਅੱਜ ਕੱਲ੍ਹ ਮੈਂ ਹੋਰ ਦੱਸਾਂ, ਆਮ ਆਦਮੀ ਪਾਰਟੀ ਕਿਸੇ ਵੀ ਮੁੱਦੇ ਦੇ ਸਾਹਮਣੇ ਨਹੀਂ ਆਉਂਦੀ। ਤੁਸੀਂ ਸੰਗਰੂਰ 'ਚ ਦੇਖੋ ਕਿੰਨਾ ਕੁਛ ਹੋ ਰਿਹਾ, ਕੋਈ ਨਹੀਂ ਆਮ ਆਦਮੀ ਬੰਦਾ ਕਦੇ ਦੇਖਿਆ ਕਦੇ ਕਿਸੇ ਆਮ ਆਦਮੀ ਪਾਰਟੀ ਦੇ ਕਿਸੇ ਲੀਡਰ ਨੇ ਕੋਈ ਆ ਕੇ ਗੱਲ ਚੱਕੀ ਹੋ? ਇਹ ਸਟੇਟ ਪ੍ਰੈਜ਼ੀਡੈਂਟ ਸੰਗਰੂਰ ਤੋਂ ਹੀ ਨੇ। ਯਸ, ਸਟੇਟ ਪ੍ਰੈਜ਼ੀਡੈਂਟ ਸੰਗਰੂਰ ਤੋਂ ਨੇ, ਆਪੋਜੀਸ਼ਨ ਪਾਰਟੀ ਦੇ ਲੀਡਰ ਸੰਗਰੂਰ ਤੋਂ ਨੇ, ਮੇਰੇ ਵਧੀਆ ਮਿੱਤਰ ਨੇ। ਹਰ ਸਾਡੀ ਗਲੀ ਟੁੱਟੀ ਪਈ ਹੈ, ਹਰ ਸਾਡੀ ਰੋਡ ਟੁੱਟੀ ਹੋਈ ਹੈ। ਤੁਸੀਂ ਸਾਡੇ ਘਰ ਵੱਲ ਜਾਓ, ਤੁਸੀਂ ਉੱਥੇ ਸੀਵਰੇਜ ਦਾ ਪਾਣੀ ਰੋਡਾਂ ਤੇ ਫਿਰਦਾ। ਸਤਿੰਦਰ ਜੀ ਰੋਜ਼ ਇਸ ਗੱਲ ਦੇ ਮੁੱਦੇ ਚੱਕਦੇ ਨੇ ਕਿ ਜੀ ਸੀਵਰੇਜ ਟੁੱਟਿਆ ਹੋਇਆ। ਕੱਲ੍ਹ ਅਸੀਂ ਮੁੱਦਾ ਚੱਕਿਆ ਪਾਣੀਆਂ ਦਾ। ਇੱਕ ਪੂਰੇ ਮਤਲਬ ਲੋਕੈਲਿਟੀ ਜਿੱਥੇ ਕਿ ਹਜ਼ਾਰਾਂ ਤੋਂ ਵੱਧ ਘਰ ਨੇ, ਉੱਥੇ ਗੰਦਾ ਪਾਣੀ ਪੀ ਰਹੇ ਸੀ ਲੋਕ। 80% ਲੋਕਾਂ ਨੂੰ ਇਹ ਜਿਹੜਾ ਹੈਗਾ ਪੀਲੀਆ। ਤੁਹਾਡੇ ਧਿਆਨ, ਚਲੋ ਆਪਾਂ ਕਿਸਾਨੀ ਮੁੱਦੇ ਤੋਂ ਥੋੜਾ ਹਟ ਕੇ ਗੱਲ ਕਰਦੇ, ਤੁਹਾਡੇ ਧਿਆਨ 'ਚ ਹੋਏਗਾ ਸੰਗਰੂਰ ਦੀ ਇੱਕ ਕੰਪਨੀ ਨੇ 110 ਕਰੋੜ ਦਿੱਤਾ ਹੋਇਆ ਹੈ, ਜਿਹਦੇ ਵਾਸਤੇ ਚਲੋ ਮੈਂ ਤੁਹਾਡੇ ਨੋਟਿਸ 'ਚ ਲਿਆਣਾ ਕਿ 110 ਕਰੋੜ ਰੁਪਏ ਦਿੱਤਾ ਹੋਇਆ ਜਿਹੜਾ ਵਾਟਰ ਸਪਲਾਈ ਐਂਡ ਸੀਵਰੇਜ ਦੀ ਟ੍ਰੀਟਮੈਂਟ ਵਾਸਤੇ, ਕਿ ਸੰਗਰੂਰ ਦੇ ਵਿੱਚ ਇਹੋ ਜਿਹੀ ਕੋਈ ਦਿੱਕਤ ਨਹੀਂ ਹੋਊਗੀ। ਇਹਦੇ ਉੱਤੇ ਤੁਸੀਂ ਵਰਕ ਕਰੋ। ਉਹਦੇ ਤੇ ਜਤਿੰਦਰ ਕਾਲੜਾ ਜੀ ਲੱਗੇ ਹੋਏ ਨੇ ਜੀ। ਤੁਸੀਂ ਉਹ ਦੇਖੋ, ਇਹ ਗੱਲ ਉਹਨਾਂ ਨੇ ਕਲੀਅਰ ਕਰਵਾਤੀ ਹੈ ਕਿ ਸਾਰੇ ਦੇ ਸਾਰੇ ਪੈਸੇ ਖਤਮ ਕਰਤੇ ਜਦ ਤੱਕ ਕੰਮ ਕੋਈ ਹੋਇਆ ਨਹੀਂ। ਇਹ ਨਹੀਂ ਪਤਾ ਕਿੱਥੇ ਲਾਤੇ, ਨਾ ਕੋਈ ਲਾਈਟਾਂ ਲੱਗੀਆਂ, ਨਾ ਸਿਰਫ ਕੁਝ ਸਿਲੈਕਟਡ ਜਿੱਥੇ ਇਹ ਜਿਹੜੇ ਲੀਡਰ ਨੇ ਆਪਣੇ ਇੱਥੋਂ ਦੇ ਜਿਹੜੇ ਜਿੱਤੇ ਹੋਏ ਨੁਮਾਇੰਦੇ ਨੇ, ਜਿੱਥੇ ਉਹਨਾਂ ਦੇ ਚਹੇਤੇ ਰਹਿੰਦੇ ਨੇ, ਸਿਰਫ ਉਹੀ ਕਲੋਨੀਆਂ ਦੇ ਵਿੱਚ ਸੀਵਰੇਜ ਪਾਤੇ। ਜਿਹੜੀਆਂ ਕਲੋਨੀਆਂ, ਚਲੋ ਰੂਲਿੰਗ ਪਾਰਟੀ ਨੇ ਤਾਂ ਕਰਨਾ ਹੁੰਦਾ, ਕੋਈ ਰੂਲਿੰਗ ਪਾਰਟੀ ਦਾ ਆਬਜੈਕਸ਼ਨ ਕਰਦੇ ਨੇ। ਤੁਸੀਂ ਆਪੋਜੀਸ਼ਨ ਦੀ ਗੱਲ ਕਰ ਰਹੇ ਸੀ। ਨਹੀਂ ਆਪੋਜੀਸ਼ਨ, ਉਹਨਾਂ ਰੂਲਿੰਗ ਪਾਰਟੀ ਨੇ ਜਿਹੜੇ ਨਜਾਇਜ਼ ਕੰਮ ਕੀਤੇ ਨੇ, ਜਿਹੜੇ ਨਜਾਇਜ਼ ਕਲੋਨੀ ਇਹ ਚੱਕਣਾ ਕਿਹਨੇ ਜੀ? ਆਮ ਪਬਲਿਕ ਕਿੰਨਾ ਕੁ ਚੱਕੂਗੀ? ਚੱਕਣਾ ਕਿਹਨੇ ਹੁੰਦਾ? ਆਪੋਜੀਸ਼ਨ ਨੇ ਚੱਕਣਾ। ਆਪੋਜੀਸ਼ਨ ਤਾਂ ਹੈਂਡ ਇਨ ਗਲਵ ਹੈ। ਇਹ ਬਹੁਤ ਵਾਰ ਇਹ ਗੱਲ ਆਪਾਂ ਦੇਖ ਲਈ ਗਈ। ਤੁਸੀਂ ਦੱਸੋ, ਨਾ ਤਾਂ ਅਕਾਲੀ ਦਲ ਨੇ ਚੱਕਿਆ, ਜਦ ਕਿ ਆਮ ਆਦਮੀ ਪਾਰਟੀ ਦਾ ਲੋਕਲ ਹੈ, ਨਾ ਉਹਨਾਂ ਨੇ ਚੱਕਿਆ, ਨਾ ਇੱਕ ਡੈਮੋਕ੍ਰੈਟਿਕ ਬਣੀ ਹੈ, ਨਾ ਉਹਨਾਂ ਨੇ ਚੱਕਿਆ, ਕਾਮਰੇਡਾਂ ਨੇ ਨਹੀਂ ਚੱਕਿਆ। ਦੇਖੋ ਸਭ ਤੋਂ ਵੱਡੀ ਗੱਲ। ਚਲੋ ਇਹਨੂੰ ਛੱਡਦੇ ਆਪਾਂ ਕਿਸਾਨੀ ਮੁੱਦੇ ਤੇ ਵਾਪਸ ਆਨੇ ਆ। ਇੱਕ ਕੰਗਨਾ ਰਣੌਤ ਨੇ, ਅਭਿਨੇਤਰੀ,
ਉਹਨਾਂ ਦੀ ਇੱਕ ਮੈਸੇਜ ਟਵੀਟ ਕੀਤਾ ਸੀ ਉਹਨਾਂ ਨੇ, ਉਹਦੇ ਬਾਰੇ ਤੁਸੀਂ ਕਿਵੇਂ ਸੋਚਦੇ ਹੋ? ਦੇਖੋ ਇਹ ਉਹਦੀ ਆਈ ਥਿੰਕ ਬਹੁਤ ਵੱਡੀ ਗਲਤੀ ਹੈ, ਉਹਨੂੰ ਇਦਾਂ ਨਹੀਂ ਸੀ ਸੋਚਣਾ ਚਾਹੀਦਾ। ਇੱਕ ਬਜ਼ੁਰਗ ਔਰਤ, ਉਹਨੂੰ ਪਤਾ ਨਹੀਂ ਪੰਜਾਬ ਦੀ ਐਕਚੁਅਲੀ ਜਿਹੜੀ ਹੈਗੀ ਪੰਜਾਬ ਦੇ ਲੋਕਾਂ ਦਾ ਸੱਭਿਆਚਾਰ ਕਿਸ ਤਰ੍ਹਾਂ ਸਟਰੋਂਗ ਹੈ, ਉਹਨਾਂ ਨੂੰ ਨਹੀਂ ਸੀ ਪਤਾ। ਕਿੰਨੀਆਂ ਲੇਡੀਜ਼ ਨੇ ਉੱਥੇ ਕਿਸਾਨਾਂ ਦੀ, ਮਤਲਬ ਜਿਹੜੇ ਕਿਸਾਨ ਲੇਡੀਜ਼ ਨੇ ਉਹ ਕਿੰਨੀਆਂ ਨੇ ਉੱਥੇ ਰੋਟੀਆਂ ਬਣਾਉਂਦੀਆਂ ਨੇ। ਤੇ ਇੱਕ ਰੋਟੀ ਬਣਾਉਣ ਤੋਂ ਗੱਲ ਆਈ ਕਿ ਸਾਡੇ ਕੋਲ ਇੱਕ ਵੀਡੀਓ ਆਈ ਸੀਗੀ ਜਿਹਦੇ ਵਿੱਚ ਆਮ ਆਦਮੀ ਪਾਰਟੀ ਬੜਾ ਕਰ ਰਹੀ ਹੈ ਕਿ ਅਸੀਂ ਉੱਥੇ ਕਿਸਾਨਾਂ ਨੂੰ ਫੈਸਿਲਿਟੀ ਦੇ ਰਹੇ ਹਾਂ, ਮਗਰ ਇੱਕ ਵੀਡੀਓ ਆਈ ਕਿ ਕਿਸਾਨ ਆਪਣੀ ਰੋਟੀ ਆਪ ਬਣਾਉਂਦੇ ਨੇ, ਆਪ ਸਾਰਾ ਕੁਝ ਕਰ ਰਹੇ ਨੇ, ਉੱਥੇ ਆਮ ਆਦਮੀ ਪਾਰਟੀ ਕੁਝ ਨਹੀਂ ਕਰ ਰਹੀ। ਇਹਨੂੰ ਤੁਸੀਂ ਕਿਵੇਂ ਦੇਖਦੇ? ਬਿਲਕੁਲ ਸੱਚੀ ਗੱਲ, ਇਹ ਐਂ ਗੱਲਾਂ ਸਾਹਮਣੇ ਆਉਂਦੀਆਂ ਨੇ, ਜਿਵੇਂ ਪਹਿਲਾਂ ਵੀ ਇਹ ਬਹੁਤ ਕੁਝ ਐਂ ਕਹਿੰਦੇ ਰਹੇ ਨੇ ਪਰ ਆਪਾਂ ਨੂੰ ਪਤਾ ਨਹੀਂ ਸੀ ਲੱਗਦਾ। ਹੁਣ ਤਾਂ ਪਿਕਚਰ ਕਲੀਅਰ, ਇਹ ਜਿਹੜਾ ਮੀਡੀਆ ਹੈ, ਮੀਡੀਆ ਦੇ ਵਿੱਚ ਦੱਸ ਰਹੇ ਨੇ ਜੀ ਅਸੀਂ ਇਹਨਾਂ ਨੂੰ ਮੈਡੀਕਲ ਏਡ ਔਰ ਸਾਰੀਆਂ ਫੈਸਿਲਿਟੀਆਂ, ਬਾਥਰੂਮਸ ਔਰ ਬਹੁਤ ਕੁਝ ਬਣਾ ਕੇ ਦੇ ਰਹੇ ਜਦ ਕਿ ਕੁਝ ਨਹੀਂ ਦਿੱਤਾ ਉੱਥੇ। ਬਸ ਤੁਹਾਡੇ ਕਹਿਣ ਦਾ ਮਸਲਾ ਬੇਸਿਕਲੀ ਕੀ ਹੈ ਕਿ ਸਾਰਾ ਕੁਝ ਪੋਲੀਟੀਕਲ ਹੋ ਰਿਹਾ ਹੈ, ਪੋਲੀਟੀਕਲ ਕਿਸਾਨਾਂ ਦੇ ਫੀਲਿੰਗਸ ਨਾਲ ਖੇਲਿਆ ਜਾਂਦਾ। ਕਿਸਾਨਾਂ ਨੂੰ ਨਾ ਖੇਲ ਸਕੇ ਨਹੀਂ ਕਰਨ ਦੀ ਕੋਸ਼ਿਸ਼ ਹੈ। ਉਹ ਤਾਂ ਚਲੋ ਆਪਣੇ ਗਏ, ਉਹ ਪੂਰੇ ਸੰਪੰਨ ਨੇ, ਉਹ ਆਪਣਾ ਸਮਾਨ ਲੈ ਕੇ ਗਏ ਨੇ, ਸਾਰਾ ਕੁਝ ਉਹਨਾਂ ਨੇ ਵੈਸੇ ਬਹੁਤ ਧੰਨਵਾਦੀਆਂ ਸੀ ਇਸ ਲੀਡਰਸ਼ਿਪ ਦਾ। ਦੇਖੋ ਕਿਸ ਹੱਦ ਤੇ ਉਹਨਾਂ ਨੇ ਪੰਜਾਬ ਨੂੰ ਸਟਰੋਂਗ ਕਰ ਲਿਆ ਕਿ ਇਹਨਾਂ ਦੇ ਹੱਥੋਂ ਕਠਪੁਤਲੀ ਬਣੇਗੀ, ਲੇਕਿਨ ਅੱਜ ਤੱਕ ਕੋਈ ਐਸਾ ਅੰਦੋਲਨ ਨਹੀਂ ਜਿਹਦੇ 'ਚ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਨੂੰ ਯੂਜ਼ ਨਹੀਂ ਕੀਤਾ। ਇੱਕ ਇਹਦੇ ਵਿੱਚ ਉਹਨਾਂ ਨੇ ਐਂਟਰੀ ਨਹੀਂ ਕਰਨ ਦਿੱਤਾ ਕਿਸੇ ਨੂੰ। ਇਸ ਵਾਰ ਤਾਂ ਇਹ ਵੀ ਗੱਲ ਉੱਠੀ ਹੈਗੀ ਹੈ, ਕੱਲ ਅਸੀਂ ਦੇਖ ਰਹੇ ਸੀਗੇ ਕਿ ਉੱਥੇ ਡਿਮਾਂਡ ਵੀ ਉੱਠਣ ਲੱਗ ਗਈ ਕਿ ਕਿਸਾਨ ਆਪਣੀ ਪੋਲੀਟੀਕਲ ਪਾਰਟੀ ਬਣਾ ਕੇ ਮੈਦਾਨ 'ਚ ਆਉਣ, ਬਿਲਕੁਲ ਠੀਕ, ਕਿਉਂਕਿ ਉਹਨਾਂ ਦੇ ਹੱਕ ਦੀ ਗੱਲ ਉਹਨਾਂ ਤੋਂ ਵੱਧ ਪਹੁੰਚ ਜਾ ਸਕਦੀ। ਬਿਲਕੁਲ ਸਹੀ ਗੱਲ, ਇਹ ਬਹੁਤ ਵਧੀਆ ਗੱਲ ਹੈ, ਸ਼ਾਇਦ ਹੋਊਗਾ ਵੀ ਇਹੀ। ਮੈਂ ਤੁਹਾਡੀ ਇਸ ਗੱਲ ਨਾਲ ਪੂਰੀ ਤਰ੍ਹਾਂ ਨਾਲ ਸਹਿਮਤ ਹਾਂ। ਚਲੋ ਇਹ ਸੀਗੇ ਜਸਵੀਰ ਸਿੰਘ ਡੱਲੀ ਜੀ, ਜਿਨ੍ਹਾਂ ਨਾਲ ਆਪਾਂ ਕਿਸਾਨ ਦੇ ਅੰਦੋਲਨ ਤੇ ਪੋਲੀਟੀਕਲ ਪਾਰਟੀਆਂ ਬਾਰੇ ਗੱਲ ਕੀਤੀ ਹੈ। ਵੌਇਸ ਆਫ ਟਰੂਥ ਕਿਸਾਨਾਂ ਦੇ ਨਾਲ ਹੈ ਤੇ ਹਰ ਗੱਲ ਕਿਸਾਨਾਂ ਦੀ ਚੱਕੂਗਾ। ਸਾਡੇ ਨਾਲ ਆਈਨ ਮਿੱਤਰ ਆਉਂਦੇ ਰਹਿਣਗੇ ਤੇ ਅਸੀਂ ਗੱਲ ਕਰਦੇ ਰਹਾਂਗੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮਾਸਟਰ ਪਲਾਨ ਹੈ, ਸ਼ਾਇਦ ਮੇਰਾ ਖਿਆਲ ਹੈ ਵੀ ਸੰਗਰੂਰ ਦੇ 80-90 ਸ਼ਹਿਰ ਦੀ ਅਨੁਸਾਰ ਪਹਿਲਾਂ ਸਰਵੇ ਕਰਿਆ ਜਾਂਦਾ ਹੈ। ਸਰਵੇ ਕਰਨ ਤੋਂ ਇਹ ਦੇਖਣਾ ਹੋਏ ਨੇ ਨਹੀਂ ਹੋਏ, ਇਹ ਦੇਖਣਾ ਜਿਹੜਾ ਹੈਗਾ ਇਹ ਸੰਬੰਧਿਤ ਮਹਿਕਮੇ ਨੇ ਜਿਹੜੇ ਕਿ ਬਿਜਲੀ ਵੌਇਸ ਆਫ ਟਰੂਥ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਮੇਰੇ ਵੱਲੋਂ। ਦੋਸਤੋ ਮੈਂ ਤੁਹਾਡਾ ਹੋਸਟ ਸਚਿਨ। ਅੱਜ ਤੁਹਾਡੇ ਨਾਲ ਗੱਲ ਕਰਾਂਗੇ, ਸੰਗਰੂਰ ਦੇ ਵਿੱਚ ਮਾਸਟਰ ਪਲਾਨ ਲਾਗੂ ਹੈ। ਤੁਹਾਨੂੰ ਪਤਾ ਹੈ ਕਿ ਸੰਗਰੂਰ ਨੂੰ ਮਾਸਟਰ ਪਲਾਨ ਮਿਲਿਆ ਹੋਇਆ। ਮਾਸਟਰ ਪਲਾਨ 2011 ਤੋਂ 2030 ਤੱਕ ਮਾਸਟਰ ਪਲਾਨ ਦੇ ਵਿੱਚ ਸੰਗਰੂਰ ਆਇਆ ਹੋਇਆ। ਮੇਰੇ ਖਿਆਲ ਦੇ ਵਿੱਚ ਸੰਗਰੂਰ ਦੇ 70 ਤੋਂ 80% ਲੋਕਾਂ ਨੂੰ ਇਹਦੀ ਜਾਣਕਾਰੀ ਵੀ ਨਹੀਂ ਹੋਣੀ ਕਿ ਮਾਸਟਰ ਪਲਾਨ ਵੀ ਕੀ ਹੈ। ਇਸ ਗੱਲ ਨੂੰ ਕਰਨ ਲਈ ਅੱਜ ਸਾਡੇ ਨਾਲ ਨੇ ਪ੍ਰੇਮ ਸਾਗਰ ਜੀ, ਜੋ ਨਗਰ ਕੌਂਸਲ ਤੋਂ ਰਿਟਾਇਰਡ ਕਰਮਚਾਰੀ ਨੇ ਤੇ ਇਹਨਾਂ ਨੂੰ ਮਾਸਟਰ ਪਲਾਨ ਬਾਰੇ ਪੂਰੀ ਜਾਣਕਾਰੀ ਹੈ। ਅੱਜ ਅਸੀਂ ਸੋਚਿਆ ਸੀਗਾ ਕਿ ਤੁਹਾਡੇ ਨਾਲ ਅਸੀਂ ਇਨਫੋਰਮੇਸ਼ਨ ਸਾਂਝੀ ਕਰੀਏ ਕਿ ਸੰਗਰੂਰ ਦੇ ਵਿੱਚ ਮਾਸਟਰ ਪਲਾਨ ਲਾਗੂ ਹੈ ਤਾਂ ਇਹਦਾ ਕੀ ਕੀ ਫਾਇਦਾ ਹੈ। ਇਸ ਲਈ ਅਸੀਂ ਅੱਜ ਪ੍ਰੇਮ ਸਾਗਰ ਜੀ ਨੂੰ ਲੈ ਕੇ ਆਏ ਹਾਂ। ਪ੍ਰੇਮ ਸਾਗਰ ਜੀ, ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ। ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਮੈਨੂੰ ਆਪਣੇ ਚੈਨਲ ਤੇ ਬੁਲਾਉਣ ਦਾ ਸੱਦਾ ਦਿੱਤਾ ਅਤੇ ਮੈਂ ਜਿਹੜਾ ਹੈਗਾ ਜੋ ਵੀ ਮੈਂ ਇਸ ਬਾਰੇ ਜਾਣਦਾ, ਮੈਂ ਸੰਗਰੂਰ ਸ਼ਹਿਰ ਦਾ ਜਨਪਲ ਹੋਣ ਕਾਰਨ ਵੀ ਮੈਂ ਸੋਚਦਾ ਕਿ ਮਾਸਟਰ ਪਲਾਨ ਬਾਰੇ ਸੰਗਰੂਰ ਦੇ ਲੋਕਾਂ ਨੂੰ ਦੱਸਿਆ ਜਾਵੇ ਕਿ ਮਾਸਟਰ ਪਲਾਨ ਕੀ ਹੈ। ਪਹਿਲਾਂ ਤਾਂ ਇਹੀ ਗੱਲ ਜੀ, ਮਾਸਟਰ ਪਲਾਨ ਕੀ ਹੈ, ਇਹ ਕੀ ਹੁੰਦਾ ਹੈ ਤੇ ਇਹਦਾ ਫਾਇਦਾ ਕੀ ਹੈ? ਜਿਹੜਾ ਮਾਸਟਰ ਪਲਾਨ ਹੈ, ਸ਼ਾਇਦ ਮੇਰਾ ਖਿਆਲ ਹੈ ਵੀ ਸੰਗਰੂਰ ਦੇ 80-90% ਲੋਕਾਂ ਨੂੰ ਕੋਈ ਪਤਾ ਨਹੀਂ ਕਿ ਮਾਸਟਰ ਪਲਾਨ ਹੈ ਕੀ। ਮਾਸਟਰ ਪਲਾਨ ਜਿਹੜਾ ਹੈਗਾ ਸੰਗਰੂਰ ਦੇ ਵਿੱਚ 7/7/2011 ਤੋਂ 6/7/2030 ਤੱਕ ਪੰਜਾਬ ਸਰਕਾਰ ਵੱਲੋਂ ਸ਼ਹਿਰ ਦੀ ਅਨੁਸਾਰ ਪਹਿਲਾਂ ਸਰਵੇ ਕਰਿਆ ਜਾਂਦਾ ਹੈ। ਸਰਵੇ ਕਰਨ ਤੋਂ ਬਾਅਦ ਮਾਸਟਰ ਪਲਾਨ ਬਣਾਇਆ ਜਾਂਦਾ ਹੈ ਵੀ ਇਸ ਜਗ੍ਹਾ ਤੇ ਇਹ ਪਾਕਟ ਤੇ ਇਹ ਕੰਮ ਹੋਊਗਾ, ਇਹ ਪਾਕਟ ਤੇ ਇਹ ਕੰਮ ਹੋਊਗਾ, ਇੰਡਸਟਰੀ ਕਿੱਥੇ ਲੱਗੂਗੀ, ਵਪਾਰਕ ਬਿਲਡਿੰਗ ਕਿੱਥੇ ਬਣੂਗੀ, ਵੇਅਰ ਹਾਊਸ ਕਿੱਥੇ ਬਣੂਗੀ, ਮਸ਼ੀਨਰੀ ਕਿੱਥੇ ਲੱਗੂਗੀ। ਉਸ ਦੇ ਅਕੋਰਡਿੰਗ, ਸ਼ਹਿਰ ਦੇ ਅਕੋਰਡਿੰਗ ਉਹ ਮਾਸਟਰ ਪਲਾਨ ਜਿਹੜਾ ਹੈਗਾ ਐਪਲੀਕੇਬਲ ਕਰਿਆ ਜਾਂਦਾ ਹੈ। ਸਰਵੇ ਕਰਨ ਤੋਂ ਬਾਅਦ
ਲੋਕਾਂ ਦੇ ਸੁਝਾਅ ਮੰਗੇ ਜਾਂਦੇ ਨੇ। ਮਹੀਨੇ ਦੇ ਸੁਝਾਅ ਹੋਣ ਤੋਂ ਬਾਅਦ ਜਿਹੜਾ ਹੈਗਾ ਪੰਜਾਬ ਸਰਕਾਰ ਵੱਲੋਂ ਇਸ ਦੀ ਪ੍ਰਧਾਨਗੀ ਜਿਹੜੀ ਹੈਗੀ ਇਹ ਸੀਐਮ ਸਾਹਿਬ ਦੇ ਅੰਡਰ ਹੈ ਮਹਿਕਮਾ, ਔਰ ਜਿਹੜੇ ਅਫੀਸ਼ੀਅਲ ਨੇ ਨਾਲ ਵਾਲੇ ਉਹਨਾਂ ਨੂੰ ਘੋਖ ਵਿਚਾਰ ਕਰਕੇ ਫਿਰ ਇਹ ਮਾਸਟਰ ਪਲਾਨ ਨੂੰ ਫਾਈਨਲ ਕਰਿਆ ਜਾਂਦਾ ਹੈ ਤੇ ਇਸ ਨੂੰ ਲਾਗੂ ਕੀਤਾ ਜਾਂਦਾ ਹੈ। ਚਲੋ ਇਹ ਤਾਂ ਹੈਗੀ ਕਿ ਜਿਹੜਾ ਲਾਗੂ ਕੀਤਾ ਜਾਂਦਾ ਹੈ, ਲਾਗੂ ਹੋ ਚੁੱਕਿਆ। ਹਾਂਜੀ, ਹੁਣ ਤੁਸੀਂ ਕਹਿ ਰਹੇ ਹੋ, ਆਪਾਂ ਇੱਕ ਇੱਕ ਕਰਕੇ ਗੱਲ ਕਰਾਂਗੇ ਕਿ ਇੰਡਸਟਰੀ ਵਾਸਤੇ ਜਗ੍ਹਾ ਰੱਖੀ ਜਾਂਦੀ ਹੈ। ਇਹ ਇੰਡਸਟਰੀ ਕਿਸ ਟਾਈਪ ਦੀ ਹੁੰਦੀ ਹੈ ਜੀ? ਛੋਟੀ, ਵੱਡੀ? ਜਿਹੜੀ ਇੰਡਸਟਰੀ ਹੈ ਮਾਸਟਰ ਪਲਾਨ ਲਾਗੂ ਕਰਨ ਤੋਂ ਪਹਿਲਾਂ ਸਰਵੇ ਕਰਿਆ ਜਾਂਦਾ ਹੈ ਵੀ ਮੇਨ ਇੰਡਸਟਰੀ ਜਿਹੜੀ ਹੈਗੀ ਇਹ ਕਿਹੜੇ ਸਥਾਨ ਤੇ ਲੱਗੀ ਹੋਈ ਹੈ। ਸੰਗਰੂਰ ਦੇ ਵਿੱਚ ਜਿਹੜੇ ਸਥਾਨ ਤੇ ਜ਼ਿਆਦਾ ਇੰਡਸਟਰੀ ਲੱਗੀ ਹੋਈ ਹੈ ਉਸ ਸਥਾਨ ਨੂੰ ਹੀ ਜ਼ਿਆਦਾ ਪ੍ਰੈਫਰੈਂਸ ਦਿੱਤੀ ਜਾਂਦੀ ਹੈ ਕਿ ਹੋ ਸਕਦਾ ਹੈ ਵੀ ਉਸ ਜਗ੍ਹਾ ਤੇ ਇੰਡਸਟਰੀ ਲੱਗੇ। ਕਈ ਵਾਰੀ ਕੀ ਹੁੰਦਾ ਹੈ ਕਿ ਕੁਝ ਥੋੜ੍ਹੀਆਂ ਇੰਡਸਟਰੀਆਂ ਰੈਜ਼ੀਡੈਂਸ਼ੀਅਲ ਏਰੀਆ 'ਚ ਲੱਗੀਆਂ ਹੁੰਦੀਆਂ ਨੇ, ਉਸ ਜਗ੍ਹਾ ਨੂੰ ਵੀ ਮਾਸਟਰ ਪਲਾਨ ਦੇ ਵਿੱਚ ਦਿਖਾਇਆ ਜਾਂਦਾ ਹੈ ਕਿ ਮਾਸਟਰ ਪਲਾਨ ਐਪਲੀਕੇਬਲ ਹੋਣ ਤੋਂ ਬਾਅਦ 10 ਸਾਲਾਂ ਦੇ ਅੰਦਰ ਅੰਦਰ, ਜਿਵੇਂ ਸੰਗਰੂਰ ਦਾ ਮਾਸਟਰ ਪਲਾਨ 7/7/2011 ਨੂੰ ਐਪਲੀਕੇਬਲ ਹੋਇਆ ਤਾਂ 6/7/2020 ਤੱਕ ਉਹ ਜਿਹੜੀ ਇੰਡਸਟਰੀ ਹੈ ਉਹ ਮਾਸਟਰ ਪਲਾਨ ਦੇ ਵਿੱਚ, ਜਿੱਥੇ ਮਾਸਟਰ ਪਲਾਨ ਦੇ ਵਿੱਚ ਉੱਥੇ ਦਿਖਾਇਆ ਗਿਆ ਉੱਥੇ ਸ਼ਿਫਟ ਹੋ ਜੂਗੀ। ਜਿਹੜੀ ਨਵੀਂ ਇੰਡਸਟਰੀ ਹੈ, ਨਵੀਂ ਇੰਡਸਟਰੀ ਤਾਂ 7/7/2011 ਤੋਂ ਬਾਅਦ ਉੱਥੇ ਨਹੀਂ ਲੱਗ ਸਕਦੀ। ਜਿਹੜੇ ਯੂਨਿਟ ਚੱਲ ਰਹੇ ਨੇ ਆਲਰੇਡੀ, ਜੋ ਵੀ ਯੂਨਿਟ ਚੱਲ ਰਹੇ ਨੇ ਉਹ ਉੱਥੇ ਸ਼ਿਫਟ ਹੋਣਾ ਅਨਿਵਾਰੀ ਨੇ। ਮਗਰ ਹੋਈ ਨਹੀਂ ਇਹ ਦੇਖਣਾ ਹੋਏ ਨੇ ਨਹੀਂ ਹੋਏ, ਇਹ ਦੇਖਣਾ ਜਿਹੜਾ ਹੈਗਾ ਇਹ ਸੰਬੰਧਿਤ ਮਹਿਕਮੇ ਨੇ ਜਿਹੜੇ, ਜਿਵੇਂ ਕਿ ਬਿਜਲੀ ਬੋਰਡ, ਪੋਲਿਊਸ਼ਨ ਬੋਰਡ, ਨਗਰ ਕੌਂਸਲ, ਇੰਡਸਟਰੀ, ਸੰਬੰਧਿਤ ਮਹਿਕਮਿਆਂ ਦੀ ਜ਼ਿੰਮੇਵਾਰੀ ਹੈ ਕਿ ਉਹਨਾਂ ਨੂੰ ਇਨਵਾਈਟ ਕਰਨ ਜਾਂ ਉਹਨਾਂ ਦਾ ਕੋਈ ਨੋਟਿਸ ਕੱਢਣ ਵੀ ਮਾਸਟਰ ਪਲਾਨ ਲਾਗੂ ਹੋ ਚੁੱਕਿਆ ਤੇ ਤੁਸੀਂ ਇਹ ਚੀਜ਼ ਨੂੰ ਹੁਣ ਸ਼ਿਫਟ ਕਰੋ। ਇਹ ਉਹ ਮਹਿਕਮੇ, ਸੰਬੰਧਿਤ ਮਹਿਕਮੇ ਨੇ ਕਈ ਤਰ੍ਹਾਂ ਦੇ, ਉਹਨਾਂ ਦੀ ਇਹ ਡਿਊਟੀ ਬਣਦੀ ਹੈ। ਤੁਸੀਂ ਚਲੋ ਡਿਪਾਰਟਮੈਂਟ 'ਚ ਜੌਬ ਕਰਦੇ ਨੇ, ਤੁਹਾਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਨੈਗਲੀਜੈਂਸੀ ਹੈਗੀ ਹੈ ਨਗਰ ਕੌਂਸਲ ਦੀ ਵੀ? ਨੈਗਲੀਜੈਂਸੀ ਤਾਂ ਜੀ ਨਗਰ ਕੌਂਸਲ ਦੀ ਹੈ। ਜਿਹੜੇ ਨਗਰ ਕੌਂਸਲ ਦੇ ਕੌਂਸਲਰ ਨੇ ਉਹਨਾਂ ਨੂੰ ਸਿਰਫ ਅੱਜ ਤੱਕ ਮੈਂ ਆਪਣੀ ਜਿਹੜੀ ਸਰਵਿਸ ਹੈ 35 ਸਾਲ ਦੀ ਸਰਵਿਸ ਕਰੀ ਹੈ, ਮੈਂ ਕੋਈ ਇਹ ਜਿਹਾ ਨਗਰ ਕੌਂਸਲਰ ਨਹੀਂ ਦੇਖਿਆ, ਨਾ ਹੀ ਮੈਂ ਕੋਈ ਪ੍ਰੈਜ਼ੀਡੈਂਟ ਦੇਖਿਆ ਕਿ ਜਿਹਨੂੰ ਕਿ ਇਹ ਚੀਜ਼ਾਂ ਵੱਲ ਖਿਆਲ ਹੋਵੇ। ਉਹਨਾਂ ਨੂੰ ਤਾਂ ਸਿਰਫ ਇਹ ਖਿਆਲ ਹੁੰਦਾ ਹੈ ਕਿ ਮੇਰੇ ਵਾਰਡ ਦੇ ਵਿੱਚ ਸਫਾਈ ਦਾ ਕੰਮ, ਵਿਕਾਸ ਦਾ ਕੰਮ, ਟੂਟੀ ਠੀਕ ਕਰਾਉਣੀ, ਬੱਲਬ ਠੀਕ ਕਰਾਉਣੇ, ਇਹ ਕੰਮ ਹੀ ਤੱਕੋ ਸੀਮਤ ਹੁੰਦੇ ਨੇ। ਕੋਈ ਗਵਾਹੀ ਦੇਣੀ, ਕੋਈ ਹੋਰ ਕੰਮ ਕਰਨੇ। ਮਤਲਬ ਉਹਨਾਂ ਨੂੰ ਤੁਹਾਡੇ ਕਹਿਣ ਦਾ ਮਸਲਾ, ਚਲੋ ਜੋ ਵੀ ਨੇ 35 ਸਾਲ ਦੇ ਵਿੱਚ ਤੁਸੀਂ ਦੇਖ ਲਿਆ, ਤੋਂ ਪਹਿਲਾਂ ਵੀ ਹੋਊਗਾ ਕਿ ਉਹ ਸਿਰਫ ਇੱਕ ਮਤਲਬ ਸਿੰਪਲ ਜੀ ਪੋਲਿਟਿਕਸ ਕਰ ਰਹੇ ਨੇ। ਉਹਨਾਂ ਨੂੰ ਜਿਹੜੇ ਸ਼ਹਿਰ ਲਈ ਡਿਵੈਲਪਮੈਂਟਸ ਵਾਸਤੇ ਕੰਮ ਆਉਂਦੇ ਨੇ ਉਹਨਾਂ ਦੀ ਜਾਣਕਾਰੀ ਘੱਟ ਹੁੰਦੀ ਹੈ। ਉਹਨਾਂ ਨੂੰ ਮਾਸਟਰ ਪਲਾਨ ਬਾਰੇ ਜਾਣਕਾਰੀ ਨਹੀਂ ਹੁੰਦੀ, ਕਿਉਂਕਿ ਜਿਹੜੇ ਆਪਣੇ ਉਰੇ ਪ੍ਰਾਪਰਟੀ ਨਾਲ ਕੰਸਲਟ ਬੰਦੇ ਨੇ, ਜਿਹੜੇ ਕਹਿੰਦੇ ਅਸੀਂ ਰੀਅਲ ਸਟੇਟ ਦਾ ਕੰਮ ਕਰਦੇ ਆ ਜਾਂ ਪ੍ਰਾਪਰਟੀ ਐਡਵਾਈਸ ਦਾ ਕੰਮ ਕਰਦੇ ਆ ਜਾਂ ਪ੍ਰਾਪਰਟੀ ਡੀਲਰ ਦਾ ਕੰਮ ਕਰਦੇ ਆ, ਮੇਨ ਤਾਂ ਜੀ ਉਹਨਾਂ ਦੀ ਸਰਕਾਰ ਨੂੰ ਮੀਟਿੰਗ ਕਰਾਉਣੀ ਚਾਹੀਦੀ ਹੈ। ਜਿਹੜੇ ਸੰਬੰਧਿਤ ਅਧਿਕਾਰੀ ਨੇ, ਡੀਟੀਪੀ ਮਹਿਕਮਾ ਜਿਵੇਂ ਹੈ ਜਾਂ ਨਗਰ ਕੌਂਸਲ ਮਹਿਕਮਾ ਹੈ, ਵੀ ਉਹਨਾਂ ਨੂੰ ਦੱਸਣਾ ਚਾਹੀਦਾ ਹੈ ਵੀ ਇਹ ਮਾਸਟਰ ਪਲਾਨ ਐਪਲੀਕੇਬਲ ਹੈ, ਵੀ ਇਸ ਜਗ੍ਹਾ ਤੇ ਜਿਹੜੇ ਤੁਸੀਂ ਪਲਾਟ ਦੀ ਰੀਸੇਲ ਵਗੈਰਾ ਕਰਦੇ ਹੋ ਵੀ ਇੱਥੇ ਉਹ ਬੰਦਿਆਂ ਨੂੰ ਪਲਾਟ ਦੀ ਰੀਸੇਲ ਕਰਾਓ ਵੀ ਇੱਥੇ ਇਹ ਚੀਜ਼ ਸਥਾਪਿਤ ਹੋ ਸਕਦੀ ਹੈ ਤੇ ਇਹ ਚੀਜ਼ ਸਥਾਪਿਤ ਨਹੀਂ ਹੋ ਸਕਦੀ। ਹੋਰ ਮਾਸਟਰ ਪਲਾਨ ਦੇ ਵਿੱਚ ਕੀ ਹੈ ਜੀ? ਤੁਸੀਂ ਪਹਿਲਾਂ ਇਹਦੀ ਜਾਣਕਾਰੀ ਦਿਓ। ਮਾਸਟਰ ਪਲਾਨ ਦੇ ਵਿੱਚ ਤਾਂ ਜੀ ਜੋ ਅੱਜ ਆਪਾਂ ਕਹਿੰਦੇ ਆ ਜੀ ਇਹ ਸ਼ਹਿਰ ਨੂੰ ਆਪਾਂ ਮਾਡਲ ਸ਼ਹਿਰ ਬਣਾ ਦਾਂਗੇ, ਇਹ ਤਾਂ ਪਹਿਲਾਂ ਹੀ ਮਤਲਬ ਮਾਡਲ ਸ਼ਹਿਰ ਮਾਸਟਰ ਪਲਾਨ ਅਨੁਸਾਰ ਜਿਹੜਾ ਬਣਦਾ ਹੈ ਉਹ ਮਾਡਲ ਦਿਖਾਉਂਦੇ ਨੇ ਵੀ ਉਰੇ ਇਹ ਮਾਰਕੀਟ ਬਣੂਗੀ, ਉਰੇ ਆਪਣਾ ਸਪੋਜ਼ ਜੀ ਇਹਦੀ ਕਬਾੜ ਮਾਰਕੀਟ ਬਣੂਗੀ, ਉਰੇ ਇੰਡਸਟਰੀ ਮਾਰਕੀਟ ਬਣੂਗੀ, ਉਰੇ ਕਮਰਸ਼ੀਅਲ। ਇਹ ਮਤਲਬ ਸਪੈਸੀਫਾਈਡ ਹੈ ਕਿ ਇੱਥੇ ਇਹ ਚੀਜ਼ ਬਣੂ, ਇੱਥੇ ਇਹ ਚੀਜ਼ ਬਣੂ। ਹਾਂ, ਇਹ ਬਿਲਕੁਲ ਜੀ ਉਹਦੇ ਅਕੋਰਡਿੰਗ ਇਹ ਵੀ ਸਪੈਸੀਫਾਈ ਹੈ ਕਿ ਇਹਦੇ ਅੱਗੇ ਜਿਹੜੀ ਸੜਕ ਹੈ ਉਹ ਕਿੰਨੇ ਫੁੱਟ ਹੋਣੀ ਚਾਹੀਦੀ ਹੈ, ਉਹ ਜ਼ੋਨ ਦੇ ਵਿੱਚ ਜਿਹੜਾ ਹੈਗਾ ਇਹ ਚੀਜ਼ ਲੱਗ ਸਕਦੀ ਹੈ ਕਿ ਨਹੀਂ ਲੱਗ ਸਕਦੀ। ਇਹ ਰੇਲਵੇ ਲਾਈਨ ਹੈ, ਰੇਲਵੇ ਲਾਈਨ ਲਵੇ ਕੀ ਚੀਜ਼ ਨਹੀਂ ਲੱਗ ਸਕਦੀ, ਤੇ ਉਹਦੀਆਂ ਵੀ ਕਈ ਸ਼ਰਤਾਂ ਨੇ। ਤੇ ਜਿਹੜਾ ਮਾਸਟਰ ਪਲਾਨ ਹੈ ਇਹਦੇ 'ਚ ਸਰਕਾਰ ਸਮੇਂ-ਸਮੇਂ ਸਿਰ ਅਨੁਸਾਰ, ਹੋ ਸਕਦਾ ਹੈ ਕਿ ਸੰਗਰੂਰ ਦੇ ਮਾਸਟਰ ਪਲਾਨ 'ਚ ਮੈਨੂੰ ਖਿਆਲ ਹੈ ਕਿ 2014 ਦੇ ਵਿੱਚ ਇੱਕ ਦਰੁਸਤੀ ਕਰੀ ਗਈ ਸੀ ਤੇ ਉਸ ਤੋਂ ਬਾਅਦ ਕੋਈ ਦਰੁਸਤੀ ਨਹੀਂ ਕਰੀ ਗਈ। ਅਗਰ ਕਿਸੇ ਨੂੰ ਕੋਈ ਇਤਰਾਜ਼ ਹੋਵੇ ਵੀ ਬਹੁਤ ਵੀ ਦਰੁਸਤੀ ਕਰਨ ਦੀ ਲੋੜ ਹੈ ਤਾਂ ਸਰਕਾਰ ਆਪਣੇ ਪੱਧਰ ਤੇ ਦਰੁਸਤੀ ਵੀ ਕਰ ਦਿੰਦੀ ਹੈ, ਪਰੰਤੂ ਉੱਥੇ ਦੇ ਲੋਕਾਂ ਨੇ ਅੱਜ ਤੱਕ ਮੇਰਾ ਖਿਆਲ ਹੈ ਵੀ ਕਿਸੇ ਨੇ ਨਹੀਂ ਕਿਹਾ ਵੀ ਮਾਸਟਰ ਪਲਾਨ 'ਚ ਦਰੁਸਤੀ ਕਰਨੀ ਹੈ। ਜਿਹੜੇ ਮਾਸਟਰ ਪਲਾਨ ਹੈ ਜੀ, ਤੁਸੀਂ ਕਹਿੰਦੇ ਮਾਸਟਰ ਪਲਾਨ ਹੈ, ਫਿਰ ਨਕਸ਼ੇ ਕਿਵੇਂ ਪਾਸ ਹੋ ਰਹੇ ਨੇ? ਜਿਹੜੇ ਉਹਦੇ ਮਾਸਟਰ ਪਲਾਨ ਹੈ ਜੀ, ਮਾਸਟਰ ਪਲਾਨ ਦੇ ਅਕੋਰਡਿੰਗ ਜਿਹੜੇ ਹੈਗੇ
ਨਕਸ਼ੇ ਪਾਸ ਹੋ ਰਹੇ ਨੇ, ਪਰੰਤੂ ਜਿਹੜੇ ਹੈਗੇ ਬਹੁਤ ਹੀ ਘੱਟ ਨਕਸ਼ੇ ਮਾਸਟਰ ਪਲਾਨ ਦੇ ਅਕੋਰਡਿੰਗ ਪਾਸ ਹੋ ਰਹੇ ਨੇ, ਕਿਉਂਕਿ ਜਿਹੜੇ ਸਾਡੇ ਸੰਬੰਧਿਤ ਟੈਕਨੀਕਲ ਅਧਿਕਾਰੀ ਨੇ ਨਗਰ ਕੌਂਸਲ ਦੇ, ਉਹ ਜਿਹੜੇ ਹੈਗੇ ਉਹਨਾਂ ਨੂੰ ਆਪ ਹੀ ਮਾਸਟਰ ਪਲਾਨ ਦੀ ਨੌਲੇਜ ਨਹੀਂ ਹੈ। ਕਿਉਂਕਿ ਨਗਰ ਕੌਂਸਲ ਦੇ ਵਿੱਚ ਜਿਹੜਾ ਹੈਗਾ ਅਧਿਕਾਰੀ ਹੈ, ਡਰਾਫਟਸਮੈਨ ਹੈ, ATP ਹੈ, ਬਿਲਡਿੰਗ ਇੰਸਪੈਕਟਰ ਹੈ, ME ਹੈ ਜਾਂ EO ਹੈ ਜਾਂ ਕੋਈ ਵੀ ਹੈ, ਉਹਨਾਂ ਨੂੰ ਵੀ ਮਾਸਟਰ ਪਲਾਨ ਦੀ ਅਜੇ ਇੰਨੀ ਨੌਲੇਜ ਨਹੀਂ ਹੈ। ਕਿਉਂਕਿ ਮਾਸਟਰ ਪਲਾਨ ਦੀ ਜਿਹੜੀ ਨੌਲੇਜ ਹੈ ਇਹ ਇੱਕ ਅਲੱਗਾ ਹੀ ਵਿੰਗ ਹੈ, ਜਿਵੇਂ DTP ਆਫਿਸ ਦੇ ਵਿੱਚ ਇੱਕ ਅਲੱਗਾ ਵਿੰਗ ਹੈ, ਉਹਨਾਂ ਦੀ ਅਲੱਗਾ ਹੀ ਮਤਲਬ ਸਾਰੀ ਜਾਣਕਾਰੀ ਹੈ। ਸਾਡੇ ਅਧਿਕਾਰੀਆਂ ਨੂੰ ਵੀ ਜਿਹੜਾ ਹੈਗਾ ਪੰਜਾਬ ਸਰਕਾਰ ਨੂੰ ਚਾਹੀਦਾ ਹੈ, ਲੋਕਲ ਬਾਡੀ ਮਹਿਕਮੇ ਨੂੰ ਚਾਹੀਦਾ ਹੈ ਕਿ ਇਹਨਾਂ ਨੂੰ ਮਾਸਟਰ ਪਲਾਨ ਬਾਰੇ ਪੂਰਾ ਕਿ ਜਿੱਥੇ ਲਾਉਂਦੇ ਨੇ ਜਦੋਂ ਵੀ ਜਿਹੜੇ ਸ਼ਹਿਰ ਦੇ ਮਾਸਟਰ ਪਲਾਨ ਐਪਲੀਕੇਬਲ ਹੈ ਵੀ ਉੱਥੇ ਉਹਨਾਂ ਨੂੰ ਪੂਰੀ ਉਸ ਬਾਰੇ ਪਹਿਲਾਂ ਮੀਟਿੰਗਾਂ ਕਰਕੇ ਜਾਣਕਾਰੀ ਦਿੱਤੀ ਜਾਵੇ ਵੀ ਸੰਗਰੂਰ 'ਚ ਮਾਸਟਰ ਪਲਾਨ ਐਪਲੀਕੇਬਲ ਹੈ। ਤੁਹਾਨੂੰ ਐਂ ਨਹੀਂ ਲੱਗਦਾ ਕਿ ਜੇ ਕਿਸੇ ਨੇ ਆਪਣਾ ਘਰ ਪਾਉਣਾ ਹੁੰਦਾ, ਛੋਟਾ ਜਿਹਾ ਘਰ ਪਾਉਣਾ ਹੁੰਦਾ, ਤਾਂ ਨਗਰ ਕੌਂਸਲ ਦੀਆਂ ਫਾਰਮੈਲਿਟੀਜ਼ ਵੱਧ ਜਾਂਦੀਆਂ ਨੇ? ਕਈ ਥਾਂ ਤੇ ਕਿਸੇ ਨੇ ਰੈਸਟੋਰੈਂਟ ਖੋਲ੍ਹਣਾ ਜਾਂ ਹੋਟਲ ਖੋਲ੍ਹਣਾ ਜਾਂ ਪੈਲੇਸ ਖੋਲ੍ਹਣਾ, ਉੱਥੇ ਜਾ ਕੇ ਫਾਰਮੈਲਿਟੀਜ਼ ਮਿੰਟੇ ਦੇ ਵਿੱਚ NOCs ਮਿਲ ਜਾਂਦੇ ਨੇ, ਇਹਦਾ ਕਾਰਨ? ਨਹੀਂ, ਇਹ ਗੱਲ ਤਾਂ ਨਹੀਂ ਹੈ ਕਿ ਮਿੰਟੋ ਮਿੰਟੀ ਮਿਲ ਜਾਂਦੀਆਂ ਨੇ, ਕਿਉਂਕਿ ਹੁਣ ਇਹ ਸਾਰਾ ਕੰਮ ਜਿਹੜਾ ਹੈਗਾ ਆਨਲਾਈਨ ਹੋ ਚੁੱਕਿਆ ਹੈ। ਪਹਿਲਾਂ ਜਦੋਂ ਮੈਨੂਅਲ ਹੁੰਦਾ ਸੀਗਾ, ਮੈਨੂਅਲ ਦੇ ਟਾਈਮ ਠੀਕ ਹੈ ਕਿ ਗਲਤੀ ਹੋ ਜਾਂਦੀ ਸੀਗੀ, ਹੁਣ ਆਨਲਾਈਨ ਕਰਕੇ ਜਿਹੜੀ ਫਾਈਲ ਹੈ ਆਨਲਾਈਨ ਫੈਲ ਜਾਂਦੀ ਹੈ ਤੇ ਆਨਲਾਈਨ ਫਾਈਲ ਸਰਕਾਰ ਕੋਲ ਜਾਂਦੀ ਹੈ। ਸਰਕਾਰ ਜਿਹੜੀ ਹੈਗੀ ਉਹ ਆਨਲਾਈਨ ਫਾਈਲ ਨੂੰ ਨੀਚੇ ਭੇਜਦੀ ਹੈ। ਨੀਚੇ ਇੱਕ ਸਿਸਟਮ ਹੈ, ਉਸ ਸਿਸਟਮ ਅਨੁਸਾਰ ਜਿਹੜਾ ਸੰਬੰਧਿਤ ਵਿਅਕਤੀ ਹੈ ਉਹ ਜਿਹੜਾ ਹੈਗਾ ਆਪਣੀ ਫਾਈਲ ਨੂੰ ਆਪਣੀ ID ਚੋਂ ਕੱਢ ਕੇ ਤਾਂ SO, ਡਰਾਫਟਸਮੈਨ, ਬਿਲਡਿੰਗ ਇੰਸਪੈਕਟਰ, AME, ME, EO ਤੋਂ ਫਾਈਲ ਨਿਕਲਣ ਤੋਂ ਬਾਅਦ ਹੀ ਜਿਹੜਾ ਹੈਗਾ ਇਹ ਨਕਸ਼ਾ ਪਾਸ ਹੁੰਦਾ ਹੈ। ਜਿਹੜਾ ਮਾਸਟਰ ਪਲਾਨ ਹੈ ਜੀ, ਉਹਦਾ ਲੋਕਾਂ ਨੂੰ ਕੀ ਫਾਇਦਾ ਹੈ? ਲੋਕਾਂ ਨੂੰ ਜੀ ਇਹਦੇ ਬਾਰੇ ਜਿਹੜਾ ਬਹੁਤ ਜ਼ਿਆਦਾ ਫਾਇਦਾ ਹੈ ਜੀ। ਜਿਹੜੇ ਕਿ ਲੋਕ ਪਹਿਲਾਂ 15-20 ਫੁੱਟ ਗਲੀ ਤੇ ਆਪਣਾ ਦੁਕਾਨ ਬਣਾ ਲੈਂਦੇ ਸੀਗੇ, ਆਉਣ ਵਾਲੇ ਸਮੇਂ ਵਾਸਤੇ ਦੁਕਾਨ ਹੈ ਜਿਵੇਂ ਕਮਰਸ਼ੀਅਲ ਦੁਕਾਨ ਹੈ, ਉਹਨੂੰ ਘੱਟੋ ਘੱਟ 100 ਫੁੱਟ ਕਈ ਜਗ੍ਹਾ ਤੇ, 80 ਫੁੱਟ ਕਈ ਜਗ੍ਹਾ ਤੇ, ਮਿਨੀਮਮ 60 ਫੁੱਟ ਤੇ ਕਮਰਸ਼ੀਅਲ ਨਕਸ਼ਾ ਪਾਸ ਕੀਤਾ ਜਾਂਦਾ ਹੈ ਅਕੋਰਡਿੰਗ ਟੂ ਮਾਸਟਰ ਪਲਾਨ। ਤੇ ਜਿਹੜੀ ਉਹ ਪਾਕਟ ਦੇ ਵਿੱਚ ਜਿਹੜਾ ਹੈਗਾ ਪਰਮਿਸੀਬਲ ਹੋਵੇ ਵੀ ਇਸ ਜਗ੍ਹਾ ਤੇ ਨਕਸ਼ਾ ਪਾਸ ਕੀਤਾ ਜਾ ਸਕਦਾ ਹੈ ਅਕੋਰਡਿੰਗ ਟੂ ਮਾਸਟਰ ਪਲਾਨ। ਤੇ ਮਗਰ ਫਿਰ ਵੀ ਕਮਰਸ਼ੀਅਲਸ ਹੋ ਰਹੀਆਂ ਨੇ, ਪ੍ਰਾਪਰਟੀ ਦੇ ਕਮਰਸ਼ੀਅਲ ਰਜਿਸਟਰੀਆਂ ਵੀ ਹੁੰਦੀਆਂ ਨੇ। ਰਜਿਸਟਰੀ ਦਾ ਜਿਹੜਾ ਹੈਗਾ ਜੀ ਉਹ ਮਾਸਟਰ ਪਲਾਨ ਨਾਲ ਉਹਦਾ ਕੋਈ ਐਪਲੀਕੇਬਲ ਨਹੀਂ। ਜਿਵੇਂ ਪ੍ਰੇਮ ਬਸਤੀ ਰੋਡ ਹੈ, ਉਹਦੇ ਜਿਹੜੀ ਰਜਿਸਟਰੀ ਹੈ ਇਹ ਅਕੋਰਡਿੰਗ ਟੂ ਰਜਿਸਟਰੀ ਜਿਹੜੀ ਹੁੰਦੀ ਹੈ ਰੈਵਨਿਊ ਵਾਸਤੇ ਹੁੰਦੀ ਹੈ ਵੀ ਇਹ ਸੜਕ ਤੇ ਜਗ੍ਹਾ ਲੱਗਦੀ ਹੈ, ਪਰੰਤੂ ਜਿਹੜੀ ਇਹ ਪ੍ਰੇਮ ਬਸਤੀ ਰੋਡ ਹੈ ਇਹ ਸਾਰੀ ਮਾਸਟਰ ਪਲਾਨ ਦੇ ਵਿੱਚ ਜਿਹੜੀ ਹੈਗੀ ਇਹ ਰੈਜ਼ੀਡੈਂਸ਼ੀਅਲ ਹੈ, ਕਿਉਂਕਿ ਇਹ TP ਸਕੀਮ ਨੰਬਰ 4 ਹੈ, ਇਹ ਸਾਰੀ ਰੈਜ਼ੀਡੈਂਸ਼ੀਅਲ ਹੈ। ਰੈਜ਼ੀਡੈਂਸ਼ੀਅਲ ਹੀ ਉਰੇ ਗਤੀਵਿਧੀ ਹੁੰਦੀ ਹੈ। ਜਿਹੜੀ ਰੈਵਨਿਊ ਹੈ, ਰੈਵਨਿਊ ਅਨੁਸਾਰ ਦੇ ਤਹਿਸੀਲਦਾਰ ਉਹਦੀ ਰਜਿਸਟਰੀ ਕਮਰਸ਼ੀਅਲ ਕਰ ਦੇਵੇ ਜਾਂ ਕੋਈ ਇੰਡਸਟਰੀ ਕਰ ਦੇਵੇ, ਉਹ ਨਕਸ਼ੇ ਨਾਲ ਉਹਦਾ ਕੋਈ ਮਤਲਬ ਨਹੀਂ ਹੈ। ਚਲੋ ਹੋਰ ਕੋਈ ਫਾਇਦੇ, ਪਹਿਲਾਂ ਆਪਾਂ ਉਹਦੀ ਗੱਲ ਕਰ ਰਹੇ ਹਾਂ ਮਾਸਟਰ ਪਲਾਨ ਦੀ, ਹੋਰ ਕੀ ਉਹਦੇ ਵਿੱਚ ਚੇਂਜਿੰਗਸ ਨੇ ਜਿਹੜੀਆਂ ਆਮ ਸਿਟੀ ਤੇ ਮਾਸਟਰ ਪਲਾਨ ਦਾ ਫਰਕ ਹੈ? ਆਮ ਸਿਟੀ ਦੇ ਵਿੱਚ ਜਿਹੜਾ ਹੈਗਾ ਜਿਵੇਂ ਜਿੱਥੇ ਮਾਸਟਰ ਪਲਾਨ ਐਪਲੀਕੇਬਲ ਨਹੀਂ ਹੈ, ਜਿਵੇਂ ਆਪਾਂ ਪਹਿਲਾਂ ਦੇਖਦੇ ਸੀਗੇ ਵੀ ਨਗਰ ਕੌਂਸਲ ਦੇ ਅੰਦਰ ਜੇ ਕੋਈ ਜਗ੍ਹਾ ਹੈਗੀ, ਐਗਰੀਕਲਚਰ ਜਗ੍ਹਾ ਹੈ ਜਾਂ ਕੋਈ ਵੀ ਜਗ੍ਹਾ ਹੈਗੀ, CLU ਜਮ੍ਹਾਂ ਕਰਵਾ ਕੇ ਕੋਈ ਵੀ ਬੰਦਾ ਕੰਮਕਾਰ ਕਰ ਸਕਦਾ ਸੀਗਾ। ਹੁਣ ਜਿਹੜਾ ਮਾਸਟਰ ਪਲਾਨ ਦੇ ਵਿੱਚ ਹੈ, ਮਾਸਟਰ ਪਲਾਨ ਦੇ ਵਿੱਚ ਜੇ ਖੇਤੀਬਾੜੀ ਵਾਲੀ ਜਗ੍ਹਾ ਮਾਸਟਰ ਪਲਾਨ 'ਚ ਮਾਰਕ ਹੋਈ ਹੋਈ ਹੈ ਤਾਂ ਉੱਥੇ ਲਗਾਤਾਰ ਹੁਣ ਵੀ ਖੇਤੀ ਹੈ, ਤੇ ਮਾਸਟਰ ਪਲਾਨ ਜਦੋਂ ਲਾਗੂ ਹੈ ਉਦੋਂ ਵੀ ਖੇਤੀ ਹੈ, ਤਾਂ ਲਗਾਤਾਰ ਉੱਥੇ 20 ਸਾਲ ਖੇਤੀ ਹੀ ਹੋਵੇਗੀ। ਉਸ ਜਗ੍ਹਾ ਤੇ ਕੋਈ ਇੰਡਸਟਰੀ, ਕੋਈ ਫੈਕਟਰੀ, ਕੋਈ ਕਮਰਸ਼ੀਅਲ, ਕੋਈ ਸਿਨੇਮਾ, ਕੋਈ ਵੀ ਚੀਜ਼ ਉੱਥੇ ਨਹੀਂ ਲੱਗ ਸਕਦੀ। ਉਸ ਦਾ ਇਹ ਫਾਇਦਾ ਹੈ ਕਿ ਜਿਹੜੀ ਉਹ ਜਗ੍ਹਾ ਹੈ ਉਹ ਉਸ ਵਾਸਤੇ ਨਿਸ਼ਚਿਤ ਕੀਤੀ ਗਈ ਹੈ। ਪਹਿਲਾਂ ਕੀ ਸੀਗਾ ਜੀ, ਕਿਸੇ ਬੰਦੇ ਨੇ CLU ਦੇ ਪੈਸੇ ਜਮ੍ਹਾਂ ਕਰਾਏ, ਭੱਠਾ ਲਾ ਲਿਆ, ਸ਼ਹਿਰ ਦੇ ਨਾਲ ਹੀ ਫੈਕਟਰੀ ਲਾ ਲਈ, ਸ਼ਹਿਰ ਦੇ ਨਾਲ ਹੀ ਇਹ ਹੋ ਗਈ। ਇਹਦੇ ਨਾਲ ਸ਼ਹਿਰ ਵਾਸੀਆਂ ਨੂੰ ਇਹ ਜ਼ਰੂਰ ਫਾਇਦਾ ਹੈ ਕਿ ਹੁਣ ਉਹ ਜਿਹੜੀਆਂ ਚੀਜ਼ਾਂ ਨੇ ਇੱਕ ਜਗ੍ਹਾ ਤੇ ਇਕੱਠੀਆਂ ਹੋ ਜਾਣਗੀਆਂ, ਜਿੱਥੇ ਕਿ ਇੰਡਸਟਰੀ ਹੈ ਤਾਂ ਇੰਡਸਟਰੀ ਯੂਨਿਟ 'ਚ ਇੰਡਸਟਰੀ ਚਲੀ ਜੂਗੀ, ਸਿਨੇਮਾ ਹੈ ਤਾਂ ਸਿਨੇਮਾ ਵਾਲੀ ਜਗ੍ਹਾ ਤੇ ਸਿਨੇਮਾ ਹੀ ਖੁੱਲੂਗਾ, ਰੈਸਟੋਰੈਂਟ ਹੈ ਤਾਂ ਰੈਸਟੋਰੈਂਟ ਵਾਲੀ ਜਗ੍ਹਾ ਤੇ ਰੈਸਟੋਰੈਂਟ ਹੀ ਖੁੱਲੂਗਾ, ਡੈਰੀ ਵਾਲੀ ਜਗ੍ਹਾ ਤੇ ਡੈਰੀ ਵਾਲੀ ਜਗ੍ਹਾ ਤੇ ਡੈਰੀ ਹੀ ਖੁੱਲੂਗੀ, ਕੋਈ ਮੀਟ ਮਾਰਕੀਟ ਹੈ ਤਾਂ ਉੱਥੇ ਮੀਟ ਮਾਰਕੀਟ ਹੀ ਖੁੱਲੂਗੀ, ਕੋਈ ਮਸ਼ੀਨਰੀ ਮਾਰਕੀਟ ਹੈ ਤਾਂ ਮਸ਼ੀਨਰੀ ਮਾਰਕੀਟ ਖੁੱਲੂਗੀ। ਇਹ ਚੀਜ਼ ਦਾ ਜੀ ਹੁਣ 10 ਸਾਲ ਹੋ ਗਏ ਜੀ, ਮਗਰ ਇਹ ਕੁਝ ਵੀ ਐਪਲੀਕੇਬਲ ਨਹੀਂ ਹੈਗਾ ਇੱਥੇ। ਨਹੀਂ, 10 ਸਾਲ ਤਾਂ ਜੀ ਜਿਹੜੇ ਹੋਏ ਨੇ ਇਹਨੂੰ 7/7/2020 ਨੂੰ 10 ਸਾਲ ਹੋ ਗਏ। ਤੇ ਇਹ ਜਿਹੜੇ ਸੰਬੰਧਿਤ ਮਹਿਕਮੇ ਨੇ ਜੀ ਇਹਨਾਂ ਨੂੰ ਚਾਹੀਦਾ ਹੈ ਜੀ, ਸੰਬੰਧਿਤ ਮਹਿਕਮਿਆਂ ਨੂੰ ਵੀ ਇਹਨਾਂ ਨੂੰ ਹੁਣ ਲੋਕਾਂ ਨੂੰ ਜਾਗਰੂਕ ਕਰਨ। ਤੁਸੀਂ ਵੀ ਉਹ ਮਹਿਕਮੇ ਦਾ ਹਿੱਸਾ ਰਹੇ ਹੋ, ਹਾਂਜੀ, ਤਾਂ ਆਪਣਾ ਕੀ ਰੋਲ ਰਹੇਗਾ? ਆਪਣਾ ਰੋਲ ਤਾਂ ਜੀ ਅਸੀਂ ਤਾਂ ਜੀ ਜਿਹੜੇ ਹੈਗੇ ਜੀ, ਮੈਂ ਇੱਕ ਸਪਸ਼ਟ ਗੱਲ ਕਹਿਣਾ, ਮੈਂ ਇੱਕ ਨਾਨ ਟੈਕਨੀਕਲ ਵਿਅਕਤੀ ਹਾਂ,
ਮੈਂ 1983 ਚ BA ਪਾਸ ਕਰੀ ਸੀਗੀ ਤੇ ਮੈਂ ਕਲੈਰੀਕਲ ਜੋਬ ਤੇ ਹੀ ਸਾਰਾ ਕੰਮ ਕਰਿਆ। ਪਰੰਤੂ ਜਿਵੇਂ ਆਪਾਂ ਕਹਿ ਦਿੰਦੇ ਆ ਜੀ, ਇੱਕ B.Tech ਲੜਕਾ 400 ਫੁੱਟ ਲੰਬੀ ਦੀਵਾਰ ਜਿਹੜਾ ਹੈਗਾ ਸਿੱਧੀ ਨਹੀਂ ਬਣਾ ਸਕਦਾ, ਇੱਕ ਅਨਪੜ੍ਹ ਮਿਸਤਰੀ ਉਹ ਬਣਾ ਦਿੰਦਾ, ਕਿਉਂਕਿ ਉਹਨੇ ਕੰਮ ਕਰਿਆ ਹੁੰਦਾ ਹੱਥੀਂ। ਮੈਂ ਨਗਰ ਕੌਂਸਲ ਦੀ ਹਰੇਕ ਸੀਟ ਤੇ ਜਿਹੜਾ ਹੈਗਾ ਕੰਮ ਕੀਤਾ ਤੇ ਇਹਦਾ ਇੱਕ ਪੋਜ਼ਿਟਿਵ ਕਾਰਨ ਇਹ ਵੀ ਸੀਗਾ ਕਿ ਕੋਈ ਰੈਵਨਿਊ ਬਾਰੇ ਮੈਨੂੰ ਜਿਹੜਾ ਹੈਗੀ ਨੌਲੇਜ ਹੈਗੀ, ਕਿਉਂਕਿ ਮੇਰੇ ਫਾਦਰ ਜਿਹੜੇ ਸੀਗੇ ਤਹਿਸੀਲਦਾਰ ਰਿਟਾਇਰ ਹੋਏ ਤੇ, ਇਸ ਕਰਕੇ ਰੈਵਨਿਊ ਮਹਿਕਮੇ 'ਚ ਹੋਣ ਕਰਕੇ ਮੈਨੂੰ ਰੈਵਨਿਊ ਬਾਰੇ ਨੌਲੇਜ ਸੀਗੀ। ਟੈਕਨੀਕਲ ਇਹ ਹੈ ਜੀ, ਮੈਂ ਟੈਕਨੀਕਲ ਅਫਸਰਾਂ ਨਾਲ ਕੰਮ ਕੀਤਾ ਤੇ ਉਹਨਾਂ ਨਾਲ ਕੰਮ ਕਰਨ ਕਰਕੇ ਮੈਨੂੰ ਉਹਨਾਂ ਬਾਰੇ ਕਾਫੀ ਗਿਆਨ ਪ੍ਰਾਪਤ ਹੋਇਆ। ਚਲੋ ਪ੍ਰੇਮ ਸਾਗਰ ਜੀ, ਆਉਣ ਵਾਲੇ ਦਿਨਾਂ 'ਚ ਲੋਕਾਂ ਨੂੰ ਨਗਰ ਕੌਂਸਲ, ਹੁਣ ਤੁਸੀਂ ਰਿਟਾਇਰ ਹੋ, ਨਗਰ ਕੌਂਸਲ ਦੀਆਂ ਬਾਰੀਕੀਆਂ ਸਮਝਾਉਣ ਵਾਸਤੇ ਉਪਰਾਲੇ ਕਰਨਗੇ ਕਿ ਆਹ ਚੀਜ਼ ਐਵੇਂ ਹੋ ਸਕਦੀ ਹੈ, ਮਤਲਬ ਇੱਕ ਸੋਸ਼ਲ ਕੰਮ। ਮੈਂ ਤਾਂ ਜੀ ਹੁਣ ਰਿਟਾਇਰ ਹੋ ਗਿਆ ਜੀ, ਮੈਂ ਤਾਂ ਇਹ ਸੋਚਦਾ ਵੀ ਜਿੱਥੇ ਵੀ ਮੇਰੀ ਕੋਈ ਲੋੜ ਹੈ ਕਿਸੇ ਵੀ ਵਿਅਕਤੀ ਨੂੰ, ਕਿਸੇ ਵੀ ਅਫਸਰ ਨੂੰ, ਕਿਸੇ ਵੀ ਸੰਸਥਾ ਨੂੰ, ਜਿੰਨਾ ਮੈਂ ਕੁਝ ਜਾਣਦਾ ਆਪਣੇ ਮਹਿਕਮੇ ਬਾਰੇ, ਮੈਂ ਫ੍ਰੀ ਆਫ ਕਾਸਟ ਸੇਵਾ ਕਰਨ ਨੂੰ ਤਿਆਰ ਹਾਂ। ਵੀ ਮਾਸਟਰ ਪਲਾਨ ਬਾਰੇ ਹੈ, ਕੋਈ ਨਕਸ਼ੇ ਬਾਰੇ ਹੈ, ਮੇਨ ਤਾਂ ਜੀ ਮੈਂ ਇੱਕ ਰਿਕੁਐਸਟ ਕਰਦਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਕਿ ਇਹ ਇੱਕ ਕੈਂਪ ਵਗੈਰਾ ਲਵਾ ਕੇ ਜੀ ਨਗਰ ਕੌਂਸਲ ਦੇ ਕਰਮਚਾਰੀਆਂ ਅਧਿਕਾਰੀਆਂ ਨੂੰ ਕੈਂਪ ਲਵਾ ਕੇ ਤੇ ਜਿਹੜੇ ਪ੍ਰਾਪਰਟੀ ਦੇ ਕੰਮ ਕਰਦੇ ਨੇ ਇਹਨਾਂ ਨੂੰ ਬਿਠਾ ਕੇ ਇਹਨਾਂ ਨੂੰ ਮਾਸਟਰ ਪਲਾਨ ਬਾਰੇ ਬਰੀਕੀਆਂ 'ਚ ਸਮਝਾਇਆ ਜਾਵੇ, ਤਾਂ ਜੋ ਜਦੋਂ ਕੋਈ ਬੰਦਾ, ਆਮ ਬੰਦਾ ਤੇ ਜਿਹਨੂੰ ਮਾਸਟਰ ਪਲਾਨ ਬਾਰੇ ਨਹੀਂ ਪਤਾ ਹੁੰਦਾ, ਉਹ ਜਗ੍ਹਾ ਖਰੀਦ ਕਰ ਲੈਂਦਾ ਤਾਂ ਉਹਦੇ ਬਾਅਦ ਜਿਹੜੀ ਉਹਨੂੰ ਬਹੁਤ ਕਠਿਨਾਈ ਆਉਂਦੀ ਹੈ ਕਿ ਉਹਦਾ ਨਕਸ਼ਾ ਪਾਸ ਨਹੀਂ ਹੁੰਦਾ, ਉਹਦੀ ਫੈਕਟਰੀ ਨਹੀਂ ਲੱਗਦੀ, ਉਹਨੂੰ ਇਹ ਨਹੀਂ ਪਤਾ ਹੁੰਦਾ ਇਹ ਲਿਮਟ ਦੇ ਅੰਦਰ ਹੈ ਬਾਹਰ ਹੈ। ਕੋਈ ਬੰਦੇ ਕਹਿੰਦੇ ਅਸੀਂ ਸਕੂਲ ਲਾਉਣਾ, ਉੱਥੇ ਸਕੂਲ ਨਹੀਂ ਖੋਲ੍ਹ ਸਕਦਾ, ਕੋਈ ਕਹਿੰਦੇ ਅਸੀਂ ਆਹ ਕੰਮ ਕਰਨਾ। ਇਸ ਕਰਕੇ ਵੀ ਮੈਂ ਤਾਂ ਜੀ ਜਦੋਂ ਵੀ ਮੈਨੂੰ ਸਚਿਨ ਜੀ ਕਹੇ, ਮੈਂ ਦਿਨ ਰਾਤ ਫ੍ਰੀ ਆਫ ਕਾਸਟ ਸੇਵਾ ਕਰਨ ਨੂੰ ਤਿਆਰ ਹਾਂ। ਜਦੋਂ ਵੀ ਮੈਨੂੰ ਕੋਈ ਅਫੀਸਰ ਬੁਲਾਵੇਗਾ ਤੇ ਮੈਂ ਆਪਣੀ ਜੋ ਸੇਵਾ ਹੈਗੀ ਮੈਂ ਕਰੂੰਗਾ। ਦੋਸਤੋ, ਇਹ ਸੀਗੇ ਪ੍ਰੇਮ ਸਾਗਰ ਜੀ। ਅਸੀਂ ਇਹਨਾਂ ਨਾਲ ਮਿਲ ਕੇ ਤੁਹਾਨੂੰ ਰੈਗੂਲਰ ਨਗਰ ਕੌਂਸਲ ਦੇ ਕੰਮ-ਕਾਜ ਦੀ ਕਿਵੇਂ ਹੁੰਦੇ ਨੇ, ਕਿਵੇਂ ਕਰੇ ਜਾ ਸਕਦੇ ਨੇ, ਜਾਂ ਕੀ ਕੀ ਕਮੀਆਂ ਰਹਿੰਦੀਆਂ ਨੇ, ਆਪਾਂ ਉਹਨਾਂ ਦੀਆਂ ਗੱਲਾਂ ਕਰਦੇ ਰਹਾਂਗੇ। ਸਮੇਂ-ਸਮੇਂ ਸਿਰ ਇਹਨਾਂ ਨੂੰ ਆਪਾਂ ਬੁਲਾਵਾਂਗੇ ਤੇ ਤੁਹਾਡੇ ਕੁਆਇਰੀਜ਼ ਨੂੰ ਵੀ ਅਸੀਂ ਹੱਲ ਕਰਾਉਣ ਦੀ ਕੋਸ਼ਿਸ਼ ਕਰਾਂਗੇ। ਸਾਨੂੰ ਵੱਧ ਤੋਂ ਵੱਧ ਤੁਸੀਂ ਕਮੈਂਟ ਕਰੋ ਤੁਹਾਨੂੰ ਕੀ ਪ੍ਰੋਬਲਮਸ ਨੇ, ਅਸੀਂ ਇਹਨਾਂ ਦੇ ਰਾਹੀਂ ਹੱਲ ਕਰਵਾਉਣ ਦੇਖਾਂਗੇ ਕਿ ਕਿਵੇਂ ਹੱਲ ਹੋ ਸਕਦੀਆਂ ਨੇ। ਸਭ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ, ਸਾਡਾ ਫੇਸਬੁੱਕ ਪੇਜ ਲਾਈਕ ਕਰੋ, ਤਾਂ ਕਿ ਅਸੀਂ ਤੁਹਾਡੇ ਤੱਕ ਹਰ ਰੋਜ਼ ਨਵੀਂ ਲੇਟੈਸਟ ਜਾਣਕਾਰੀ ਲੈ ਕੇ ਆਉਂਦੇ ਰਹੀਏ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ। ਕਿ ਜ਼ਰੂਰੀ ਵਸਤਾਂ ਦਾ ਸਟਾਕ ਦਾ ਇੱਕ ਕਾਨੂੰਨ ਬਣਿਆ ਹੋਇਆ ਸੀ। ਸਾਨੂੰ 1955 ਚ ਕਾਨੂੰਨ ਉਸ ਸਮੇਂ ਦੀ ਕੇਂਦਰ ਸਰਕਾਰ ਨੇ ਬਣਾਇਆ ਸੀ। ਉਹਦੇ ਅਧੀਨ ਇਹ ਪ੍ਰੋਵੀਜ਼ਨ ਸੀ ਕਿ ਕੋਈ ਵੀ ਬੰਦਾ ਦਾਲਾਂ ਜ਼ਰੂਰਤ ਤੋਂ ਜ਼ਿਆਦਾ ਸਟਾਕ ਨਹੀਂ ਕਰ ਸਕਦਾ। ਅਗਰ ਜੇ ਕਰਦਾ ਵੀ ਹੈ, ਜਿੰਨਾ ਵੀ ਖਾਊਗਾ ਉਹ ਸਰਕਾਰ ਦੀ ਨਿਗਾਹ ਦੇ ਵਿੱਚ ਰਹਿਣਾ ਚਾਹੀਦਾ, ਤਾਂ ਜੋ ਉਹਦੀ ਬਲੈਕਮੇਲਿੰਗ ਨਾ ਹੋ, ਬਲੈਕ ਮਾਰਕੀਟਿੰਗ ਨਾ ਹੋ ਸਕੇ। ਅਕਸਰ ਅਸੀਂ ਪੁਰਾਣੀਆਂ ਫਿਲਮਾਂ 'ਚ ਦੇਖਿਆ ਹੋਊਗਾ, ਪੁਰਾਣੇ ਜਿਹੜੇ ਸਾਡੇ ਬਜ਼ੁਰਗ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਉਸ ਸਮੇਂ ਹਰ ਚੀਜ਼ ਦੀ ਬਲੈਕ ਹੋ ਜਾਂਦੀ ਸੀ। ਉਸ ਸਮੇਂ ਦੇ ਵਪਾਰੀ ਉਸ ਚੀਜ਼ਾਂ ਨੂੰ ਦੂਰ ਕਰਨ ਵਾਸਤੇ ਐਸੈਂਸ਼ੀਅਲ ਕਮੋਡਿਟੀ ਐਕਟ ਉਹਨਾਂ ਸਮਾਂ 'ਚ ਪਾਸ ਕੀਤਾ ਗਿਆ, ਤਾਂ ਜੋ ਜਿਹੜਾ ਹੈਗਾ ਆਮ ਜਨਤਾ ਨੂੰ ਜਿਹੜਾ ਖਾਣ ਪੀਣ ਦਾ ਸਮਾਨ ਹੈ ਉਹ ਇੱਕ ਬੈਲੈਂਸ ਰੇਟ ਦੇ ਉੱਤੇ ਮਿਲਦਾ। ਐਕਟ ਦੇ ਅਧੀਨ ਜੇਕਰ ਕੋਈ ਸਟਾਕ ਕਰਦਾ ਸੀ ਤਾਂ ਉਹਨੂੰ ਸਜ਼ਾ ਸੀ। ਤੇਲ ਵਾਲੀਆਂ ਫਸਲਾਂ ਨੇ, ਇਹਨਾਂ ਸਾਰਿਆਂ ਦੇ ਉੱਤੋਂ ਉਹ ਚੀਜ਼ ਦੀ ਲਿਮਟ ਜਿਹੜੀ ਹੈਗੀ ਉਹ ਚੱਕਤੀ। ਆ ਜਿਹੜੇ 3 ਕਾਨੂੰਨ ਨੇ ਇਹਦੇ ਚੋਂ ਪਹਿਲਾ ਕਾਨੂੰਨ ਉਹਨਾਂ ਨੇ ਐਸੈਂਸ਼ੀਅਲ ਕਮੋਡਿਟੀ ਐਕਟ ਅਮੈਂਡ ਕੀਤਾ। ਮੰਨ ਲਓ ਜਿਹੜੀ ਚੀਜ਼ 100 ਰੁਪਏ ਦੀ ਮਿਲਦੀ ਹੈ ਤਾਂ 200 ਦੀ ਮੈਨੂੰ ਲੱਗ ਜੇ, ਉਦੋਂ ਤੱਕ ਸਰਕਾਰ ਕੋਈ ਇੰਟਰਫੇਅਰ ਨਹੀਂ ਕਰੂਗੀ। ਤੇ ਉਹ ਸਟਾਕ ਕਰਨਾ ਉਹਨਾਂ ਨੇ ਹੈ। ਜਦੋਂ ਸਟਾਕ ਉਹਨਾਂ ਕੋਲੇ ਹੈ, ਰੇਟ ਉਹਨਾਂ ਨੇ ਮੇਨਟੇਨ ਕਰਨਾ ਹੈ। ਉਹ 10 ਰੁਪਏ ਦਾ ਖਰੀਦਣ, ਉਹ 100 ਦਾ ਵੇਚਣ, ਕਿਸੇ ਕੋਲੇ ਉਹਦੀ ਕੋਈ ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਸਚਿਨ। ਦੋਸਤੋ, ਕਿਸਾਨਾਂ ਦੇ ਧਰਨੇ ਚੱਲ ਰਹੇ ਨੇ, ਠੰਡ ਦੇ ਵਿੱਚ ਉਹ ਦਿੱਲੀ 'ਚ ਬੈਠੇ ਨੇ
ਤੇ ਕਿਤੇ ਨਾ ਕਿਤੇ ਗੱਲਾਂ ਇਹ ਕਹੀਆਂ ਜਾ ਰਹੀਆਂ ਨੇ ਕਿ ਕਿਸਾਨ ਸਮਝਦੇ ਨਹੀਂ। ਸਮਝਣਾ ਇੱਥੇ ਇਹ ਹੈ ਕਿ ਸਰਕਾਰ ਤੁਹਾਨੂੰ ਕੀ ਦੇ ਰਹੀ ਹੈ, ਕਾਨੂੰਨ ਕੀ ਦੇ ਰਹੀ ਹੈ। ਕਿਸਾਨ ਉੱਥੇ ਆਪਣੀ ਜ਼ਮੀਨਾਂ ਦੀ ਲੜਾਈ ਨਹੀਂ ਲੜ ਰਹੇ ਨੇ, ਕਿਸਾਨ ਉੱਥੇ ਲੜ ਰਹੇ ਨੇ ਆਮ ਜਨਤਾ ਦੀ ਲੜਾਈ। ਕਿਉਂ ਲੜ ਰਹੇ ਨੇ? ਸਾਡੇ ਨਾਲ ਨੇ ਅਮਨਦੀਪ ਜੀ, ਜਿਨ੍ਹਾਂ ਤੋਂ ਅਸੀਂ ਪੁੱਛਾਂਗੇ ਕਿ ਇਹ ਲੜਾਈ ਕੀ ਹੈ ਔਰ ਇਹਦੇ ਵਿੱਚ ਆਮ ਜਨਤਾ ਦਾ ਕੀ ਨਫਾ ਹੈ ਤੇ ਕੀ ਨੁਕਸਾਨ ਹੈ। ਹਾਲਾਂਕਿ ਗੱਲ ਇਹ ਕਲੀਅਰ ਹੈ ਕਿ ਇਹਦੇ ਵਿੱਚ ਫਾਇਦਾ ਤਾਂ ਸ਼ਾਇਦ ਕਿਸੇ ਦਾ ਲੱਗਦਾ ਨਹੀਂ, ਨੁਕਸਾਨ ਹਰ ਵਰਗ ਦਾ ਹੈ। ਕਿਸਾਨ ਆਪਣੇ ਜ਼ਮੀਰ ਤੇ ਜ਼ਮੀਨ ਦੀ ਲੜਾਈ ਲੜ ਰਹੇ ਨੇ। ਇਹਦੇ ਵਿੱਚ ਸਹਿਯੋਗ ਹਰ ਇੱਕ ਨੂੰ ਪਾਉਣਾ ਚਾਹੀਦਾ ਹੈ, ਤਾਂ ਹੀ ਜਾ ਕੇ ਵਪਾਰੀਆਂ ਦੇ ਹੱਥੋਂ ਪੰਜਾਬ ਹਿੰਦੁਸਤਾਨ ਦਾ ਭਲਾ ਹੋ ਸਕਦਾ ਹੈ। ਆਪਾਂ ਅਮਨਦੀਪ ਜੀ ਤੋਂ ਪੁੱਛਦੇ ਹਾਂ ਕਿ ਕੀ ਹੈ ਇਹ ਮਸਲਾ ਤੇ ਉਹਨਾਂ ਦਾ ਆਪਾਂ ਸਵਾਗਤ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਸਰ ਜਿਹੜੇ ਇਹ 3 ਐਕਟ ਨੇ ਇਹਨਾਂ ਨੂੰ ਤੁਸੀਂ ਥੋੜਾ ਜਿਹਾ ਬਰੀਫ ਕਰੋ, ਫਿਰ ਆਪਾਂ ਡਿਟੇਲ 'ਚ ਗੱਲ ਕਰਾਂਗੇ ਕਿ ਇਹ ਆਮ ਜਨਤਾ ਲਈ, ਕਿਸਾਨ ਤਾਂ ਧਰਨੇ ਤੇ ਬੈਠੇ ਨੇ, ਠੀਕ ਹੈ ਜੀ। ਉਹ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਨੇ। ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਜਿਹੜੇ ਕਿਸਾਨ ਨੇ ਉਹ ਸਿਰਫ ਆਪਣੀ ਖੇਤੀ ਪਿੱਛੇ ਲੜਾਈ ਲੜ ਰਹੇ ਨੇ, ਆਪਣੀ ਜ਼ਮੀਨ ਪਿੱਛੇ। ਇਹ ਗੱਲ ਸੱਚੀ ਹੈ ਕਿ ਜਿਹੜੀ ਉਹ ਲੜਾਈ ਆ ਉਹ ਆਮ ਜਨਤਾ ਲਈ ਲੜ ਰਹੇ ਨੇ ਕਿਸਾਨ। ਇੰਨੀ ਠੰਡ ਦੇ ਵਿੱਚ ਬੈਠੇ ਨੇ, ਉਰੇ ਬੈਠ ਕੇ ਲੋਕ ਕੁਝ ਕਹੀ ਜਾਂਦੇ ਨੇ, ਉਹ ਉੱਥੇ ਲੋਕਾਂ ਦੀ ਲੜਾਈ ਲੜ ਰਹੇ ਨੇ। ਇਹ ਸੱਚ ਹੈ? ਸਚਿਨ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ, ਮੈਨੂੰ ਆਪਣੇ ਚੈਨਲ ਤੇ ਬੁਲਾਉਣ ਤੇ ਹਾਰਦਿਕ ਧੰਨਵਾਦ ਕਰਦਾ ਅਤੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਚਿਨ ਜੀ, ਇਹ ਜਿਹੜਾ ਕੇਂਦਰ ਸਰਕਾਰ ਨੇ ਇਹ ਕਾਨੂੰਨ ਪਾਸ ਕੀਤੇ ਨੇ, ਅਸੀਂ ਰੋਜ਼ ਅਖਬਾਰਾਂ ਰਾਹੀਂ ਤੇ ਮੀਡੀਆ ਰਾਹੀਂ ਇਸ ਗੱਲ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਕਿਸਾਨ ਜਿਹੜੇ ਨੇ ਇਹ ਬਿਨਾਂ ਮਤਲਬ ਤੋਂ ਧਰਨੇ ਤੇ ਬੈਠੇ ਨੇ, ਜਦੋਂ ਕਿ ਅਜਿਹਾ ਨਹੀਂ ਹੈ। ਅਸਲੀਅਤ ਦੇ ਵਿੱਚ ਇਹ ਜਿਹੜੇ ਕਾਨੂੰਨ ਨੇ ਸਿਰਫ ਕਾਰਪੋਰੇਟ ਸੈਕਟਰ ਨੂੰ ਫਾਇਦਾ ਪਹੁੰਚਾਉਣ ਦੇ ਲਈ ਪਾਸ ਕੀਤੇ ਗਏ ਨੇ, ਕਿਉਂਕਿ ਇਹਨਾਂ ਨੂੰ ਪਾਸ ਕਰਨ ਦਾ ਜਿਹੜਾ ਸਿੱਧੇ ਤੌਰ ਤੇ ਇਫੈਕਟ ਨਹੀਂ ਸਮਝ ਆਉਂਦਾ। ਪਹਿਲੀ ਨਿਗਾਹ ਨਾਲ, ਨੁਕਤੇ ਨਿਗਾਹ ਨਾਲ ਆਮ ਬੰਦੇ ਦੀ ਸਮਝ 'ਚ ਨਹੀਂ ਆਉਂਦਾ ਵੀ ਇਹਦਾ ਮੈਨੂੰ ਕੀ ਪ੍ਰਭਾਵ ਪਊਗਾ। ਸਭ ਤੋਂ ਪਹਿਲਾਂ ਜਿਹੜਾ ਇਹਨਾਂ ਨੇ ਐਕਟ ਅਮੈਂਡ ਕੀਤਾ, ਉਹ ਕੀਤਾ ਐਸੈਂਸ਼ੀਅਲ ਕਮੋਡਿਟੀਜ਼ ਐਕਟ, ਜਿਹਨੂੰ ਮੈਂ ਪੰਜਾਬੀ 'ਚ ਸਰਲ ਭਾਸ਼ਾ 'ਚ ਕਹਾਂ ਕਿ ਜ਼ਰੂਰੀ ਵਸਤਾਂ ਦਾ ਸਟਾਕ ਦਾ ਇੱਕ ਕਾਨੂੰਨ ਬਣਿਆ ਹੋਇਆ ਸੀ। ਸਨ 1955 'ਚ ਕਾਨੂੰਨ ਉਸ ਸਮੇਂ ਦੀ ਕੇਂਦਰ ਸਰਕਾਰ ਨੇ ਬਣਾਇਆ ਸੀ। ਉਹਦੇ ਅਧੀਨ ਇਹ ਪ੍ਰੋਵੀਜ਼ਨ ਸੀ ਕਿ ਕੋਈ ਵੀ ਬੰਦਾ ਦਾਲਾਂ, ਅਨਾਜ, ਤੇਲ ਤੇ ਆਲੂ, ਪਿਆਜ਼ ਵਗੈਰਾ ਜਿਹੜਾ ਹੈਗਾ ਉਹ ਜ਼ਰੂਰਤ ਤੋਂ ਜ਼ਿਆਦਾ ਸਟਾਕ ਨਹੀਂ ਕਰ ਸਕਦਾ। ਅਗਰ ਜੇ ਕਰਦਾ ਵੀ ਹੈ, ਜਿੰਨਾ ਵੀ ਖਾਊਗਾ ਉਹ ਸਰਕਾਰ ਦੀ ਨਿਗਾਹ ਦੇ ਵਿੱਚ ਰਹਿਣਾ ਚਾਹੀਦਾ, ਤਾਂ ਜੋ ਉਹਦੀ ਬਲੈਕ ਮਾਰਕੀਟਿੰਗ ਨਾ ਹੋ ਸਕੇ। ਅਕਸਰ ਅਸੀਂ ਪੁਰਾਣੀਆਂ ਫਿਲਮਾਂ 'ਚ ਦੇਖਿਆ ਹੋਊਗਾ, ਪੁਰਾਣੇ ਜਿਹੜੇ ਸਾਡੇ ਬਜ਼ੁਰਗ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਉਸ ਸਮੇਂ ਹਰ ਚੀਜ਼ ਦੀ ਬਲੈਕ ਹੋ ਜਾਂਦੀ ਸੀ। ਇਸ ਫਸਲਾਂ ਦਾ ਸਟਾਕ ਕਰ ਲੈਂਦੇ ਸੀ ਉਸ ਸਮੇਂ ਦੇ ਵਪਾਰੀ। ਉਸ ਚੀਜ਼ਾਂ ਨੂੰ ਦੂਰ ਕਰਨ ਵਾਸਤੇ ਐਸੈਂਸ਼ੀਅਲ ਕਮੋਡਿਟੀ ਐਕਟ ਉਹਨਾਂ ਸਮਾਂ 'ਚ ਪਾਸ ਕੀਤਾ ਗਿਆ, ਤਾਂ ਜੋ ਜਿਹੜਾ ਹੈਗਾ ਆਮ ਜਨਤਾ ਨੂੰ ਜਿਹੜਾ ਖਾਣ ਪੀਣ ਦਾ ਸਮਾਨ ਹੈ ਉਹ ਇੱਕ ਬੈਲੈਂਸ ਰੇਟ ਦੇ ਉੱਤੇ ਮਿਲਦਾ ਰਹੇ, ਤੇ ਜਿਹੜਾ ਵਿਚੋਲੀਆ ਹੈ, ਉਹ ਵਪਾਰੀ ਜਿਹੜਾ ਵਰਗ ਹੈਗਾ, ਉਹ 10 ਰੁਪਏ ਚੀਜ਼ ਲੈ ਕੇ 100 ਰੁਪਏ, 80 ਰੁਪਏ, 70 ਰੁਪਏ ਨਾ ਵੇਚ ਸਕੇ, ਤੇ ਉਹਦਾ ਮਾਰਜਨ ਜਿਹੜਾ ਹੈਗਾ ਸੀ ਉਹ ਗੌਰਮੈਂਟ ਉਹਦੇ ਤੇ ਲਿਮਿਟ ਲਗਾ ਕੇ ਰੱਖਦੀ ਸੀ। ਉਸ ਚੀਜ਼ ਨੂੰ ਖਤਮ ਕਰਨ ਲਈ, ਕਿਉਂਕਿ ਉਸ ਐਕਟ ਦੇ ਅਧੀਨ ਜੇਕਰ ਕੋਈ ਸਟਾਕ ਕਰਦਾ ਸੀ ਤਾਂ ਉਹਨੂੰ ਸਜ਼ਾ ਸੀ। ਠੀਕ ਹੈ। ਉਹ ਚੀਜ਼ਾਂ ਇਹਨਾਂ ਨੂੰ ਸਮਝ ਆ ਗਈਆਂ ਕਾਰਪੋਰੇਟਸ ਨੂੰ ਵੀ ਜੇ ਅਸੀਂ ਐਕਟ ਦੇ ਵਿੱਚ ਇਕੱਠਾ ਸਟਾਕ ਕਰਾਂਗੇ ਤਾਂ ਸਾਨੂੰ ਸਜ਼ਾ ਹੋ ਸਕਦੀ ਹੈ। ਸਭ ਤੋਂ ਪਹਿਲਾਂ ਇਹਨਾਂ ਨੇ ਐਸੈਂਸ਼ੀਅਲ ਕਮੋਡਿਟੀਜ਼ ਐਕਟ ਨੂੰ ਅਮੈਂਡ ਕੀਤਾ। ਉਸ ਐਕਟ ਦੇ ਅਧੀਨ ਇਹਨਾਂ ਨੇ ਆਲੂ, ਪਿਆਜ਼, ਦਾਲਾਂ, ਅਨਾਜ ਤੇ ਤਿਲਹਨ, ਜਿਹੜੇ ਤੇਲ ਵਾਲੀਆਂ ਫਸਲਾਂ ਨੇ, ਇਹਨਾਂ ਸਾਰਿਆਂ ਦੇ ਉੱਤੋਂ ਉਹ ਚੀਜ਼ ਦੀ ਲਿਮਿਟ ਜਿਹੜੀ ਹੈਗੀ ਉਹ ਚੱਕਤੀ। ਆ ਜਿਹੜੇ 3 ਕਾਨੂੰਨ ਨੇ ਇਹਦੇ ਚੋਂ ਪਹਿਲਾ ਕਾਨੂੰਨ ਉਹਨਾਂ ਨੇ ਐਸੈਂਸ਼ੀਅਲ ਕਮੋਡਿਟੀ ਐਕਟ ਅਮੈਂਡ ਕੀਤਾ। ਉਹਦੇ 'ਚ ਕੀ ਪਤਾ ਕਿ ਜੀ ਜੇ ਰਿਟੇਲ ਦੇ ਵਿੱਚ ਜਿਹੜੀ ਚੀਜ਼ ਖਰਾਬ ਨਹੀਂ ਹੋ ਸਕਦੀ ਉਹਦਾ 100% ਰੇਟ ਵੱਧ ਜੇ, ਉੱਥੇ ਤੱਕ ਵੱਧ ਸਕਦਾ ਹੈ। ਮੰਨ ਲਓ ਜਿਹੜੀ ਚੀਜ਼ 100 ਰੁਪਏ ਦੀ ਮਿਲਦੀ ਹੈ ਤਾਂ 200 ਦੀ ਮੈਨੂੰ ਲੱਗ ਜੇ, ਉਦੋਂ ਤੱਕ ਸਰਕਾਰ ਕੋਈ ਇੰਟਰਫੇਅਰ ਨਹੀਂ ਕਰੂਗੀ। ਠੀਕ ਹੈ ਜੀ। ਤੇ ਜਿਹੜੀ ਚੀਜ਼ ਖਰਾਬ ਹੋਣ ਵਾਲੀ ਹੈ, ਜੇ ਉਹ 100 ਦੀ 50 150 ਰੁਪਏ ਦੀ ਵਿਕਣ ਲੱਗ ਜੇ ਤਾਂ ਉੱਥੋਂ ਤੱਕ ਸਰਕਾਰ ਇੰਟਰਫੇਅਰ ਨਹੀਂ ਕਰੂਗੀ। ਉਹਦਾ ਨੁਕਸਾਨ ਕਿਹਨੂੰ ਹੋਣਾ? ਉਹਦਾ ਨੁਕਸਾਨ ਸਿਰਫ ਤੇ ਸਿਰਫ ਗਰੀਬ ਵਰਗ ਨੂੰ ਤੇ ਮੱਧ ਵਰਗ ਨੂੰ ਹੋਣਾ ਹੈ। ਹਰ ਨੂੰ ਹੀ ਹੋ ਗਿਆ ਜੀ, ਜਿਹੜਾ ਚੀਜ਼ ਮਹਿੰਗੀ ਖਰੀਦਣੀ ਪੈ ਗਈ। ਅਮੀਰ ਆਦਮੀ ਕੋਲੇ ਤਾਂ ਪਾਵਰ ਹੈ ਜੀ, ਉਹ ਅਮੀਰ ਆਦਮੀ ਤਾਂ ਫਿਰ ਵੀ ਉਹਦੀ ਕੋਲੇ ਪਰਚੇਸਿੰਗ ਪਾਵਰ ਹੈਗੀ ਹੈ, ਉਹ ਲੈ ਲੇਗਾ। ਗਰੀਬ ਆਦਮੀ ਤੇ ਮਿਡਲ ਕਲਾਸ ਦਾ ਜਿਹੜਾ ਬੰਦਾ ਹੈ ਉਹਦੇ ਕੋਲੇ ਇੰਨੀ ਪਰਚੇਸਿੰਗ ਪਾਵਰ ਨਹੀਂ ਹੈਗੀ, ਉਹਨੂੰ ਉਹ ਖਰੀਦਣਾ ਹੀ ਪੈਣਾ ਹੈ ਮਹਿੰਗੇ ਭਾਅ ਤੇ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਸ ਕਾਰਪੋਰੇਟ ਸੈਕਟਰ ਨੂੰ
ਸਜ਼ਾ ਤੋਂ ਬਚਾਉਣ ਲਈ ਇਹਨਾਂ ਨੇ ਉਹਦੇ 'ਚ ਅਮੈਂਡਮੈਂਟ ਕਰਤੀ, ਜਦੋਂ ਕਿ ਇਹ ਕਿਹਾ ਜਾ ਰਿਹਾ ਹੈ, ਪ੍ਰਚਾਰ ਇਹ ਕਰ ਰਹੇ ਨੇ ਕਿ ਜੇ ਕਿਸਾਨਾਂ ਦੇ ਭਲੇ ਦਾ ਹੈ। ਮੈਂ ਬਹੁਤ ਸਾਰੇ ਕਿਸਾਨਾਂ ਨੂੰ ਜਾਣਦਾ, ਤਕਰੀਬਨ ਹਰ ਬੰਦਾ ਕਿਸਾਨਾਂ ਨਾਲ ਰਿਲੇਟਡ ਹੈਗਾ। ਤੁਸੀਂ ਕਦੇ ਵੀ ਦੇਖਿਆ ਹੋ ਸਚਿਨ ਜੀ, ਕਿਸੇ ਵੀ ਕਿਸਾਨ ਨੇ ਅਗਰ ਫਸਲ ਉਹਦੀ ਅੱਜ ਆ ਗਈ ਤਾਂ ਉਹਨੇ ਅੱਜ ਦੀ ਫਸਲ ਸਵੇਰ ਨੂੰ ਮੰਡੀ 'ਚ ਪਹੁੰਚਾ ਵਿਕੀ ਜਾਂਦੀ ਹੈ ਜੀ, ਬਚਾ ਦੇਣੀ ਹੈ, ਜੀ ਤੇ ਉਹ 3 ਦਿਨ ਵੀ ਵੇਟ ਨਹੀਂ ਕਰ ਸਕਦਾ, ਤਾਂ ਉਹ ਸਟਾਕ ਕੌਣ ਕਰੂਗਾ? ਕਾਰਪੋਰੇਟ। ਜੀ ਕਿਸਾਨ ਕੋਲੇ ਤਾਂ ਸਟਾਕ ਕਰਨ ਦੀ ਪਾਵਰ ਹੀ ਹੈ ਨਹੀਂ। ਜੀ ਜਦੋਂ ਉਹਦੇ ਕੋਲ ਪਾਵਰ ਹੀ ਹੈ ਨਹੀਂ ਤਾਂ ਕਿਸਾਨ ਨੂੰ ਇਸ ਐਸੈਂਸ਼ੀਅਲ ਕਮੋਡਿਟੀ ਐਕਟ ਦਾ ਕੀ ਫਾਇਦਾ ਮਿਲੇਗਾ? ਕੋਈ ਫਾਇਦਾ ਨਹੀਂ। ਸਹੀ ਮਾਇਨਿਆਂ ਦੇ ਵਿੱਚ ਤਾਂ ਹੈ ਕਿ ਵਪਾਰੀਆਂ ਵਾਸਤੇ ਇਹ ਸਿਰਫ ਤੇ ਸਿਰਫ ਵੱਡੇ ਵਪਾਰੀਆਂ ਵਾਸਤੇ। ਇਹ ਸਮਾਂ ਆਉਣਾ ਹੈ ਕਿ ਹਿੰਦੁਸਤਾਨ ਦੇ ਅੰਦਰ ਜਿਹੜਾ ਛੋਟਾ ਦੁਕਾਨਦਾਰ ਹੈ ਉਹ ਵੀ ਖਤਮ ਹੋ ਜਾਣਾ ਹੈ। ਇਹ ਛੋਟਾ ਦੁਕਾਨਦਾਰ ਇਹ ਨਾ ਸੋਚੇ ਵੀ ਕਿ ਛੋਟਾ ਦੁਕਾਨਦਾਰ ਬਚਿਆ ਰਹੇਗਾ, ਨਾ 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 ਨਾ। ਕਿਉਂਕਿ ਜਦੋਂ ਕਾਰਪੋਰੇਟ ਨੇ ਹਿੰਦੁਸਤਾਨ ਦੇ ਅੰਦਰ ਗਲਬਾ ਪੈਦਾ ਕਰਨਾ ਸ਼ੁਰੂ ਕਰ ਦਿੱਤਾ, ਤੁਹਾਨੂੰ ਸ਼ਾਇਦ ਪਤਾ ਹੋਣਾ ਚਾਹੀਦਾ ਕਿ ਅਡਾਨੀਜ਼ ਦੇ ਜਿਹੜੇ ਗਡਾਊਨਸ ਨੇ 2019 ਤੋਂ ਹੀ ਬਣਨੇ ਸ਼ੁਰੂ ਹੋ ਚੁੱਕੇ ਨੇ, ਔਰ ਉਹ ਵੱਡੇ ਵੱਡੇ ਕਪੈਸਿਟੀਆਂ ਦੇ ਗਡਾਊਨਸ ਨੇ ਜਿੱਥੇ ਕਿ ਹਜ਼ਾਰਾਂ ਮੀਟ੍ਰਿਕ ਟਨ, ਲੱਖਾਂ ਮੀਟ੍ਰਿਕ ਟਨ ਜਿਹੜਾ ਹੈਗਾ ਅਨਾਜ ਸਟਾਕ ਹੋਣਾ ਹੈ। ਤੇ ਉਹ ਸਟਾਕ ਕਰਨਾ ਉਹਨਾਂ ਨੇ ਹੈ। ਜਦੋਂ ਸਟਾਕ ਉਹਨਾਂ ਕੋਲੇ ਹੈ, ਰੇਟ ਉਹਨਾਂ ਨੇ ਮੇਨਟੇਨ ਕਰਨਾ ਹੈ। ਉਹ 10 ਰੁਪਏ ਦਾ ਖਰੀਦਣ, ਉਹ 100 ਦਾ ਵੇਚਣ, ਕਿਸੇ ਕੋਲੇ ਉਹਦੀ ਕੋਈ। ਇੱਕ ਆਪਣੀ ਗੱਲ ਚੱਲ ਰਹੀ ਸੀਗੀ ਕਿ ਤੇਲ, ਤੁਸੀਂ ਆਪਾਂ ਤੇਲ ਦੀ ਇੱਕ ਐਗਜ਼ਾਮਪਲ ਦੇ ਰਹੇ ਸੀ ਤੁਸੀਂ ਕਿ ਤੇਲ ਅੱਜ ਤੋਂ 6 ਮਹੀਨੇ ਪਹਿਲਾਂ 100 ਰੁਪਏ ਨੂੰ ਮਿਲਦਾ ਸੀ ਤੇ ਹੁਣ ਕਿਸ ਰੇਟ ਤੇ ਵਗ ਗਿਆ। ਇਹ ਇਸ ਦਾ ਪਾਰਟ ਹੈ। ਬਿਲਕੁਲ ਸਰ, ਤੁਸੀਂ ਅੱਜ ਆਇਲ ਮਾਰਕੀਟ ਦੇ ਉੱਤੇ ਅਡਾਨੀਜ਼ ਦਾ ਕਬਜ਼ਾ ਹੋ ਚੁੱਕਿਆ ਹੈ। ਜਿਹੜੇ ਮੇਨ ਫੋਰਚੂਨ ਬ੍ਰਾਂਡ ਹੈ, ਕਿੰਗ ਬ੍ਰਾਂਡ ਹੈ, ਇਹ ਸਾਰੇ ਅਡਾਨੀਜ਼ ਦੇ ਬ੍ਰਾਂਡ ਨੇ। ਅੱਜ ਤੋਂ ਤਕਰੀਬਨ 6-7 ਮਹੀਨੇ ਪਹਿਲਾਂ ਤੁਸੀਂ ਧਿਆਨ ਮਾਰੋ ਕਿ ਜਿਹੜਾ ਥੋੜਾ ਰਿਫਾਈਨਡ ਸੀ ਜਾਂ ਸਰੋਂ ਦਾ ਤੇਲ ਸੀ, ਇਹ ਤਕਰੀਬਨ ਸਰੋਂ ਦਾ ਤੇਲ ਤੁਹਾਨੂੰ 70-80 ਰੁਪਏ 85 ਰੁਪਏ ਕਿਲੋ ਲੀਟਰ ਮਿਲ ਜਾਂਦਾ ਸੀਗਾ, ਜਿਹੜਾ ਕਿ ਅੱਜ 130 ਰੁਪਏ ਤੋਂ ਉੱਪਰ ਹੋ ਚੁੱਕਿਆ ਹੈ। 130 ਰੁਪਏ ਲੀਟਰ ਤੁਹਾਨੂੰ ਸਰੋਂ ਦਾ ਤੇਲ ਮਿਲ ਰਿਹਾ। ਉਹ ਕਿਉਂ ਮਿਲ ਰਿਹਾ? ਕਿਉਂਕਿ ਉਹਨਾਂ ਨੇ ਸਰੋਂ ਪਹਿਲਾਂ ਹੀ ਸਟਾਕ ਕਰਨੀ ਸ਼ੁਰੂ ਕਰਤੀ ਸੀ ਇਸ ਆਰਡੀਨੈਂਸ ਦੀ ਆੜ 'ਚ। ਅਸੀਂ ਲੋਕਡਾਊਨ ਤੋਂ ਘਰੇ ਬੈਠੇ ਔਖੇ ਹੋ ਰਹੇ ਸੀ, ਲੋਕਡਾਊਨ 'ਚ ਮਜਬੂਰ ਹੋ ਰਹੇ ਸੀ, ਪਰ ਸਰਕਾਰ ਨੇ ਲੋਕਡਾਊਨ 'ਚ ਕਾਰਪੋਰੇਟਸ ਨੂੰ ਬੈਨੀਫਿਟ ਦੇਣ ਵਾਸਤੇ ਇਹ ਐਸੈਂਸ਼ੀਅਲ ਕਮੋਡਿਟੀ ਐਕਟ ਬਣਾਤਾ, ਤਾਂ ਜੋ ਸਟਾਕ ਉਹ ਕਰਨਗੇ ਤਾਂ ਉਹਨਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ। ਫਿਰ ਤੁਸੀਂ ਮਤਲਬ ਇਹਦਾ ਹੱਲ ਕੀ ਹੋ ਸਕਦਾ ਹੈ ਜੀ? ਹੁਣ ਜੇ ਆਮ ਲੋਕ, ਫਿਰ ਤਾਂ ਤਰਾਹੀ ਹੋ ਜਾਣੀ ਹੈ ਪੂਰੀ ਦੁਨੀਆ 'ਚ। ਇਹ ਸਰ ਤਰਾਹੀ ਤਾਂ ਬਿਲਕੁਲ ਹੋਏਗੀ ਜੇ ਇਸੇ ਤਰ੍ਹਾਂ ਚੱਲਦਾ ਰਿਹਾ। ਹਮੇਸ਼ਾ ਜਦੋਂ ਵੀ ਕ੍ਰਾਂਤੀ ਆਉਂਦੀ ਹੈ ਤਾਂ ਸੰਘਰਸ਼ 'ਚ ਆਉਂਦੀ ਹੈ। ਜਦੋਂ ਭੁੱਖਮਰੀ ਦੀ ਸਥਿਤੀ ਪੈਦਾ ਹੋ ਜਾਂਦੀ ਹੈ ਤਾਂ ਉਹ ਕੁਦਰਤੀ ਹੈ ਕਿ ਹਰ ਬੰਦਾ ਫਿਰ ਸੰਘਰਸ਼ ਕਰਨ ਦੇ ਲਈ ਤਤਪਰ ਹੋ ਜਾਂਦਾ ਹੈ। ਕਿਸਾਨਾਂ ਨੂੰ ਪਤਾ ਸਮਝ ਆ ਚੁੱਕੀ ਹੈ। ਇਹ ਜਿੰਨਾ ਵੀ ਮੀਡੀਆ ਕਹਿ ਰਿਹਾ ਹੈ ਕਿ ਜੀ ਕਿਸਾਨ ਨਹੀਂ ਸਮਝ ਰਹੇ, ਅਸਲ ਦੇ ਵਿੱਚ ਕਿਸਾਨ ਇਹ ਗੱਲ ਸਮਝ ਚੁੱਕੇ ਨੇ ਕਿ ਅਸੀਂ ਇਹਨਾਂ ਦੇ ਮੱਕੜ ਜਾਲ ਦੇ ਵਿੱਚ ਫਸ ਜਾਗੇ, ਔਰ ਉਸ ਮੱਕੜ ਜਾਲ ਚੋਂ ਨਿਕਲਣਾ ਕਿਸਾਨ ਦੇ ਵੱਸ ਦਾ ਰੋਗ ਨਹੀਂ ਹੈਗਾ, ਤੇ ਉਹਨਾਂ ਦਾ ਸਾਰਾ ਕੁਝ ਹੀ ਖਤਮ ਹੋ ਜਾਣਾ। ਉਹ ਹਰ ਤਰੀਕੇ ਨਾਲ ਇਹਨਾਂ ਦੇ ਬੰਧੂਆ ਕਿਸਾਨ ਬਣ ਜਾਣਗੇ ਤੇ ਉਹਨਾਂ ਨੂੰ ਇਹਨਾਂ ਵਾਸਤੇ ਕੰਮ ਕਰਨਾ ਪੈਣਾ ਹੈ। ਉਹ ਇਸ ਗੱਲ ਨੂੰ ਸਮਝ ਗਏ ਪਹਿਲਾਂ ਹੀ। ਸਮਝਣ ਕਰਕੇ ਕਿਸਾਨ ਨੇ ਜਿਹੜਾ ਹੈਗਾ ਇਸ ਅੰਦੋਲਨ ਦੀ ਆਵਾਜ਼ ਉੱਚੀ ਕਰ ਲਈ, ਔਰ ਅੰਦੋਲਨ ਨੂੰ ਬੜੇ ਸ਼ਾਂਤਮਈ ਢੰਗ ਨਾਲ ਉਹ ਚਲਾ ਰਹੇ ਨੇ। ਅੰਦੋਲਨ ਪੂਰੀ ਦੁਨੀਆ ਦੇ ਵਿੱਚ ਜਾ ਚੁੱਕਿਆ ਜੀ। ਆਪਾਂ ਦੇਖਦੇ ਹਾਂ ਕੈਨੇਡਾ ਹੋ ਗਿਆ, ਅਮਰੀਕਾ ਹੋ ਗਿਆ, ਯੂਰਪ ਦੇ ਦੇਸ਼ ਹੋ ਗਏ, ਉੱਥੇ ਵੀ ਕਿਸਾਨਾਂ ਦੀ ਸਪੋਰਟ ਹੋ ਰਹੀ ਹੈ, ਮਗਰ ਬੀਜੇਪੀ ਨਹੀਂ ਸੁਣਦੀ। ਸਰ ਬੀਜੇਪੀ ਦਾ ਜਿਹੜਾ ਰੋਲ ਹੈਗਾ, ਮੈਂ ਇਹ ਗੱਲ ਸਮਝਦਾ ਕਿ ਸਾਡੇ ਜਿਹੜੀ ਸਰਕਾਰ ਹੈਗੀ ਕੇਂਦਰ ਸਰਕਾਰ, ਬੀਜੇਪੀ ਦੀ ਸਰਕਾਰ ਹੈ। ਅਸਲੀਅਤ ਦੇ ਵਿੱਚ ਜਦੋਂ ਸਰਕਾਰ ਬਣ ਜਾਂਦੀ ਹੈ ਤਾਂ ਉਹ ਕਿਸੇ ਪਾਰਟੀ ਦੀ ਸਰਕਾਰ ਨਹੀਂ ਹੁੰਦੀ, ਫਿਰ ਉਹ ਮੁਲਕ ਦੀ ਸਰਕਾਰ ਹੁੰਦੀ ਹੈ। ਪਰ ਸਾਡੇ ਜਿਹੜਾ ਹੈਗਾ, ਜਿਸ ਤੋਂ ਬੀਜੇਪੀ ਨੇ ਰਾਜ ਸੱਤਾ ਸੰਭਾਲੀ ਹੈ, ਇਹ ਸਿਰਫ ਤੇ ਸਿਰਫ ਬੀਜੇਪੀ ਦੀ ਸਰਕਾਰ ਬਣ ਗਈ। ਤੇ ਜਿਹੜਾ ਮੀਡੀਆ ਹੈਗਾ, ਵੱਡਾ ਮੀਡੀਆ, ਉਹ ਇਹਨਾਂ ਨੇ ਆਪਣੇ ਇੰਨਾ ਕੰਟਰੋਲ 'ਚ ਕਰ ਲਿਆ ਕਿ ਉਹ ਜੋ ਸਰਕਾਰ ਕਹਿੰਦੀ ਹੈ ਉਹ ਸਰਕਾਰ ਦੀ ਲਾਈਨ ਦੇ ਉੱਤੇ ਹੀ ਗੱਲ ਕਰ ਰਹੇ ਨੇ, ਜਿਹਦੇ ਨਾਲ ਆਮ ਬੰਦੇ ਨੂੰ, ਆਮ ਜਨਤਾ ਨੂੰ ਸੱਚਾਈ ਸਮਝ ਨਹੀਂ ਆ ਰਹੀ। ਇੱਕ ਪੁਰਾਣੀ ਕਹਾਵਤ ਹੈ ਜੀ, ਜਿਹੜਾ ਦੇਸ਼ ਦਾ ਰਾਜਾ ਵਪਾਰੀ, ਉਹਦੀ ਪ੍ਰਜਾ ਵਿਚਾਰੀ। ਇਹ ਅੱਜ ਸੱਚ ਸਾਬਤ ਹੋ ਰਿਹਾ। ਬਿਲਕੁਲ ਜੀ। ਸਰਕਾਰ ਨੇ ਹਿੰਦੁਸਤਾਨ ਦੀ ਆਮ ਜਨਤਾ ਨੂੰ ਨਿਚੋੜਨ ਦਾ ਕੰਮ ਸ਼ੁਰੂ ਕਰਤਾ। ਤੁਸੀਂ ਇਹ ਦੇਖਿਆ ਹੋਊਗਾ ਕਿ ਜਿਹੜਾ ਅੱਜ ਤੋਂ 2 ਸਾਲ ਪਹਿਲਾਂ, 1.5 ਸਾਲ ਪਹਿਲਾਂ ਰਿਲਾਇੰਸ ਨੇ ਜੀਓ ਲਾਂਚ ਕੀਤਾ, ਉਹ ਫ੍ਰੀ 'ਚ ਦੇਤਾ ਪਹਿਲਾਂ। ਅੱਜ ਉਹਦਾ ਡਾਟਾ ਪਲਾਨ 300 ਰੁਪਏ 250 ਰੁਪਏ ਮਹਿੰਗਾ ਤੇ ਪਹੁੰਚ ਚੁੱਕਿਆ ਮਹੀਨੇ ਦਾ। ਉਹਨਾਂ ਨੂੰ ਲੱਤ ਲੱਗ ਗਈ, ਹੁਣ ਉਹ ਵਰਤ ਰਹੇ ਨੇ।
ਤੇ BSNL ਜਿਹੜਾ ਕਿ ਇੱਕ ਕੇਂਦਰ ਦਾ ਅਦਾਰਾ ਸੀਗਾ, ਸਰਕਾਰ ਦਾ ਅਦਾਰਾ ਸੀ, ਔਰ ਉਹ ਅੱਜ ਇਹ ਸਥਿਤੀ 'ਚ ਪਹੁੰਚ ਗਿਆ ਕਿ ਉਹਨੇ ਆਪਣੇ 80% ਮੁਲਾਜ਼ਮ ਜਿਹੜੇ ਹੈਗੇ ਨੇ ਉਹ ਖਤਮ ਕਰਤੇ, ਰਿਟਾਇਰਮੈਂਟਾਂ ਦੇ ਦਿੱਤੀਆਂ, ਤੇ 80% ਸਰਕਾਰ ਦੇ ਮੁਲਾਜ਼ਮ ਖਤਮ ਹੋਣ ਦਾ ਇੱਕ ਅਦਾਰੇ 'ਚ ਕੋਈ ਮਤਲਬ ਹੈ, ਮਾਇਨੇ ਰੱਖਦੇ ਨੇ ਕਿ ਇੰਨਾ ਬੰਦਾ ਸਾਡਾ ਮੁਲਕ ਦਾ ਬੇਰੁਜ਼ਗਾਰ ਹੋ ਗਿਆ। ਇਹ ਆਮ ਬੰਦੇ ਨੂੰ ਫਰਕ ਪਿਆ, ਉੱਥੇ ਕਿਸਾਨ ਨੂੰ ਕੋਈ ਫਰਕ ਨਹੀਂ ਪਿਆ। ਚਲੋ ਅਮਨ ਜੀ, ਅੱਜ ਤਾਂ ਆਪਾਂ ਇਸ ਮੁੱਦੇ ਤੇ ਗੱਲ ਕਰ ਲਈ। ਤੁਸੀਂ ਇਸ ਕਾਨੂੰਨ ਦੀਆਂ ਹੋਰ ਚੀਜ਼ਾਂ ਵੀ ਲੈ ਕੇ ਆਇਓ, ਸਾਡੇ ਚੈਨਲ ਰਾਹੀਂ ਆਪਾਂ ਲੋਕਾਂ ਤੱਕ ਪਹੁੰਚਾਵਾਂਗੇ। ਤੇ ਦੋਸਤੋ, ਇਹ ਅਮਨਦੀਪ ਜੀ ਸੀਗੇ ਜਿਨ੍ਹਾਂ ਨੇ ਆਪਾਂ ਨੂੰ ਦੱਸਿਆ ਹੈਗਾ ਕਿ ਇਹ ਐਕਟ ਆਮ ਲੋਕਾਂ ਲਈ ਕਿੰਨਾ ਖਤਰਨਾਕ ਹੈਗਾ। ਦੋਸਤੋ, ਜਿਹੜੇ ਕਿਸਾਨ ਨੇ ਕਮਲੇ ਨਹੀਂ ਹੈਗੇ, ਉਹ ਤੁਹਾਡੇ ਹੱਕਾਂ ਦੀ ਲੜਾਈ ਲੜ ਰਹੇ ਨੇ, ਤੁਸੀਂ ਉਹਨਾਂ ਦੀ ਮੈਕਸਿਮਮ ਸਪੋਰਟ ਕਰੋ। ਉਹ ਆਪਣੇ ਲਈ ਲੜ ਰਹੇ ਨੇ। ਕਿਸਾਨ ਆਪਣੀ ਜ਼ਮੀਨ ਤੇ ਆਪਦੇ ਜ਼ਮੀਰ, ਲੋਕਾਂ ਦੇ ਜ਼ਮੀਰ ਦੀ ਲੜਾਈ ਲੜ ਰਹੇ ਨੇ। ਇਹਨੂੰ ਆਪਾਂ ਜਿੰਨੀ ਸਪੋਰਟ ਕਰਾਂਗੇ ਉਨਾ ਹੀ ਆਪਣਾ ਫਾਇਦਾ ਹੋਣਾ। ਆਪਾਂ ਆਪਣੀਆਂ ਪੀੜ੍ਹੀਆਂ ਨੂੰ ਅੱਗੇ ਕੀ ਦੇ ਕੇ ਜਾ ਰਹੇ ਹਾਂ? ਬਾਬੂਆਂ ਦਾ ਰਾਜ, ਵਪਾਰੀਆਂ ਦਾ ਰਾਜ ਜਾਂ ਆਮ ਜਨਤਾ ਦਾ ਰਾਜ? ਇਹ ਤੈਅ ਤੁਹਾਨੂੰ ਕਰਨਾ ਹੈ। ਸਤਿ ਸ਼੍ਰੀ ਅਕਾਲ। ਦੇ ਵਿੱਚ ਜੋ ਸਮੱਸਿਆਵਾਂ ਦੀ ਘਾਟ ਹੈ, ਇੱਥੇ ਆਮ ਤੌਰ ਤੇ ਸ਼ਹਿਰ ਦੇ ਵਿੱਚ, ਸੰਗਰੂਰ ਦੇ ਵਿੱਚ ਲੋਕਾਂ ਦੇ ਵਿੱਚ ਮਸ਼ਹੂਰ ਹੈ ਵੀ ਇਹ ਰੈਫਰਿੰਗ ਹਸਪੀਟਲ ਕੀ ਸੀਗੀ, ਆਪਾਂ ਇਹ ਨਹੀਂ ਕਹਿੰਦੇ ਕਿ ਕਿਉਂ ਦਿੱਤੀ ਜਾਂ ਦਿੱਤੀ, ਉਹ ਦੇ ਦਿੰਦੇ ਕਿ ਇਹ ਕੈਂਸਰ ਹਸਪੀਟਲ ਬਣਾਉਣਾ ਹੀ ਸੀਗਾ। ਵੈਸੇ ਪ੍ਰਾਈਵੇਟ ਹਸਪੀਟਲ ਹੈ, ਇਹਨਾਂ ਨੇ ਆਪਣੀ ਸਰਕਾਰੀ ਹਸਪੀਟਲ ਦੀ ਜਗ੍ਹਾ ਪ੍ਰਾਈਵੇਟ ਹਸਪੀਟਲ ਕਿਉਂ ਦਿੱਤੀ? ਇਹਦੇ ਪਿੱਛੇ ਕੀ ਕਾਰਨ ਹੈ? ਜਾਂ ਕੋਈ ਤੁਸੀਂ ਦੇਖੋਗੇ, ਕਦੇ ਵੀ ਦੇਖੋ ਤੁਸੀਂ, ਮੰਤਰੀ ਆਊਗਾ ਤਾਂ ਕੈਂਸਰ ਹਸਪੀਟਲ, ਕੋਈ ਚੀਫ ਮਿਨਿਸਟਰ ਆਊਗਾ ਤਾਂ ਕੈਂਸਰ ਹਸਪੀਟਲ। ਮਤਲਬ ਜੇ ਆਪਾਂ ਬੇਸਿਕਲੀ ਸੰਗਰੂਰ ਦੀ ਗੱਲ ਕਰੀਏ, ਐਡੀ ਡਿਜ਼ੀਜ਼ ਸੰਗਰੂਰ ਦੇ ਵਿੱਚ ਤਾਂ ਨਹੀਂ ਹੈਗੀ। ਇਹਨਾਂ ਦਾ ਕੀ ਇੰਟਰਸਟ ਹੈ ਜਾਂ ਕੀ ਸਰਕਾਰਾਂ ਦਾ ਉਹ ਹੈ, ਇਹ ਵੀ ਨਹੀਂ ਪਤਾ ਵੀ ਉਹਨਾਂ ਦਾ ਮਤਲਬ ਕਿ ਜਦੋਂ ਹੋਮੀ ਭਾਬਾ ਹਸਪੀਟਲ ਵਾਲਿਆਂ ਇਹਨਾਂ ਨੇ ਆਪਣੇ ਕੈਂਸਰ ਹਸਪੀਟਲ ਵਾਲੇ ਜਗ੍ਹਾ ਦਿੱਤੀ ਹੈ, ਪਤਾ ਨਹੀਂ ਕੀ ਇਹਨਾਂ ਦਾ ਇੰਟਰਸਟ ਸੀ, ਕੀ ਕਿਉਂ ਦੇਤੀ। ਹਾਲਾਂਕਿ ਸਰਕਾਰੀ ਹਸਪੀਟਲ ਦੇ ਵਿੱਚ ਇੰਨੀਆਂ ਕਮੀਆਂ ਨੇ, ਜਿਵੇਂ ICU ਨਹੀਂ ਹੈ, CT ਸਕੈਨ ਨਹੀਂ ਹੈ, ਜਿਹੜੇ ਲੋਕ ਬਾਹਰੋਂ ਕਰਵਾਉਂਦੇ ਨੇ। ਇੱਕ ਗਰੀਬ ਬੰਦਾ ਮਿਲ ਕੇ 2-2000 ਰੁਪਏ ਦਾ, 2500 ਰੁਪਏ ਦਾ, ਵਿੱਚੋਂ 900 ਰੁਪਏ ਡਾਕਟਰਾਂ ਨੂੰ ਕਮਿਸ਼ਨ ਦੇ। ਵੌਇਸ ਆਫ ਤੋਂ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡਾ ਆਪਣਾ ਸਚਿਨ। ਦੋਸਤੋ, ਪਹਿਲਾਂ ਤਾਂ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਕਿ ਅਸੀਂ ਅੱਜ ਲਾਈਵ ਦੀ ਗੱਲ ਕੀਤੀ ਸੀਗੀ, ਕੋਈ ਟੈਕਨੀਕਲ ਪ੍ਰੋਬਲਮਸ ਆ ਗਿਆ ਤਾਂ ਅਸੀਂ ਲਾਈਵ ਨਹੀਂ ਕਰ ਸਕੇ, ਮਗਰ ਤੁਸੀਂ ਸਾਨੂੰ ਕਮੈਂਟ ਕਰਿਓ, ਅਸੀਂ ਤੁਹਾਡੇ ਜਵਾਬ ਜ਼ਰੂਰ ਦੇਵਾਂਗੇ। ਦੂਜੀ ਗੱਲ, ਅੱਜ ਤੁਹਾਨੂੰ ਵਧਾਈ ਹੈ, ਸਾਡਾ ਜਿਹੜਾ ਸਿਵਲ ਹਸਪੀਟਲ ਹੈ ਅੱਜ ਉਹਨੂੰ ਬਣੇ ਨੂੰ ਪੂਰੇ 100 ਸਾਲ ਹੋ ਗਏ ਨੇ, ਇਸ ਲਈ ਸਾਰੇ ਸੰਗਰੂਰ ਵਾਸੀਆਂ ਨੂੰ ਵਧਾਈ ਹੈ। ਅੱਜ ਆਪਣਾ ਮੁੱਦਾ ਵੀ ਸਿਵਲ ਹਸਪੀਟਲ ਤੇ ਹੈ। ਸਿਵਲ ਹਸਪੀਟਲ ਦੀ ਜਗ੍ਹਾ ਲਗਾਤਾਰ ਘਟ ਰਹੀ ਹੈ, ਫੈਸਿਲਿਟੀਜ਼ ਦੀ ਕਮੀ ਹੋ ਰਹੀ ਹੈ। ਇਸ ਉੱਤੇ ਸਾਡੇ ਨਾਲ ਗੱਲ ਕਰਨ ਲਈ ਅੱਜ ਸਤਿੰਦਰ ਸੈਣੀ ਜੀ ਆਏ ਨੇ, ਜੋ ਸਮਾਜ ਸੇਵਕ ਨੇ ਤੇ ਪਿਛਲੇ ਲੰਬੇ ਸਮੇਂ ਤੋਂ ਸਿਵਲ ਹਸਪੀਟਲ ਦੇ ਵਿੱਚ ਜੋ ਕਮੀਆਂ ਨੂੰ ਉਹਨੂੰ ਉਜਾਗਰ ਕਰਦੇ ਰਹੇ ਨੇ। ਉਹਨਾਂ ਨਾਲ ਗੱਲ ਕਰਦੇ ਆਪਾਂ। ਸੈਣੀ ਜੀ, ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸੈਣੀ ਜੀ, ਆਪਾਂ ਗੱਲ ਇੱਥੇ ਸ਼ੁਰੂ ਕਰਾਂਗੇ। ਪਹਿਲਾਂ ਤਾਂ 100 ਸਾਲ ਹੋ ਗਏ ਸਿਵਲ ਹਸਪੀਟਲ ਨੂੰ। ਬਹੁਤ ਇਤਿਹਾਸਕ ਬਿਲਡਿੰਗ ਹੈ ਜੋ। ਹਾਂ, ਇਤਿਹਾਸਿਕ ਬਿਲਡਿੰਗ ਹੋ ਗਈ ਜੀ। ਤੇ ਇੱਕ ਅੱਜ ਆਪਾਂ ਗੱਲ ਕਰਨੀ ਹੈ ਕਿ ਸੰਗਰੂਰ ਦੇ ਵਿੱਚ ਸਿਵਲ ਹਸਪੀਟਲ ਦਾ ਤੁਸੀਂ ਹਮੇਸ਼ਾ ਮੁੱਦਾ ਚੱਕਦੇ ਰਹੇ ਹੋ ਕਿ ਉੱਥੇ ਕਮੀਆਂ ਦੀ ਪ੍ਰੋਬਲਮ ਹੈ, ਮਤਲਬ ਡਾਕਟਰਸ ਦੀ ਕਮੀ ਹੈ, ਜਾਂ ਮਤਲਬ ਐਕਚੁਅਲੀ ਨਾਮ ਹੀ ਦਿੱਤਾ ਗਿਆ ਸੰਗਰੂਰ ਸਿਵਲ ਹਸਪੀਟਲ ਰੈਫਰ ਹਸਪੀਟਲ। ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਸਚਿਨ ਜੀ, ਪਹਿਲਾਂ ਤਾਂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਵੌਇਸ ਆਫ ਟਰੂਥ ਰਾਹੀਂ ਜੋ ਸ਼ਹਿਰ ਦੇ ਸੰਗਰੂਰ ਦੀਆਂ ਸਮੱਸਿਆਵਾਂ, ਜੋ ਇੱਦਾਂ ਦੇ ਹੋਰ ਮੁੱਦੇ ਜੋ ਉਜਾਗਰ ਕਰਦੇ ਰਹਿੰਦੇ ਹੋ, ਤੇ ਧੰਨਵਾਦ ਹੈ ਤੁਹਾਡਾ ਬਹੁਤ ਬਹੁਤ। ਪਹਿਲੀ ਗੱਲ ਇਹ ਹੈ ਵੀ ਸਿਵਲ ਹਸਪੀਟਲ ਸੰਗਰੂਰ ਦੇ ਵਿੱਚ ਜੋ ਸਮੱਸਿਆਵਾਂ ਦੀ ਘਾਟ ਹੈ, ਇੱਥੇ ਆਮ ਤੌਰ ਤੇ ਸ਼ਹਿਰ ਦੇ ਵਿੱਚ, ਸੰਗਰੂਰ ਦੇ ਵਿੱਚ ਲੋਕਾਂ ਦੇ ਵਿੱਚ ਮਸ਼ਹੂਰ ਹੈ ਵੀ ਇਹ ਰੈਫਰਿੰਗ ਹਸਪੀਟਲ ਹੈ ਜੀ। ਦੂਜੀ ਗੱਲ ਇਹ ਹੈ ਵੀ ਜੋ ਅਸੀਂ ਆਪਦੇ ਅੱਖੀਂ ਦੇਖਿਆ, ਤੁਸੀਂ ਇੱਕਦਮ ਕਿਸੇ ਪੇਸ਼ੈਂਟ ਨੂੰ ਲੈ ਜਾਓ, ਪਹਿਲਾਂ ਕੀ ਹੁੰਦਾ ਸੀ, ਜ਼ਿਆਦਾਤਰ ਇੱਥੇ ਇਹੀ ਹੁੰਦਾ ਰਿਹਾ ਹੈ, ਦਵਾਈਆਂ ਵਾਲੇ ਜਾਂ ਲੈਬੋਰਟਰੀ ਵਾਲੇ, ਈਵਨ ਐਕਸਰੇ ਮਤਲਬ ਕਿ ਜੋ ਇੰਜੈਕਸ਼ਨ ਲਾਉਂਦੇ ਨੇ ਜਾਂ ਉੱਥੇ ECG ਵਗੈਰਾ ਕਰਦੇ ਨੇ, ਉਹ ਲੋਕ ਜਿਨ੍ਹਾਂ ਨੂੰ ਮਤਲਬ ਕਿ ਜਦੋਂ ਗਲੂਕੋਜ਼ ਵੀ ਲਾਉਣਾ ਹੁੰਦਾ, ਡ੍ਰਿਪ ਲਾਉਣਾ ਹੁੰਦਾ, ਉਹਨਾਂ ਨੂੰ ਨਬਜ਼ ਨਹੀਂ ਮਤਲਬ ਅੱਧਾ ਘੰਟਾ ਉਹਨੂੰ ਲੱਭਦੀ। ਇਹ ਸਾਡੇ ਨਾਲ ਖੁਦ ਹੋਇਆ।
ਅਸੀਂ ਆਪ ਵਾਪਰਿਆ, ਸਾਡੇ ਨਾਲ ਵਾਪਰਿਆ, ਮਤਲਬ ਕਿ ਅਸੀਂ ਆਪ ਦੇਖਿਆ ਵੀ ਇਹਨਾਂ ਤੋਂ ਮੁੜ ਕੇ ਇਹਨਾਂ ਕੋਲੇ ਪ੍ਰੋਪਰ ਨਾ ਨਰਸਾਂ ਸੀ ਨਾ ਕੁਝ ਹੋਰ ਸੀ। ਤੁਸੀਂ ਪਿੱਛੇ ਜੇ ਇੱਕ ਮੁੱਦਾ ਚੱਕਿਆ ਸੀਗਾ ਧਾਗੇ ਨੂੰ ਲੈ ਕੇ ਕਿ ਸਿਵਲ ਹਸਪੀਟਲ ਦੇ ਐਮਰਜੈਂਸੀ 'ਚ ਧਾਗਾ ਨਹੀਂ, ਉਹ ਕੀ ਮੁੱਦਾ ਸੀ? ਦੇਖੋ ਧਾਗੇ ਨੂੰ ਦੇ ਵਿੱਚ ਮੈਂ ਇੱਥੋਂ ਸੁਨਾਮ ਰੋਡ ਤੇ ਲੰਘ ਰਿਹਾ ਸੀ, ਇੱਕ ਰਸਤੇ ਦੇ ਵਿੱਚ ਪੇਸ਼ੈਂਟ ਪਿਆ ਸੀਗਾ ਤੇ ਉਹ ਤੜਫ ਰਿਹਾ ਸੀ, ਬਲੀਡਿੰਗ ਉਹਦੇ ਹੋ ਰਹੀ ਸੀਗੀ ਤੇ ਇੱਕਦਮ ਇਮੀਡੀਏਟ ਅਸੀਂ ਕਿਸੇ ਨੂੰ ਦੇਖਿਆ ਜਾਂ ਹੋਰ ਇੱਕਦਮ 111 ਤੇ ਐਂਬੂਲੈਂਸ ਨੂੰ ਫੋਨ ਵੀ ਕੀਤਾ ਤੇ ਪਰ ਉਹਨੂੰ ਟਾਈਮ ਲੱਗ ਰਿਹਾ ਸੀ। ਸਾਨੂੰ ਤਾਂ ਇਹ ਸੀ ਵੀ 1-2 ਮਿੰਟ ਬਚਾ ਕੇ ਇਸ ਪੇਸ਼ੈਂਟ ਨੂੰ ਆਪਣੇ ਹਸਪੀਟਲ ਲੈ ਕੇ ਜਾਈਏ, ਇਹਦੀ ਜਾਨ ਨਾ ਚਲੀ ਜਾਵੇ ਜਾਂ ਕੋਈ ਹੋਰ ਜ਼ਿਆਦਾ ਕੋਈ ਵੱਡਾ ਉਹ ਨਾ ਹੋ ਜੇ। ਉੱਥੇ ਜਾ ਕੇ ਜਦੋਂ ਦੇਖਿਆ ਤਾਂ ਇਹਨਾਂ ਨੇ ਕੀ ਕੀਤਾ, ਇਹਨਾਂ ਇੱਕ ਜਿਹੜੇ ਨਾਲ ਸਾਡੇ ਕੋਲ ਬੰਦਾ ਸੀ ਉਹਨੂੰ ਪਰਚੀ ਫੜਾਤੀ, 150-200 ਰੁਪਏ ਦਾ ਧਾਗਾ ਤੇ 2 ਇੰਜੈਕਸ਼ਨ ਸੀਗੇ ਵੀ ਤੁਸੀਂ ਲੈ ਕੇ ਆਓ ਬਾਹਰ। ਐਮਰਜੈਂਸੀ ਧਾਗਾ ਵੀ ਨਹੀਂ ਸੀ? ਧਾਗਾ ਨਹੀਂ ਸੀਗਾ। ਅੱਛਾ ਜੀ, ਅੱਗੇ ਫਿਰ ਕੀ ਹੋਇਆ? ਧਾਗਾ ਨਹੀਂ ਸੀ ਤਾਂ ਤੁਸੀਂ ਦੇਖੋ ਵੀ ਜਿੱਥੇ ਦਾ ਅਸੀਂ 1-2 ਮਿੰਟ ਬਚਾ ਰਹੇ ਸੀ ਉੱਥੇ ਅੱਧਾ ਘੰਟਾ ਉਸ ਪ੍ਰੋਸੈਸ ਨੂੰ ਲੱਗ ਗਿਆ। ਧਾਗਾ ਮੰਗਵਾਇਆ ਇਹਨਾਂ ਨੇ, ਦਵਾਈ ਮੰਗਾਈ, ਜਿਹੜੀ ਬੇਸਿਕ ਇਹਨਾਂ ਦੀ ਇੱਕ ਧਾਗਾ ਗੱਲ ਹੈ। ਫਿਰ ਜਿਹੜਾ ਬੰਦਾ ਹੁਣ ਚਲੋ ਅਸੀਂ ਲੈ ਕੇ ਗਏ ਸੀਗੇ, ਇੱਕ ਆਮ ਬੰਦਾ ਕਿਸੇ ਪੇਸ਼ੈਂਟ ਨੂੰ ਕਿਉਂ ਚੱਕ ਕੇ ਲੈ ਕੇ ਜਾਊਗਾ? ਜੇ ਚੱਕ ਕੇ ਲੈ ਕੇ ਜਾਊਗਾ ਤਾਂ ਉਹਨੂੰ 150-200 ਰੁਪਏ ਦੀ ਪਰਚੀ ਫੜਾ ਦਿੰਦੇ ਨੇ, ਉਹ 150-200 ਰੁਪਏ ਕਿਉਂ ਲਾਊਗਾ? ਜੇ ਇਹਨਾਂ ਨਾਲ ਕੋਈ ਬਹਿਸ ਕਰੂਗਾ ਤਾਂ ਉਹਦੇ ਵਿਰੁੱਧ ਕਾਰਵਾਈ ਕਰਵਾ ਦਿੰਦੇ ਨੇ। ਤੇ ਚਲੋ ਇੱਕ ਹੋਰ ਸੰਗਰੂਰ ਸਿਵਲ ਹਸਪੀਟਲ ਦੇ ਵਿੱਚ ਬੜਾ ਵੱਡਾ ਮੁੱਦਾ ਚੱਲ ਰਿਹਾ ਕਿ ਸੰਗਰੂਰ ਸਿਵਲ ਹਸਪੀਟਲ ਦੇ ਵਿੱਚ ਜਗ੍ਹਾ ਘਟਾਈ ਜਾ ਰਹੀ ਹੈ ਤੇ ਕੈਂਸਰ ਹਸਪੀਟਲ ਨੂੰ ਦਿੱਤਾ ਜਾ ਰਿਹਾ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਤੁਸੀਂ ਦੇਖੋ ਕਿੰਨੀ ਵੱਡੀ ਮਤਲਬ ਕਿ ਸੰਗਰੂਰ ਸ਼ਹਿਰ ਨਾਲ ਟ੍ਰੈਜਡੀ ਹੋ ਰਹੀ ਹੈ ਇੱਕ ਤਰੀਕੇ ਨਾਲ। ਇਹਨਾਂ ਨੇ ਸਰਕਾਰਾਂ ਨੇ ਜੇ ਕੈਂਸਰ ਹਸਪੀਟਲ ਬਣਾਉਣਾ ਹੀ ਸੀਗਾ, ਵੈਸੇ ਪ੍ਰਾਈਵੇਟ ਹਸਪੀਟਲ ਹੈ, ਇਹਨਾਂ ਨੇ ਆਪਣੀ ਸਰਕਾਰੀ ਹਸਪੀਟਲ ਦੀ ਜਗ੍ਹਾ ਪ੍ਰਾਈਵੇਟ ਹਸਪੀਟਲ ਕਿਉਂ ਦਿੱਤੀ? ਇਹ ਵੀ ਇੱਕ ਕੁਐਸਚਨ ਹੈ। ਨਹੀਂ ਚਲੋ ਜੇ ਦੇਤੀ ਸੀਗੀ, ਆਪਾਂ ਇਹ ਨਹੀਂ ਕਹਿੰਦੇ ਕਿ ਕਿਉਂ ਦਿੱਤੀ ਜਾਂ ਦੇਤੀ, ਉਹ ਦੇ ਦਿੰਦੇ ਕਿ ਲਿਮਟਿਡ ਦੇਣੀ। ਹੁਣ ਕੀ ਹੋ ਗਿਆ ਉੱਥੇ ਕਿ ਇਹਨਾਂ ਜਗ੍ਹਾ ਰੋਕੀ ਜਾ ਰਹੀ ਹੈ? ਤੁਸੀਂ ਦੇਖੋ ਵੀ 95% ਕੈਂਸਰ ਦੇ ਇਲਾਜ ਵਾਲੇ ਜਿਹੜੇ ਪੇਸ਼ੈਂਟ ਆਉਂਦੇ ਆ ਬਾਹਰੋਂ ਆਉਂਦੇ ਆ ਜੀ, ਬਿਲਕੁਲ ਦੂਰੋਂ ਆਉਂਦੇ ਆ। ਉਹ ਇੱਥੋਂ 10-12 ਕਿਲੋਮੀਟਰ ਬਾਹਰ ਵੀ ਜਾ ਸਕਦੇ ਸੀ। ਜਿਹੜਾ ਬੰਦਾ ਕਾਰ 'ਚ ਆਉਂਦਾ ਵਾ 10-12 ਕਿਲੋਮੀਟਰ, ਜਿਹੜਾ ਸਰਕਾਰੀ ਹਸਪੀਟਲ ਆ, ਜਿਹੜੀ ਬੇਸਿਕ ਸਹੂਲਤਾਂ ਨੇ, ਸਰਕਾਰ ਦਾ ਪਹਿਲਾ ਮੁੱਢਲਾ ਜਿਹੜਾ ਫਰਜ਼ ਹੈ ਐਜੂਕੇਸ਼ਨ ਤੇ ਹੈਲਥ, ਜਿਹੜਾ ਸਰਕਾਰਾਂ ਪ੍ਰਚਾਰ ਵੀ ਕਰਦੀਆਂ ਨੇ। ਤੇ ਸੰਗਰੂਰ ਸ਼ਹਿਰ ਦੇ ਵਿੱਚ ਹਸਪੀਟਲ ਦੇ ਬਿਲਕੁਲ ਸੈਂਟਰ ਦੇ ਵਿੱਚ ਹੈ। ਉਹ ਗਰੀਬ ਬਸਤੀਆਂ ਨੇ, ਸੁੰਦਰ ਬਸਤੀ ਹੈ, ਘੁਮਿਆਰ ਬਸਤੀ ਹੈ, ਹੋਰ ਸਾਰੀਆਂ ਬਸਤੀਆਂ ਨੇ ਜਿੱਥੇ ਲੋਕ ਸਕੂਟਰ ਹਰ ਇੱਕ ਬੰਦੇ ਦੀ ਵੀ ਗੱਲ ਕਰਦੇ ਆ, ਗਰੀਬ ਲੋਕਾਂ ਦੀ ਸਹੂਲਤ ਲਈ ਇਹ ਹਸਪੀਟਲ ਬਣਿਆਗਾ, ਉੱਥੇ ਆ ਸਕਦਾਗਾ। ਹੁਣ ਇਹ ਗੱਲ ਇਹ ਵੀ ਚੱਲ ਰਹੀ ਹੈ ਵੀ ਇਹ ਹਸਪੀਟਲ ਕਿਤੇ ਹੋਰ ਸ਼ਿਫਟ ਹੋ ਰਿਹਾ ਹੈਗਾ, 2-4-5 ਸਾਲਾਂ ਦੇ ਵਿੱਚ ਸ਼ਿਫਟ ਹੋ ਰਿਹਾ। ਤਾਂ ਇੱਕ ਜਿਹੜਾ ਸੁੰਦਰ ਬਸਤੀ ਦੇ ਜਾਂ ਘੁਮਿਆਰ ਬਸਤੀ ਦੇ ਜਾਂ ਗਰੀਬ ਬੰਦਾ ਸਾਈਕਲ ਤੇ ਜਾਂ ਪੈਦਲ ਉਹ ਕਿਵੇਂ ਦੂਰ ਜਾਊਗਾ? ਚਰਚਾ ਤਾਂ ਚੱਲ ਰਹੀ ਹੈ ਨਾ ਕਿਉਂਕਿ ਜਗ੍ਹਾ ਹੀ ਬੜੀ ਘੱਟ ਕਰਤੀ ਹੈ ਸਿਵਲ ਹਸਪੀਟਲ ਦੀ। ਤੁਸੀਂ ਦੇਖੋ ਵੀ ਤਕਰੀਬਨ ਡਾਕਟਰਾਂ ਦੇ ਸਾਰੇ ਜਿਹੜੇ ਰਹਿائش ਆ ਉਹ ਉਹਨਾਂ ਦੇ ਮਕਾਨ ਢਾਤੇ ਉੱਥੋਂ, ਡਾਕਟਰਾਂ ਦੇ ਮਕਾਨ, ਠੀਕ ਹੈ ਹਾਂ ਜੀ, ਸਾਰੇ ਉਹ ਢਾਤੇ ਤੇ ਮਤਲਬ ਕਿ ਟੀਵੀ ਜਿੱਥੇ ਹਸਪੀਟਲ ਸੀ ਉਹਦੀ ਉੱਥੇ ਵੀ ਇਹਨਾਂ ਦੀ ਬਿਲਡਿੰਗ ਬਣ ਰਹੀ ਹੈ ਜੀ। ਤਕਰੀਬਨ ਇਹਨਾਂ ਦਾ ਸਾਰਾ ਮਤਲਬ ਕਿ ਇਹਨਾਂ ਨੇ ਏਰੀਆ ਉਹਨਾਂ ਦਾ ਸਰਕਾਰੀ ਹਸਪੀਟਲ ਦਾ ਕਵਰ ਕਰ ਲਿਆ ਜੀ, ਕੈਂਸਰ ਹਸਪੀਟਲ ਵਾਲਿਆਂ ਨੇ। ਕੈਂਸਰ ਹਸਪੀਟਲ ਵਾਲੇ ਤੇ ਪਤਾ ਨਹੀਂ ਇਹਦੇ ਪਿੱਛੇ ਕੀ ਕਾਰਨ ਆ ਜਾਂ ਕੋਈ ਤੁਸੀਂ ਦੇਖੋਗੇ ਕਦੇ ਵੀ ਦੇਖੋ ਤੁਸੀਂ ਮੰਤਰੀ ਆਊਗਾ ਤਾਂ ਕੈਂਸਰ ਹਸਪੀਟਲ, ਕੋਈ ਚੀਫ ਮਿਨਿਸਟਰ ਆਊਗਾ ਤਾਂ ਕੈਂਸਰ ਹਸਪੀਟਲ। ਐਡਾ ਕੈਂਸਰ ਮਤਲਬ ਜੇ ਆਪਾਂ ਬੇਸਿਕਲੀ ਸੰਗਰੂਰ ਦੀ ਗੱਲ ਕਰੀਏ, ਐਡੀ ਡਿਜ਼ੀਜ਼ ਸੰਗਰੂਰ ਦੇ ਵਿੱਚ ਤਾਂ ਨਹੀਂ ਹੈਗੀ। ਜੇ ਆਪਾਂ ਸੰਗਰੂਰ ਦੇ ਵਿੱਚ ਹਸਪੀਟਲ ਦੀ ਓਪੀਡੀ ਦੀ ਗੱਲ ਕਰੀਏ ਤਾਂ ਹਜ਼ਾਰਾਂ ਦੇ ਵਿੱਚ ਓਪੀਡੀ ਹੁੰਦੀ ਹੈ ਸੰਗਰੂਰ ਦੀ ਡੇਲੀ। ਜੇ ਆਮ ਕੋਈ ਕੰਨ ਦਾ ਵੀ ਮਰੀਜ਼ ਹੋ ਜਾਂਦਾ, ਗਲੇ ਦਾ, ਹੋਰ ਮਰੀਜ਼ ਆ ਜਾਂਦੇ ਨੇ, ਸਿੰਪਲ ਛੋਟੀ-ਛੋਟੀਆਂ ਬਿਮਾਰੀਆਂ ਦੀ, ਤੇ ਕੈਂਸਰ ਦੇ ਗਿਣਵੇਂ ਚੁਣਵੇਂ ਮਰੀਜ਼ ਨੇ, ਤਾਂ ਉਹਨਾਂ ਨੂੰ ਐਂ ਕਿਉਂ ਕੀਤਾ ਜਾ ਰਿਹਾ? ਪਤਾ ਨਹੀਂ ਇਹਨਾਂ ਦਾ ਕੀ ਇੰਟਰਸਟ ਹੈ ਜਾਂ ਕੀ ਸਰਕਾਰਾਂ ਦਾ ਉਹ ਹੈ, ਇਹ ਵੀ ਨਹੀਂ ਪਤਾ ਵੀ ਉਹਨਾਂ ਦਾ ਮਤਲਬ ਕਿ ਜਦੋਂ ਹੋਮੀ ਭਾਬਾ ਹਸਪੀਟਲ ਵਾਲਿਆਂ ਨੇ ਇਹਨਾਂ ਨੇ ਆਪਣੀ ਕੈਂਸਰ ਹਸਪੀਟਲ ਵਾਲੇ ਜਗ੍ਹਾ ਦਿੱਤੀ ਹੈ, ਪਤਾ ਨਹੀਂ ਕੀ ਇਹਨਾਂ ਦਾ ਇੰਟਰਸਟ ਸੀ, ਕੀ ਕਿਉਂ ਦੇਤੀ ਹੈ। ਹਾਲਾਂਕਿ ਸਰਕਾਰੀ ਹਸਪੀਟਲ ਦੇ ਵਿੱਚ ਇੰਨੀਆਂ ਕਮੀਆਂ ਨੇ, ਜਿਵੇਂ ICU ਨਹੀਂ ਹੈ, CT ਸਕੈਨ ਨਹੀਂ ਹੈ, ਜਿਹੜੇ ਲੋਕ ਬਾਹਰੋਂ ਕਰਵਾਉਂਦੇ ਨੇ। ਇੱਕ ਗਰੀਬ ਬੰਦਾ ਮਤਲਬ ਕਿ 2-2000 ਰੁਪਏ ਦਾ 2500 ਰੁਪਏ ਦਾ ਵਿੱਚੋਂ 900 ਰੁਪਏ ਡਾਕਟਰਾਂ ਨੂੰ ਕਮਿਸ਼ਨ ਦੇ ਕੇ ਮਤਲਬ ਕਿ ਲੁੱਟ ਹੋ ਰਹੀ ਹੈ ਉੱਥੇ, ਤਾਂ ਉਹ ਸਹੂਲਤਾਂ ਤੁਸੀਂ ਪੂਰੀਆਂ ਨਹੀਂ ਕਰ ਰਹੇ। ਕੈਂਸਰ ਹਸਪੀਟਲ ਨੂੰ ਸਾਰੀ ਆਪਣੀ ਮਤਲਬ ਕਿ ਹਸਪੀਟਲ ਹੀ ਸੰਭਾਲਦਾ ਸਰਕਾਰੀ ਹਸਪੀਟਲ ਆ ਜਿਹੜਾ। ਨੋਬਲ ਹੈਲਪਿੰਗ ਹੈਂਡ ਫਾਊਂਡੇਸ਼ਨ ਇਸ ਮੁੱਦੇ ਤੇ ਕੀ ਕਰ ਰਹੀ ਹੈ? ਅਸੀਂ ਨੋਬਲ ਹੈਲਪਿੰਗ ਹੈਂਡ ਦੇ ਫਾਊਂਡੇਸ਼ਨ ਵੱਲੋਂ ਪਹਿਲਾਂ ਵੀ ਇਸ ਤਰੀਕੇ ਦੇ ਗੱਲਾਂ ਅਸੀਂ ਮਤਲਬ ਕਿ ਸਾਡਾ ਇਹ ਵੀ ਅਸੀਂ ਜਿਹੜੇ ਮੁੱਦੇ ਨੇ ਤੁਹਾਡੇ ਜ਼ਰੀਏ ਅਸੀਂ ਲੋਕਾਂ ਦੇ ਵਿੱਚ, ਪ੍ਰਸ਼ਾਸਨ ਦੇ ਵਿੱਚ, ਸਰਕਾਰ ਤੱਕ ਪਹੁੰਚਾਉਂਦੇ ਹਾਂ। ਬਾਕੀ ਦੇਖੋ ਅਸੀਂ ਹਰ ਗੱਲ ਦੇ ਉੱਪਰ ਬੋਲਦੇ ਹਾਂ, ਕਰਦੇ ਹਾਂ। ਫਿਰ DC ਸਾਹਿਬ ਨੂੰ ਵੀ ਅਸੀਂ, ਸਰਕਾਰ ਨੂੰ ਵੀ ਇਹਦੇ ਸੰਬੰਧ 'ਚ ਅਸੀਂ ਪਿੱਛੇ ਜੇ ਮੰਤਰੀ ਸਾਹਿਬ ਨੂੰ ਵੀ ਮਿਲੇ ਸੀਗੇ, ਹੈਲਥ ਮਿਨਿਸਟਰ ਨੂੰ, ਤੇ ਪਰ ਉਹਦੇ ਵੱਲ ਵੀ ਇਹਨਾਂ ਦਾ ਕੋਈ ਧਿਆਨ ਨਹੀਂ ਹੈ। ਫਿਰ ਤੁਹਾਡਾ ਅਗਲਾ ਸਟੈਪ ਕੀ ਹੋਊਗਾ ਤੁਹਾਡੇ ਮਨ ਦੇ ਵਿੱਚ? ਚਲੋ ਹੁਣ ਲੋਕ ਬੜੇ ਪਰੇਸ਼ਾਨ ਨੇ, ਸਿਵਲ ਹਸਪੀਟਲ ਦੀਆਂ ਜਿਹੜੀਆਂ ਸੁਵਿਧਾਵਾਂ ਘਟਾਈਆਂ ਜਾ ਰਹੀਆਂ ਨੇ, ਇਹਨੂੰ ਲੈ ਕੇ ਤੁਹਾਡਾ ਅਗਲੀ ਰਣਨੀਤੀ ਕੁਝ ਬਣੀ ਉਹ ਜਿਹੜੀ ਸੰਗਰੂਰ ਦੀ ਹਸਪੀਟਲ ਦੀ ਇਤਿਹਾਸਕ ਬਿਲਡਿੰਗ ਹੈ, ਇਹਨੂੰ ਬਚਾਉਣ ਦੀ ਲੋੜ ਹੈ। ਇਹ ਤਾਂ ਪਹਿਲਾਂ ਇਹ ਵੀ ਗੱਲ ਚੱਲੀ ਸੀ ਕਿ ਬਿਲਡਿੰਗ ਢਾਣ ਦੀ ਵੀ ਗੱਲਾਂ ਚੱਲ ਰਹੀਆਂ ਨੇ, ਤੇ 100 ਸਾਲ ਪੂਰੇ ਹੋ ਗਏ ਜੀ। ਦੇਖੋ ਤੁਸੀਂ ਦੇਖੋਗੇ ਜੀ ਅੱਜ ਵੀ ਜਿਹੜੀ 100 ਸਾਲ ਪੁਰਾਣੀ ਬਿਲਡਿੰਗ ਹੈ
ਉਹ ਲੈਵਲ ਤੇ ਉਹਦਾ ਕਿੰਨਾ ਵਧੀਆ ਹੈਗਾ। ਜੇ ਤੁਸੀਂ ਪੁਰਾਣੀ ਨਵੀਂ ਬਿਲਡਿੰਗ ਬਾਅਦ ਵਾਲੀ ਦੇਖੋ ਹਸਪੀਟਲ ਵਾਲੀ ਬਣੀ ਹੋਈ, ਉਹਦੇ ਅੰਦਰ ਪਾਣੀ ਚਲਾ ਜਾਂਦਾ ਹੈਗਾ। ਤੇ ਇਹਨੂੰ ਸਾਰੇ ਸ਼ਹਿਰ ਨੂੰ, ਸਰੂਰ ਨਿਵਾਸੀਆਂ ਨੂੰ, ਸਾਰੇ ਜੋ ਬੁੱਧੀਜੀਵੀ ਨੇ, ਸਾਰੇ ਸੰਸਥਾਵਾਂ ਨੇ, ਸਾਰੇ ਹੋਰ ਇਸ ਤਰੀਕੇ ਦੇ ਲੋਕ ਨੇ ਜੋ ਬੁਰਾਈ ਦੇ ਖਿਲਾਫ ਜਾਂ ਇਨਸਾਫ ਪਸੰਦ ਲੋਕ ਨੇ, ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਇਸ ਮੁੱਦੇ ਤੇ ਸਾਰੇ ਇਕਜੁੱਟ ਹੋ ਕੇ ਦਬਾਅ ਇੱਦਾਂ ਦਾ ਬਣਾਓ ਵੀ ਇਹ ਬਿਲਡਿੰਗ ਨੂੰ ਬਚਾਇਆ ਜਾ ਸਕੇ। ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੀ ਕੋਈ ਰਣਨੀਤੀ? ਅਸੀਂ ਸ਼ਹਿਰ ਨਿਵਾਸੀਆਂ ਨਾਲ ਮਿਲ ਕੇ ਸਲਾਹ ਮਸ਼ਵਰਾ ਕਰਕੇ ਜਾਂ ਹੋਰ ਸੰਸਥਾਵਾਂ ਨਾਲ ਸਲਾਹ ਮਸ਼ਵਰਾ ਕਰਕੇ ਵੀ ਉਹ ਕੀ ਸਾਨੂੰ ਉਹ ਦਿੰਦੇ ਨੇ, ਸੁਜੈਸਟ ਕਰਦੇ ਨੇ, ਜਾਂ ਕੀ ਸਾਰਿਆਂ ਨਾਲ ਰਾਏ ਕਰਕੇ ਫਿਰ ਅਸੀਂ ਇਸ ਮੁੱਦੇ ਤੇ ਡੀ ਸਾਹਿਬ ਨੂੰ ਮਿਲਣ ਤੋਂ ਬਾਅਦ ਅਸੀਂ ਮੰਤਰੀ ਸਾਹਿਬ ਨੂੰ ਵੀ ਦੁਬਾਰਾ ਫਿਰ ਇੱਕ ਵਾਰ ਬੇਨਤੀ ਕਰਾਂਗੇ ਵੀ ਇਸ ਨੂੰ ਜੇ ਹਸਪੀਟਲ ਨੂੰ ਬਚਾਉਣਾ ਤਾਂ ਬਚਾ ਲਓ। ਦੋਸਤੋ, ਇਹ ਸੀਗੇ ਸਤਿੰਦਰ ਸੈਣੀ ਜੀ, ਜਿਨ੍ਹਾਂ ਦਾ ਕਹਿਣਾ ਕਿ ਹਸਪੀਟਲ ਨੂੰ ਬਚਾਉਣਾ। ਅਸੀਂ ਵੀ ਆਪਣੀਆਂ ਮੁੱਦੇ ਦੇ ਵਿੱਚ ਰੱਖ ਚੁੱਕੇ ਹਾਂ ਕਿ ਸਿਵਲ ਹਸਪੀਟਲ ਦੇ ਵਿੱਚ ਸੁਵਿਧਾਵਾਂ ਘਟਾਈਆਂ ਜਾ ਰਹੀਆਂ ਨੇ ਤੇ ਇੱਕ ਪ੍ਰਾਈਵੇਟ ਹਸਪੀਟਲ ਨੂੰ ਜਗ੍ਹਾ ਲਗਾਤਾਰ ਵਧਾਈ ਜਾ ਰਹੀ ਹੈ। ਡਾਕਟਰਸ ਦੀਆਂ ਰਿਹਾਇਸ਼ਾਂ ਨਹੀਂ ਹੈਗੀਆਂ, ਸਟਾਫ ਦੀਆਂ ਰਿਹਾਇਸ਼ਾਂ ਨਹੀਂ ਹੈਗੀਆਂ। ਇਹਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਬੜਾ ਵੱਡਾ ਮੁੱਦਾ ਹੋ ਸਕਦਾ ਹੈ ਕਿ ਸ਼ਾਇਦ ਮਤਲਬ ਹਜੇ ਤੱਕ ਅੱਜ ਦਾ ਇਸ਼ੂ ਹੈਗਾ ਕਿਸਾਨੀ ਮੁੱਦਾ। ਕਿਸਾਨੀ ਮੁੱਦੇ ਨੂੰ ਲੈ ਕੇ ਪੂਰੀ ਦੁਨੀਆ ਕਿਸਾਨਾਂ ਦੇ ਹੱਕ 'ਚ ਖੜੀ ਹੈ, ਮਗਰ ਪੋਲੀਟੀਕਲ ਪਾਰਟੀਆਂ ਨੇ ਜਿਹੜੀਆਂ ਉਹ ਕਿਤੇ ਨਾ ਕਿਤੇ ਪੋਲਿਟਿਕਸ ਕਰ ਰਹੀਆਂ ਨੇ। ਸਾਡੇ ਨਾਲ ਅੱਜ ਦਸਵੀਰ ਸਿੰਘ ਡੱਲੀ ਜੀ ਐਡਵੋਕੇਟ ਨੇ ਤੇ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਕਾਫੀ ਐਕਟਿਵ ਨੇ ਔਰ ਪਿਛਲੇ ਦਿਨਾਂ ਤੋਂ ਸੰਗਰੂਰ ਦੇ ਵਿੱਚ ਕਾਫੀ ਸੋਸ਼ਲ ਇਸ਼ੂ ਚੱਕ ਰਹੇ ਨੇ। ਪਹਿਲਾਂ ਤਾਂ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਡੱਲੀ, ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ। ਥੈਂਕ ਯੂ ਜੀ ਸਚਿਨ ਜੀ, ਤੁਹਾਡੇ ਵੌਇਸ ਆਫ ਟਰੁੱਥ ਤੇ ਆਉਣ ਦੇ ਲਈ ਤੇ ਲੋਕਾਂ ਨਾਲ ਮੈਨੂੰ ਰੂਬਰੂ ਕਰਾਉਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਡੱਲੀ ਜੀ, ਅੱਜ ਆਪਾਂ ਗੱਲ ਕਰਾਂਗੇ ਕਿਸਾਨਾਂ ਦੇ ਇਸ਼ੂ ਤੇ। ਜਿਹੜਾ ਕਿਸਾਨਾਂ ਦਾ ਮੁੱਦਾ ਹੈਗਾ, ਤੁਹਾਨੂੰ ਪਤਾ ਹੈ ਪਹਿਲਾਂ ਕਿਹਾ ਜਾ ਰਿਹਾ ਸੀਗਾ ਕਿ ਇਹ ਜਿਹੜਾ ਪ੍ਰੋਟੈਸਟ ਹੈ ਮਾਲਵਾ ਦੇ ਵਿੱਚ ਹੈ, ਫਿਰ ਇਹ ਕਹਿਣ ਲੱਗ ਗਏ ਕਿ ਪੰਜਾਬ ਦੇ ਲੋਕ ਨੇ। ਹੁਣ ਪੂਰਾ ਇੰਡੀਆ ਨਹੀਂ, ਪੂਰੀ ਦੁਨੀਆ ਦੇ ਵਿੱਚ ਪ੍ਰੋਟੈਸਟ ਆ ਗਿਆ। ਵੱਡੀਆਂ ਵੱਡੀਆਂ ਕੰਟਰੀਆਂ ਦੇ ਵਿੱਚ ਇੱਕ ਪ੍ਰੋਟੈਸਟ ਦੀ ਹਮੀ ਭਰੀ ਜਾਣ ਲੱਗੀ। ਤੇ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਹੜੇ ਕਿਸਾਨਾਂ ਦਾ ਪ੍ਰੋਟੈਸਟ ਹੈ ਤੇ ਇਹਨੂੰ ਪੋਲੀਟੀਕਲੀ ਲੋਕ ਇਗਨੋਰ ਕਰ ਰਹੇ ਨੇ, ਇਹਨੂੰ ਕਿਵੇਂ ਦੇਖਦੇ ਹੋ ਤੁਸੀਂ? ਦੇਖੋ ਜੀ, ਜਿਹੜਾ ਪ੍ਰੋਟੈਸਟ ਦਾ ਹੁਣ ਵੇਵ ਹੈ ਇਸ ਲੈਵਲ ਤੇ ਪਹੁੰਚ ਚੁੱਕਿਆ ਕਿ ਪੋਲੀਟੀਕਲ ਪਾਰਟੀਆਂ ਦੀ ਇਹ ਹੁਣ ਇੱਕ ਤਰ੍ਹਾਂ ਨਾਲ ਇੰਨਾ ਡਰ ਗਈਆਂ ਨੇ ਪੋਲੀਟੀਕਲ ਪਾਰਟੀਆਂ ਕਿ ਜੇ ਅਸੀਂ ਇਹਨਾਂ ਦੇ ਵਿੱਚ ਹੁਣ ਵੀ ਸ਼ਾਮਲ ਨਾ ਹੋਏ ਤਾਂ ਲੋਕਾਂ ਨੇ ਸਾਨੂੰ ਸਵੀਕਾਰ ਨਹੀਂ ਕਰਨਾ। ਤੇ ਵੋਟ ਬੈਂਕ ਦਾ ਤਾਂ ਕੁਐਸਚਨ ਇੰਨਾ ਵੱਡਾ ਉਹਨਾਂ ਲਈ ਖੜਾ ਹੋ ਗਿਆ, ਕਿਉਂਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ, ਚਾਹੇ ਉਹ ਕਾਂਗਰਸ ਹੈ, ਚਾਹੇ ਉਹ ਅਕਾਲੀ ਦਲ ਹੈ, ਚਾਹੇ ਉਹ ਆਮ ਆਦਮੀ ਪਾਰਟੀ ਹੈ, ਇਹ ਸਿਰਫ ਵੋਟ ਬੈਂਕ ਤੇ ਹੀ ਡਿਪੈਂਡ ਕਰਦੇ। ਇਹਨਾਂ ਦਾ ਕੰਮ ਸੀਗਾ ਕਾਮਨ ਮੈਨ ਨੂੰ ਬੁੱਧੂ ਬਣਾਉਣਾ ਔਰ ਵੋਟਾਂ ਲੈਣੀਆਂ। ਜਦ ਕਿ ਹੁਣ ਕਾਮਨ ਮੈਨ ਦੀ ਲੜਾਈ ਹੈ, ਇਹ ਸਿਰਫ ਇਸ ਲਈ ਇਹਨਾਂ ਨੇ ਡਿਸਟੈਂਸ ਬਣਾ ਰੱਖਿਆ ਸੀ ਕਿ ਜੇ ਇਹ ਕਾਮਯਾਬ ਨਾ ਹੋਏ ਤਾਂ ਅਸੀਂ ਵੀ ਨਾਲ ਫੇਲ ਹੋ ਜਾਵਾਂਗੇ। ਹੁਣ ਕਿਉਂਕਿ ਪ੍ਰੋਟੈਸਟ ਇਸ ਲੈਵਲ ਤੇ ਪਹੁੰਚ ਚੁੱਕਿਆ ਤਾਂ ਉਹਨਾਂ ਦੇ ਆਪਦੇ ਜਿਹੜੇ ਇੰਟਰਨਲ ਇਸ਼ੂਜ਼ ਨੇ ਉਹ ਸਾਹਮਣੇ ਆ ਗਏ ਲੋਕਾਂ ਦੇ, ਕਿਉਂਕਿ ਇਹ ਆਉਣਾ ਨਹੀਂ ਸੀ ਚਾਹੁੰਦੇ। ਹੁਣ ਬੀਜੇਪੀ ਤੇ ਆਰਐਸਐਸ ਇਹਨਾਂ ਦਾ ਏਜੰਡਾ ਸਿੱਧਾ ਇੱਕ ਇਹੀ ਹੈ ਕਿ ਜਿੰਨੀਆਂ ਮਾਈਨੋਰਟੀਜ਼ ਨੇ, ਚਾਹੇ ਉਹ ਮੁਸਲਿਮਸ ਨੇ, ਚਾਹੇ ਉਹ ਕ੍ਰਿਸਚਨ ਨੇ, ਚਾਹੇ ਉਹ ਸਿੱਖੀਜ਼ਮ ਹੈ, ਕੋਈ ਵੀ ਹੈ, ਵੀ ਉਹਨਾਂ ਨੂੰ ਪਿੱਛੇ ਧੱਕਿਆ ਜਾਵੇ ਤੇ ਆਪਦਾ ਜਿਹੜਾ ਇੱਕ ਕਾਸਟ ਤੇ ਸਿੰਗਲ ਕੰਟਰੀ ਉਸ ਤਰ੍ਹਾਂ ਨਾਲ ਬਣਾਇਆ ਜਾਵੇ। ਜਿਵੇਂ ਕਿ ਤੁਸੀਂ ਇਹ ਗੱਲ ਸਮਝੋ, ਜਿਵੇਂ ਹਿੰਦੁਸਤਾਨ ਦੀਆਂ ਜਿਹੜੀਆਂ ਨਾਮਵਰ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਬਹੁਤ ਵੱਡੇ ਵੱਡੇ ਅੰਦੋਲਨ ਕੀਤੇ, ਉਹ ਵੀ ਕਿਸਾਨ ਅੰਦੋਲਨ ਦੇ ਵਿੱਚ ਆ ਗਈਆਂ। ਮੇਧਾ ਪਾਟਕਰ ਹੈ, ਹੋਰ ਅਨੁਦਿਤੀ ਰਾਏ ਹੈ, ਹੋਰ ਜਿਹਨੇ ਕਾਮਰੇਡ ਜਿਹੜੇ ਕਹਿੰਦੇ ਨੇ। ਪਰ ਹੁਣ ਜਿਹੜਾ ਮੀਡੀਆ, ਤੁਹਾਡਾ ਧੰਨਵਾਦ ਹੈ ਕਿ ਤੁਸੀਂ ਸੱਚ ਗੱਲ ਨੂੰ ਅੱਗੇ ਲੈ ਕੇ ਆ ਰਹੇ ਹੋ। ਜਿਵੇਂ ਕਿ ਤੁਹਾਡਾ ਨਾਮ ਹੈ ਵੌਇਸ ਆਫ ਟਰੁੱਥ, ਜਦ ਕਿ ਅੱਜ ਇੱਕ ਪ੍ਰੋਟੈਸਟ ਚੱਲ ਰਿਹਾ ਸੀ, ਇੱਕ ਰਿਪਬਲਿਕ, ਇੱਕ ਆਜ ਤੱਕ ਤੇ ਇੱਕ ਹੋਰ ਹੈ ਮੇਰੇ ਖਿਆਲ ਚੈਨਲ। ਉਹਨਾਂ ਦਾ ਕੰਮ ਇਹੀ ਹੈ ਕਿ ਇਸ ਅੰਦੋਲਨ ਨੂੰ ਕਿਵੇਂ ਅੱਤਵਾਦ ਦੀ ਸ਼ੇਪ ਦੇ ਸਕੀਏ ਤੇ ਜਿਹੜੇ ਸਿੱਖੀਜ਼ਮ ਹੈ ਉਹਨੂੰ ਖਾਲਿਸਤਾਨ ਦੇ ਨਾਮ ਨਾਲ ਉਹ ਲਿਆਉਣਾ ਚਾਹੁੰਦੇ ਨੇ ਕਿ ਇਹਦੇ ਵਿੱਚ ਤਾਂ ਜੀ ਇਹ ਖਾਲਿਸਤਾਨ ਦੀ ਮੂਵਮੈਂਟ ਹੈ, ਖਾਲਿਸਤਾਨ ਨੂੰ ਪਾਉਣ ਦੀ ਮੂਵਮੈਂਟ ਹੈ, ਬਿਲਾਂ ਦੇ ਅਗੇਂਸਟ ਨਹੀਂ ਹੈ। ਇਹ ਪ੍ਰੋਟੈਸਟ ਕਰ ਰਹੇ ਨੇ, ਉਹ ਮਤਲਬ ਪ੍ਰਟੈਂਡ ਕਰ ਰਹੇ ਨੇ, ਲੋਕਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਤੇ ਜਿਹੜੇ ਕਾਮਰੇਡ ਨੇ ਉਹ ਆਪਣੇ ਅਲੱਗ ਨਿੱਜੀ ਮਫਾਦਾਂ ਲਈ ਆ ਰਹੇ ਨੇ, ਔਰ ਜਿਹੜੇ ਮੁਸਲਿਮ ਨੇ ਉਹ ਇਸਲਾਮਿਕ ਜਿਹੜਾ ਹੈ ਟੈਰਰਿਜ਼ਮ ਉਹਦੇ ਲਈ ਆ ਰਹੇ ਨੇ। ਮਤਲਬ ਕਿਸਾਨ ਅੰਦੋਲਨ ਨੂੰ ਪੋਲੀਟੀਕਲ ਪਾਰਟੀਆਂ ਹਰ ਤਰ੍ਹਾਂ ਨਾਲ ਯੂਜ਼ ਕਰ ਰਹੀਆਂ। ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਤੁਸੀਂ ਇਹ ਜਿਹੜੀ ਚੀਜ਼ ਹੋ ਰਹੀ ਹੈ, ਤੁਸੀਂ ਪਹਿਲਾਂ ਆਪਾਂ ਪੋਲੀਟੀਕਲ ਪਾਰਟੀਆਂ ਦੀ ਗੱਲ ਕਰਦੇ ਹਾਂ, ਬੀਜੇਪੀ ਦੀ ਤੁਹਾਨੂੰ ਗੱਲ ਦੱਸਦੀ, ਤੁਸੀਂ ਕਾਂਗਰਸ ਨੂੰ ਕਿਵੇਂ ਦੇਖਦੇ ਹੋ? ਕਾਂਗਰਸ ਦਾ ਕਿਵੇਂ ਰੋਲ ਹੈ ਇਹਦੇ ਵਿੱਚ? ਦੇਖੋ, ਕਾਂਗਰਸ ਦਾ ਸਿਰਫ ਇੱਕ ਏਜੰਡਾ ਹੈ। ਮੈਂ ਸਮਝਦਾ ਹੁਣ ਤਾਂ ਸਭ ਨੂੰ ਇਹ ਪਤਾ ਲੱਗ ਹੀ ਗਿਆ। ਕਾਂਗਰਸ ਨੇ ਇਹ ਦੇਖਣਾ ਮੈਨੂੰ ਇਸ ਅੰਦੋਲਨ ਦੇ ਵਿੱਚ ਨੈਕਸਟ ਗਵਰਨਮੈਂਟ ਦੇ ਆਉਣ ਦੇ ਲਈ ਕੀ ਬੈਨੀਫਿਟਸ ਨੇ। ਪਹਿਲਾਂ ਉਹਨਾਂ ਨੇ ਪੂਰੀ ਐਜੂਕੇਸ਼ਨ ਉੱਪਰ ਜਾਣ ਦਿੱਤਾ, ਕੁਛ ਨਹੀਂ ਕੀਤਾ, ਜਦ ਕਿ ਇਹ ਜਿਹੜੀ ਗੱਲ ਸੀਗੀ ਇਹ ਫਸਟ ਸਟੇਜ ਤੇ ਹੀ
ਜਿਹੜੀ ਹੈ ਆਪਾਂ ਸਦਨ ਬੁਲਾ ਕੇ ਇਹ ਬਿੱਲ ਪਾਸ ਕੀਤੇ ਜਾ ਸਕਦੇ ਜੋ ਆਪਣੇ ਪਹਿਲਾਂ ਕੀਤੇ ਸਟੇਟ ਗਵਰਨਮੈਂਟ ਦੇ ਇੱਕ ਮਤਲਬ ਸਟੇਟ ਗਵਰਨਮੈਂਟ ਬਾਉਂਡ ਹੁੰਦੀ ਹੈ ਨਾ, ਇੱਕ ਹੱਦ ਤੱਕ ਹੁੰਦੀ ਹੈ, ਸੈਂਟਰ ਸੁਪਰੀਮ ਹੈ ਨਾ। ਇਹ ਗੱਲ ਨਹੀਂ ਹੈ, ਇਹ ਵੀ ਗੱਲ ਲੋਕਾਂ ਦੇ ਵਿੱਚ ਗਲਤ ਲਿਆਂਦੀ ਜਾਂਦੀ ਹੈ। ਜਿਹੜਾ ਸਟੇਟ ਲਾਅ ਹੈ, ਸਟੇਟ ਲਾਅ ਇਜ਼ ਇੰਡੀਪੈਂਡੈਂਟ ਹੈ, ਅਸੈਂਬਲੀ ਉਹ ਬਣਾ ਸਕਦੀ ਹੈ ਕਿਉਂਕਿ ਸਟੇਟ ਦੇ ਐਕਸਚੈਕਰ ਨੇ ਉਹ ਪੈਸੇ ਦੇਣੇ ਨੇ। ਜਿਹੜੀ ਪਾਰਲੀਮੈਂਟ ਹੈ, ਪਾਰਲੀਮੈਂਟ ਨੇ ਇੰਡੀਆ ਦੇ ਹਿਸਾਬ ਦੇ ਨਾਲ ਸੋਚ ਕੇ ਬਿੱਲ ਪਾਸ ਕਰਨਾ ਹੈ। ਜੇ ਇਹ MSP ਦਾ ਜਿਹੜਾ ਹੈਗਾ ਦੇ ਦਿੰਦੇ ਕਿ ਅਸੀਂ ਇਹ ਗਰੰਟੀ ਕਰਦੇ ਹਾਂ ਵੀ ਸਾਡੇ ਜਿਹੜੇ ਅਦਾਰੇ ਨੇ ਉਹ ਚੱਕਣਗੇ। ਇਹ ਨਵਜੋਤ ਸਿੰਘ ਸਿੱਧੂ ਨੇ ਵੀ ਕਿਹਾ ਸੀ। ਯੈਸ, ਇਹ ਇੱਕ ਜਦ ਕਿ ਇੰਡੀਆ ਗਵਰਨਮੈਂਟ ਕੋਲੇ ਵੀ ਇੱਕ ਸਿੰਪਲ ਇੱਕ ਅਮੈਂਡਮੈਂਟ ਹੀ ਕਰਨੀ ਹੈ ਬਿੱਲਾਂ ਦੇ ਵਿੱਚ। ਜੇ ਬਿੱਲ ਰੱਦ ਨਹੀਂ ਕਰਨਾ ਚਾਹੁੰਦੇ ਉਹ ਦੋ ਚੀਜ਼ਾਂ ਅਮੈਂਡ ਕਰ ਦੇਣ ਕਿ ਇਹ ਗਰੰਟੀ ਹੈ ਤੁਹਾਡੀ MSP ਇੱਥੇ ਦੇਤੀ, ਇਹ ਜਿਹੜੀ ਫਸਲ ਹੈ ਇੰਨੇ ਦੀ ਵਿਕੂਗੀ। ਕਿਉਂਕਿ ਇਹਦੀ ਵਜ੍ਹਾ ਕੀ ਹੈ, ਹੁਣ ਲੋਕਾਂ ਦੇ ਵਿੱਚ ਇਹ ਗੱਲ ਆਉਂਦੀ ਹੈ, ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਸਾਫ਼ ਕਰਨਾ ਚਾਹੁੰਦਾ। ਲੋਕ ਕਹਿੰਦੇ ਨੇ ਜੀ ਲੋਕ ਅਗਲਾ ਮਾੜੀ ਚੀਜ਼ ਬੀਜੂਗਾ, ਪੈਸੇ ਮੰਗਦਾ ਉਹ ਪੂਰੇ। ਉਹ ਬੰਦਿਆਂ ਨੂੰ ਜਦ ਕਿ ਹਿੰਦੁਸਤਾਨ ਜਦੋਂ ਜਮਾਂ ਥੱਲੇ ਚਲਾ ਗਿਆ ਸੀ, ਹਿੰਦੁਸਤਾਨ ਨੂੰ ਅਨਾਜ ਦੀ ਲੋੜ ਸੀ, ਉਦੋਂ ਕਿਸਾਨਾਂ ਨੂੰ ਇਹ MSP ਲਾ ਕੇ ਇਸ ਤਰ੍ਹਾਂ ਨਾਲ ਲਿਆਂਦਾ ਗਿਆ ਕਿ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਅਡਿਕਟ ਕਰ ਦਿੱਤਾ ਗਿਆ ਕਿ ਤੁਸੀਂ ਆਹੀ ਫਸਲਾਂ ਬੀਜਣੀਆਂ। ਹੁਣ ਜਦੋਂ ਇਹਨਾਂ ਨੇ ਉਹ ਗੱਲ ਤੋੜ ਕੇ MSP ਤੋੜ ਕੇ ਨਵੇਂ ਬਿੱਲ ਲਿਆਂਦੇ ਤਾਂ ਕਿਸਾਨ ਦੂਜੀ ਫਸਲ ਬੀਜ ਨਹੀਂ ਸਕਦਾ। ਉਹ 2-3 ਸਾਲ ਉਸ ਨੂੰ ਉਸ ਜ਼ਮੀਨ ਨੂੰ ਹੋਰ ਤਰ੍ਹਾਂ ਨਾਲ ਉਪਜਾਊ ਬਣਾਉਣਾ ਪਊਗਾ, ਫਿਰ ਜਾ ਕੇ ਉਹ ਉਸ ਲੈਵਲ ਤੇ ਆਊਗਾ। ਉਹ 3 ਸਾਲ ਉਹਦੀ ਰੋਟੀ ਦਾ ਪ੍ਰਬੰਧ ਕੌਣ ਕਰੂ? ਚਲੋ ਇਹ ਤੋਂ ਬਾਅਦ ਆਪਾਂ ਅਕਾਲੀ ਦਲ ਦੀ ਗੱਲ ਕਰਦੇ ਹਾਂ। ਅਕਾਲੀ ਦਲ ਦੇ ਸਟੈਂਡ ਨੂੰ ਤੁਸੀਂ ਕਿਵੇਂ ਮੰਨਦੇ ਹੋ? ਦੇਖੋ, ਅਕਾਲੀ ਦਲ ਪਹਿਲਾਂ ਐਗਰੀ ਸੀਗਾ ਇਹਨਾਂ ਨਾਲ, BJP ਨਾਲ। ਹੁਣ ਗੱਲ ਹੋਈ ਜਦੋਂ ਦੇਖਿਆ ਵੋਟ ਬੈਂਕ ਸਾਡੇ ਹੱਥੋਂ ਨਿਕਲਦਾ ਜਾ ਰਿਹਾ ਹੈ, ਕਿਸਾਨਾਂ ਨੇ ਉਹਨਾਂ ਦੀ ਗੱਲ ਨੂੰ ਐਂਡੋਰਸ ਨਹੀਂ ਕੀਤਾ ਤਾਂ ਨਾਲ ਦੀ ਨਾਲ ਉਹਨਾਂ ਨੇ ਪਲਟੀ ਮਾਰੀ। ਇਹ ਨਾ ਤਾਂ ਲੀਡਰਾਂ ਦਾ ਕੋਈ ਦੀਨ ਧਰਮ ਨਹੀਂ ਹੁੰਦਾ। 1 ਮਿੰਟ 'ਚ ਉਹੀ ਗੱਲ, ਦੂਜੇ ਮਿੰਟ 'ਚ ਦੂਸਰੇ ਪਾਸੇ ਉਹੀ ਗੱਲ। ਪਹਿਲਾਂ ਤਾਂ ਉਹਨਾਂ ਨੂੰ ਮਾੜਾ ਕਹਿ ਰਹੇ ਨੇ, ਉਹ ਤੋਂ ਬਾਅਦ ਉਸੇ ਨੂੰ ਚੰਗਾ ਕਹਿਣਗੇ। ਉਹ ਨਾਲ ਦੇ ਨਾਲ ਸੁਖਬੀਰ ਬਾਦਲ ਨੇ ਸਟੇਟਮੈਂਟ ਦਿੱਤੀ ਵੀ ਨਹੀਂ ਜੀ ਇਸ ਦਾ ਨਾਲ ਆ ਦੇਖੋ ਅਸੀਂ ਰਿਜ਼ਾਈਨ ਕਰਤਾ। ਇਹ ਰਿਜ਼ਾਈਨ ਕਰਨਾ ਨਾਲ ਹੋਣਾ ਇੱਕ ਡਰਾਮੇਬਾਜ਼ੀ। ਇਹਨੂੰ ਛੱਡ ਦਿਓ ਕਿਉਂਕਿ ਉਹ ਤਾਂ ਪੁਰਾਣੀਆਂ ਪੋਲੀਟੀਕਲ ਪਾਰਟੀਆਂ ਨੇ, ਕਾਂਗਰਸ ਹੋ ਗਿਆ, ਅਕਾਲੀ ਜਾਂ BJP, ਇੱਕ ਨਵੀਂ ਜਿਹੜੀ ਲੋਕਾਂ ਦੀ ਆਵਾਜ਼ ਬਣ ਕੇ ਆਏ ਸੀ, ਜਿਹੜੇ ਕਹਿੰਦੇ ਸੀਗੇ, ਮੈਨੂੰ ਮਤਲਬ ਹਾਸੇ ਵੀ ਆਉਂਦੇ, ਜਿਹੜੇ ਕਹਿੰਦੇ ਸੀਗੇ ਅਸੀਂ ਗੰਦਗੀ ਸਾਫ਼ ਕਰਨੀ ਹੈ। ਆਮ ਆਦਮੀ ਪਾਰਟੀ ਦੇ ਸਟੈਂਡ ਨੂੰ ਕਿਵੇਂ ਮੰਨਦੇ ਹੋ? ਪੂਰੇ ਧਰਨੇ ਲਾ ਦਿੰਦੇ ਨੇ, ਦਿੱਲੀ ਉਹਨਾਂ ਦਾ ਬੰਦਾ ਨਹੀਂ ਦਿਖਦਾ ਹੈਗਾ ਕੋਈ। ਉਹਨਾਂ ਨੇ ਇੱਕ ਬੜਾ ਵਧੀਆ ਸ਼ੋਸ਼ਾ ਛੱਡਿਆ ਕਿ ਜਿੰਨੇ ਸਾਡੇ ਬੰਦੇ ਨੇ ਜੀ ਬਿਨਾਂ ਝੰਡਿਆਂ ਤੋਂ ਜਾਣਗੇ। ਇਹਦਾ ਮਤਲਬ ਉਹ ਇਹ ਗੱਲ ਪ੍ਰੋਟੈਕਟ ਕਰ ਰਹੇ ਨੇ ਕਿ ਲੋਕਾਂ ਨੂੰ ਇਹ ਦੱਸ ਰਹੇ ਨੇ ਕਿ ਜਿੰਨੇ ਉੱਤੇ ਬੰਦੇ ਨੇ ਆਮ ਆਦਮੀ ਦੇ ਨੇ। ਕਿ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਇਹ ਐਕਚੁਅਲੀ ਜਦੋਂ ਆਮ ਆਦਮੀ ਪਾਰਟੀ ਆਈ ਹੈ, ਉਹਨਾਂ ਨੇ ਕਾਮਨ ਮੈਨ ਦੇ ਸੈਂਟੀਮੈਂਟਸ ਨੂੰ ਯੂਜ਼ ਕੀਤਾ ਔਰ ਪਾਵਰ ਚਾਹੇ ਉਹ ਦਿੱਲੀ 'ਚ, ਕਿਉਂਕਿ ਦਿੱਲੀ 'ਚ ਜਿਹੜੇ ਬੰਦੇ ਨੇ ਉਹ ਸਿਰਫ ਆਫੀਸ਼ੀਅਲ ਕੰਮਕਾਰ ਵਾਲੇ ਬੰਦੇ ਨੇ, ਉਹਨਾਂ ਦੇ ਪਰਸਨਲ ਬਿਜ਼ਨਸ ਨਹੀਂ ਹੈ, ਮਤਲਬ ਬਹੁਤ ਘੱਟ ਨੇ ਤੇ ਲੋਕਾਂ ਨੇ ਰੋਜ਼ ਜੌਬ ਕਰਨੀ ਆ, ਜ਼ਿਆਦਾ ਤਾਦਾਦ ਉਹਨਾਂ ਦੀ ਹੈ। ਉਹ ਇਹਨਾਂ ਦੇ ਝਾਂਸੇ 'ਚ ਆ ਗਏ ਪਰ ਪੰਜਾਬ ਨਹੀਂ ਆਇਆ। ਇਸੇ ਤਰ੍ਹਾਂ ਹੁਣ ਇੱਥੇ ਪ੍ਰੋਟੈਸਟ ਕਰ ਰਹੇ ਨੇ, ਉੱਥੇ ਉਹਨਾਂ ਨੇ ਆਰਡੀਨੈਂਸ ਪਾਸ ਕਰਤਾ ਟੋਟਲੀ ਅਗੇਂਸਟ। ਨਹੀਂ, ਉਰੇ ਦੇ ਆਮ ਆਦਮੀ ਪਾਰਟੀ ਦੇ ਲੀਡਰ ਨੇ, ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਨਵੇਂ ਫਰੈਸ਼ ਫੇਸ ਨੇ, ਕਿ ਉਹ ਉਸ ਲਾਇਕ ਹੈਗੇ ਨੇ ਕਿ ਜਾ ਕੇ ਲੋਕਾਂ ਦੀ ਨੁਮਾਇੰਦਗੀ ਕਰਨ? ਐਕਚੁਅਲੀ ਉਹ ਖਤਮ ਹੋ ਚੁੱਕੇ ਨੇ ਜੀ। ਉਹ ਤਾਂ ਸਿਰਫ ਇੱਕ ਆਮ ਆਦਮੀ ਨੂੰ ਬੁੱਧੂ ਬਣਾਉਣਾ ਚਾਹੁੰਦੇ ਨੇ ਕਿ ਅਸੀਂ ਦੇਖੋ ਜੀ ਅਸੀਂ ਤੁਹਾਡੇ ਨਾਲ ਦੇ ਹਾਂ, ਅਸੀਂ ਕਾਮ ਆ, ਜਦ ਤੋਂ ਆਮ ਨਹੀਂ ਹੈ। ਕਿਸਾਨੀ ਦਾ ਝੰਡਾ ਕਿਉਂ ਚੱਕਦੇ ਹੋ? ਕੱਲ ਉਹਦੇ ਧਰਨਾ ਸੀਗਾ ਜੀ, ਉਹ ਕਿਸਾਨਾਂ ਦੇ ਧਰਨੇ, ਉਹਦੇ ਆਮ ਜਿਹੜੇ ਜ਼ਮੀਨ ਪ੍ਰਾਪਤੀ ਵਾਲੇ ਨੇ ਉਹਨਾਂ ਦੇ ਤਾਂ ਧਰਨੇ ਦੇ ਵਿੱਚ ਆ ਗਏ। ਉਹ ਉੱਥੇ ਆ ਕੇ ਕਿਸਾਨਾਂ ਦੇ ਹੱਕ ਦੀ ਗੱਲ ਕਰਕੇ ਉੱਥੇ ਕਿਉਂ ਨਹੀਂ ਜਾ ਰਹੇ? ਉੱਥੇ ਨਹੀਂ ਜਾ ਰਹੇ ਜੀ। ਇੱਕ ਤਾਂ ਲੋਕਾਂ ਨੂੰ ਪਤਾ ਲੱਗ ਗਿਆ, ਜਿੰਨੇ ਕਿਸਾਨ ਨੇ ਉਹਨਾਂ ਨੂੰ ਸਭ ਪਤਾ ਵੀ ਇਹ ਬੰਦੇ ਸਿਰਫ ਸਾਨੂੰ ਯੂਜ਼ ਕਰਨ ਲਈ ਆ ਰਹੇ ਨੇ। ਇਹਨਾਂ ਦਾ ਕੰਮ ਇਹ ਸੀ ਵੀ ਇਹਨਾਂ ਨੂੰ, ਜਿਵੇਂ ਪਹਿਲਾਂ ਜਿਸ ਤਰ੍ਹਾਂ ਤੋਂ ਆਪਣਾ ਆਮ ਆਦਮੀ ਪਾਰਟੀ ਦੀ ਹੋਂਦ ਹੋਈ, ਜਿਵੇਂ ਪਹਿਲਾਂ ਵੀ ਇੱਕ ਇਹ 'ਚੋਂ ਨਿਕਲੀ ਅੰਦੋਲਨ 'ਚੋਂ, ਹੁਣ ਵੀ ਇਹਨਾਂ ਨੂੰ ਐਂ ਲੱਗਦਾ ਵੀ ਇਹ ਅੰਦੋਲਨ ਨੂੰ ਆਪਾਂ ਹਾਈਜੈਕ ਕਰ ਲਓ, ਸ਼ਾਇਦ ਪੰਜਾਬ ਦੇ ਵਿੱਚ ਵੀ ਅਸੀਂ ਸਰਕਾਰ ਬਣਾ ਲਈਏ। ਇਹ ਤਾਂ ਨਹੀਂ ਹੋ ਸਕਦਾ। ਪਰ ਲੋਕਾਂ ਨੂੰ ਪਤਾ ਹੈ ਵੀ ਇਹ ਜਦੋਂ ਪਹਿਲੇ ਸਟੈਪ ਤੇ ਨਹੀਂ ਆਏ, ਹੁਣ ਕੀ ਕਰਨ ਆਉਣਗੇ? ਅੱਜ ਕੱਲ੍ਹ ਮੈਂ ਹੋਰ ਦੱਸਾਂ, ਆਮ ਆਦਮੀ ਪਾਰਟੀ ਕਿਸੇ ਵੀ ਮੁੱਦੇ ਦੇ ਸਾਹਮਣੇ ਨਹੀਂ ਆਉਂਦੀ। ਤੁਸੀਂ ਸੰਗਰੂਰ 'ਚ ਦੇਖੋ ਕਿੰਨਾ ਕੁਛ ਹੋ ਰਿਹਾ, ਕੋਈ ਨਹੀਂ ਆਮ ਆਦਮੀ ਬੰਦਾ ਦੇਖਿਆ ਕਦੇ ਕਿਸੇ ਆਮ ਆਦਮੀ ਪਾਰਟੀ ਦੇ ਕਿਸੇ ਲੀਡਰ ਨੇ ਕੋਈ ਆ ਕੇ ਗੱਲ ਚੱਕੀ ਹੋ? ਇਹ ਸਟੇਟ ਪ੍ਰੈਜ਼ੀਡੈਂਟ ਸੰਗਰੂਰ ਤੋਂ ਹੀ ਨੇ। ਯਸ, ਸਟੇਟ ਪ੍ਰੈਜ਼ੀਡੈਂਟ ਸੰਗਰੂਰ ਤੋਂ ਨੇ, ਆਪੋਜੀਸ਼ਨ ਪਾਰਟੀ ਦੇ ਲੀਡਰ ਸੰਗਰੂਰ ਤੋਂ ਨੇ, ਮੇਰੇ ਵਧੀਆ ਮਿੱਤਰ ਨੇ। ਹਰ ਸਾਡੀ ਗਲੀ ਟੁੱਟੀ ਪਈ ਹੈ, ਹਰ ਸਾਡੀ ਰੋਡ ਟੁੱਟੀ ਹੋਈ ਹੈ। ਤੁਸੀਂ ਸਾਡੇ ਘਰ ਵੱਲ ਜਾਓ, ਤੁਸੀਂ ਉੱਥੇ ਸੀਵਰੇਜ ਦਾ ਪਾਣੀ ਰੋਡਾਂ 'ਤੇ ਫਿਰਦਾ। ਆ ਸਤਿੰਦਰ ਜੀ ਰੋਜ਼ ਇਸ ਗੱਲ ਦੇ ਮੁੱਦੇ ਚੱਕਦੇ ਨੇ ਕਿ ਜੀ ਸੀਵਰੇਜ ਟੁੱਟਿਆ ਹੋਇਆ, ਕੱਲ੍ਹ ਅਸੀਂ ਮੁੱਦਾ ਚੱਕਿਆ ਪਾਣੀਆਂ ਦਾ। ਇੱਕ ਪੂਰੇ ਮਤਲਬ ਲੋਕੈਲਿਟੀ ਜਿੱਥੇ ਕਿ ਹਜ਼ਾਰਾਂ ਤੋਂ ਵੱਧ ਘਰ ਨੇ, ਉੱਥੇ ਗੰਦਾ ਪਾਣੀ ਪੀ ਰਹੇ ਸੀ ਲੋਕ। 80% ਲੋਕਾਂ ਨੂੰ
ਇਹ ਪੀਲੀ ਜਿਹੜਾ ਹੈਗਾ ਪੀਲੀ ਤੁਹਾਡੇ ਧਿਆਨ, ਚਲੋ ਆਪਾਂ ਕਿਸਾਨੀ ਮੁੱਦੇ ਤੋਂ ਥੋੜਾ ਹਟ ਕੇ ਗੱਲ ਕਰਦੇ, ਤੁਹਾਡੇ ਧਿਆਨ 'ਚ ਹੋਏਗਾ ਸੰਗਰੂਰ ਦੀ ਇੱਕ ਕੰਪਨੀ ਨੇ 110 ਕਰੋੜ ਦਿੱਤਾ ਹੋਇਆ ਹੈ, ਜਿਹਦੇ ਵਾਸਤੇ ਚਲੋ ਮੈਂ ਤੁਹਾਡੇ ਨੋਟਿਸ 'ਚ ਲਿਆਣਾ ਕਿ 110 ਕਰੋੜ ਰੁਪਏ ਦਿੱਤਾ ਹੋਇਆ ਹੈ, ਜਿਹੜਾ ਵਾਟਰ ਸਪਲਾਈ ਐਂਡ ਸੀਵਰੇਜ ਦੀ ਟ੍ਰੀਟਮੈਂਟ ਵਾਸਤੇ, ਕਿ ਸੰਗਰੂਰ ਦੇ ਵਿੱਚ ਇਹੋ ਜਿਹੀ ਕੋਈ ਦਿੱਕਤ ਨਹੀਂ ਹੋਊਗੀ। ਇਹਦੇ ਉੱਤੇ ਤੁਸੀਂ ਵਰਕ ਕਰੋ। ਉਹਦੇ ਤੇ ਜਤਿੰਦਰ ਕਾਲੜਾ ਜੀ ਲੱਗੇ ਹੋਏ ਨੇ ਜੀ, ਤੁਸੀਂ ਉਹ ਦੇਖੋ। ਇਹ ਗੱਲ ਉਹਨਾਂ ਨੇ ਕਲੀਅਰ ਕਰਵਾਤੀ ਹੈ ਕਿ ਸਾਰੇ ਦੇ ਸਾਰੇ ਪੈਸੇ ਖਤਮ ਕਰਤੇ ਜਦ ਤੱਕ ਕੰਮ ਕੋਈ ਹੋਇਆ ਜੀ। ਇਹ ਨਹੀਂ ਪਤਾ ਕਿੱਥੇ ਲਾਤੇ, ਨਾ ਕੋਈ ਲਾਈਟਾਂ ਲੱਗੀਆਂ, ਨਾ ਸਿਰਫ ਕੁਝ ਸਿਲੈਕਟਡ ਜਿੱਥੇ ਇਹ ਜਿਹੜੇ ਲੀਡਰ ਨੇ ਆਪਣੇ ਇੱਥੋਂ ਦੇ ਜਿਹੜੇ ਜਿੱਤੇ ਹੋਏ ਨੁਮਾਇੰਦੇ ਨੇ, ਜਿੱਥੇ ਉਹਨਾਂ ਦੇ ਚਹੇਤੇ ਰਹਿੰਦੇ ਨੇ, ਸਿਰਫ ਉਹੀ ਕਲੋਨੀਆਂ ਦੇ ਵਿੱਚ ਸੀਵਰੇਜ ਪਾਤੇ। ਜਿਹੜੀਆਂ ਕਲੋਨੀਆਂ ਚਲੋ ਰੂਲਿੰਗ ਪਾਰਟੀ ਨੇ ਤਾਂ ਕਰਨਾ ਹੁੰਦਾ, ਕੋਈ ਰੂਲਿੰਗ ਨਹੀਂ, ਪਾਰਟੀ ਦਾ ਨਹੀਂ। ਆਬਜੈਕਸ਼ਨ ਕਰਦੇ ਨਹੀਂ, ਤੁਸੀਂ ਆਪੋਜੀਸ਼ਨ ਦੀ ਗੱਲ ਕਰ ਰਹੇ ਸੀ। ਨਹੀਂ ਆਪੋਜੀਸ਼ਨ ਉਹਨਾਂ ਰੂਲਿੰਗ ਪਾਰਟੀ ਨੇ ਜਿਹੜੇ ਨਜਾਇਜ਼ ਕੰਮ ਕੀਤੇ ਨੇ, ਜਿਹੜੇ ਨਜਾਇਜ਼ ਕਲੋਨੀਆਂ ਇਹ ਚੱਕਣਾ ਉਹਦੇ ਵਿੱਚ ਕਿਹਨੇ ਪਾਤੇ। ਆਮ ਪਬਲਿਕ ਕਿੰਨਾ ਕੁ ਚੱਕੂਗੀ? ਚੱਕਣਾ ਕਿਹਨੇ ਹੁੰਦਾ? ਆਪੋਜੀਸ਼ਨ ਨੇ ਚੱਕਣਾ। ਆਪੋਜੀਸ਼ਨ ਤਾਂ ਹੈਂਡ ਇਨ ਗਲਵ ਹੈ। ਇਹ ਬਹੁਤ ਵਾਰ ਇਹ ਗੱਲ ਆਪਾਂ ਦੇਖ ਲਈ ਗਈ। ਤੁਸੀਂ ਦੱਸੋ, ਨਾ ਤਾਂ ਅਕਾਲੀ ਦਲ ਨੇ ਚੱਕਿਆ, ਜਦ ਕਿ ਆਮ ਆਦਮੀ ਪਾਰਟੀ ਦਾ ਲੋਕਲ ਹੈ, ਨਾ ਉਹਨਾਂ ਨੇ ਚੱਕਿਆ, ਨਾ ਇੱਕ ਡੈਮੋਕ੍ਰੈਟਿਕ ਬਣੀ ਹੈ, ਨਾ ਉਹਨਾਂ ਨੇ ਚੱਕਿਆ, ਕਾਮਰੇਡਾਂ ਨੇ ਨਹੀਂ ਚੱਕਿਆ। ਦੇਖੋ ਸਭ ਤੋਂ ਵੱਡੀ ਗੱਲ। ਚਲੋ ਇਹਨੂੰ ਛੱਡਦੇ ਆਪਾਂ ਕਿਸਾਨੀ ਮੁੱਦੇ ਤੇ ਵਾਪਸ ਆਨੇ ਆ। ਇੱਕ ਕੰਗਨਾ ਰਣੌਤ ਨੇ, ਅਭਿਨੇਤਰੀ, ਉਹਨਾਂ ਦੀ ਇੱਕ ਮੈਸੇਜ ਟਵੀਟ ਹੋਇਆ ਸੀ, ਟਵੀਟ ਕੀਤਾ ਸੀ ਉਹਨਾਂ ਨੇ, ਉਹਦੇ ਬਾਰੇ ਤੁਸੀਂ ਕਿਵੇਂ ਸੋਚਦੇ ਹੋ? ਦੇਖੋ ਇਹ ਉਹਦੀ ਆਈ ਥਿੰਕ ਬਹੁਤ ਵੱਡੀ ਗਲਤੀ ਹੈ, ਉਹਨੂੰ ਇਦਾਂ ਨਹੀਂ ਸੀ ਸੋਚਣਾ ਚਾਹੀਦਾ। ਇੱਕ ਬਜ਼ੁਰਗ ਔਰਤ, ਉਹਨੂੰ ਪਤਾ ਨਹੀਂ ਪੰਜਾਬ ਦੀ ਐਕਚੁਅਲੀ ਜਿਹੜੀ ਹੈਗੀ ਪੰਜਾਬ ਦੇ ਲੋਕਾਂ ਦਾ ਸੱਭਿਆਚਾਰ ਕਿਸ ਤਰ੍ਹਾਂ ਸਟਰੋਂਗ ਹੈ, ਉਹਨਾਂ ਨੂੰ ਨਹੀਂ ਸੀ ਪਤਾ। ਕਿੰਨੀਆਂ ਲੇਡੀਜ਼ ਨੇ ਉੱਥੇ ਕਿਸਾਨਾਂ ਦੀ, ਮਤਲਬ ਜਿਹੜੇ ਕਿਸਾਨ ਲੇਡੀਜ਼ ਨੇ ਉਹ ਕਿੰਨੀਆਂ ਨੇ ਉੱਥੇ ਰੋਟੀਆਂ ਬਣਾਉਂਦੀਆਂ ਨੇ। ਤੇ ਇੱਕ ਰੋਟੀ ਬਣਾਉਣ ਤੋਂ ਗੱਲ ਆਈ ਕਿ ਸਾਡੇ ਕੋਲ ਇੱਕ ਵੀਡੀਓ ਆਈ ਸੀਗੀ ਜਿਹਦੇ ਵਿੱਚ ਆਮ ਆਦਮੀ ਪਾਰਟੀ ਬੜਾ ਕਰ ਰਹੀ ਹੈ ਕਿ ਅਸੀਂ ਉੱਥੇ ਕਿਸਾਨਾਂ ਨੂੰ ਫੈਸਿਲਿਟੀ ਦੇ ਰਹੇ ਹਾਂ, ਮਗਰ ਇੱਕ ਵੀਡੀਓ ਆਈ ਕਿ ਕਿਸਾਨ ਆਪਦੀ ਰੋਟੀ ਆਪ ਬਣਾਉਂਦੇ ਨੇ, ਆਪ ਸਾਰਾ ਕੁਝ ਕਰ ਰਹੇ ਨੇ, ਉੱਥੇ ਆਮ ਆਦਮੀ ਪਾਰਟੀ ਕੁਝ ਨਹੀਂ ਕਰ ਰਹੀ। ਇਹਨੂੰ ਤੁਸੀਂ ਕਿਵੇਂ ਦੇਖਦੇ? ਬਿਲਕੁਲ ਸੱਚੀ ਗੱਲ। ਇਹ ਐਂ ਗੱਲਾਂ ਸਾਹਮਣੇ ਆਉਂਦੀਆਂ ਨੇ, ਜਿਵੇਂ ਪਹਿਲਾਂ ਵੀ ਇਹ ਬਹੁਤ ਕੁਝ ਐਂ ਕਹਿੰਦੇ ਰਹੇ ਨੇ, ਪਰ ਆਪਾਂ ਨੂੰ ਪਤਾ ਨਹੀਂ ਸੀ ਲੱਗਦਾ। ਹੁਣ ਤਾਂ ਪਿਕਚਰ ਕਲੀਅਰ। ਇਹ ਜਿਹੜਾ ਮੀਡੀਆ ਹੈ, ਮੀਡੀਆ ਦੇ ਵਿੱਚ ਦੱਸ ਰਹੇ ਨੇ ਜੀ ਅਸੀਂ ਇਹਨਾਂ ਨੂੰ ਮੈਡੀਕਲ ਏਡ ਔਰ ਸਾਰੀਆਂ ਫੈਸਿਲਿਟੀਆਂ, ਬਾਥਰੂਮਸ ਔਰ ਬਹੁਤ ਕੁਝ ਬਣਾ ਕੇ ਦੇ ਰਹੇ ਹਾਂ, ਜਦ ਕਿ ਕੁਝ ਨਹੀਂ ਦਿੱਤਾ ਉੱਥੇ। ਬਸ ਤੁਹਾਡੇ ਕਹਿਣ ਦਾ ਮਸਲਾ ਬੇਸਿਕਲੀ ਕੀ ਹੈ ਕਿ ਸਾਰਾ ਕੁਝ ਪੋਲੀਟੀਕਲ ਹੋ ਰਿਹਾ ਹੈ। ਪੋਲੀਟੀਕਲ ਕਿਸਾਨਾਂ ਦੇ ਫੀਲਿੰਗਸ ਨਾਲ ਖੇਲਿਆ ਜਾਂਦਾ। ਕਿਸਾਨਾਂ ਨੂੰ ਨਾ ਖੇਲ ਸਕੇ ਨਹੀਂ ਕਰਨ ਦੀ ਕੋਸ਼ਿਸ਼ ਹੈ। ਉਹ ਤਾਂ ਚਲੋ ਆਪਣੇ ਗਏ, ਉਹ ਪੂਰੇ ਸੰਪੰਨ ਨੇ, ਉਹ ਆਪਣਾ ਸਮਾਨ ਲੈ ਕੇ ਗਏ ਨੇ, ਸਾਰਾ ਕੁਝ। ਉਹਨਾਂ ਨੇ ਵੈਸੇ ਬਹੁਤ ਧੰਨਵਾਦੀਆਂ ਸੀ ਇਸ ਲੀਡਰਸ਼ਿਪ ਦਾ। ਦੇਖੋ ਕਿਸ ਹੱਦ ਤੇ ਉਹਨਾਂ ਨੇ ਪੰਜਾਬ ਨੂੰ ਸਟਰੋਂਗ ਕਰ ਲਿਆ ਕਿ ਇਹਨਾਂ ਦੇ ਹੱਥੋਂ ਕਠਪੁਤਲੀ ਬਣੇ ਨਹੀਂ। ਲੇਕਿਨ ਅੱਜ ਤੱਕ ਕੋਈ ਐਸਾ ਅੰਦੋਲਨ ਨਹੀਂ ਜਿਹਦੇ 'ਚ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਨੂੰ ਯੂਜ਼ ਨਹੀਂ ਕੀਤਾ। ਇੱਕ ਇਹਦੇ ਵਿੱਚ ਉਹਨਾਂ ਨੇ ਐਂਟਰੀ ਨਹੀਂ ਕਰਨ ਦਿੱਤਾ ਕਿਸੇ ਨੂੰ। ਇਸ ਵਾਰ ਤਾਂ ਇਹ ਵੀ ਗੱਲ ਉੱਠੀ ਹੈਗੀ ਹੈ, ਕੱਲ ਅਸੀਂ ਦੇਖ ਰਹੇ ਸੀਗੇ ਕਿ ਉੱਥੇ ਡਿਮਾਂਡ ਵੀ ਉੱਠਣ ਲੱਗ ਗਈ ਕਿ ਕਿਸਾਨ ਆਪਣੀ ਪੋਲੀਟੀਕਲ ਪਾਰਟੀ ਬਣਾ ਕੇ ਮੈਦਾਨ 'ਚ ਆਉਣ, ਬਿਲਕੁਲ ਠੀਕ, ਕਿਉਂਕਿ ਉਹਨਾਂ ਦੇ ਹੱਕ ਦੀ ਗੱਲ ਉਹਨਾਂ ਤੋਂ ਵੱਧ ਪਹੁੰਚ ਜਾ ਸਕਦੀ। ਬਿਲਕੁਲ ਸਹੀ ਗੱਲ। ਇਹ ਬਹੁਤ ਵਧੀਆ ਗੱਲ ਹੈ, ਸ਼ਾਇਦ ਹੋਊਗਾ ਵੀ ਇਹੀ। ਮੈਂ ਤੁਹਾਡੀ ਇਸ ਗੱਲ ਨਾਲ ਪੂਰੀ ਤਰ੍ਹਾਂ ਨਾਲ ਸਹਿਮਤ ਹਾਂ। ਚਲੋ ਇਹ ਸੀਗੇ ਜਸਵੀਰ ਸਿੰਘ ਡੱਲੀ ਜੀ, ਜਿਨ੍ਹਾਂ ਨਾਲ ਆਪਾਂ ਕਿਸਾਨ ਦੇ ਅੰਦੋਲਨ ਤੇ ਪੋਲੀਟੀਕਲ ਪਾਰਟੀਆਂ ਬਾਰੇ ਗੱਲ ਕੀਤੀ ਹੈ। ਵਾਇਸ ਆਫ ਟਰੂਥ ਕਿਸਾਨਾਂ ਦੇ ਨਾਲ ਹੈ ਤੇ ਹਰ ਗੱਲ ਕਿਸਾਨਾਂ ਦੀ ਚੱਕੂਗਾ। ਸਾਡੇ ਨਾਲ ਆਇਮ ਮਿੱਤਰ ਆਉਂਦੇ ਰਹਿਣਗੇ ਤੇ ਅਸੀਂ ਗੱਲ ਕਰਦੇ ਰਹਾਂਗੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮਾਸਟਰ ਪਲਾਨ ਹੈ, ਸ਼ਾਇਦ ਮੇਰਾ ਖਿਆਲ ਹੈ ਵੀ ਸੰਗਰੂਰ ਦੇ 80-90% ਸ਼ਹਿਰ ਦੀ ਅਨੁਸਾਰ ਪਹਿਲਾਂ ਸਰਵੇ ਕਰਿਆ ਜਾਂਦਾ ਹੈ। ਸਰਵੇ ਕਰਨ ਤੋਂ ਇਹ ਦੇਖਣਾ ਹੋਏ ਨੇ ਨਹੀਂ ਹੋਏ, ਇਹ ਦੇਖਣਾ ਜਿਹੜਾ ਹੈਗਾ ਇਹ ਸੰਬੰਧਿਤ ਮਹਿਕਮੇ ਨੇ ਜਿਹੜੇ ਕਿ ਵਾਇਸ ਆਫ ਟਰੂਥ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਮੇਰੇ ਵੱਲੋਂ। ਦੋਸਤੋ ਮੈਂ ਤੁਹਾਡਾ ਹੋਸਟ ਸਚਿਨ। ਅੱਜ ਤੁਹਾਡੇ ਨਾਲ ਗੱਲ ਕਰਾਂਗੇ ਸੰਗਰੂਰ ਦੇ ਵਿੱਚ ਮਾਸਟਰ ਪਲਾਨ ਲਾਗੂ ਹੈ। ਤੁਹਾਨੂੰ ਪਤਾ ਹੈ ਕਿ ਸੰਗਰੂਰ ਨੂੰ ਮਾਸਟਰ ਪਲਾਨ ਮਿਲਿਆ ਹੋਇਆ। ਮਾਸਟਰ ਪਲਾਨ 2011 ਤੋਂ 2030 ਤੱਕ ਮਾਸਟਰ ਪਲਾਨ ਦੇ ਵਿੱਚ ਸੰਗਰੂਰ ਆਇਆ ਹੋਇਆ। ਮੇਰੇ ਖਿਆਲ ਦੇ ਵਿੱਚ ਸੰਗਰੂਰ ਦੇ 70 ਤੋਂ 80% ਲੋਕਾਂ ਨੂੰ ਇਹਦੀ ਜਾਣਕਾਰੀ ਵੀ ਨਹੀਂ ਹੋਣੀ ਕਿ ਮਾਸਟਰ ਪਲਾਨ ਵੀ ਕੀ ਹੈ। ਇਸ ਗੱਲ ਨੂੰ ਕਰਨ ਲਈ ਅੱਜ ਸਾਡੇ ਨਾਲ ਨੇ ਪ੍ਰੇਮ ਸਾਗਰ ਜੀ, ਜੋ ਨਗਰ ਕੌਂਸਲ ਤੋਂ ਰਿਟਾਇਰਡ ਕਰਮਚਾਰੀ ਨੇ ਤੇ ਇਹਨਾਂ ਨੂੰ ਮਾਸਟਰ ਪਲਾਨ ਬਾਰੇ ਪੂਰੀ ਜਾਣਕਾਰੀ ਹੈ। ਅੱਜ ਅਸੀਂ ਸੋਚਿਆ ਸੀਗਾ ਕਿ ਤੁਹਾਡੇ ਨਾਲ ਅਸੀਂ ਇਨਫੋਰਮੇਸ਼ਨ ਸਾਂਝੀ ਕਰੀਏ ਕਿ ਸੰਗਰੂਰ ਦੇ ਵਿੱਚ ਮਾਸਟਰ ਪਲਾਨ ਲਾਗੂ ਹੈ ਤਾਂ ਇਹਦਾ ਕੀ ਕੀ ਫਾਇਦਾ ਹੈ। ਇਸ ਲਈ ਅਸੀਂ ਅੱਜ ਪ੍ਰੇਮ ਸਾਗਰ ਜੀ ਨੂੰ ਲੈ ਕੇ ਆਏ ਹਾਂ। ਪ੍ਰੇਮ ਸਾਗਰ ਜੀ, ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ। ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਮੈਨੂੰ
ਆਪਣੇ ਚੈਨਲ ਤੇ ਬੁਲਾਉਣ ਦਾ ਸੱਦਾ ਦਿੱਤਾ ਅਤੇ ਮੈਂ ਜਿਹੜਾ ਹੈਗਾ ਜੋ ਵੀ ਮੈਂ ਇਸ ਬਾਰੇ ਜਾਣਦਾ, ਮੈਂ ਸੰਗਰੂਰ ਸ਼ਹਿਰ ਦਾ ਜਨਪਲ ਹੋਣ ਕਾਰਨ ਵੀ ਮੈਂ ਸੋਚਦਾ ਕਿ ਮਾਸਟਰ ਪਲਾਨ ਬਾਰੇ ਸੰਗਰੂਰ ਦੇ ਲੋਕਾਂ ਨੂੰ ਦੱਸਿਆ ਜਾਵੇ ਕਿ ਮਾਸਟਰ ਪਲਾਨ ਕੀ ਹੈ। ਪਹਿਲਾਂ ਤਾਂ ਇਹੀ ਗੱਲ ਜੀ, ਮਾਸਟਰ ਪਲਾਨ ਕੀ ਹੈ, ਇਹ ਕੀ ਹੁੰਦਾ ਹੈ ਤੇ ਇਹਦਾ ਫਾਇਦਾ ਕੀ ਹੈ? ਜਿਹੜਾ ਮਾਸਟਰ ਪਲਾਨ ਹੈ, ਸ਼ਾਇਦ ਮੇਰਾ ਖਿਆਲ ਹੈ ਵੀ ਸੰਗਰੂਰ ਦੇ 80-90% ਲੋਕਾਂ ਨੂੰ ਕੋਈ ਪਤਾ ਨਹੀਂ ਕਿ ਮਾਸਟਰ ਪਲਾਨ ਹੈ ਕੀ। ਮਾਸਟਰ ਪਲਾਨ ਜਿਹੜਾ ਹੈਗਾ ਸੰਗਰੂਰ ਦੇ ਵਿੱਚ 7/7/2011 ਤੋਂ 6/7/2030 ਤੱਕ ਪੰਜਾਬ ਸਰਕਾਰ ਵੱਲੋਂ ਸ਼ਹਿਰ ਦੀ ਅਨੁਸਾਰ ਪਹਿਲਾਂ ਸਰਵੇ ਕਰਿਆ ਜਾਂਦਾ ਹੈ। ਸਰਵੇ ਕਰਨ ਤੋਂ ਬਾਅਦ ਮਾਸਟਰ ਪਲਾਨ ਬਣਾਇਆ ਜਾਂਦਾ ਹੈ ਵੀ ਇਸ ਜਗ੍ਹਾ ਤੇ ਇਹ ਪਾਕਟ ਤੇ ਇਹ ਕੰਮ ਹੋਊਗਾ, ਇਹ ਪਾਕਟ ਤੇ ਇਹ ਕੰਮ ਹੋਊਗਾ, ਇੰਡਸਟਰੀ ਕਿੱਥੇ ਲੱਗੂਗੀ, ਵਪਾਰਕ ਬਿਲਡਿੰਗ ਕਿੱਥੇ ਬਣੂਗੀ, ਵੇਅਰ ਹਾਊਸ ਕਿੱਥੇ ਬਣੂਗੀ, ਮਸ਼ੀਨਰੀ ਕਿੱਥੇ ਲੱਗੂਗੀ। ਉਸ ਦੇ ਅਕੋਰਡਿੰਗ, ਸ਼ਹਿਰ ਦੇ ਅਕੋਰਡਿੰਗ ਉਹ ਮਾਸਟਰ ਪਲਾਨ ਜਿਹੜਾ ਹੈਗਾ ਐਪਲੀਕੇਬਲ ਕਰਿਆ ਜਾਂਦਾ ਹੈ। ਸਰਵੇ ਕਰਨ ਤੋਂ ਬਾਅਦ ਲੋਕਾਂ ਦੇ ਸੁਝਾਅ ਮੰਗੇ ਜਾਂਦੇ ਨੇ। ਮਹੀਨੇ ਦੇ ਸੁਝਾਅ ਹੋਣ ਤੋਂ ਬਾਅਦ ਜਿਹੜਾ ਹੈਗਾ ਪੰਜਾਬ ਸਰਕਾਰ ਵੱਲੋਂ ਇਸ ਦੀ ਪ੍ਰਧਾਨਗੀ ਜਿਹੜੀ ਹੈਗੀ ਇਹ ਸੀਐਮ ਸਾਹਿਬ ਦੇ ਅੰਡਰ ਹੈ ਮਹਿਕਮਾ, ਔਰ ਜਿਹੜੇ ਅਫੀਸ਼ੀਅਲ ਨੇ ਨਾਲ ਵਾਲੇ ਉਹਨਾਂ ਨੂੰ ਘੋਖ ਵਿਚਾਰ ਕਰਕੇ ਫਿਰ ਇਹ ਮਾਸਟਰ ਪਲਾਨ ਨੂੰ ਫਾਈਨਲ ਕਰਿਆ ਜਾਂਦਾ ਹੈ ਤੇ ਇਸ ਨੂੰ ਲਾਗੂ ਕੀਤਾ ਜਾਂਦਾ ਹੈ। ਚਲੋ ਇਹ ਤਾਂ ਹੈਗੀ ਕਿ ਜਿਹੜਾ ਲਾਗੂ ਕੀਤਾ ਜਾਂਦਾ ਹੈ, ਲਾਗੂ ਹੋ ਚੁੱਕਿਆ। ਹਾਂਜੀ, ਹੁਣ ਤੁਸੀਂ ਕਹਿ ਰਹੇ ਹੋ, ਆਪਾਂ ਇੱਕ ਇੱਕ ਕਰਕੇ ਗੱਲ ਕਰਾਂਗੇ ਕਿ ਇੰਡਸਟਰੀ ਵਾਸਤੇ ਜਗ੍ਹਾ ਰੱਖੀ ਜਾਂਦੀ ਹੈ। ਇਹ ਇੰਡਸਟਰੀ ਕਿਸ ਟਾਈਪ ਦੀ ਹੁੰਦੀ ਹੈ ਜੀ, ਛੋਟੀ ਵੱਡੀ? ਜਿਹੜੀ ਇੰਡਸਟਰੀ ਹੈ ਮਾਸਟਰ ਪਲਾਨ ਲਾਗੂ ਕਰਨ ਤੋਂ ਪਹਿਲਾਂ ਸਰਵੇ ਕਰਿਆ ਜਾਂਦਾ ਹੈ ਵੀ ਮੇਨ ਇੰਡਸਟਰੀ ਜਿਹੜੀ ਹੈਗੀ ਇਹ ਕਿਹੜੇ ਸਥਾਨ ਤੇ ਲੱਗੀ ਹੋਈ ਹੈ। ਸੰਗਰੂਰ ਦੇ ਵਿੱਚ ਜਿਹੜੇ ਸਥਾਨ ਤੇ ਜ਼ਿਆਦਾ ਇੰਡਸਟਰੀ ਲੱਗੀ ਹੋਈ ਹੈ ਉਸ ਸਥਾਨ ਨੂੰ ਹੀ ਜ਼ਿਆਦਾ ਪ੍ਰੈਫਰੈਂਸ ਦਿੱਤੀ ਜਾਂਦੀ ਹੈ ਕਿ ਹੋ ਸਕਦਾ ਹੈ ਵੀ ਉਸ ਜਗ੍ਹਾ ਤੇ ਇੰਡਸਟਰੀ ਲੱਗੇ। ਕਈ ਵਾਰੀ ਕੀ ਹੁੰਦਾ ਹੈ ਕਿ ਕੁਝ ਥੋੜ੍ਹੀਆਂ ਇੰਡਸਟਰੀਆਂ ਰੈਜ਼ੀਡੈਂਸ਼ੀਅਲ ਏਰੀਆ 'ਚ ਲੱਗੀਆਂ ਹੁੰਦੀਆਂ ਨੇ, ਉਸ ਜਗ੍ਹਾ ਨੂੰ ਵੀ ਮਾਸਟਰ ਪਲਾਨ ਦੇ ਵਿੱਚ ਦਿਖਾਇਆ ਜਾਂਦਾ ਹੈ ਕਿ ਮਾਸਟਰ ਪਲਾਨ ਐਪਲੀਕੇਬਲ ਹੋਣ ਤੋਂ ਬਾਅਦ 10 ਸਾਲਾਂ ਦੇ ਅੰਦਰ ਅੰਦਰ, ਜਿਵੇਂ ਸੰਗਰੂਰ ਦਾ ਮਾਸਟਰ ਪਲਾਨ 7/7/2011 ਨੂੰ ਐਪਲੀਕੇਬਲ ਹੋਇਆ ਤਾਂ 6/7/2020 ਤੱਕ ਉਹ ਜਿਹੜੀ ਇੰਡਸਟਰੀ ਹੈ ਉਹ ਮਾਸਟਰ ਪਲਾਨ ਦੇ ਵਿੱਚ, ਜਿੱਥੇ ਮਾਸਟਰ ਪਲਾਨ ਦੇ ਵਿੱਚ ਉੱਥੇ ਦਿਖਾਇਆ ਗਿਆ ਉੱਥੇ ਸ਼ਿਫਟ ਹੋ ਜੂਗੀ। ਜਿਹੜੀ ਨਵੀਂ ਇੰਡਸਟਰੀ ਹੈ, ਨਵੀਂ ਇੰਡਸਟਰੀ ਤਾਂ 7/7/2011 ਤੋਂ ਬਾਅਦ ਉੱਥੇ ਨਹੀਂ ਲੱਗ ਸਕਦੀ। ਜਿਹੜੇ ਯੂਨਿਟ ਚੱਲ ਰਹੇ ਨੇ ਆਲਰੇਡੀ, ਜੋ ਵੀ ਯੂਨਿਟ ਚੱਲ ਰਹੇ ਨੇ ਉਹ ਉੱਥੇ ਸ਼ਿਫਟ ਹੋਣਾ ਅਨਿਵਾਰੀ ਨੇ। ਮਗਰ ਹੋਈ ਨਹੀਂ ਇਹ ਦੇਖਣਾ, ਹੋਏ ਨੇ ਨਹੀਂ ਹੋਏ ਇਹ ਦੇਖਣਾ ਜਿਹੜਾ ਹੈਗਾ ਇਹ ਸੰਬੰਧਿਤ ਮਹਿਕਮੇ ਨੇ ਜਿਹੜੇ, ਜਿਵੇਂ ਕਿ ਬਿਜਲੀ ਬੋਰਡ, ਪੋਲਿਊਸ਼ਨ ਬੋਰਡ, ਨਗਰ ਕੌਂਸਲ, ਇੰਡਸਟਰੀ, ਸੰਬੰਧਿਤ ਮਹਿਕਮਿਆਂ ਦੀ ਜ਼ਿੰਮੇਵਾਰੀ ਹੈ ਕਿ ਉਹਨਾਂ ਨੂੰ ਇਨਵਾਈਟ ਕਰਨ ਜਾਂ ਉਹਨਾਂ ਦਾ ਕੋਈ ਨੋਟਿਸ ਕੱਢਣ ਵੀ ਮਾਸਟਰ ਪਲਾਨ ਲਾਗੂ ਹੋ ਚੁੱਕਿਆ ਤੇ ਤੁਸੀਂ ਇਹ ਚੀਜ਼ ਨੂੰ ਹੁਣ ਸ਼ਿਫਟ ਕਰੋ। ਇਹ ਉਹ ਮਹਿਕਮੇ, ਸੰਬੰਧਿਤ ਮਹਿਕਮੇ ਨੇ ਕਈ ਤਰ੍ਹਾਂ ਦੇ, ਉਹਨਾਂ ਦੀ ਇਹ ਡਿਊਟੀ ਬਣਦੀ ਹੈ। ਤੁਸੀਂ ਚਲੋ ਡਿਪਾਰਟਮੈਂਟ 'ਚ ਜੌਬ ਕਰਦੇ ਨੇ, ਤੁਹਾਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਨੈਗਲੀਜੈਂਸੀ ਹੈਗੀ ਹੈ ਨਗਰ ਕੌਂਸਲ ਦੀ ਵੀ? ਨੈਗਲੀਜੈਂਸੀ ਤਾਂ ਜੀ ਨਗਰ ਕੌਂਸਲ ਦੀ ਹੈ। ਜਿਹੜੇ ਨਗਰ ਕੌਂਸਲ ਦੇ ਕੌਂਸਲਰ ਨੇ ਉਹਨਾਂ ਨੂੰ ਸਿਰਫ ਅੱਜ ਤੱਕ ਮੈਂ ਆਪਣੀ ਜਿਹੜੀ ਸਰਵਿਸ ਹੈ 35 ਸਾਲ ਦੀ ਸਰਵਿਸ ਕਰੀ ਹੈ, ਮੈਂ ਕੋਈ ਇਹੋ ਜਿਹਾ ਨਗਰ ਕੌਂਸਲਰ ਨਹੀਂ ਦੇਖਿਆ, ਨਾ ਹੀ ਮੈਂ ਕੋਈ ਪ੍ਰੈਜ਼ੀਡੈਂਟ ਦੇਖਿਆ ਕਿ ਜਿਹਨੂੰ ਕਿ ਇਹ ਚੀਜ਼ਾਂ ਵੱਲ ਖਿਆਲ ਹੋਵੇ। ਉਹਨਾਂ ਦਾ ਸਿਰਫ ਇਹ ਖਿਆਲ ਹੁੰਦਾ ਹੈ ਕਿ ਮੇਰੇ ਵਾਰਡ ਦੇ ਵਿੱਚ ਸਫਾਈ ਦਾ ਕੰਮ, ਵਿਕਾਸ ਦਾ ਕੰਮ, ਟੂਟੀ ਠੀਕ ਕਰਾਣੀ, ਬੱਲਬ ਠੀਕ ਕਰਾਣੇ, ਇਹ ਕੰਮ ਹੀ ਤੱਕ ਉਹ ਸੀਮਤ ਹੁੰਦੇ ਨੇ। ਕੋਈ ਗਵਾਹੀ ਦੇਣੀ, ਕੋਈ ਹੋਰ ਕੰਮ ਕਰਨੇ। ਮਤਲਬ ਉਹਨਾਂ ਨੂੰ ਤੁਹਾਡੇ ਕਹਿਣ ਦਾ ਮਸਲਾ, ਚਲੋ ਜੋ ਵੀ ਨੇ 35 ਸਾਲ ਦੇ ਵਿੱਚ ਤੁਸੀਂ ਦੇਖ ਲਿਆ, ਤੋਂ ਪਹਿਲਾਂ ਵੀ ਹੋਊਗਾ ਕਿ ਉਹ ਸਿਰਫ ਇੱਕ ਮਤਲਬ ਸਿੰਪਲ ਜੀ ਪੋਲਿਟਿਕਸ ਕਰ ਰਹੇ ਨੇ। ਉਹਨਾਂ ਨੂੰ ਜਿਹੜੇ ਸ਼ਹਿਰ ਲਈ ਡਿਵੈਲਪਮੈਂਟਸ ਵਾਸਤੇ ਕੰਮ ਆਉਂਦੇ ਨੇ ਉਹਨਾਂ ਦੀ ਜਾਣਕਾਰੀ ਘੱਟ ਹੁੰਦੀ ਹੈ। ਉਹਨਾਂ ਨੂੰ ਮਾਸਟਰ ਪਲਾਨ ਬਾਰੇ ਜਾਣਕਾਰੀ ਨਹੀਂ ਹੁੰਦੀ, ਕਿਉਂਕਿ ਜਿਹੜੇ ਆਪਣੇ ਉਰੇ ਪ੍ਰੋਪਰਟੀ ਨਾਲ ਕੰਸਲਟ ਬੰਦੇ ਨੇ, ਜਿਹੜੇ ਕਹਿੰਦੇ ਅਸੀਂ ਰੀਅਲ ਸਟੇਟ ਦਾ ਕੰਮ ਕਰਦੇ ਆ ਜਾਂ ਪ੍ਰੋਪਰਟੀ ਐਡਵਾਈਜ਼ ਦਾ ਕੰਮ ਕਰਦੇ ਆ ਜਾਂ ਪ੍ਰੋਪਰਟੀ ਡੀਲਰ ਦਾ ਕੰਮ ਕਰਦੇ ਆ, ਮੇਨ ਤਾਂ ਜੀ ਉਹਨਾਂ ਦੀ ਸਰਕਾਰ ਨੂੰ ਮੀਟਿੰਗ ਕਰਾਉਣੀ ਚਾਹੀਦੀ ਹੈ। ਜਿਹੜੇ ਸੰਬੰਧਿਤ ਅਧਿਕਾਰੀ ਨੇ, ਡੀਟੀਪੀ ਮਹਿਕਮਾ ਜਿਵੇਂ ਹੈ ਜਾਂ ਨਗਰ ਕੌਂਸਲ ਮਹਿਕਮਾ ਹੈ, ਵੀ ਉਹਨਾਂ ਨੂੰ ਦੱਸਣਾ ਚਾਹੀਦਾ ਹੈ ਵੀ ਇਹ ਮਾਸਟਰ ਪਲਾਨ ਐਪਲੀਕੇਬਲ ਹੈ, ਵੀ ਇਸ ਜਗ੍ਹਾ ਤੇ ਜਿਹੜੇ ਤੁਸੀਂ ਪਲਾਟ ਦੀ ਰੀਸੇਲ ਵਗੈਰਾ ਕਰਦੇ ਹੋ ਵੀ ਇੱਥੇ ਉਹ ਬੰਦਿਆਂ ਨੂੰ ਪਲਾਟ ਦੀ ਰੀਸੇਲ ਕਰਾਓ, ਵੀ ਇੱਥੇ ਇਹ ਚੀਜ਼ ਸਥਾਪਿਤ ਹੋ ਸਕਦੀ ਹੈ ਤੇ ਇਹ ਚੀਜ਼ ਸਥਾਪਿਤ ਨਹੀਂ ਹੋ ਸਕਦੀ। ਹੋਰ ਮਾਸਟਰ ਪਲਾਨ ਦੇ ਵਿੱਚ ਕੀ ਕੀ ਹੈ ਜੀ, ਤੁਸੀਂ ਪਹਿਲਾਂ ਇਹਦੀ ਜਾਣਕਾਰੀ ਦਿਓ। ਮਾਸਟਰ ਪਲਾਨ ਦੇ ਵਿੱਚ ਤਾਂ ਜੀ ਜੋ ਅੱਜ ਆਪਾਂ ਕਹਿੰਦੇ ਆ ਜੀ ਇਹ ਸ਼ਹਿਰ ਨੂੰ ਆਪਾਂ ਮਾਡਲ ਸ਼ਹਿਰ ਬਣਾ ਦਾਂਗੇ, ਇਹ ਤਾਂ ਪਹਿਲਾਂ ਹੀ ਮਤਲਬ ਮਾਡਲ ਸ਼ਹਿਰ ਮਾਸਟਰ ਪਲਾਨ ਅਨੁਸਾਰ ਜਿਹੜਾ ਬਣਦਾ ਹੈ ਉਹ ਮਾਡਲ
ਦਿਖਾਉਂਦੇ ਨੇ ਵੀ ਉਰੇ ਇਹ ਮਾਰਕੀਟ ਬਣੂਗੀ, ਉਰੇ ਆਪਣਾ ਸਪੋਜ਼ ਜੀ ਇਹਦੀ ਕਬਾੜ ਮਾਰਕੀਟ ਬਣੂਗੀ, ਉਰੇ ਇੰਡਸਟਰੀ ਮਾਰਕੀਟ ਬਣੂਗੀ, ਉਰੇ ਕਮਰਸ਼ੀਅਲ ਇਹ ਮਤਲਬ ਸਪੈਸੀਫਾਈਡ ਹੈ ਕਿ ਇੱਥੇ ਇਹ ਚੀਜ਼ ਬਣੂ, ਇੱਥੇ ਇਹ ਚੀਜ਼ ਬਣੂ। ਹਾਂ, ਇਹ ਬਿਲਕੁਲ ਜੀ ਉਹਦੇ ਅਕੋਰਡਿੰਗ ਇਹ ਵੀ ਸਪੈਸੀਫਾਈ ਹੈ ਕਿ ਇਹਦੇ ਅੱਗੇ ਜਿਹੜੀ ਸੜਕ ਹੈ ਉਹ ਕਿੰਨੇ ਫੁੱਟ ਹੋਣੀ ਚਾਹੀਦੀ ਹੈ, ਉਹ ਜ਼ੋਨ ਦੇ ਵਿੱਚ ਜਿਹੜਾ ਹੈਗਾ ਇਹ ਚੀਜ਼ ਲੱਗ ਸਕਦੀ ਹੈ ਕਿ ਨਹੀਂ ਲੱਗ ਸਕਦੀ। ਇਹ ਰੇਲਵੇ ਲਾਈਨ ਹੈ, ਰੇਲਵੇ ਲਾਈਨ ਲਵੇ ਕੀ ਚੀਜ਼ ਨਹੀਂ ਲੱਗ ਸਕਦੀ, ਤੇ ਉਹਦੀਆਂ ਵੀ ਕਈ ਸ਼ਰਤਾਂ ਨੇ। ਤੇ ਜਿਹੜਾ ਮਾਸਟਰ ਪਲਾਨ ਹੈ ਇਹਦੇ 'ਚ ਸਰਕਾਰ ਸਮੇਂ-ਸਮੇਂ ਸਿਰ ਅਨੁਸਾਰ ਹੋ ਸਕਦਾ ਹੈ ਕਿ ਸੰਗਰੂਰ ਦੇ ਮਾਸਟਰ ਪਲਾਨ 'ਚ ਮੈਨੂੰ ਖਿਆਲ ਹੈ ਕਿ 2014 ਦੇ ਵਿੱਚ ਇੱਕ ਦਰੁਸਤੀ ਕਰੀ ਗਈ ਸੀ, ਤੇ ਉਸ ਤੋਂ ਬਾਅਦ ਕੋਈ ਦਰੁਸਤੀ ਨਹੀਂ ਕਰੀ ਗਈ। ਅਗਰ ਕਿਸੇ ਨੂੰ ਕੋਈ ਇਤਰਾਜ਼ ਹੋਵੇ ਵੀ ਬਹੁਤ ਵੀ ਦਰੁਸਤੀ ਕਰਨ ਦੀ ਲੋੜ ਹੈ ਤਾਂ ਸਰਕਾਰ ਆਪਣੇ ਪੱਧਰ ਤੇ ਦਰੁਸਤੀ ਵੀ ਕਰ ਦਿੰਦੀ ਹੈ, ਪਰੰਤੂ ਉੱਥੇ ਦੇ ਲੋਕਾਂ ਨੇ ਅੱਜ ਤੱਕ ਮੇਰਾ ਖਿਆਲ ਹੈ ਵੀ ਕਿਸੇ ਨੇ ਨਹੀਂ ਕਿਹਾ ਵੀ ਮਾਸਟਰ ਪਲਾਨ 'ਚ ਦਰੁਸਤੀ ਕਰਨੀ ਹੈ। ਜਿਹੜੇ ਮਾਸਟਰ ਪਲਾਨ ਹੈ ਜੀ, ਤੁਸੀਂ ਕਹਿੰਦੇ ਮਾਸਟਰ ਪਲਾਨ ਹੈ, ਫਿਰ ਨਕਸ਼ੇ ਕਿਵੇਂ ਪਾਸ ਹੋ ਰਹੇ ਨੇ? ਜਿਹੜੇ ਉਹਦੇ ਮਾਸਟਰ ਪਲਾਨ ਹੈ ਜੀ, ਮਾਸਟਰ ਪਲਾਨ ਦੇ ਅਕੋਰਡਿੰਗ ਜਿਹੜੇ ਹੈਗੇ ਨਕਸ਼ੇ ਪਾਸ ਹੋ ਰਹੇ ਨੇ, ਪਰੰਤੂ ਜਿਹੜੇ ਹੈਗੇ ਬਹੁਤ ਹੀ ਘੱਟ ਨਕਸ਼ੇ ਮਾਸਟਰ ਪਲਾਨ ਦੇ ਅਕੋਰਡਿੰਗ ਪਾਸ ਹੋ ਰਹੇ ਨੇ, ਕਿਉਂਕਿ ਜਿਹੜੇ ਸਾਡੇ ਸੰਬੰਧਿਤ ਟੈਕਨੀਕਲ ਅਧਿਕਾਰੀ ਨੇ ਨਗਰ ਕੌਂਸਲ ਦੇ, ਉਹ ਜਿਹੜੇ ਹੈਗੇ ਉਹਨਾਂ ਨੂੰ ਆਪ ਹੀ ਮਾਸਟਰ ਪਲਾਨ ਦੀ ਨੌਲੇਜ ਨਹੀਂ ਹੈ, ਕਿਉਂਕਿ ਨਗਰ ਕੌਂਸਲ ਦੇ ਵਿੱਚ ਜਿਹੜਾ ਹੈਗਾ ਅਧਿਕਾਰੀ ਹੈ, ਡਰਾਫਟਸਮੈਨ ਹੈ, ATP ਹੈ, ਬਿਲਡਿੰਗ ਇੰਸਪੈਕਟਰ ਹੈ, ME ਹੈ ਜਾਂ EO ਹੈ ਜਾਂ ਕੋਈ ਵੀ ਹੈ, ਉਹਨਾਂ ਨੂੰ ਵੀ ਮਾਸਟਰ ਪਲਾਨ ਦੀ ਅਜੇ ਇੰਨੀ ਨੌਲੇਜ ਨਹੀਂ ਹੈ, ਕਿਉਂਕਿ ਮਾਸਟਰ ਪਲਾਨ ਦੀ ਜਿਹੜੀ ਨੌਲੇਜ ਹੈ ਇਹ ਇੱਕ ਅਲੱਗਾ ਹੀ ਵਿੰਗ ਹੈ। ਜਿਵੇਂ DTP ਆਫਿਸ ਦੇ ਵਿੱਚ ਇੱਕ ਅਲੱਗਾ ਵਿੰਗ ਹੈ, ਉਹਨਾਂ ਦੀ ਅਲੱਗਾ ਹੀ ਮਤਲਬ ਸਾਰੀ ਜਾਣਕਾਰੀ ਹੈ। ਸਾਡੇ ਅਧਿਕਾਰੀਆਂ ਨੂੰ ਵੀ ਜਿਹੜਾ ਹੈਗਾ ਪੰਜਾਬ ਸਰਕਾਰ ਨੂੰ ਚਾਹੀਦਾ ਹੈ, ਲੋਕਲ ਬਾਡੀ ਮਹਿਕਮੇ ਨੂੰ ਚਾਹੀਦਾ ਹੈ ਕਿ ਇਹਨਾਂ ਨੂੰ ਮਾਸਟਰ ਪਲਾਨ ਬਾਰੇ ਪੂਰਾ ਕਿ ਜਿੱਥੇ ਲਾਉਂਦੇ ਨੇ ਜਦੋਂ ਵੀ ਜਿਹੜੇ ਸ਼ਹਿਰ 'ਚ ਮਾਸਟਰ ਪਲਾਨ ਐਪਲੀਕੇਬਲ ਹੈ ਵੀ ਉੱਥੇ ਉਹਨਾਂ ਨੂੰ ਪੂਰੀ ਉਸ ਬਾਰੇ ਪਹਿਲਾਂ ਮੀਟਿੰਗਾਂ ਕਰਕੇ ਜਾਣਕਾਰੀ ਦਿੱਤੀ ਜਾਵੇ ਵੀ ਸੰਗਰੂਰ 'ਚ ਮਾਸਟਰ ਪਲਾਨ ਐਪਲੀਕੇਬਲ ਹੈ। ਤੁਹਾਨੂੰ ਐਂ ਨਹੀਂ ਲੱਗਦਾ ਕਿ ਜੇ ਕਿਸੇ ਨੇ ਆਪਣਾ ਘਰ ਪਾਉਣਾ ਹੁੰਦਾ, ਛੋਟਾ ਜਿਹਾ ਘਰ ਪਾਉਣਾ ਹੁੰਦਾ, ਤਾਂ ਨਗਰ ਕੌਂਸਲ ਦੀਆਂ ਫਾਰਮੈਲਿਟੀਜ਼ ਵੱਧ ਜਾਂਦੀਆਂ ਨੇ? ਕਈ ਥਾਂ ਤੇ ਕਿਸੇ ਨੇ ਰੈਸਟੋਰੈਂਟ ਖੋਲ੍ਹਣਾ ਜਾਂ ਹੋਟਲ ਖੋਲ੍ਹਣਾ ਜਾਂ ਪੈਲੇਸ ਖੋਲ੍ਹਣਾ, ਉੱਥੇ ਜਾ ਕੇ ਫਾਰਮੈਲਿਟੀਜ਼ ਮਿੰਟੇ ਦੇ ਵਿੱਚ NOCs ਮਿਲ ਜਾਂਦੇ ਨੇ, ਇਹਦਾ ਕਾਰਨ? ਨਹੀਂ, ਇਹ ਗੱਲ ਤਾਂ ਨਹੀਂ ਹੈ ਕਿ ਮਿੰਟੋ ਮਿੰਟੀ ਮਿਲ ਜਾਂਦੀਆਂ ਨੇ, ਕਿਉਂਕਿ ਹੁਣ ਇਹ ਸਾਰਾ ਕੰਮ ਜਿਹੜਾ ਹੈਗਾ ਆਨਲਾਈਨ ਹੋ ਚੁੱਕਿਆ ਹੈ। ਪਹਿਲਾਂ ਜਦੋਂ ਮੈਨੂਅਲ ਹੁੰਦਾ ਸੀਗਾ, ਮੈਨੂਅਲ ਦੇ ਟਾਈਮ ਠੀਕ ਹੈ ਕਿ ਗਲਤੀ ਹੋ ਜਾਂਦੀ ਸੀਗੀ, ਹੁਣ ਆਨਲਾਈਨ ਕਰਕੇ ਜਿਹੜੀ ਫਾਈਲ ਹੈ ਆਨਲਾਈਨ ਫਾਈਲ ਜਾਂਦੀ ਹੈ, ਤੇ ਆਨਲਾਈਨ ਫਾਈਲ ਸਰਕਾਰ ਕੋਲ ਜਾਂਦੀ ਹੈ। ਸਰਕਾਰ ਜਿਹੜੀ ਹੈਗੀ ਉਹ ਆਨਲਾਈਨ ਫਾਈਲ ਨੂੰ ਨੀਚੇ ਭੇਜਦੀ ਹੈ। ਨੀਚੇ ਇੱਕ ਸਿਸਟਮ ਹੈ, ਉਸ ਸਿਸਟਮ ਅਨੁਸਾਰ ਜਿਹੜਾ ਸੰਬੰਧਿਤ ਵਿਅਕਤੀ ਹੈ ਉਹ ਜਿਹੜਾ ਹੈਗਾ ਆਪਣੀ ਫਾਈਲ ਨੂੰ ਆਪਣੀ ID ਚੋਂ ਕੱਢ ਕੇ ਤਾਂ SO, ਡਰਾਫਟਸਮੈਨ, ਬਿਲਡਿੰਗ ਇੰਸਪੈਕਟਰ, AME, ME, EO ਤੋਂ ਫਾਈਲ ਨਿਕਲਣ ਤੋਂ ਬਾਅਦ ਹੀ ਜਿਹੜਾ ਹੈਗਾ ਇਹ ਨਕਸ਼ਾ ਪਾਸ ਹੁੰਦਾ ਹੈ। ਜਿਹੜਾ ਮਾਸਟਰ ਪਲਾਨ ਹੈ ਜੀ, ਉਹਦਾ ਲੋਕਾਂ ਨੂੰ ਕੀ ਫਾਇਦਾ ਹੈ? ਲੋਕਾਂ ਨੂੰ ਜੀ ਇਹਦੇ ਬਾਰੇ ਜਿਹੜਾ ਬਹੁਤ ਜ਼ਿਆਦਾ ਫਾਇਦਾ ਹੈ ਜੀ। ਜਿਹੜੇ ਕਿ ਲੋਕ ਪਹਿਲਾਂ 15-20 ਫੁੱਟ ਗਲੀ ਤੇ ਆਪਣਾ ਦੁਕਾਨ ਬਣਾ ਲੈਂਦੇ ਸੀਗੇ, ਆਉਣ ਵਾਲੇ ਸਮੇਂ ਵਾਸਤੇ ਦੁਕਾਨ ਹੈ ਜਿਵੇਂ ਕਮਰਸ਼ੀਅਲ ਦੁਕਾਨ ਹੈ, ਉਹਨੂੰ ਘੱਟੋ ਘੱਟ 100 ਫੁੱਟ ਕਈ ਜਗ੍ਹਾ ਤੇ, 80 ਫੁੱਟ ਕਈ ਜਗ੍ਹਾ ਤੇ, ਮਿਨੀਮਮ 60 ਫੁੱਟ ਤੇ ਕਮਰਸ਼ੀਅਲ ਨਕਸ਼ਾ ਪਾਸ ਕੀਤਾ ਜਾਂਦਾ ਹੈ ਅਕੋਰਡਿੰਗ ਟੂ ਮਾਸਟਰ ਪਲਾਨ। ਤੇ ਜਿਹੜੀ ਉਹ ਪਾਕਟ ਦੇ ਵਿੱਚ ਜਿਹੜਾ ਹੈਗਾ ਪਰਮਿਸਿਬਲ ਹੋਵੇ ਵੀ ਇਸ ਜਗ੍ਹਾ ਤੇ ਨਕਸ਼ਾ ਪਾਸ ਕੀਤਾ ਜਾ ਸਕਦਾ ਹੈ ਅਕੋਰਡਿੰਗ ਟੂ ਮਾਸਟਰ ਪਲਾਨ। ਤੇ ਮਗਰ ਫਿਰ ਵੀ ਕਮਰਸ਼ੀਅਲਸ ਹੋ ਰਹੀਆਂ ਨੇ ਪ੍ਰਾਪਰਟੀਜ਼, ਕਮਰਸ਼ੀਅਲ ਰਜਿਸਟਰੀਆਂ ਵੀ ਹੁੰਦੀਆਂ ਨੇ। ਰਜਿਸਟਰੀ ਦਾ ਜਿਹੜਾ ਹੈਗਾ ਜੀ ਉਹ ਮਾਸਟਰ ਪਲਾਨ ਨਾਲ ਉਹਦਾ ਕੋਈ ਐਪਲੀਕੇਬਲ ਨਹੀਂ। ਜਿਵੇਂ ਪ੍ਰੇਮ ਬਸਤੀ ਰੋਡ ਹੈ, ਉਹਦੇ ਜਿਹੜੀ ਰਜਿਸਟਰੀ ਹੈ ਇਹ ਅਕੋਰਡਿੰਗ ਟੂ ਰਜਿਸਟਰੀ ਜਿਹੜੀ ਹੁੰਦੀ ਹੈ ਰੈਵਨਿਊ ਵਾਸਤੇ ਹੁੰਦੀ ਹੈ ਵੀ ਇਹ ਸੜਕ ਤੇ ਜਗ੍ਹਾ ਲੱਗਦੀ ਹੈ, ਪਰੰਤੂ ਜਿਹੜੀ ਇਹ ਪ੍ਰੇਮ ਬਸਤੀ ਰੋਡ ਹੈ ਇਹ ਸਾਰੀ ਮਾਸਟਰ ਪਲਾਨ ਦੇ ਵਿੱਚ ਜਿਹੜੀ ਹੈਗੀ ਇਹ ਰੈਜ਼ੀਡੈਂਸ਼ੀਅਲ ਹੈ, ਕਿਉਂਕਿ ਇਹ TP ਸਕੀਮ ਨੰਬਰ 4 ਹੈ, ਇਹ ਸਾਰੀ ਰੈਜ਼ੀਡੈਂਸ਼ੀਅਲ ਹੈ। ਰੈਜ਼ੀਡੈਂਸ਼ੀਅਲ ਉਰੇ ਗਤੀਵਿਧੀ ਹੁੰਦੀ ਹੈ। ਜਿਹੜੀ ਰੈਵਨਿਊ ਹੈ, ਰੈਵਨਿਊ ਅਨੁਸਾਰ ਦੇ ਤਹਿਸੀਲਦਾਰ ਉਹਦੀ ਰਜਿਸਟਰੀ ਕਮਰਸ਼ੀਅਲ ਕਰ ਦੇਵੇ ਜਾਂ ਕੋਈ ਇੰਡਸਟਰੀ ਕਰ ਦੇਵੇ, ਉਹ ਨਕਸ਼ੇ ਨਾਲ ਉਹਦਾ ਕੋਈ ਮਤਲਬ ਨਹੀਂ ਹੈ। ਚਲੋ ਹੋਰ ਕੋਈ ਫਾਇਦੇ, ਪਹਿਲਾਂ ਆਪਾਂ ਉਹਦੀ ਗੱਲ ਕਰਦੇ ਹਾਂ ਮਾਸਟਰ ਪਲਾਨ ਦੀ, ਹੋਰ ਕੀ ਉਹਦੇ ਵਿੱਚ ਚੇਂਜਿੰਗਸ ਨੇ ਜਿਹੜੀਆਂ ਆਮ ਸਿਟੀ ਤੇ ਮਾਸਟਰ ਪਲਾਨ ਦਾ ਫਰਕ ਹੈ? ਆਮ ਸਿਟੀ ਦੇ ਵਿੱਚ ਜਿਹੜਾ ਹੈਗਾ ਜਿਵੇਂ ਜਿੱਥੇ ਮਾਸਟਰ ਪਲਾਨ ਐਪਲੀਕੇਬਲ ਨਹੀਂ ਹੈ, ਜਿਵੇਂ ਆਪਾਂ ਪਹਿਲਾਂ ਦੇਖਦੇ ਸੀਗੇ ਵੀ ਨਗਰ ਕੌਂਸਲ ਦੇ ਅੰਦਰ ਜੇ ਕੋਈ ਜਗ੍ਹਾ ਹੈਗੀ ਐਗਰੀਕਲਚਰ ਜਗ੍ਹਾ ਹੈ ਜਾਂ ਕੋਈ ਵੀ ਜਗ੍ਹਾ ਹੈਗੀ CLU ਜਮ੍ਹਾਂ ਕਰਵਾ ਕੇ ਕੋਈ ਵੀ ਬੰਦਾ ਕੰਮਕਾਰ ਕਰ ਸਕਦਾ ਸੀਗਾ। ਹੁਣ ਜਿਹੜਾ ਮਾਸਟਰ ਪਲਾਨ ਦੇ ਵਿੱਚ ਹੈ, ਮਾਸਟਰ ਪਲਾਨ ਦੇ ਵਿੱਚ ਜੇ ਖੇਤੀਬਾੜੀ ਵਾਲੀ ਜਗ੍ਹਾ ਮਾਸਟਰ ਪਲਾਨ 'ਚ ਮਾਰਕ ਹੋਈ ਹੈ ਤਾਂ ਉੱਥੇ ਲਗਾਤਾਰ ਹੁਣ ਵੀ ਖੇਤੀ ਹੈ, ਤੇ ਮਾਸਟਰ ਪਲਾਨ ਜਦੋਂ ਲਾਗੂ ਹੈ ਉਦੋਂ ਵੀ ਖੇਤੀ ਹੈ, ਤਾਂ ਲਗਾਤਾਰ ਉੱਥੇ 20 ਸਾਲ ਖੇਤੀ ਹੀ ਹੋਵੇਗੀ। ਉਸ ਜਗ੍ਹਾ ਤੇ ਕੋਈ ਇੰਡਸਟਰੀ, ਕੋਈ ਫੈਕਟਰੀ,
ਕੋਈ ਕਮਰਸ਼ੀਅਲ, ਕੋਈ ਸਿਨੇਮਾ, ਕੋਈ ਵੀ ਚੀਜ਼ ਉੱਥੇ ਨਹੀਂ ਲੱਗ ਸਕਦੀ। ਉਸ ਦਾ ਇਹ ਫਾਇਦਾ ਹੈ ਕਿ ਜਿਹੜੀ ਉਹ ਜਗ੍ਹਾ ਹੈ ਉਹ ਉਸ ਵਾਸਤੇ ਨਿਸ਼ਚਿਤ ਕੀਤੀ ਗਈ ਹੈ। ਪਹਿਲਾਂ ਕੀ ਸੀਗਾ ਜੀ, ਕਿਸੇ ਬੰਦੇ ਨੇ CLU ਦੇ ਪੈਸੇ ਜਮ੍ਹਾਂ ਕਰਾਏ, ਪੱਠਾ ਲਾ ਲਿਆ, ਸ਼ਹਿਰ ਦੇ ਨਾਲ ਹੀ ਫੈਕਟਰੀ ਲਾ ਲਈ, ਸ਼ਹਿਰ ਦੇ ਨਾਲ ਹੀ ਇਹ ਹੋ ਗਈ। ਇਹਦੇ ਨਾਲ ਸ਼ਹਿਰ ਵਾਸੀਆਂ ਨੂੰ ਇਹ ਜ਼ਰੂਰ ਫਾਇਦਾ ਹੈ ਕਿ ਹੁਣ ਉਹ ਜਿਹੜੀਆਂ ਚੀਜ਼ਾਂ ਨੇ ਇੱਕ ਜਗ੍ਹਾ ਤੇ ਇਕੱਠੀਆਂ ਹੋ ਜਾਣਗੀਆਂ, ਜਿੱਥੇ ਕਿ ਇੰਡਸਟਰੀ ਹੈ ਤਾਂ ਇੰਡਸਟਰੀ ਯੂਨਿਟ 'ਚ ਇੰਡਸਟਰੀ ਚਲੀ ਜੂਗੀ, ਸਿਨੇਮਾ ਹੈ ਤਾਂ ਸਿਨੇਮਾ ਵਾਲੀ ਜਗ੍ਹਾ ਤੇ ਸਿਨੇਮਾ ਹੀ ਖੁੱਲੂਗਾ, ਰੈਸਟੋਰੈਂਟ ਹੈ ਤਾਂ ਰੈਸਟੋਰੈਂਟ ਵਾਲੀ ਜਗ੍ਹਾ ਤੇ ਰੈਸਟੋਰੈਂਟ ਹੀ ਖੁੱਲੂਗਾ, ਡੈਰੀ ਵਾਲੀ ਜਗ੍ਹਾ ਤੇ ਡੈਰੀ ਵਾਲੀ ਜਗ੍ਹਾ ਤੇ ਡੈਰੀ ਹੀ ਖੁੱਲੂਗੀ, ਕੋਈ ਮੀਟ ਮਾਰਕੀਟ ਹੈ ਤਾਂ ਉੱਥੇ ਮੀਟ ਮਾਰਕੀਟ ਹੀ ਖੁੱਲੂਗੀ, ਕੋਈ ਮਸ਼ੀਨਰੀ ਮਾਰਕੀਟ ਹੈ ਤਾਂ ਮਸ਼ੀਨਰੀ ਮਾਰਕੀਟ ਖੁੱਲੂਗੀ। ਇਹ ਚੀਜ਼ ਦਾ ਜੀ ਹੁਣ 10 ਸਾਲ ਹੋ ਗਏ ਜੀ, ਮਗਰ ਇਹ ਕੁਝ ਵੀ ਐਪਲੀਕੇਬਲ ਨਹੀਂ ਹੈਗਾ ਇੱਥੇ। ਨਹੀਂ, 10 ਸਾਲ ਤਾਂ ਜੀ ਜਿਹੜੇ ਹੋਏ ਨੇ, ਇਹਨੂੰ 7/7/2020 ਨੂੰ 10 ਸਾਲ ਹੋ ਗਏ। ਤੇ ਇਹ ਜਿਹੜੇ ਸੰਬੰਧਿਤ ਮਹਿਕਮੇ ਨੇ ਜੀ, ਇਹਨਾਂ ਨੂੰ ਚਾਹੀਦਾ ਹੈ ਜੀ, ਸੰਬੰਧਿਤ ਮਹਿਕਮਿਆਂ ਨੂੰ ਵੀ ਇਹਨਾਂ ਨੂੰ ਹੁਣ ਲੋਕਾਂ ਨੂੰ ਜਾਗਰੂਕ ਕਰਨ। ਤੁਸੀਂ ਵੀ ਉਹ ਮਹਿਕਮੇ ਦਾ ਹਿੱਸਾ ਰਹੇ ਹੋ, ਹਾਂਜੀ, ਤਾਂ ਆਪਣਾ ਕੀ ਰੋਲ ਦੇਗਾ ਉਹ? ਆਪਣਾ ਰੋਲ ਤਾਂ ਜੀ ਅਸੀਂ ਤਾਂ ਜੀ ਜਿਹੜੇ ਹੈਗੇ ਜੀ, ਮੈਂ ਦੇਖੋ ਮੈਂ ਇੱਕ ਸਪਸ਼ਟ ਗੱਲ ਕਹਿਣਾ, ਮੈਂ ਇੱਕ ਨਾਨ ਟੈਕਨੀਕਲ ਵਿਅਕਤੀ ਹਾਂ। ਮੈਂ 1983 ਚ BA ਪਾਸ ਕਰੀ ਸੀਗੀ ਤੇ ਮੈਂ ਕਲੈਰੀਕਲ ਜੋਬ ਤੇ ਹੀ ਸਾਰਾ ਕੰਮ ਕਰਿਆ। ਪਰੰਤੂ ਜਿਵੇਂ ਆਪਾਂ ਕਹਿ ਦਿੰਦੇ ਹਾਂ ਜੀ, ਇੱਕ B.Tech ਲੜਕਾ 400 ਫੁੱਟ ਲੰਬੀ ਦੀਵਾਰ ਜਿਹੜਾ ਹੈਗਾ ਸਿੱਧੀ ਨਹੀਂ ਬਣਾ ਸਕਦਾ, ਇੱਕ ਅਨਪੜ੍ਹ ਮਿਸਤਰੀ ਉਹ ਬਣਾ ਦਿੰਦਾ, ਕਿਉਂਕਿ ਉਹਨੇ ਕੰਮ ਕਰਿਆ ਹੁੰਦਾ ਹੱਥੀਂ। ਮੈਂ ਨਗਰ ਕੌਂਸਲ ਦੀ ਹਰੇਕ ਸੀਟ ਤੇ ਜਿਹੜਾ ਹੈਗਾ ਕੰਮ ਕੀਤਾ ਤੇ ਇਹਦਾ ਇੱਕ ਪੋਜ਼ਿਟਿਵ ਕਾਰਨ ਇਹ ਵੀ ਸੀਗਾ ਕਿ ਕੋਈ ਰੈਵਨਿਊ ਬਾਰੇ ਮੈਨੂੰ ਜਿਹੜਾ ਹੈਗੀ ਨੌਲੇਜ ਹੈਗੀ, ਕਿਉਂਕਿ ਮੇਰੇ ਫਾਦਰ ਜਿਹੜੇ ਸੀਗੇ ਤਹਿਸੀਲਦਾਰ ਰਿਟਾਇਰ ਹੋਏ ਸੀ। ਇਸ ਕਰਕੇ ਰੈਵਨਿਊ ਮਹਿਕਮੇ 'ਚ ਹੋਣ ਕਰਕੇ ਮੈਨੂੰ ਰੈਵਨਿਊ ਬਾਰੇ ਨੌਲੇਜ ਸੀਗੀ। ਟੈਕਨੀਕਲ ਇਹ ਹੈ ਜੀ, ਮੈਂ ਟੈਕਨੀਕਲ ਅਫਸਰਾਂ ਨਾਲ ਕੰਮ ਕੀਤਾ ਤੇ ਉਹਨਾਂ ਨਾਲ ਕੰਮ ਕਰਨ ਕਰਕੇ ਮੈਨੂੰ ਉਹਨਾਂ ਬਾਰੇ ਕਾਫੀ ਗਿਆਨ ਪ੍ਰਾਪਤ ਹੋਇਆ। ਚਲੋ, ਪ੍ਰੇਮ ਸਾਗਰ ਜੀ, ਆਉਣ ਵਾਲੇ ਦਿਨਾਂ 'ਚ ਲੋਕਾਂ ਨੂੰ ਨਗਰ ਕੌਂਸਲ, ਹੁਣ ਤੁਸੀਂ ਰਿਟਾਇਰ ਹੋ, ਨਗਰ ਕੌਂਸਲ ਦੀਆਂ ਬਾਰੀਕੀਆਂ ਸਮਝਾਉਣ ਵਾਸਤੇ ਉਪਰਾਲੇ ਕਰਨਗੇ ਕਿ ਆਹ ਚੀਜ਼ ਐਵੇਂ ਹੋ ਸਕਦੀ ਹੈ, ਮਤਲਬ ਇੱਕ ਸੋਸ਼ਲ ਕੰਮ? ਮੈਂ ਤਾਂ ਜੀ ਹੁਣ ਰਿਟਾਇਰ ਹੋ ਗਿਆ ਜੀ, ਮੈਂ ਤਾਂ ਇਹ ਸੋਚਦਾ ਵੀ ਜਿੱਥੇ ਵੀ ਮੇਰੀ ਕੋਈ ਲੋੜ ਹੈ ਕਿਸੇ ਵੀ ਵਿਅਕਤੀ ਨੂੰ, ਕਿਸੇ ਵੀ ਅਫਸਰ ਨੂੰ, ਕਿਸੇ ਵੀ ਸੰਸਥਾ ਨੂੰ, ਜਿੰਨਾ ਮੈਂ ਕੁਝ ਜਾਣਦਾ ਆਪਣੇ ਮਹਿਕਮੇ ਬਾਰੇ, ਮੈਂ ਫ੍ਰੀ ਆਫ ਕਾਸਟ ਸੇਵਾ ਕਰਨ ਨੂੰ ਤਿਆਰ ਹਾਂ। ਵੀ ਮਾਸਟਰ ਪਲਾਨ ਬਾਰੇ ਹੈ, ਕੋਈ ਨਕਸ਼ੇ ਬਾਰੇ ਹੈ, ਮੇਨ ਤਾਂ ਜੀ ਮੈਂ ਇੱਕ ਰਿਕੁਐਸਟ ਕਰਦਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਕਿ ਇਹ ਇੱਕ ਕੈਂਪ ਵਗੈਰਾ ਲਵਾ ਕੇ ਜੀ, ਨਗਰ ਕੌਂਸਲ ਦੇ ਕਰਮਚਾਰੀਆਂ ਅਧਿਕਾਰੀਆਂ ਨੂੰ ਕੈਂਪ ਲਵਾ ਕੇ ਤੇ ਜਿਹੜੇ ਪ੍ਰਾਪਰਟੀ ਦੇ ਕੰਮ ਕਰਦੇ ਨੇ ਇਹਨਾਂ ਨੂੰ ਬਿਠਾ ਕੇ ਇਹਨਾਂ ਨੂੰ ਮਾਸਟਰ ਪਲਾਨ ਬਾਰੇ ਬਰੀਕੀਆਂ 'ਚ ਸਮਝਾਇਆ ਜਾਵੇ, ਤਾਂ ਜੋ ਜਦੋਂ ਕੋਈ ਬੰਦਾ, ਆਮ ਬੰਦਾ ਤੇ ਜਿਹਨੂੰ ਮਾਸਟਰ ਪਲਾਨ ਬਾਰੇ ਨਹੀਂ ਪਤਾ ਹੁੰਦਾ, ਉਹ ਜਗ੍ਹਾ ਖਰੀਦ ਕਰ ਲੈਂਦਾ ਤਾਂ ਉਹਦੇ ਬਾਅਦ ਜਿਹੜੀ ਉਹਨੂੰ ਬਹੁਤ ਕਠਿਨਾਈ ਆਉਂਦੀ ਹੈ ਕਿ ਉਹਦਾ ਨਕਸ਼ਾ ਪਾਸ ਨਹੀਂ ਹੁੰਦਾ, ਉਹਦੀ ਫੈਕਟਰੀ ਨਹੀਂ ਲੱਗਦੀ, ਉਹਨੂੰ ਇਹ ਨਹੀਂ ਪਤਾ ਹੁੰਦਾ ਇਹ ਲਿਮਟ ਦੇ ਅੰਦਰ ਹੈ ਬਾਹਰ ਹੈ। ਕੋਈ ਬੰਦੇ ਕਹਿੰਦੇ ਅਸੀਂ ਸਕੂਲ ਲਾਣਾ, ਉੱਥੇ ਸਕੂਲ ਨਹੀਂ ਖੋਲ੍ਹ ਸਕਦਾ, ਕੋਈ ਕਹਿੰਦੇ ਅਸੀਂ ਆਹ ਕੰਮ ਕਰਨਾ। ਇਸ ਕਰਕੇ ਵੀ ਮੈਂ ਤਾਂ ਜੀ ਜਦੋਂ ਵੀ ਮੈਨੂੰ ਸੱਚਨ ਜੀ ਕਹੇ, ਮੈਂ ਦਿਨ ਰਾਤ ਫ੍ਰੀ ਆਫ ਕਾਸਟ ਸੇਵਾ ਕਰਨ ਨੂੰ ਤਿਆਰ ਹਾਂ। ਜਦੋਂ ਵੀ ਮੈਨੂੰ ਕੋਈ ਅਫੀਸਰ ਬੁਲਾਵੇਗਾ ਤੇ ਮੈਂ ਆਪਣੀ ਜੋ ਸੇਵਾ ਹੈਗੀ ਮੈਂ ਕਰੂੰਗਾ। ਦੋਸਤੋ, ਇਹ ਸੀਗੇ ਪ੍ਰੇਮ ਸਾਗਰ ਜੀ। ਅਸੀਂ ਇਹਨਾਂ ਨਾਲ ਮਿਲ ਕੇ ਤੁਹਾਨੂੰ ਰੈਗੂਲਰ ਨਗਰ ਕੌਂਸਲ ਦੇ ਕੰਮ-ਕਾਜ ਦੀ ਕਿਵੇਂ ਹੁੰਦੇ ਨੇ, ਕਿਵੇਂ ਕਰੇ ਜਾ ਸਕਦੇ ਨੇ, ਜਾਂ ਕੀ ਕਮੀਆਂ ਰਹਿੰਦੀਆਂ ਨੇ, ਆਪਾਂ ਉਹਨਾਂ ਦੀਆਂ ਗੱਲਾਂ ਕਰਦੇ ਰਹਾਂਗੇ। ਸਮੇਂ-ਸਮੇਂ ਸਿਰ ਇਹਨਾਂ ਨੂੰ ਆਪਾਂ ਬੁਲਾਵਾਂਗੇ ਤੇ ਤੁਹਾਡੇ ਕੁਆਇਰੀਜ਼ ਨੂੰ ਵੀ ਅਸੀਂ ਹੱਲ ਕਰਾਉਣ ਦੀ ਕੋਸ਼ਿਸ਼ ਕਰਾਂਗੇ। ਸਾਨੂੰ ਵੱਧ ਤੋਂ ਵੱਧ ਤੁਸੀਂ ਕਮੈਂਟ ਕਰੋ ਤੁਹਾਨੂੰ ਕੀ ਪ੍ਰੋਬਲਮਸ ਨੇ, ਅਸੀਂ ਇਹਨਾਂ ਦੇ ਰਾਹੀਂ ਹੱਲ ਕਰਵਾਉਣ ਦੇਖਾਂਗੇ ਕਿ ਕਿਵੇਂ ਹੱਲ ਹੋ ਸਕਦੀਆਂ ਨੇ। ਸਭ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ, ਸਾਡਾ ਫੇਸਬੁੱਕ ਪੇਜ ਲਾਈਕ ਕਰੋ, ਤਾਂ ਕਿ ਅਸੀਂ ਤੁਹਾਡੇ ਤੱਕ ਹਰ ਰੋਜ਼ ਨਵੀਂ ਲੇਟੈਸਟ ਜਾਣਕਾਰੀ ਲੈ ਕੇ ਆਉਂਦੇ ਰਹੀਏ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ। ਕਿ ਜ਼ਰੂਰੀ ਵਸਤਾਂ ਦਾ ਸਟਾਕ ਦਾ ਇੱਕ ਕਾਨੂੰਨ ਬਣਿਆ ਹੈ। ਸਾਨੂੰ 1955 ਚ ਕਾਨੂੰਨ ਉਸ ਸਮੇਂ ਦੀ ਕੇਂਦਰ ਸਰਕਾਰ ਨੇ ਬਣਾਇਆ ਸੀ। ਉਹਦੇ ਅਧੀਨ ਇਹ ਪ੍ਰੋਵੀਜ਼ਨ ਸੀ ਕਿ ਕੋਈ ਵੀ ਬੰਦਾ ਦਾਲਾਂ, ਜ਼ਰੂਰਤ ਤੋਂ ਜ਼ਿਆਦਾ ਸਟਾਕ ਨਹੀਂ ਕਰ ਸਕਦਾ। ਅਗਰ ਜੇ ਕਰਦਾ ਵੀ ਹੈ, ਜਿੰਨਾ ਵੀ ਖਾਊਗਾ ਉਹ ਸਰਕਾਰ ਦੀ ਨਿਗਾਹ ਦੇ ਵਿੱਚ ਰਹਿਣਾ ਚਾਹੀਦਾ, ਤਾਂ ਜੋ ਉਹਦੀ ਬਲੈਕ ਮਾਰਕੀਟਿੰਗ ਨਾ ਹੋ ਸਕੇ। ਅਕਸਰ ਅਸੀਂ ਪੁਰਾਣੀਆਂ ਫਿਲਮਾਂ 'ਚ ਦੇਖਿਆ ਹੋਊਗਾ, ਪੁਰਾਣੇ ਜਿਹੜੇ ਸਾਡੇ ਬਜ਼ੁਰਗ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਉਸ ਸਮੇਂ ਹਰ ਚੀਜ਼ ਦੀ ਬਲੈਕ ਹੋ ਜਾਂਦੀ ਸੀ। ਉਸ ਸਮੇਂ ਦੇ ਵਪਾਰੀ ਉਸ ਚੀਜ਼ਾਂ ਨੂੰ ਦੂਰ ਕਰਨ ਵਾਸਤੇ ਐਸੈਂਸ਼ੀਅਲ ਕਮੋਡਿਟੀ ਐਕਟ ਉਹਨਾਂ ਸਮਾਂ 'ਚ ਪਾਸ ਕੀਤਾ ਗਿਆ, ਤਾਂ ਜੋ ਜਿਹੜਾ ਹੈਗਾ ਆਮ ਜਨਤਾ ਨੂੰ ਜਿਹੜਾ ਖਾਣ ਪੀਣ ਦਾ ਸਮਾਨ ਹੈ ਉਹ ਇੱਕ ਬੈਲੈਂਸ ਰੇਟ ਦੇ ਉੱਤੇ ਮਿਲਦਾ। ਐਕਟ ਦੇ ਅਧੀਨ
ਜੇਕਰ ਕੋਈ ਸਟਾਕ ਕਰਦਾ ਸੀ ਤਾਂ ਉਹਨੂੰ ਸਜ਼ਾ ਸੀ। ਜਿਹੜੇ ਤੇਲ ਵਾਲੀਆਂ ਫਸਲਾਂ ਨੇ, ਇਹਨਾਂ ਸਾਰਿਆਂ ਦੇ ਉੱਤੋਂ ਉਹ ਚੀਜ਼ ਦੀ ਲਿਮਟ ਜਿਹੜੀ ਹੈਗੀ ਉਹ ਚੱਕਤੀ। ਆ ਜਿਹੜੇ 3 ਕਾਨੂੰਨ ਨੇ ਇਹਦੇ ਵਿੱਚ, ਇਹਦੇ ਚੋਂ ਪਹਿਲਾ ਕਾਨੂੰਨ ਉਹਨਾਂ ਨੇ ਐਸੈਂਸ਼ੀਅਲ ਕਮੋਡਿਟੀ ਐਕਟ ਅਮੈਂਡ ਕੀਤਾ ਹੈ। ਮੰਨ ਲਓ ਜਿਹੜੀ ਚੀਜ਼ 100 ਰੁਪਏ ਦੀ ਮਿਲਦੀ ਹੈ ਤਾਂ 200 ਦੀ ਮੈਨੂੰ ਲੱਗ ਜੇ, ਉਦੋਂ ਤੱਕ ਸਰਕਾਰ ਕੋਈ ਇੰਟਰਫੇਅਰ ਨਹੀਂ ਕਰੂਗੀ। ਤੇ ਉਹ ਸਟਾਕ ਕਰਨਾ ਉਹਨਾਂ ਨੇ ਹੈ। ਜਦੋਂ ਸਟਾਕ ਉਹਨਾਂ ਕੋਲੇ ਹੈ, ਰੇਟ ਉਹਨਾਂ ਨੇ ਮੇਨਟੇਨ ਕਰਨਾ ਹੈ। ਉਹ 10 ਰੁਪਏ ਦਾ ਖਰੀਦਣ, ਉਹ 100 ਦਾ ਵੇਚਣ, ਕਿਸੇ ਕੋਲੇ ਉਹਦੀ ਕੋਈ ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਸਚਿਨ। ਦੋਸਤੋ, ਕਿਸਾਨਾਂ ਦੇ ਧਰਨੇ ਚੱਲ ਰਹੇ ਨੇ, ਠੰਡ ਦੇ ਵਿੱਚ ਉਹ ਦਿੱਲੀ 'ਚ ਬੈਠੇ ਨੇ ਤੇ ਕਿਤੇ ਨਾ ਕਿਤੇ ਗੱਲਾਂ ਇਹ ਕਹੀਆਂ ਜਾ ਰਹੀਆਂ ਨੇ ਕਿ ਕਿਸਾਨ ਸਮਝਦੇ ਨਹੀਂ। ਸਮਝਣਾ ਇੱਥੇ ਇਹ ਹੈ ਕਿ ਸਰਕਾਰ ਤੁਹਾਨੂੰ ਕੀ ਦੇ ਰਹੀ ਹੈ, ਕਾਨੂੰਨ ਕੀ ਦੇ ਰਹੀ ਹੈ। ਕਿਸਾਨ ਉੱਥੇ ਆਪਣੀ ਜ਼ਮੀਨਾਂ ਦੀ ਲੜਾਈ ਨਹੀਂ ਲੜ ਰਹੇ ਨੇ, ਕਿਸਾਨ ਉੱਥੇ ਲੜ ਰਹੇ ਨੇ ਆਮ ਜਨਤਾ ਦੀ ਲੜਾਈ। ਕਿਉਂ ਲੜ ਰਹੇ ਨੇ? ਸਾਡੇ ਨਾਲ ਨੇ ਅਮਨਦੀਪ ਜੀ, ਜਿਨ੍ਹਾਂ ਤੋਂ ਅਸੀਂ ਪੁੱਛਾਂਗੇ ਕਿ ਇਹ ਲੜਾਈ ਕੀ ਹੈ ਔਰ ਇਹਦੇ ਵਿੱਚ ਆਮ ਜਨਤਾ ਦਾ ਕੀ ਨਫਾ ਹੈ ਤੇ ਕੀ ਨੁਕਸਾਨ ਹੈ। ਹਾਲਾਂਕਿ ਗੱਲ ਇਹ ਕਲੀਅਰ ਹੈ ਕਿ ਇਹਦੇ ਵਿੱਚ ਫਾਇਦਾ ਤਾਂ ਸ਼ਾਇਦ ਕਿਸੇ ਦਾ ਲੱਗਦਾ ਨਹੀਂ, ਨੁਕਸਾਨ ਹਰ ਵਰਗ ਦਾ ਹੈ। ਕਿਸਾਨ ਆਪਣੇ ਜ਼ਮੀਰ ਤੇ ਜ਼ਮੀਨ ਦੀ ਲੜਾਈ ਲੜ ਰਹੇ ਨੇ। ਇਹਦੇ ਵਿੱਚ ਸਹਿਯੋਗ ਹਰ ਇੱਕ ਨੂੰ ਪਾਉਣਾ ਚਾਹੀਦਾ ਹੈ, ਤਾਂ ਹੀ ਜਾ ਕੇ ਵਪਾਰੀਆਂ ਦੇ ਹੱਥੋਂ ਪੰਜਾਬ, ਹਿੰਦੁਸਤਾਨ ਦਾ ਭਲਾ ਹੋ ਸਕਦਾ ਹੈ। ਆਪਾਂ ਅਮਨਦੀਪ ਜੀ ਤੋਂ ਪੁੱਛਦੇ ਹਾਂ ਕਿ ਕੀ ਹੈ ਇਹ ਮਸਲਾ ਤੇ ਉਹਨਾਂ ਦਾ ਆਪਾਂ ਸਵਾਗਤ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਸਰ, ਜਿਹੜੇ ਇਹ 3 ਐਕਟ ਨੇ, ਇਹਨਾਂ ਨੂੰ ਤੁਸੀਂ ਥੋੜਾ ਜਿਹਾ ਬਰੀਫ ਕਰੋ, ਫਿਰ ਆਪਾਂ ਡਿਟੇਲ 'ਚ ਗੱਲ ਕਰਾਂਗੇ ਕਿ ਇਹ ਆਮ ਜਨਤਾ ਲਈ, ਕਿਸਾਨ ਤਾਂ ਧਰਨੇ ਤੇ ਬੈਠੇ ਨੇ, ਠੀਕ ਹੈ ਜੀ, ਉਹ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਨੇ। ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਜਿਹੜੇ ਕਿਸਾਨ ਨੇ ਉਹ ਸਿਰਫ ਆਪਣੀ ਖੇਤੀ ਪਿੱਛੇ ਲੜਾਈ ਲੜ ਰਹੇ ਨੇ, ਆਪਣੀ ਜ਼ਮੀਨ ਪਿੱਛੇ। ਇਹ ਗੱਲ ਸੱਚੀ ਹੈ ਕਿ ਜਿਹੜੀ ਉਹ ਲੜਾਈ ਆ ਉਹ ਆਮ ਜਨਤਾ ਲਈ ਲੜ ਰਹੇ ਨੇ ਕਿਸਾਨ। ਇੰਨੀ ਠੰਡ ਦੇ ਵਿੱਚ ਬੈਠੇ ਨੇ, ਉਰੇ ਬੈਠ ਕੇ ਲੋਕ ਕੁਝ ਕਹੀ ਜਾਂਦੇ ਨੇ, ਉਹ ਉੱਥੇ ਲੋਕਾਂ ਦੀ ਲੜਾਈ ਲੜ ਰਹੇ ਨੇ। ਇਹ ਸੱਚ ਹੈ? ਸਚਿਨ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ, ਮੈਨੂੰ ਆਪਣੇ ਚੈਨਲ ਤੇ ਬੁਲਾਉਣ ਤੇ ਹਾਰਦਿਕ ਧੰਨਵਾਦ ਕਰਦਾ ਹਾਂ ਅਤੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਚਿਨ ਜੀ, ਇਹ ਜਿਹੜਾ ਕੇਂਦਰ ਸਰਕਾਰ ਨੇ ਇਹ ਕਾਨੂੰਨ ਪਾਸ ਕੀਤੇ ਨੇ, ਅਸੀਂ ਰੋਜ਼ ਅਖਬਾਰਾਂ ਰਾਹੀਂ ਤੇ ਮੀਡੀਆ ਰਾਹੀਂ ਇਸ ਗੱਲ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਕਿਸਾਨ ਜਿਹੜੇ ਨੇ ਇਹ ਬਿਨਾਂ ਮਤਲਬ ਤੋਂ ਧਰਨੇ ਤੇ ਬੈਠੇ ਨੇ, ਜਦੋਂ ਕਿ ਅਜਿਹਾ ਨਹੀਂ ਹੈ। ਅਸਲੀਅਤ ਦੇ ਵਿੱਚ ਇਹ ਜਿਹੜੇ ਕਾਨੂੰਨ ਨੇ ਸਿਰਫ ਕਾਰਪੋਰੇਟ ਸੈਕਟਰ ਨੂੰ ਫਾਇਦਾ ਪਹੁੰਚਾਉਣ ਦੇ ਲਈ ਪਾਸ ਕੀਤੇ ਗਏ ਨੇ, ਕਿਉਂਕਿ ਇਹਨਾਂ ਨੂੰ ਪਾਸ ਕਰਨ ਦਾ ਜਿਹੜਾ ਸਿੱਧੇ ਤੌਰ ਤੇ ਇਫੈਕਟ ਨਹੀਂ ਸਮਝ ਆਉਂਦਾ। ਪਹਿਲੀ ਨਿਗਾਹ ਨਾਲ, ਨੁਕਤੇ ਨਿਗਾਹ ਨਾਲ ਆਮ ਬੰਦੇ ਦੀ ਸਮਝ 'ਚ ਨਹੀਂ ਆਉਂਦਾ ਵੀ ਤਾਂ ਮੈਨੂੰ ਕੀ ਪ੍ਰਭਾਵ ਪਊਗਾ। ਸਭ ਤੋਂ ਪਹਿਲਾਂ ਜਿਹੜਾ ਇਹਨਾਂ ਨੇ ਐਕਟ ਅਮੈਂਡ ਕੀਤਾ, ਉਹ ਕੀਤਾ ਐਸੈਂਸ਼ੀਅਲ ਕਮੋਡਿਟੀਜ਼ ਐਕਟ, ਜਿਹਨੂੰ ਮੈਂ ਪੰਜਾਬੀ 'ਚ ਸਰਲ ਭਾਸ਼ਾ 'ਚ ਕਹਾਂ ਕਿ ਜ਼ਰੂਰੀ ਵਸਤਾਂ ਦਾ ਸਟਾਕ ਦਾ ਇੱਕ ਕਾਨੂੰਨ ਬਣਿਆ ਹੋਇਆ ਸੀ। ਸਾਨੂੰ 1955 'ਚ ਕਾਨੂੰਨ ਉਸ ਸਮੇਂ ਦੀ ਕੇਂਦਰ ਸਰਕਾਰ ਨੇ ਬਣਾਇਆ ਸੀ। ਉਹਦੇ ਅਧੀਨ ਇਹ ਪ੍ਰੋਵੀਜ਼ਨ ਸੀ ਕਿ ਕੋਈ ਵੀ ਬੰਦਾ ਦਾਲਾਂ, ਅਨਾਜ, ਤੇਲ ਤੇ ਆਲੂ, ਪਿਆਜ਼ ਵਗੈਰਾ ਜਿਹੜਾ ਹੈਗਾ ਉਹ ਜ਼ਰੂਰਤ ਤੋਂ ਜ਼ਿਆਦਾ ਸਟਾਕ ਨਹੀਂ ਕਰ ਸਕਦਾ। ਅਗਰ ਜੇ ਕਰਦਾ ਵੀ ਹੈ, ਜਿੰਨਾ ਵੀ ਖਾਊਗਾ ਉਹ ਸਰਕਾਰ ਦੀ ਨਿਗਾਹ ਦੇ ਵਿੱਚ ਰਹਿਣਾ ਚਾਹੀਦਾ, ਤਾਂ ਜੋ ਉਹਦੀ ਬਲੈਕਮੇਲਿੰਗ ਨਾ ਹੋ, ਬਲੈਕ ਮਾਰਕੀਟਿੰਗ ਨਾ ਹੋ ਸਕੇ। ਅਕਸਰ ਅਸੀਂ ਪੁਰਾਣੀਆਂ ਫਿਲਮਾਂ 'ਚ ਦੇਖਿਆ ਹੋਊਗਾ, ਪੁਰਾਣੇ ਜਿਹੜੇ ਸਾਡੇ ਬਜ਼ੁਰਗ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਉਸ ਸਮੇਂ ਹਰ ਚੀਜ਼ ਦੀ ਬਲੈਕ ਹੋ ਜਾਂਦੀ ਸੀ। ਇਸ ਫਸਲਾਂ ਦਾ ਸਟਾਕ ਕਰ ਲੈਂਦੇ ਸੀ ਉਸ ਸਮੇਂ ਦੇ ਵਪਾਰੀ। ਉਸ ਚੀਜ਼ਾਂ ਨੂੰ ਦੂਰ ਕਰਨ ਵਾਸਤੇ ਐਸੈਂਸ਼ੀਅਲ ਕਮੋਡਿਟੀ ਐਕਟ ਉਹਨਾਂ ਸਮਾਂ 'ਚ ਪਾਸ ਕੀਤਾ ਗਿਆ, ਤਾਂ ਜੋ ਜਿਹੜਾ ਹੈਗਾ ਆਮ ਜਨਤਾ ਨੂੰ ਜਿਹੜਾ ਖਾਣ ਪੀਣ ਦਾ ਸਮਾਨ ਹੈ ਉਹ ਇੱਕ ਬੈਲੈਂਸ ਰੇਟ ਦੇ ਉੱਤੇ ਮਿਲਦਾ ਰਹੇ, ਤੇ ਜਿਹੜਾ ਵਿਚੋਲੀਆ ਹੈ, ਉਹ ਵਪਾਰੀ ਜਿਹੜਾ ਵਰਗ ਹੈਗਾ, ਉਹ 10 ਰੁਪਏ ਚੀਜ਼ ਲੈ ਕੇ 100 ਰੁਪਏ, 80 ਰੁਪਏ, 70 ਰੁਪਏ ਨਾ ਵੇਚ ਸਕੇ, ਤੇ ਉਹਦਾ ਮਾਰਜਨ ਜਿਹੜਾ ਹੈਗਾ ਸੀ ਉਹ ਗੌਰਮੈਂਟ ਉਹਦੇ ਤੇ ਲਿਮਿਟ ਲਗਾ ਕੇ ਰੱਖਦੀ ਸੀ। ਉਸ ਚੀਜ਼ ਨੂੰ ਖਤਮ ਕਰਨ ਲਈ, ਕਿਉਂਕਿ ਉਸ ਐਕਟ ਦੇ ਅਧੀਨ ਜੇਕਰ ਕੋਈ ਸਟਾਕ ਕਰਦਾ ਸੀ ਤਾਂ ਉਹਨੂੰ ਸਜ਼ਾ ਸੀ। ਠੀਕ ਹੈ। ਉਹ ਚੀਜ਼ਾਂ ਇਹਨਾਂ ਨੂੰ ਸਮਝ ਆ ਗਈਆਂ ਕਾਰਪੋਰੇਟਸ ਨੂੰ ਵੀ ਜੇ ਅਸੀਂ ਐਕਟ ਦੇ ਵਿੱਚ ਇਕੱਠਾ ਸਟਾਕ ਕਰਾਂਗੇ ਤਾਂ ਸਾਨੂੰ ਸਜ਼ਾ ਹੋ ਸਕਦੀ ਹੈ। ਸਭ ਤੋਂ ਪਹਿਲਾਂ ਇਹਨਾਂ ਨੇ ਐਸੈਂਸ਼ੀਅਲ ਕਮੋਡਿਟੀਜ਼ ਐਕਟ ਨੂੰ ਅਮੈਂਡ ਕੀਤਾ। ਉਸ ਐਕਟ ਦੇ ਅਧੀਨ ਇਹਨਾਂ ਨੇ ਆਲੂ, ਪਿਆਜ਼, ਦਾਲਾਂ, ਅਨਾਜ ਤੇ ਤਿਲਹਨ, ਜਿਹੜੇ ਤੇਲ ਵਾਲੀਆਂ ਫਸਲਾਂ ਨੇ,
ਇਹਨਾਂ ਸਾਰਿਆਂ ਦੇ ਉੱਤੋਂ ਉਹ ਚੀਜ਼ ਦੀ ਲਿਮਟ ਜਿਹੜੀ ਹੈਗੀ ਉਹ ਚੱਕਤੀ। ਆ ਜਿਹੜੇ 3 ਕਾਨੂੰਨ ਨੇ ਇਹਦੇ ਚੋਂ ਪਹਿਲਾ ਕਾਨੂੰਨ ਉਹਨਾਂ ਨੇ ਐਸੈਂਸ਼ੀਅਲ ਕਮੋਡਿਟੀ ਐਕਟ ਅਮੈਂਡ ਕੀਤਾ। ਉਹਦੇ ਚ ਕੀ ਪਾਤਾ ਕਿ ਜੀ ਜੇ ਰਿਟੇਲ ਦੇ ਵਿੱਚ ਜਿਹੜੀ ਚੀਜ਼ ਖਰਾਬ ਨਹੀਂ ਹੋ ਸਕਦੀ ਉਹਦਾ 100% ਰੇਟ ਵੱਧ ਜੇ, ਉੱਥੇ ਤੱਕ ਵੱਧ ਸਕਦਾ ਹੈ। ਮੰਨ ਲਓ ਜਿਹੜੀ ਚੀਜ਼ 100 ਰੁਪਏ ਦੀ ਮਿਲਦੀ ਹੈ ਤਾਂ 200 ਦੀ ਮੈਨੂੰ ਲੱਗ ਜੇ, ਉਦੋਂ ਤੱਕ ਸਰਕਾਰ ਕੋਈ ਇੰਟਰਫੇਅਰ ਨਹੀਂ ਕਰੂਗੀ। ਠੀਕ ਹੈ ਜੀ। ਤੇ ਜਿਹੜੀ ਚੀਜ਼ ਖਰਾਬ ਹੋਣ ਵਾਲੀ ਹੈ ਜੇ ਉਹ 100 ਦੀ 50 150 ਰੁਪਏ ਦੀ ਵਿਕਣ ਲੱਗ ਜੇ ਤਾਂ ਉੱਥੇ ਤੱਕ ਸਰਕਾਰ ਇੰਟਰਫੇਅਰ ਨਹੀਂ ਕਰੂਗੀ। ਉਹਦਾ ਨੁਕਸਾਨ ਕਿਹਨੂੰ ਹੋਣਾ? ਉਹਦਾ ਨੁਕਸਾਨ ਸਿਰਫ ਤੇ ਸਿਰਫ ਗਰੀਬ ਵਰਗ ਨੂੰ ਤੇ ਮੱਧ ਵਰਗ ਨੂੰ ਹੋਣਾ ਹੈ। ਹਰ ਨੂੰ ਹੀ ਹੋ ਗਿਆ ਜੀ, ਜਿਹੜਾ ਚੀਜ਼ ਮਹਿੰਗੀ ਖਰੀਦਣੀ ਕਿਉਂਕਿ ਪੈਗੀ ਅਮੀਰ ਆਦਮੀ ਕੋਲੇ ਤਾਂ ਪਾਵਰ ਹੈ ਜੀ, ਉਹ ਅਮੀਰ ਆਦਮੀ ਤਾਂ ਫਿਰ ਵੀ ਉਹਦੀ ਕੋਲੇ ਪਰਚੇਸਿੰਗ ਪਾਵਰ ਹੈਗੀ ਹੈ, ਉਹ ਲੈ ਲੇਗਾ। ਗਰੀਬ ਆਦਮੀ ਤੇ ਮਿਡਲ ਕਲਾਸ ਦਾ ਜਿਹੜਾ ਬੰਦਾ ਹੈ ਉਹਦੇ ਕੋਲੇ ਇੰਨੀ ਪਰਚੇਸਿੰਗ ਪਾਵਰ ਨਹੀਂ ਹੈਗੀ, ਉਹਨੂੰ ਉਹ ਖਰੀਦਣਾ ਹੀ ਪੈਣਾ ਹੈ ਮਹਿੰਗੇ ਭਾਅ ਤੇ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਸ ਕਾਰਪੋਰੇਟ ਸੈਕਟਰ ਨੂੰ ਸਜ਼ਾ ਤੋਂ ਬਚਾਉਣ ਲਈ ਇਹਨਾਂ ਨੇ ਉਹਦੇ 'ਚ ਅਮੈਂਡਮੈਂਟ ਕਰਤੀ। ਜਦੋਂ ਕਿ ਇਹ ਕਿਹਾ ਜਾ ਰਿਹਾ ਹੈ, ਪ੍ਰਚਾਰ ਇਹ ਕਰ ਰਹੇ ਨੇ ਕਿ ਜੇ ਕਿਸਾਨਾਂ ਦੇ ਭਲੇ ਦਾ, ਮੈਂ ਬਹੁਤ ਸਾਰੇ ਕਿਸਾਨਾਂ ਨੂੰ ਜਾਣਦਾ, ਤਕਰੀਬਨ ਹਰ ਬੰਦਾ ਕਿਸਾਨਾਂ ਨਾਲ ਰਿਲੇਟਡ ਹੈਗਾ। ਤੁਸੀਂ ਕਦੇ ਵੀ ਦੇਖਿਆ ਹੋ ਸਚਿਨ ਜੀ, ਕਿਸੇ ਵੀ ਕਿਸਾਨ ਨੇ ਅਗਰ ਫਸਲ ਉਹਦੀ ਅੱਜ ਆ ਗਈ ਤਾਂ ਉਹਨੇ ਅੱਜ ਦੀ ਫਸਲ ਸਵੇਰ ਨੂੰ ਮੰਡੀ 'ਚ ਵਿਕੀ ਜਾਂਦੀ ਹੈ ਜੀ, ਬਚਾ ਦੇਣੀ ਹੈ ਜੀ, ਤੇ ਉਹ 3 ਦਿਨ ਵੀ ਵੇਟ ਨਹੀਂ ਕਰ ਸਕਦਾ, ਤਾਂ ਉਹ ਸਟਾਕ ਕੌਣ ਕਰੂਗਾ? ਕਾਰਪੋਰੇਟ ਜੀ। ਕਿਸਾਨ ਕੋਲੇ ਤਾਂ ਸਟਾਕ ਕਰਨ ਦੀ ਪਾਵਰ ਹੀ ਹੈ ਨਹੀਂ ਜੀ। ਜਦੋਂ ਉਹਦੇ ਕੋਲ ਪਾਵਰ ਹੀ ਹੈ ਨਹੀਂ ਤਾਂ ਕਿਸਾਨ ਨੂੰ ਇਸ ਐਸੈਂਸ਼ੀਅਲ ਕਮੋਡਿਟੀ ਐਕਟ ਦਾ ਕੀ ਫਾਇਦਾ ਮਿਲੇਗਾ? ਕੋਈ ਫਾਇਦਾ ਨਹੀਂ। ਸਹੀ ਮਾਇਨਿਆਂ ਦੇ ਵਿੱਚ ਤਾਂ ਹੈ ਕਿ ਵਪਾਰੀਆਂ ਵਾਸਤੇ ਇਹ ਸਿਰਫ ਤੇ ਸਿਰਫ ਵੱਡੇ ਵਪਾਰੀਆਂ ਵਾਸਤੇ। ਇਹ ਸਮਾਂ ਆਉਣਾ ਹੈ ਕਿ ਹਿੰਦੁਸਤਾਨ ਦੇ ਅੰਦਰ ਜਿਹੜਾ ਛੋਟਾ ਦੁਕਾਨਦਾਰ ਹੈ ਉਹ ਵੀ ਖਤਮ ਹੋ ਜਾਣਾ ਹੈ। ਇਹ ਛੋਟਾ ਦੁਕਾਨਦਾਰ ਇਹ ਨਾ ਸੋਚੇ ਵੀ ਕਿ ਛੋਟਾ ਦੁਕਾਨਦਾਰ ਬਚਿਆ ਰਹੇਗਾ, ਨਾ 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 ਨਾ, ਕਿਉਂਕਿ ਜਦੋਂ ਕਾਰਪੋਰੇਟ ਨੇ ਹਿੰਦੁਸਤਾਨ ਦੇ ਅੰਦਰ ਗਲਬਾ ਪੈਦਾ ਕਰਨਾ ਸ਼ੁਰੂ ਕਰ ਦਿੱਤਾ, ਤੁਹਾਨੂੰ ਸ਼ਾਇਦ ਪਤਾ ਹੋਣਾ ਚਾਹੀਦਾ ਕਿ ਅਡਾਨੀਜ਼ ਦੇ ਜਿਹੜੇ ਗਡਾਊਨਸ ਨੇ 2019 ਤੋਂ ਹੀ ਬਣਨੇ ਸ਼ੁਰੂ ਹੋ ਚੁੱਕੇ ਨੇ, ਔਰ ਉਹ ਵੱਡੇ ਵੱਡੇ ਕਪੈਸਿਟੀਆਂ ਦੇ ਗਡਾਊਨਸ ਨੇ ਜਿੱਥੇ ਕਿ ਹਜ਼ਾਰਾਂ ਮੀਟ੍ਰਿਕ ਟਨ, ਲੱਖਾਂ ਮੀਟ੍ਰਿਕ ਟਨ ਜਿਹੜਾ ਹੈਗਾ ਅਨਾਜ ਸਟਾਕ ਹੋਣਾ ਹੈ। ਤੇ ਉਹ ਸਟਾਕ ਕਰਨਾ ਉਹਨਾਂ ਨੇ ਹੈ। ਜਦੋਂ ਸਟਾਕ ਉਹਨਾਂ ਕੋਲੇ ਹੈ, ਰੇਟ ਉਹਨਾਂ ਨੇ ਮੇਨਟੇਨ ਕਰਨਾ ਹੈ, ਉਹ 10 ਰੁਪਏ ਦਾ ਖਰੀਦਣ, ਉਹ 100 ਦਾ ਵੇਚਣ, ਕਿਸੇ ਕੋਲੇ ਉਹਦੀ ਕੋਈ। ਇੱਕ ਆਪਣੀ ਗੱਲ ਚੱਲ ਰਹੀ ਸੀਗੀ ਕਿ ਤੇਲ, ਤੁਸੀਂ ਆਪਾਂ ਤੇਲ ਦੀ ਇੱਕ ਐਗਜ਼ਾਮਪਲ ਦੇ ਰਹੇ ਸੀ ਤੁਸੀਂ ਕਿ ਤੇਲ ਅੱਜ ਤੋਂ 6 ਮਹੀਨੇ ਪਹਿਲਾਂ 100 ਰੁਪਏ ਨੂੰ ਮਿਲਦਾ ਸੀ ਤੇ ਹੁਣ ਕਿਸ ਰੇਟ ਤੇ ਵਗ ਗਿਆ। ਇਹ ਇਸ ਦਾ ਪਾਰਟ ਹੈ। ਬਿਲਕੁਲ ਸਰ, ਤੁਸੀਂ ਅੱਜ ਆਇਲ ਮਾਰਕੀਟ ਦੇ ਉੱਤੇ ਅਡਾਨੀਜ਼ ਦਾ ਕਬਜ਼ਾ ਹੋ ਚੁੱਕਿਆ ਹੈ। ਜਿਹੜੇ ਮੇਨ ਫੋਰਚੂਨ ਬ੍ਰਾਂਡ ਹੈ, ਕਿੰਗ ਬ੍ਰਾਂਡ ਹੈ, ਇਹ ਸਾਰੇ ਅਡਾਨੀਜ਼ ਦੇ ਬ੍ਰਾਂਡ ਨੇ। ਅੱਜ ਤੋਂ ਤਕਰੀਬਨ 6-7 ਮਹੀਨੇ ਪਹਿਲਾਂ ਤੁਸੀਂ ਧਿਆਨ ਮਾਰੋ ਕਿ ਜਿਹੜਾ ਥੋੜਾ ਰਿਫਾਈਨਡ ਸੀ ਜਾਂ ਸਰੋਂ ਦਾ ਤੇਲ ਸੀ, ਇਹ ਤਕਰੀਬਨ ਸਰੋਂ ਦਾ ਤੇਲ ਤੁਹਾਨੂੰ 70-80 ਰੁਪਏ 85 ਰੁਪਏ ਕਿਲੋ ਲੀਟਰ ਮਿਲ ਜਾਂਦਾ ਸੀਗਾ, ਜਿਹੜਾ ਕਿ ਅੱਜ 130 ਰੁਪਏ ਤੋਂ ਉੱਪਰ ਹੋ ਚੁੱਕਿਆ ਹੈ। 130 ਰੁਪਏ ਲੀਟਰ ਤੁਹਾਨੂੰ ਸਰੋਂ ਦਾ ਤੇਲ ਮਿਲ ਰਿਹਾ। ਉਹ ਕਿਉਂ ਮਿਲ ਰਿਹਾ? ਕਿਉਂਕਿ ਉਹਨਾਂ ਨੇ ਸਰੋਂ ਪਹਿਲਾਂ ਹੀ ਸਟਾਕ ਕਰਨੀ ਸ਼ੁਰੂ ਕਰਤੀ ਸੀ ਇਸ ਆਰਡੀਨੈਂਸ ਦੀ ਆੜ 'ਚ। ਅਸੀਂ ਲੋਕਡਾਊਨ ਤੋਂ ਘਰੇ ਬੈਠੇ ਔਖੇ ਹੋ ਰਹੇ ਸੀ, ਲੋਕਡਾਊਨ 'ਚ ਮਜਬੂਰ ਹੋ ਰਹੇ ਸੀ, ਪਰ ਸਰਕਾਰ ਨੇ ਲੋਕਡਾਊਨ 'ਚ ਕਾਰਪੋਰੇਟਸ ਨੂੰ ਬੈਨੀਫਿਟ ਦੇਣ ਵਾਸਤੇ ਇਹ ਐਸੈਂਸ਼ੀਅਲ ਕਮੋਡਿਟੀ ਐਕਟ ਬਣਾਤਾ ਤਾਂ ਜੋ ਸਟਾਕ ਉਹ ਕਰਨਗੇ ਤਾਂ ਉਹਨਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ। ਫਿਰ ਤੁਸੀਂ ਮਤਲਬ ਇਹਦਾ ਹੱਲ ਕੀ ਹੋ ਸਕਦਾ ਹੈ ਜੀ? ਹੁਣ ਜੇ ਆਮ ਲੋਕ, ਫਿਰ ਤਾਂ ਤਰਾਹੀ ਹੋ ਜਾਣੀ ਹੈ ਪੂਰੀ ਦੁਨੀਆ 'ਚ। ਇਹ ਸਰ ਤਰਾਹੀ ਤਾਂ ਬਿਲਕੁਲ ਹੋਏਗੀ ਜੇ ਇਸੇ ਤਰ੍ਹਾਂ ਚੱਲਦਾ ਰਿਹਾ। ਹਮੇਸ਼ਾ ਜਦੋਂ ਵੀ ਕ੍ਰਾਂਤੀ ਆਉਂਦੀ ਹੈ ਤਾਂ ਸੰਘਰਸ਼ 'ਚ ਆਉਂਦੀ ਹੈ। ਜਦੋਂ ਭੁੱਖਮਰੀ ਦੀ ਸਥਿਤੀ ਪੈਦਾ ਹੋ ਜਾਂਦੀ ਹੈ ਤਾਂ ਉਹ ਕੁਦਰਤੀ ਹੈ ਕਿ ਹਰ ਬੰਦਾ ਫਿਰ ਸੰਘਰਸ਼ ਕਰਨ ਦੇ ਲਈ ਤਤਪਰ ਹੋ ਜਾਂਦਾ ਹੈ। ਕਿਸਾਨਾਂ ਨੂੰ ਪਤਾ ਸਮਝ ਆ ਚੁੱਕੀ ਹੈ। ਇਹ ਜਿੰਨਾ ਵੀ ਮੀਡੀਆ ਕਹਿ ਰਿਹਾ ਹੈ ਕਿ ਜੀ ਕਿਸਾਨ ਨਹੀਂ ਸਮਝ ਰਹੇ, ਅਸਲ ਦੇ ਵਿੱਚ ਕਿਸਾਨ ਇਹ ਗੱਲ ਸਮਝ ਚੁੱਕੇ ਨੇ ਕਿ ਅਸੀਂ ਇਹਨਾਂ ਦੇ ਮੱਕੜ ਜਾਲ ਦੇ ਵਿੱਚ ਫਸ ਜਾਗੇ, ਔਰ ਉਸ ਮੱਕੜ ਜਾਲ ਚੋਂ ਨਿਕਲਣਾ ਕਿਸਾਨ ਦੇ ਵੱਸ ਦਾ ਰੋਗ ਨਹੀਂ ਹੈਗਾ, ਤੇ ਉਹਨਾਂ ਦਾ ਸਾਰਾ ਕੁਝ ਹੀ ਖਤਮ ਹੋ ਜਾਣਾ। ਉਹ ਹਰ ਤਰੀਕੇ ਨਾਲ ਇਹਨਾਂ ਦੇ ਬੰਧੂਆ ਕਿਸਾਨ ਬਣ ਜਾਣਗੇ ਤੇ ਉਹਨਾਂ ਨੂੰ ਇਹਨਾਂ ਵਾਸਤੇ ਕੰਮ ਕਰਨਾ ਪੈਣਾ ਹੈ। ਉਹ ਇਸ ਗੱਲ ਨੂੰ ਸਮਝ ਗਏ ਪਹਿਲਾਂ ਹੀ। ਸਮਝਣ ਕਰਕੇ ਕਿਸਾਨ ਨੇ ਜਿਹੜਾ ਹੈਗਾ ਇਸ ਅੰਦੋਲਨ ਦੀ ਆਵਾਜ਼ ਉੱਚੀ ਕਰ ਲਈ, ਔਰ ਅੰਦੋਲਨ ਨੂੰ ਬੜੇ ਸ਼ਾਂਤਮਈ ਢੰਗ ਨਾਲ ਉਹ ਚਲਾ ਰਹੇ ਨੇ। ਅੰਦੋਲਨ ਪੂਰੀ ਦੁਨੀਆ ਦੇ ਵਿੱਚ ਜਾ ਚੁੱਕਿਆ ਜੀ। ਆਪਾਂ ਦੇਖਦੇ ਹਾਂ ਕੈਨੇਡਾ ਹੋ ਗਿਆ, ਅਮਰੀਕਾ ਹੋ ਗਿਆ, ਯੂਰਪ ਦੇ ਦੇਸ਼ ਹੋ ਗਏ, ਉੱਥੇ ਵੀ ਕਿਸਾਨਾਂ ਦੀ ਸਪੋਰਟ ਹੋ ਰਹੀ ਹੈ, ਮਗਰ ਬੀਜੇਪੀ ਨਹੀਂ ਸੁਣਦੀ। ਸਰ ਬੀਜੇਪੀ ਦਾ ਜਿਹੜਾ ਰੋਲ ਹੈਗਾ, ਮੈਂ ਇਹ ਗੱਲ ਸਮਝਦਾ ਕਿ ਸਾਡੇ ਜਿਹੜੀ ਸਰਕਾਰ ਹੈਗੀ ਕੇਂਦਰ ਸਰਕਾਰ, ਬੀਜੇਪੀ ਦੀ ਸਰਕਾਰ ਹੈ। ਅਸਲੀਅਤ ਦੇ ਵਿੱਚ ਜਦੋਂ ਸਰਕਾਰ ਬਣ ਜਾਂਦੀ ਹੈ ਤਾਂ ਉਹ ਕਿਸੇ ਪਾਰਟੀ ਦੀ ਸਰਕਾਰ ਨਹੀਂ ਹੁੰਦੀ, ਫਿਰ ਉਹ ਮੁਲਕ ਦੀ ਸਰਕਾਰ ਹੁੰਦੀ ਹੈ। ਪਰ ਸਾਡੇ ਜਿਹੜਾ ਹੈਗਾ ਜਿਸ ਤੋਂ ਬੀਜੇਪੀ ਨੇ ਰਾਜ ਸੱਤਾ ਸੰਭਾਲੀ ਹੈ, ਇਹ
ਸਿਰਫ ਤੇ ਸਿਰਫ ਬੀਜੇਪੀ ਦੀ ਸਰਕਾਰ ਬਣ ਗਈ ਤੇ ਜਿਹੜਾ ਮੀਡੀਆ ਹੈਗਾ ਵੱਡਾ ਮੀਡੀਆ ਉਹ ਇਹਨਾਂ ਨੇ ਆਪਣੇ ਇੰਨਾ ਕੰਟਰੋਲ 'ਚ ਕਰ ਲਿਆ ਕਿ ਉਹ ਜੋ ਸਰਕਾਰ ਕਹਿੰਦੀ ਹੈ ਉਹ ਸਰਕਾਰ ਦੀ ਲਾਈਨ ਦੇ ਉੱਤੇ ਹੀ ਗੱਲ ਕਰ ਰਹੇ ਨੇ, ਜਿਹਦੇ ਨਾਲ ਆਮ ਬੰਦੇ ਨੂੰ, ਆਮ ਜਨਤਾ ਨੂੰ ਸੱਚਾਈ ਸਮਝ ਨਹੀਂ ਆ ਰਹੀ। ਇੱਕ ਪੁਰਾਣੀ ਕਹਾਵਤ ਹੈ ਜੀ, ਜਿਹੜਾ ਦੇਸ਼ ਦਾ ਰਾਜਾ ਵਪਾਰੀ ਉਹਦੀ ਪ੍ਰਜਾ ਵਿਚਾਰੀ। ਇਹ ਅੱਜ ਸੱਚ ਸਾਬਤ ਹੋ ਰਿਹਾ। ਬਿਲਕੁਲ ਜੀ, ਸਰਕਾਰ ਨੇ ਹਿੰਦੁਸਤਾਨ ਦੀ ਆਮ ਜਨਤਾ ਨੂੰ ਨਿਚੋੜਨ ਦਾ ਕੰਮ ਸ਼ੁਰੂ ਕਰਤਾ। ਤੁਸੀਂ ਇਹ ਦੇਖਿਆ ਹੋਊਗਾ ਕਿ ਜਿਹੜਾ ਅੱਜ ਤੋਂ 2 ਸਾਲ ਪਹਿਲਾਂ, 1.5 ਸਾਲ ਪਹਿਲਾਂ ਰਿਲਾਇੰਸ ਨੇ ਜੀਓ ਲਾਂਚ ਕੀਤਾ, ਉਹ ਫ੍ਰੀ 'ਚ ਦੇਤਾ ਪਹਿਲਾਂ। ਅੱਜ ਉਹਦਾ ਡਾਟਾ ਪਲਾਨ 300 ਰੁਪਏ 250 ਰੁਪਏ ਮਹਿੰਗਾ ਤੇ ਪਹੁੰਚ ਚੁੱਕਿਆ ਮਹੀਨੇ ਦਾ। ਉਹਨਾਂ ਨੂੰ ਲੱਤ ਲੱਗ ਗਈ, ਹੁਣ ਉਹ ਵਰਤ ਰਹੇ ਨੇ। ਤੇ BSNL ਜਿਹੜਾ ਕਿ ਇੱਕ ਕੇਂਦਰ ਦਾ ਅਦਾਰਾ ਸੀਗਾ, ਸਰਕਾਰ ਦਾ ਅਦਾਰਾ ਸੀ, ਪਰ ਉਹ ਅੱਜ ਇਹ ਸਥਿਤੀ 'ਚ ਪਹੁੰਚ ਗਿਆ ਕਿ ਉਹਨੇ ਆਪਣੇ 80% ਮੁਲਾਜ਼ਮ ਜਿਹੜੇ ਹੈਗੇ ਨੇ ਉਹ ਖਤਮ ਕਰਤੇ, ਰਿਟਾਇਰਮੈਂਟਾਂ ਦੇ ਦਿੱਤੀਆਂ। ਤੇ 80% ਸਰਕਾਰ ਦੇ ਮੁਲਾਜ਼ਮ ਖਤਮ ਹੋਣ ਦਾ ਇੱਕ ਅਦਾਰੇ 'ਚ ਕੋਈ ਮਤਲਬ ਹੈ, ਮਾਇਨੇ ਰੱਖਦੇ ਨੇ ਕਿ ਇੰਨਾ ਬੰਦਾ ਸਾਡਾ ਮੁਲਕ ਦਾ ਬੇਰੁਜ਼ਗਾਰ ਹੋ ਗਿਆ। ਇਹ ਆਮ ਬੰਦੇ ਨੂੰ ਫਰਕ ਪਿਆ, ਉੱਥੇ ਕਿਸਾਨ ਨੂੰ ਕੋਈ ਫਰਕ ਨਹੀਂ ਪਿਆ। ਚਲੋ ਅਮਨ ਜੀ, ਅੱਜ ਤਾਂ ਆਪਾਂ ਇਸ ਮੁੱਦੇ ਤੇ ਗੱਲ ਕਰ ਲਈ। ਤੁਸੀਂ ਇਸ ਕਾਨੂੰਨ ਦੀਆਂ ਹੋਰ ਚੀਜ਼ਾਂ ਵੀ ਲੈ ਕੇ ਆਇਓ, ਸਾਡੇ ਚੈਨਲ ਰਾਹੀਂ ਆਪਾਂ ਲੋਕਾਂ ਤੱਕ ਪਹੁੰਚਾਵਾਂਗੇ। ਤੇ ਦੋਸਤੋ, ਇਹ ਅਮਨਦੀਪ ਜੀ ਸੀਗੇ ਜਿਨ੍ਹਾਂ ਨੇ ਆਪਾਂ ਨੂੰ ਦੱਸਿਆ ਹੈਗਾ ਕਿ ਇਹ ਐਕਟ ਆਮ ਲੋਕਾਂ ਲਈ ਕਿੰਨਾ ਖਤਰਨਾਕ ਹੈਗਾ। ਦੋਸਤੋ, ਜਿਹੜੇ ਕਿਸਾਨ ਨੇ ਕਮਲੇ ਨਹੀਂ ਹੈਗੇ, ਉਹ ਤੁਹਾਡੇ ਹੱਕਾਂ ਦੀ ਲੜਾਈ ਲੜ ਰਹੇ ਨੇ, ਤੁਸੀਂ ਉਹਨਾਂ ਦੀ ਮੈਕਸਿਮਮ ਸਪੋਰਟ ਕਰੋ। ਉਹ ਆਪਣੇ ਲਈ ਲੜ ਰਹੇ ਨੇ। ਕਿਸਾਨ ਆਪਣੀ ਜ਼ਮੀਨ ਤੇ ਆਪਦੇ ਜ਼ਮੀਰ, ਲੋਕਾਂ ਦੇ ਜ਼ਮੀਰ ਦੀ ਲੜਾਈ ਲੜ ਰਹੇ ਨੇ। ਇਹਨੂੰ ਆਪਾਂ ਜਿੰਨੀ ਸਪੋਰਟ ਕਰਾਂਗੇ ਉਨਾ ਹੀ ਆਪਣਾ ਫਾਇਦਾ ਹੋਣਾ। ਆਪਾਂ ਆਪਣੀਆਂ ਪੀੜ੍ਹੀਆਂ ਨੂੰ ਅੱਗੇ ਕੀ ਦੇ ਕੇ ਜਾ ਰਹੇ ਹਾਂ? ਬਾਬੂਆਂ ਦਾ ਰਾਜ, ਵਪਾਰੀਆਂ ਦਾ ਰਾਜ ਜਾਂ ਆਮ ਜਨਤਾ ਦਾ ਰਾਜ? ਇਹ ਤੈਅ ਤੁਹਾਨੂੰ ਕਰਨਾ ਹੈ। ਸਤਿ ਸ਼੍ਰੀ ਅਕਾਲ। ਦੇ ਵਿੱਚ ਜੋ ਸਮੱਸਿਆਵਾਂ ਦੀ ਘਾਟ ਹੈ, ਇੱਥੇ ਆਮ ਤੌਰ ਤੇ ਸ਼ਹਿਰ ਦੇ ਵਿੱਚ, ਸੰਗਰੂਰ ਦੇ ਵਿੱਚ ਲੋਕਾਂ ਦੇ ਵਿੱਚ ਮਸ਼ਹੂਰ ਹੈ ਵੀ ਇਹ ਰੈਫਰਿੰਗ ਹਸਪੀਟਲ ਕੀ ਸੀਗੀ, ਆਪਾਂ ਇਹ ਨਹੀਂ ਕਹਿੰਦੇ ਕਿ ਕਿਉਂ ਦਿੱਤੀ ਜਾਂ ਦਿੱਤੀ, ਉਹ ਦੇ ਦਿੰਦੇ ਕਿ ਲਿੰਕ। ਜੇ ਕੈਂਸਰ ਹਸਪੀਟਲ ਬਣਾਉਣਾ ਹੀ ਸੀਗਾ, ਵੈਸੇ ਪ੍ਰਾਈਵੇਟ ਹਸਪੀਟਲ ਹੈ, ਇਹਨਾਂ ਨੇ ਆਪਣੀ ਸਰਕਾਰੀ ਹਸਪੀਟਲ ਦੀ ਜਗ੍ਹਾ ਪ੍ਰਾਈਵੇਟ ਹਸਪੀਟਲ ਕਿਉਂ ਦਿੱਤੀ? ਇਹਦੇ ਪਿੱਛੇ ਕੀ ਕਾਰਨ ਹੈ? ਜਾਂ ਕੋਈ ਤੁਸੀਂ ਦੇਖੋਗੇ, ਕਦੇ ਵੀ ਦੇਖੋ ਤੁਸੀਂ, ਮੰਤਰੀ ਆਊਗਾ ਤਾਂ ਕੈਂਸਰ ਹਸਪੀਟਲ, ਕੋਈ ਚੀਫ ਮਿਨਿਸਟਰ ਆਊਗਾ ਤਾਂ ਕੈਂਸਰ ਹਸਪੀਟਲ। ਮਤਲਬ ਜੇ ਆਪਾਂ ਬੇਸਿਕਲੀ ਸੰਗਰੂਰ ਦੀ ਗੱਲ ਕਰੀਏ, ਐਡੀ ਡਿਜ਼ੀਜ਼ ਸੰਗਰੂਰ ਦੇ ਵਿੱਚ ਤਾਂ ਨਹੀਂ ਹੈਗੀ। ਇਹਨਾਂ ਦਾ ਕੀ ਇੰਟਰਸਟ ਹੈ ਜਾਂ ਕੀ ਸਰਕਾਰਾਂ ਦਾ ਉਹ ਹੈ, ਇਹ ਵੀ ਨਹੀਂ ਪਤਾ ਵੀ ਉਹਨਾਂ ਦਾ ਮਤਲਬ ਕਿ ਜਦੋਂ ਹੋਮੀ ਭਾਬਾ ਹਸਪੀਟਲ ਵਾਲਿਆਂ ਨੇ, ਉਹਨਾਂ ਨੇ ਆਪਣੀ ਕੈਂਸਰ ਹਸਪੀਟਲ ਵਾਲੇ ਜਗ੍ਹਾ ਦਿੱਤੀ ਹੈ, ਪਤਾ ਨਹੀਂ ਕੀ ਇਹਨਾਂ ਦਾ ਇੰਟਰਸਟ ਸੀ, ਕੀ ਕਿਉਂ ਦਿੱਤੀ। ਹਾਲਾਂਕਿ ਸਰਕਾਰੀ ਹਸਪੀਟਲ ਦੇ ਵਿੱਚ ਇੰਨੀਆਂ ਕਮੀਆਂ ਨੇ, ਜਿਵੇਂ ICU ਨਹੀਂ ਹੈ, CT ਸਕੈਨ ਨਹੀਂ ਹੈ, ਜਿਹੜੇ ਲੋਕ ਬਾਹਰੋਂ ਕਰਵਾਉਂਦੇ ਨੇ। ਇੱਕ ਗਰੀਬ ਬੰਦਾ ਮਤਲਬ ਕਿ 2-2000 ਰੁਪਏ ਦਾ, 2500 ਰੁਪਏ ਦਾ, ਵਿੱਚੋਂ 900 ਰੁਪਏ ਡਾਕਟਰਾਂ ਨੂੰ ਕਮਿਸ਼ਨ ਦੇ। ਵੌਇਸ ਆਫ ਤੋਂ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡਾ ਆਪਣਾ ਸਚਿਨ। ਦੋਸਤੋ, ਪਹਿਲਾਂ ਤਾਂ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਕਿ ਅਸੀਂ ਅੱਜ ਲਾਈਵ ਦੀ ਗੱਲ ਕੀਤੀ ਸੀਗੀ, ਕੋਈ ਟੈਕਨੀਕਲ ਪ੍ਰੋਬਲਮਸ ਆ ਗਿਆ ਤਾਂ ਅਸੀਂ ਲਾਈਵ ਨਹੀਂ ਕਰ ਸਕੇ, ਮਗਰ ਤੁਸੀਂ ਸਾਨੂੰ ਕਮੈਂਟ ਕਰਿਓ, ਅਸੀਂ ਤੁਹਾਡੇ ਜਵਾਬ ਜ਼ਰੂਰ ਦੇਵਾਂਗੇ। ਦੂਜੀ ਗੱਲ, ਅੱਜ ਤੁਹਾਨੂੰ ਵਧਾਈ ਹੈ, ਸਾਡਾ ਜਿਹੜਾ ਸਿਵਲ ਹਸਪੀਟਲ ਹੈ ਅੱਜ ਉਹਨੂੰ ਬਣੇ ਨੂੰ ਪੂਰੇ 100 ਸਾਲ ਹੋ ਗਏ ਨੇ, ਇਸ ਲਈ ਸਾਰੇ ਸੰਗਰੂਰ ਵਾਸੀਆਂ ਨੂੰ ਵਧਾਈ ਹੈ। ਅੱਜ ਆਪਣਾ ਮੁੱਦਾ ਵੀ ਸਿਵਲ ਹਸਪੀਟਲ ਤੇ ਹੈ। ਸਿਵਲ ਹਸਪੀਟਲ ਦੀ ਜਗ੍ਹਾ ਲਗਾਤਾਰ ਘਟ ਰਹੀ ਹੈ, ਫੈਸਿਲਿਟੀਜ਼ ਦੀ ਕਮੀ ਹੋ ਰਹੀ ਹੈ। ਇਸ ਉੱਤੇ ਸਾਡੇ ਨਾਲ ਗੱਲ ਕਰਨ ਲਈ ਅੱਜ ਸਤਿੰਦਰ ਸੈਣੀ ਜੀ ਆਏ ਨੇ, ਜੋ ਸਮਾਜ ਸੇਵਕ ਨੇ ਤੇ ਪਿਛਲੇ ਲੰਬੇ ਸਮੇਂ ਤੋਂ ਸਿਵਲ ਹਸਪੀਟਲ ਦੇ ਵਿੱਚ ਜੋ ਕਮੀਆਂ ਨੂੰ ਉਹਨੂੰ ਉਜਾਗਰ ਕਰਦੇ ਰਹੇ ਨੇ। ਉਹਨਾਂ ਨਾਲ ਗੱਲ ਕਰਦੇ ਆਪਾਂ। ਸੈਣੀ ਜੀ, ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸੈਣੀ ਜੀ, ਆਪਾਂ ਗੱਲ ਇੱਥੇ ਸ਼ੁਰੂ ਕਰਾਂਗੇ। ਪਹਿਲਾਂ ਤਾਂ 100 ਸਾਲ ਹੋ ਗਏ ਸਿਵਲ ਹਸਪੀਟਲ ਨੂੰ। ਬਹੁਤ ਇਤਿਹਾਸਕ ਬਿਲਡਿੰਗ ਹੈ ਜੋ। ਹਾਂ, ਇਤਿਹਾਸਿਕ ਬਿਲਡਿੰਗ ਹੋ ਗਈ ਜੀ। ਤੇ ਇੱਕ ਅੱਜ ਆਪਾਂ ਗੱਲ ਕਰਨੀ ਹੈ ਕਿ ਸੰਗਰੂਰ ਦੇ ਵਿੱਚ ਸਿਵਲ ਹਸਪੀਟਲ ਦਾ ਤੁਸੀਂ ਹਮੇਸ਼ਾ ਮੁੱਦਾ ਚੱਕਦੇ ਰਹੇ ਹੋ ਕਿ ਉੱਥੇ ਕਮੀਆਂ ਦੀ ਪ੍ਰੋਬਲਮ ਹੈ, ਮਤਲਬ ਡਾਕਟਰਸ ਦੀ ਕਮੀ ਹੈ, ਜਾਂ ਮਤਲਬ ਐਕਚੁਅਲੀ ਨਾਮ ਹੀ ਦਿੱਤਾ ਗਿਆ ਸੰਗਰੂਰ ਸਿਵਲ ਹਸਪੀਟਲ, ਰੈਫਰ ਹਸਪੀਟਲ। ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਸਚਿਨ ਜੀ, ਪਹਿਲਾਂ ਤਾਂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਵੌਇਸ ਆਫ ਟਰੂਥ ਰਾਹੀਂ ਜੋ
ਸ਼ਹਿਰ ਦੇ ਸੰਗਰੂਰ ਦੀਆਂ ਸਮੱਸਿਆਵਾਂ ਜੋ ਇੱਦਾਂ ਦੇ ਹੋਰ ਮੁੱਦੇ ਜੋ ਉਜਾਗਰ ਕਰਦੇ ਰਹਿੰਦੇ ਹੋ, ਤੇ ਧੰਨਵਾਦ ਹੈ ਤੁਹਾਡਾ ਬਹੁਤ ਬਹੁਤ। ਪਹਿਲੀ ਗੱਲ ਇਹ ਹੈ ਵੀ ਸਿਵਲ ਹਸਪੀਟਲ ਸੰਗਰੂਰ ਦੇ ਵਿੱਚ ਜੋ ਸਮੱਸਿਆਵਾਂ ਦੀ ਘਾਟ ਹੈ, ਇੱਥੇ ਆਮ ਤੌਰ ਤੇ ਸ਼ਹਿਰ ਦੇ ਵਿੱਚ ਸੰਗਰੂਰ ਦੇ ਵਿੱਚ ਲੋਕਾਂ ਦੇ ਵਿੱਚ ਮਸ਼ਹੂਰ ਹੈ ਵੀ ਇਹ ਰੈਫਰਿੰਗ ਹਸਪੀਟਲ ਹੈ ਜੀ। ਦੂਜੀ ਗੱਲ ਇਹ ਹੈ ਵੀ ਜੋ ਅਸੀਂ ਆਪਦੇ ਅੱਖੀਂ ਦੇਖਿਆ ਹੈ, ਤੁਸੀਂ ਇੱਕਦਮ ਕਿਸੇ ਪੇਸ਼ੈਂਟ ਨੂੰ ਲੈ ਜਾਓ, ਪਹਿਲਾਂ ਕੀ ਹੁੰਦਾ ਸੀ, ਜ਼ਿਆਦਾਤਰ ਇੱਥੇ ਇਹੀ ਹੁੰਦਾ ਰਿਹਾ ਹੈ, ਦਵਾਈਆਂ ਵਾਲੇ ਜਾਂ ਲੈਬੋਰਟਰੀ ਵਾਲੇ, ਈਵਨ ਐਕਸਰੇ ਮਤਲਬ ਕਿ ਜੋ ਇੰਜੈਕਸ਼ਨ ਲਾਉਂਦੇ ਨੇ ਜਾਂ ਉੱਥੇ ECG ਵਗੈਰਾ ਕਰਦੇ ਨੇ, ਉਹ ਲੋਕ ਜਿਨ੍ਹਾਂ ਨੂੰ ਮਤਲਬ ਕਿ ਜਦੋਂ ਗਲੂਕੋਜ਼ ਵੀ ਲਾਉਣਾ ਹੁੰਦਾ, ਡ੍ਰਿਪ ਲਾਉਣਾ ਹੁੰਦਾ, ਉਹਨੂੰ ਨਬਜ਼ ਨਹੀਂ ਮਤਲਬ ਅੱਧਾ ਘੰਟਾ ਉਹਨੂੰ ਲੱਭਦੀ। ਇਹ ਸਾਡੇ ਨਾਲ ਖੁਦ ਹੋਇਆ, ਅਸੀਂ ਆਪ ਵਾਪਰਿਆ, ਸਾਡੇ ਨਾਲ ਵਾਪਰਿਆ, ਮਤਲਬ ਕਿ ਅਸੀਂ ਆਪ ਦੇਖਿਆ ਵੀ ਇਹਨਾਂ ਤੋਂ ਮਤਲਬ ਕਿ ਇਹਨਾਂ ਕੋਲੇ ਪ੍ਰੋਪਰ ਨਾ ਨਰਸਾਂ ਸੀ ਨਾ ਕੁਝ ਹੋਰ ਸੀ। ਤੁਸੀਂ ਪਿੱਛੇ ਜੇ ਇੱਕ ਮੁੱਦਾ ਚੱਕਿਆ ਸੀਗਾ ਧਾਗੇ ਨੂੰ ਲੈ ਕੇ ਕਿ ਸਿਵਲ ਹਸਪੀਟਲ ਦੇ ਐਮਰਜੈਂਸੀ 'ਚ ਧਾਗਾ ਨਹੀਂ, ਉਹ ਕੀ ਮੁੱਦਾ ਸੀ? ਦੇਖੋ, ਧਾਗੇ ਨੂੰ ਦੇ ਵਿੱਚ ਮੈਂ ਇੱਥੋਂ ਸੁਨਾਮ ਰੋਡ ਤੇ ਲੰਘ ਰਿਹਾ ਸੀ, ਇੱਕ ਰਸਤੇ ਦੇ ਵਿੱਚ ਪੇਸ਼ੈਂਟ ਪਿਆ ਸੀਗਾ ਤੇ ਉਹ ਤੜਫ ਰਿਹਾ ਸੀ, ਬਲੀਡਿੰਗ ਉਹਦੇ ਹੋ ਰਹੀ ਸੀਗੀ, ਤੇ ਇੱਕਦਮ ਇਮੀਡੀਏਟ ਅਸੀਂ ਕਿਸੇ ਨੂੰ ਦੇਖਿਆ ਜਾਂ ਹੋਰ ਇੱਕਦਮ 111 ਤੇ ਐਂਬੂਲੈਂਸ ਨੂੰ ਫੋਨ ਵੀ ਕੀਤਾ, ਤੇ ਪਰ ਉਹਨੂੰ ਟਾਈਮ ਲੱਗ ਰਿਹਾ ਸੀ। ਸਾਨੂੰ ਤਾਂ ਇਹ ਸੀ ਵੀ 1-2 ਮਿੰਟ ਬਚਾ ਕੇ ਇਸ ਪੇਸ਼ੈਂਟ ਨੂੰ ਆਪਣੇ ਹਸਪੀਟਲ ਲੈ ਕੇ ਜਾਈਏ, ਇਹਦੀ ਜਾਨ ਨਾ ਚਲੀ ਜਾਵੇ ਜਾਂ ਕੋਈ ਹੋਰ ਜ਼ਿਆਦਾ ਕੋਈ ਵੱਡਾ ਉਹ ਨਾ ਹੋ ਜੇ। ਉੱਥੇ ਜਾ ਕੇ ਜਦੋਂ ਦੇਖਿਆ ਤਾਂ ਇਹਨਾਂ ਨੇ ਕੀ ਕੀਤਾ, ਇਹਨਾਂ ਕੋਲ ਇੱਕ ਜਿਹੜੇ ਨਾਲ ਸਾਡੇ ਕੋਲ ਬੰਦਾ ਸੀ ਉਹਨੂੰ ਪਰਚੀ ਫੜਾਤੀ, 150 ਰੁਪਏ ਦਾ ਧਾਗਾ ਦੇ ਕੇ 2 ਇੰਜੈਕਸ਼ਨ ਸੀਗੇ ਵੀ ਤੁਸੀਂ ਲੈ ਕੇ ਆਓ ਬਾਹਰੋਂ। ਐਮਰਜੈਂਸੀ ਧਾਗਾ ਵੀ ਨਹੀਂ ਸੀ? ਧਾਗਾ ਨਹੀਂ ਸੀਗਾ। ਅੱਛਾ ਜੀ, ਅੱਗੇ ਫਿਰ ਕੀ ਹੋਇਆ? ਧਾਗਾ ਨਹੀਂ ਸੀ ਤਾਂ ਤੁਸੀਂ ਦੇਖੋ ਵੀ ਜਿੱਥੇ ਦਾ ਅਸੀਂ 1-2 ਮਿੰਟ ਬਚਾ ਰਹੇ ਸੀ, ਉੱਥੇ ਅੱਧਾ ਘੰਟਾ ਉਸ ਪ੍ਰੋਸੈਸ ਨੂੰ ਲੱਗ ਗਿਆ। ਧਾਗਾ ਮੰਗਵਾਇਆ ਇਹਨਾਂ ਨੇ, ਦਵਾਈ ਮੰਗਾਈ, ਜਿਹੜੀ ਬੇਸਿਕ ਇਹਨਾਂ ਦੀ ਇੱਕ ਧਾਗਾ ਗੱਲ ਹੈ। ਫਿਰ ਜਿਹੜਾ ਬੰਦਾ ਚਲੋ ਅਸੀਂ ਲੈ ਕੇ ਗਏ ਸੀਗੇ, ਇੱਕ ਆਮ ਬੰਦਾ ਕਿਸੇ ਪੇਸ਼ੈਂਟ ਨੂੰ ਕਿਉਂ ਚੱਕ ਕੇ ਲੈ ਕੇ ਜਾਊਗਾ? ਜੇ ਚੱਕ ਕੇ ਲੈ ਕੇ ਜਾਊਗਾ ਤਾਂ ਉਹਨੂੰ 150 ਰੁਪਏ ਦੀ ਪਰਚੀ ਫੜਾ ਦਿੰਦੇ ਨੇ, ਉਹ 150 ਰੁਪਏ ਕਿਉਂ ਲਾਊਗਾ? ਜੇ ਇਹਨਾਂ ਨਾਲ ਕੋਈ ਬਹਿਸ ਕਰੂਗਾ ਤਾਂ ਉਹਦੇ ਵਿਰੁੱਧ ਕਾਰਵਾਈ ਕਰਵਾ ਦਿੰਦੇ ਨੇ। ਤੇ ਚਲੋ ਇੱਕ ਹੋਰ ਸੰਗਰੂਰ ਸਿਵਲ ਹਸਪੀਟਲ ਦੇ ਵਿੱਚ ਬੜਾ ਵੱਡਾ ਮੁੱਦਾ ਚੱਲ ਰਿਹਾ ਕਿ ਸੰਗਰੂਰ ਸਿਵਲ ਹਸਪੀਟਲ ਦੇ ਵਿੱਚ ਜਗ੍ਹਾ ਘਟਾਈ ਜਾ ਰਹੀ ਹੈ ਤੇ ਕੈਂਸਰ ਹਸਪੀਟਲ ਨੂੰ ਦਿੱਤਾ ਜਾ ਰਿਹਾ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਤੁਸੀਂ ਦੇਖੋ ਕਿੰਨੀ ਵੱਡੀ ਮਤਲਬ ਕਿ ਸੰਗਰੂਰ ਸ਼ਹਿਰ ਨਾਲ ਟ੍ਰੈਜਡੀ ਹੋ ਰਹੀ ਹੈ ਇੱਕ ਤਰੀਕੇ ਨਾਲ। ਇਹਨਾਂ ਨੇ ਸਰਕਾਰਾਂ ਨੇ ਜੇ ਕੈਂਸਰ ਹਸਪੀਟਲ ਬਣਾਉਣਾ ਹੀ ਸੀਗਾ, ਵੈਸੇ ਪ੍ਰਾਈਵੇਟ ਹਸਪੀਟਲ ਹੈ, ਇਹਨਾਂ ਨੇ ਆਪਣੀ ਸਰਕਾਰੀ ਹਸਪੀਟਲ ਦੀ ਜਗ੍ਹਾ ਪ੍ਰਾਈਵੇਟ ਹਸਪੀਟਲ ਕਿਉਂ ਦਿੱਤੀ? ਇਹ ਵੀ ਇੱਕ ਕੁਐਸਚਨ ਹੈ। ਨਹੀਂ ਚਲੋ ਜੇ ਦੇਤੀ ਸੀਗੀ, ਆਪਾਂ ਇਹ ਨਹੀਂ ਕਹਿੰਦੇ ਕਿ ਕਿਉਂ ਦਿੱਤੀ ਜਾਂ ਦੇਤੀ, ਉਹ ਦੇ ਦਿੰਦੇ ਕਿ ਲਿਮਟਿਡ ਦੇਣੀ। ਹੁਣ ਕੀ ਹੋ ਗਿਆ ਉੱਥੇ ਕਿ ਇਹਨਾਂ ਜਗ੍ਹਾ ਰੋਕੀ ਜਾ ਰਹੀ ਹੈ? ਤੁਸੀਂ ਦੇਖੋ ਵੀ 95% ਕੈਂਸਰ ਦੇ ਇਲਾਜ ਵਾਲੇ ਜਿਹੜੇ ਪੇਸ਼ੈਂਟ ਆਉਂਦੇ ਆ ਬਾਹਰੋਂ ਆਉਂਦੇ ਆ ਜੀ, ਬਿਲਕੁਲ ਦੂਰੋਂ ਆਉਂਦੇ ਆ। ਉਹ ਇੱਥੋਂ 10-12 ਕਿਲੋਮੀਟਰ ਬਾਹਰ ਵੀ ਜਾ ਸਕਦੇ ਸੀ। ਜਿਹੜਾ ਬੰਦਾ ਕਾਰ 'ਚ ਆਉਂਦਾ ਵਾ 10-12 ਕਿਲੋਮੀਟਰ, ਜਿਹੜਾ ਸਰਕਾਰੀ ਹਸਪੀਟਲ ਆ, ਜਿਹੜੀ ਬੇਸਿਕ ਸਹੂਲਤਾਂ ਨੇ, ਸਰਕਾਰ ਦਾ ਪਹਿਲਾ ਮੁੱਢਲਾ ਜਿਹੜਾ ਫਰਜ਼ ਹੈ ਐਜੂਕੇਸ਼ਨ ਤੇ ਹੈਲਥ, ਜਿਹੜਾ ਸਰਕਾਰਾਂ ਪ੍ਰਚਾਰ ਵੀ ਕਰਦੀਆਂ ਨੇ। ਤੇ ਸੰਗਰੂਰ ਸ਼ਹਿਰ ਦੇ ਵਿੱਚ ਹਸਪੀਟਲ ਦੇ ਬਿਲਕੁਲ ਸੈਂਟਰ ਦੇ ਵਿੱਚ ਹੈ। ਉਹ ਗਰੀਬ ਬਸਤੀਆਂ ਨੇ, ਸੁੰਦਰ ਬਸਤੀ ਹੈ, ਘੁਮਿਆਰ ਬਸਤੀ ਹੈ, ਹੋਰ ਸਾਰੀਆਂ ਬਸਤੀਆਂ ਨੇ ਜਿੱਥੇ ਲੋਕ ਸਕੂਟਰ ਹਰ ਇੱਕ ਬੰਦੇ ਦੀ ਵੀ ਗੱਲ ਕਰਦੇ ਆ, ਗਰੀਬ ਲੋਕਾਂ ਦੀ ਸਹੂਲਤ ਲਈ ਇਹ ਹਸਪੀਟਲ ਬਣਿਆ ਹੈਗਾ, ਉੱਥੇ ਆ ਸਕਦਾ ਹੈਗਾ। ਹੁਣ ਇਹ ਗੱਲ ਇਹ ਵੀ ਚੱਲ ਰਹੀ ਹੈ ਵੀ ਇਹ ਹਸਪੀਟਲ ਕਿਤੇ ਹੋਰ ਸ਼ਿਫਟ ਹੋ ਰਿਹਾ ਹੈਗਾ, 2-4-5 ਸਾਲਾਂ ਦੇ ਵਿੱਚ ਸ਼ਿਫਟ ਹੋ ਰਿਹਾ, ਤਾਂ ਇੱਕ ਜਿਹੜਾ ਸੁੰਦਰ ਬਸਤੀ ਦੇ ਜਾਂ ਘੁਮਿਆਰ ਬਸਤੀ ਦੇ ਜਾਂ ਗਰੀਬ ਬੰਦਾ ਸਾਈਕਲ ਤੇ ਜਾਂ ਪੈਦਲ ਉਹ ਕਿਵੇਂ ਦੂਰ ਜਾਊਗਾ? ਚਰਚਾ ਤਾਂ ਚੱਲ ਰਹੀ ਹੈ ਨਾ ਕਿਉਂਕਿ ਜਗ੍ਹਾ ਹੀ ਬੜੀ ਘੱਟ ਕਰਤੀ ਹੈ ਸਿਵਲ ਹਸਪੀਟਲ ਦੀ। ਤੁਸੀਂ ਦੇਖੋ ਵੀ ਤਕਰੀਬਨ ਡਾਕਟਰਾਂ ਦੇ ਸਾਰੇ ਜਿਹੜੇ ਰਹਿائش ਆ ਉਹ ਉਹਨਾਂ ਦੇ ਮਕਾਨ ਢਾਹਤੇ, ਉੱਥੋਂ ਡਾਕਟਰਾਂ ਦੇ ਮਕਾਨ, ਠੀਕ ਹੈ ਹਾਂ, ਜੀ, ਸਾਰੇ ਉਹ ਢਾਹਤੇ ਤੇ ਮਤਲਬ ਕਿ ਟੀਵੀ ਜਿੱਥੇ ਹਸਪੀਟਲ ਸੀ ਉਹਦੀ ਉੱਥੇ ਵੀ ਇਹਨਾਂ ਦੀ ਬਿਲਡਿੰਗ ਬਣ ਰਹੀ ਹੈ ਜੀ। ਤਕਰੀਬਨ ਇਹਨਾਂ ਦਾ ਸਾਰਾ ਮਤਲਬ ਕਿ ਇਹਨਾਂ ਨੇ ਏਰੀਆ ਉਹਨਾਂ ਦਾ ਸਰਕਾਰੀ ਹਸਪੀਟਲ ਦਾ ਕਵਰ ਕਰ ਲਿਆ ਜੀ, ਕੈਂਸਰ ਹਸਪੀਟਲ ਵਾਲਿਆਂ ਨੇ। ਕੈਂਸਰ ਹਸਪੀਟਲ ਵਾਲੇ ਤੇ ਪਤਾ ਨਹੀਂ ਇਹਦੇ ਪਿੱਛੇ ਕੀ ਕਾਰਨ ਆ, ਜਾਂ ਕੋਈ ਤੁਸੀਂ ਦੇਖੋਗੇ, ਕਦੇ ਵੀ ਦੇਖੋ ਤੁਸੀਂ, ਮੰਤਰੀ ਆਊਗਾ ਤਾਂ ਕੈਂਸਰ ਹਸਪੀਟਲ, ਕੋਈ ਚੀਫ ਮਿਨਿਸਟਰ ਆਊਗਾ ਤਾਂ ਕੈਂਸਰ ਹਸਪੀਟਲ। ਐਡਾ ਕੈਂਸਰ ਮਤਲਬ ਜੇ ਆਪਾਂ ਬੇਸਿਕਲੀ ਸੰਗਰੂਰ ਦੀ ਗੱਲ ਕਰੀਏ, ਐਡੀ ਡਿਜ਼ੀਜ਼ ਸੰਗਰੂਰ ਦੇ ਵਿੱਚ ਤਾਂ ਨਹੀਂ ਹੈਗੀ। ਜੇ ਆਪਾਂ ਸੰਗਰੂਰ ਦੇ ਵਿੱਚ ਹਸਪੀਟਲ ਦੀ OPD ਦੀ ਗੱਲ ਕਰੀਏ ਤਾਂ ਹਜ਼ਾਰਾਂ ਦੇ ਵਿੱਚ OPD ਹੁੰਦੀ ਹੈ ਸੰਗਰੂਰ ਦੀ ਡੇਲੀ। ਜੇ ਆਮ ਕੋਈ ਕੰਨ ਦਾ ਵੀ ਮਰੀਜ਼ ਹੋ ਜਾਂਦਾ ਹੈ, ਗਲੇ ਦਾ, ਹੋਰ ਮਰੀਜ਼ ਆ ਜਾਂਦੇ ਨੇ, ਸਿੰਪਲ ਛੋਟੀ ਬਿਮਾਰੀਆਂ ਦੀ, ਤੇ ਕੈਂਸਰ ਦੇ ਗਿਣਵੇਂ ਚੁਣਵੇਂ ਮਰੀਜ਼ ਨੇ, ਤਾਂ ਉਹਨਾਂ ਨੂੰ ਐਂ ਕਿਉਂ ਕੀਤਾ ਜਾ ਰਿਹਾ? ਪਤਾ ਨਹੀਂ ਇਹਨਾਂ ਦਾ ਕੀ ਇੰਟਰਸਟ ਹੈ ਜਾਂ ਕੀ ਸਰਕਾਰਾਂ ਦਾ ਉਹ ਹੈ, ਇਹ ਵੀ ਨਹੀਂ ਪਤਾ ਵੀ ਉਹਨਾਂ ਦਾ ਮਤਲਬ ਕਿ ਜਦੋਂ ਹੋਮੀ ਭਾਬਾ ਹਸਪੀਟਲ ਵਾਲਿਆਂ ਨੇ ਆਪਣੀ ਕੈਂਸਰ ਹਸਪੀਟਲ ਵਾਲੇ ਜਗ੍ਹਾ ਦਿੱਤੀ ਹੈ, ਪਤਾ ਨਹੀਂ ਕੀ ਇਹਨਾਂ ਦਾ ਇੰਟਰਸਟ ਸੀ, ਕੀ ਕਿਉਂ ਦੇਤੀ ਇਹ। ਹਾਲਾਂਕਿ ਸਰਕਾਰੀ ਹਸਪੀਟਲ ਦੇ ਵਿੱਚ ਇੰਨੀਆਂ ਕਮੀਆਂ ਨੇ, ਜਿਵੇਂ ICU ਨਹੀਂ ਹੈ, CT ਸਕੈਨ ਨਹੀਂ ਹੈ, ਜਿਹੜੇ ਲੋਕ ਬਾਹਰੋਂ ਕਰਵਾਉਂਦੇ ਨੇ। ਇੱਕ ਗਰੀਬ ਬੰਦਾ ਮਤਲਬ ਕਿ 2-2000 ਰੁਪਏ ਦਾ, 2500 ਰੁਪਏ ਦਾ, ਵਿੱਚੋਂ 900 ਰੁਪਏ ਡਾਕਟਰਾਂ ਨੂੰ ਕਮਿਸ਼ਨ ਦੇ ਕੇ ਮਤਲਬ ਕਿ ਲੁੱਟ ਹੋ ਰਹੀ ਹੈ ਉੱਥੇ, ਤਾਂ ਉਹ ਸਹੂਲਤਾਂ ਤੁਸੀਂ ਪੂਰੇ ਨਹੀਂ ਕਰ ਰਹੇ। ਕੈਂਸਰ ਹਸਪੀਟਲ ਨੂੰ ਸਾਰੀ ਆਪਣੀ ਮਤਲਬ ਕਿ ਹਸਪੀਟਲ ਹੀ ਸੰਭਾਲਦਾ, ਸਰਕਾਰੀ ਹਸਪੀਟਲ ਆ ਜਿਹੜਾ,
ਨੋਬਲ ਹੈਲਪਿੰਗ ਹੈਂਡ ਫਾਊਂਡੇਸ਼ਨ ਇਸ ਮੁੱਦੇ ਤੇ ਕੀ ਕਰ ਰਹੀ ਹੈ? ਅਸੀਂ ਨੋਬਲ ਹੈਲਪਿੰਗ ਹੈਂਡ ਫਾਊਂਡੇਸ਼ਨ ਵੱਲੋਂ ਪਹਿਲਾਂ ਵੀ ਇਸ ਤਰੀਕੇ ਦੇ ਗੱਲਾਂ ਅਸੀਂ ਮਿਲ ਕੇ ਸਾਡਾ ਇਹ ਵੀ ਅਸੀਂ ਜਿਹੜੇ ਮੁੱਦੇ ਨੇ ਤੁਹਾਡੇ ਜ਼ਰੀਏ ਅਸੀਂ ਲੋਕਾਂ ਦੇ ਵਿੱਚ, ਪ੍ਰਸ਼ਾਸਨ ਦੇ ਵਿੱਚ, ਸਰਕਾਰ ਤੱਕ ਪਹੁੰਚਾਉਂਦੇ ਹਾਂ। ਬਾਕੀ ਦੇਖੋ ਅਸੀਂ ਹਰ ਗੱਲ ਦੇ ਉੱਪਰ ਬੋਲਦੇ ਹਾਂ, ਕਰਦੇ ਹਾਂ। ਫਿਰ ਡੀਸੀ ਸਾਹਿਬ ਨੂੰ ਵੀ, ਅਸੀਂ ਸਰਕਾਰ ਨੂੰ ਵੀ ਇਹਦੇ ਸੰਬੰਧ 'ਚ ਅਸੀਂ ਪਿੱਛੇ ਜੇ ਮੰਤਰੀ ਸਾਹਿਬ ਨੂੰ ਵੀ ਮਿਲੇ ਸੀਗੇ, ਹੈਲਥ ਮਿਨਿਸਟਰ ਨੂੰ, ਤੇ ਪਰ ਉਹਦੇ ਵੱਲ ਵੀ ਇਹਨਾਂ ਦਾ ਕੋਈ ਧਿਆਨ ਨਹੀਂ ਹੈ। ਫਿਰ ਤੁਹਾਡਾ ਅਗਲਾ ਸਟੈਪ ਕੀ ਹੋਊਗਾ ਤੁਹਾਡੇ ਮਨ ਦੇ ਵਿੱਚ? ਚਲੋ ਹੁਣ ਲੋਕ ਬੜੇ ਪਰੇਸ਼ਾਨ ਨੇ, ਸਿਵਲ ਹਸਪੀਟਲ ਦੀਆਂ ਜਿਹੜੀਆਂ ਸੁਵਿਧਾਵਾਂ ਘਟਾਈਆਂ ਜਾ ਰਹੀਆਂ ਨੇ, ਇਹਨੂੰ ਲੈ ਕੇ ਤੁਹਾਡਾ ਅਗਲੀ ਰਣਨੀਤੀ ਕੁਝ ਬਣੀ ਉਹ ਜਿਹੜੀ ਸਰੂਰ ਦੀ ਹਸਪੀਟਲ ਦੀ ਇਤਿਹਾਸਕ ਬਿਲਡਿੰਗ ਹੈ, ਇਹਨੂੰ ਬਚਾਉਣ ਦੀ ਲੋੜ ਹੈ। ਇਹ ਤਾਂ ਪਹਿਲਾਂ ਇਹ ਵੀ ਗੱਲ ਚੱਲੀ ਸੀ ਕਿ ਬਿਲਡਿੰਗ ਢਾਣ ਦੀ ਵੀ ਗੱਲਾਂ ਚੱਲ ਰਹੀਆਂ ਨੇ ਤੇ 100 ਸਾਲ ਪੂਰੇ ਹੋ ਗਏ ਜੀ। ਦੇਖੋ ਤੁਸੀਂ ਦੇਖੋਗੇ ਜੀ, ਅੱਜ ਵੀ ਜਿਹੜੀ 100 ਸਾਲ ਪੁਰਾਣੀ ਬਿਲਡਿੰਗ ਹੈ ਉਹ ਲੈਵਲ ਤੇ ਉਹਦਾ ਕਿੰਨਾ ਵਧੀਆ ਹੈਗਾ। ਜੇ ਤੁਸੀਂ ਪੁਰਾਣੀ ਨਵੀਂ ਬਿਲਡਿੰਗ ਬਾਅਦ ਵਾਲੀ ਦੇਖੋ, ਹਸਪੀਟਲ ਵਾਲੀ ਬਣੀ ਵੀ, ਉਹਦੇ ਅੰਦਰ ਪਾਣੀ ਚਲਾ ਜਾਂਦਾ ਹੈ। ਤੇ ਇਹਨੂੰ ਸਾਰੇ ਸ਼ਹਿਰ ਨੂੰ, ਸਰੂਰ ਨਿਵਾਸੀਆਂ ਨੂੰ, ਸਾਰੇ ਜੋ ਬੁੱਧੀਜੀਵੀ ਨੇ, ਸਾਰੇ ਸੰਸਥਾਵਾਂ ਨੇ, ਸਾਰੇ ਹੋਰ ਇਸ ਤਰੀਕੇ ਦੇ ਲੋਕ ਨੇ ਜੋ ਬੁਰਾਈ ਦੇ ਖਿਲਾਫ ਜਾਂ ਇਨਸਾਫ ਪਸੰਦ ਲੋਕ ਨੇ, ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਇਸ ਮੁੱਦੇ ਤੇ ਸਾਰੇ ਇਕਜੁੱਟ ਹੋ ਕੇ ਦਬਾਅ ਇੱਦਾਂ ਦਾ ਬਣਾਓ ਵੀ ਇਹ ਬਿਲਡਿੰਗ ਨੂੰ ਬਚਾਇਆ ਜਾ ਸਕੇ। ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੀ ਕੋਈ ਰਣਨੀਤੀ? ਅਸੀਂ ਸ਼ਹਿਰ ਨਿਵਾਸੀਆਂ ਨਾਲ ਮਿਲ ਕੇ ਸਲਾਹ ਮਸ਼ਵਰਾ ਕਰਕੇ ਜਾਂ ਹੋਰ ਸੰਸਥਾਵਾਂ ਨਾਲ ਸਲਾਹ ਮਸ਼ਵਰਾ ਕਰਕੇ ਵੀ ਉਹ ਕੀ ਸਾਨੂੰ ਦਿੰਦੇ ਨੇ, ਸੁਜੈਸਟ ਕਰਦੇ ਨੇ, ਜਾਂ ਕੀ ਸਾਰਿਆਂ ਨਾਲ ਰਾਏ ਕਰਕੇ ਫਿਰ ਅਸੀਂ ਇਸ ਮੁੱਦੇ ਤੇ ਡੀ ਸਾਹਿਬ ਨੂੰ ਮਿਲਣ ਤੋਂ ਬਾਅਦ ਅਸੀਂ ਮੰਤਰੀ ਸਾਹਿਬ ਨੂੰ ਵੀ ਦੁਬਾਰਾ ਫਿਰ ਇੱਕ ਵਾਰ ਬੇਨਤੀ ਕਰਾਂਗੇ ਵੀ ਇਸ ਨੂੰ, ਜੇ ਹਸਪੀਟਲ ਨੂੰ ਬਚਾਉਣਾ ਤਾਂ ਬਚਾ ਲਓ। ਦੋਸਤੋ, ਇਹ ਸੀਗੇ ਸਤਿੰਦਰ ਸੈਣੀ ਜੀ, ਜਿਨ੍ਹਾਂ ਦਾ ਕਹਿਣਾ ਕਿ ਹਸਪੀਟਲ ਨੂੰ ਬਚਾਉਣਾ। ਅਸੀਂ ਵੀ ਆਪਣੀਆਂ ਮੁੱਦੇ ਦੇ ਵਿੱਚ ਰੱਖ ਚੁੱਕੇ ਹਾਂ ਕਿ ਸਿਵਲ ਹਸਪੀਟਲ ਦੇ ਵਿੱਚ ਸੁਵਿਧਾਵਾਂ ਘਟਾਈਆਂ ਜਾ ਰਹੀਆਂ ਨੇ ਤੇ ਇੱਕ ਪ੍ਰਾਈਵੇਟ ਹਸਪੀਟਲ ਨੂੰ ਜਗ੍ਹਾ ਲਗਾਤਾਰ ਵਧਾਈ ਜਾ ਰਹੀ ਹੈ। ਡਾਕਟਰਸ ਦੀਆਂ ਰਿਹਾਇਸ਼ਾਂ ਨਹੀਂ ਹੈਗੀਆਂ, ਸਟਾਫ ਦੀਆਂ ਰਿਹਾਇਸ਼ਾਂ ਨਹੀਂ ਹੈਗੀਆਂ। ਇਹਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਬੜਾ ਵੱਡਾ ਮੁੱਦਾ ਹੋ ਸਕਦਾ ਹੈ ਕਿ ਸ਼ਾਇਦ, ਮਤਲਬ ਹਜੇ ਤਾਂ ਸ਼ਾਇਦ ਹੈ, ਮਗਰ ਇਹ ਸ਼ਾਇਦ ਨੂੰ ਯਕੀਨ ਦੇ ਵਿੱਚ ਹੋਣ 'ਚ ਕਦੇ ਇੰਨਾ ਵੀ ਨਹੀਂ ਟਾਈਮ ਲੱਗਣਾ ਕਿ ਉੱਥੇ ਸੰਗਰੂਰ ਦਾ ਸਿਵਲ ਹਸਪੀਟਲ ਹੀ ਸ਼ਿਫਟ ਹੋ ਜਾਏ। ਹਾਲਾਂਕਿ ਇਹ ਸ਼ਾਇਦ ਹੈ, ਮਗਰ ਇਹ ਹੋ ਵੀ ਸਕਦਾ ਕਿਉਂਕਿ ਹੁਣ ਹਸਪੀਟਲ ਬਹੁਤ ਥੋੜਾ ਰਹਿ ਗਿਆ ਤੇ ਕੈਂਸਰ ਹਸਪੀਟਲ ਲਗਾਤਾਰ ਵਧ ਰਿਹਾ। ਇਹਦੇ ਵਾਸਤੇ ਸਾਨੂੰ ਇਕੱਠੇ ਹੋਣ ਦੀ ਲੋੜ ਹੈ। ਅਸੀਂ ਵੀ ਅਪੀਲ ਕਰਦੇ ਹਾਂ ਲੋਕਾਂ ਨੂੰ ਕਿ ਤੁਸੀਂ ਇਕੱਠੇ ਹੋਵੋ ਤੇ ਆਪਣਾ ਸਿਵਲ ਹਸਪੀਟਲ ਬਚਾਈਏ। ਲਗਾਤਾਰ ਅਸੀਂ ਤੁਹਾਡੇ ਨਾਲ ਇਸ ਮੁੱਦੇ 'ਤੇ ਗੱਲ ਕਰਦੇ ਰਹਾਂਗੇ। ਤੁਸੀਂ ਸਾਡੇ ਨਾਲ ਬਣੇ ਰਹੋ ਤੇ ਸਾਡੇ YouTube ਚੈਨਲ ਨੂੰ ਤੇ ਸਾਡੇ Facebook ਪੇਜ ਨੂੰ ਲਾਈਕ ਕਰੋ ਤੇ ਸਾਡੇ ਨਾਲ ਜੁੜੇ ਰਹੋ, ਮੈਕਸਿਮਮ ਕਮੈਂਟ ਕਰੋ ਤਾਂ ਕਿ ਅਸੀਂ ਤੁਹਾਡੇ ਸਵਾਲ ਅੱਗੇ ਰੱਖ ਸਕੀਏ। ਸਤਿ ਸ਼੍ਰੀ ਅਕਾਲ। ਧੰਨਵਾਦ।